हाँ जी स्टूडेंट्स, गुड आफ्टरनून। होप सो सारे ठीक होवोगे। ਤੇ ਅੱਜ ਆਪਣਾ ਕਾਰਬਨ ਐਂਡ ਇਟਸ ਕੰਪਾਊਂਡਸ ਦਾ ਸੈਕੰਡ ਲੈਕਚਰ ਸਟਾਰਟ ਕਰ ਰਹੇ ਹਾਂ ਆਪਾਂ। ਬਾਲੇ ਤੁਸੀਂ ਉਹ ਕਰ ਦੇਣਾ, ਚਲੋ ਕੋਈ ਨਹੀਂ। ਤੇ ਬੇਟਾ ਕੱਲ ਆਪਾਂ ਜੋ ਕੁਝ ਵੀ ਡਿਸਕਸ ਕੀਤਾ ਸੀ ਇਸ ਚੈਪਟਰ ਦੇ ਵਿੱਚ, ਕਾਫੀ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਅੱਜ ਫੇਰ ਰਿਪੀਟ ਹੋਣਗੀਆਂ। ਫਿਰ ਵੀ ਬੇਟਾ ਅਗਰ ਕਿਸੇ ਚੀਜ਼ ਦੇ ਵਿੱਚ ਕੋਈ ਡਾਊਟ ਹੈ ਤਾਂ ਅੱਜ ਜ਼ਰੂਰ ਪੁੱਛ ਲਿਓ। ਤੇ ਅੱਜ ਜਿਹੜੇ ਆਪਣੇ ਕੋਲ ਟੌਪਿਕਸ ਨੇ ਇਸ ਸਲਾਈਡ ਦੇ ਵਿੱਚ ਜਾਂ ਅੱਜ ਦੇ ਕਲਾਸ ਦੇ ਵਿੱਚ, ਬੇਟਾ ਅੱਜ ਇੰਨੇ ਕੁ ਇੰਪੋਰਟੈਂਟ ਟੌਪਿਕ ਨੇ ਕਿ ਇਹਦੇ ਵਿੱਚੋਂ ਪੇਪਰ ਬਹੁਤ ਵਾਰ ਪੁੱਛਿਆ ਗਿਆ ਗਾ। ਪੇਪਰ 'ਚ ਬਹੁਤ ਵਾਰ ਕੁਝ ਚੀਜ਼ਾਂ ਪੁੱਛੀਆਂ ਗਈਆਂ, ਇਸ ਕਰਕੇ ਇਹਨੂੰ ਧਿਆਨ ਨਾਲ ਸੁਣਿਓ ਸਾਰੇ ਬੱਚੇ। ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਪਹਿਲਾਂ ਸੁਣੀਆਂ ਵੀ ਹੋਈਆਂ ਸਾਰੇ ਬੱਚਿਆਂ ਨੇ। ਓਕੇ, ਸੋ ਅੱਜ ਦਾ ਪਹਿਲਾ ਟਾਰਗੇਟ ਕੀ ਆ, ਅੱਜ ਆਪਾਂ ਕਰਨਾ ਕੀ ਹੈ ਦੇਖੋ। ਇਹਦੇ ਵਿੱਚ ਬੇਟਾ ਅਸੀਂ ਅੱਜ ਆਇਨਿਕ ਤੇ ਆਪਾਂ ਕੋਵੈਲੈਂਟ ਕੰਪਾਊਂਡ ਬਾਰੇ ਥੋੜੀ ਜਿਹੀ ਪਹਿਲਾਂ ਡਿਸਕਸ ਕਰ ਲਈ ਆਪਾਂ। ਉਸ ਤੋਂ ਬਾਅਦ ਅਸੀਂ ਦੇਖਾਂਗੇ ਜੀ ਐਲੋਟ੍ਰੋਪਸ। ਐਲੋਟ੍ਰੋਪਸ ਕੀ ਹੁੰਦੇ ਆ, ਅੱਜ ਐਲੋਟ੍ਰੋਪਸ ਦੀ ਪਹਿਲਾਂ ਤੁਹਾਨੂੰ ਡੈਫੀਨੇਸ਼ਨ, ਐਲੋਟ੍ਰੋਪਸ ਪਹਿਲਾਂ ਚੰਗੀ ਤਰੀਕੇ ਨਾਲ ਤੁਹਾਨੂੰ ਸਮਝਾਇਆ ਜਾਊਗਾ। ਐਂਡ ਉਸ ਤੋਂ ਬਾਅਦ ਜਿਹੜੇ ਐਲੋਟ੍ਰੋਪਸ ਨੇ, ਅਸੀਂ ਚੈਪਟਰ ਕਿਹੜਾ ਪੜ੍ਹ ਰਹੇ ਹਾਂ, ਕਾਰਬਨ ਐਂਡ ਇਟਸ ਕੰਪਾਊਂਡਸ। ਤਾਂ ਕਾਰਬਨ ਦੇ ਐਲੋਟ੍ਰੋਪਸ ਕਿਹੜੇ ਕਿਹੜੇ ਆ, ਅਸੀਂ ਇਹ ਦੇਖਣਾ ਐਲੋਟ੍ਰੋਪਸ ਆਫ ਕਾਰਬਨ। ਓਕੇ, ਫਿਰ ਜਿਹੜੇ ਕਾਰਬਨ ਦੇ ਐਲੋਟ੍ਰੋਪਸ ਨੇ, ਜਿਹੜੇ ਕਾਰਬਨ ਦੇ ਐਲੋਟ੍ਰੋਪਸ ਨੇ ਉਹਦੇ ਆਪਾਂ ਡਿਫਰੈਂਟ ਅੱਜ ਸਟਰਕਚਰਸ ਦੇਖਾਂਗੇ। 3 ਐਲੋਟ੍ਰੋਪਸ ਮਿਲਦੇ ਆ ਚੈਪਟਰ ਦੇ ਵਿੱਚ ਹੀ ਦੇਖਦੇ ਆ। ਐਂਡ ਅਗਰ ਤਿੰਨੇ ਦੇ ਤਿੰਨੇ ਐਲੋਟ੍ਰੋਪਸ ਕਾਰਬਨ ਦੇ ਨੇ ਤਾਂ ਫਿਰ ਉਹ ਸਟਰਕਚਰ ਦੇ ਵਿੱਚ ਡਿਫਰੈਂਸ ਕਿਉਂ ਉਹਨਾਂ ਸਟਰਕਚਰ ਦੇ ਵਿੱਚ ਡਿਫਰੈਂਸ ਹੈਗਾਗਾ, ਠੀਕ ਹੈ। ਫਿਰ ਉਸ ਤੋਂ ਬਾਅਦ ਉਹਨਾਂ ਦੀ ਫਿਜ਼ੀਕਲ ਪ੍ਰੋਪਰਟੀ ਦੇ ਵਿੱਚ ਵੀ ਡਿਫਰੈਂਸ ਹੈਗਾਗਾ, ਪਰ ਕੈਮੀਕਲੀ ਉਹ ਇੱਕੋ ਹੀ ਚੀਜ਼ ਦੇ ਬਣੇ ਹੋਏ ਆ। ਅੱਜ ਇਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਸੋ ਆ ਤਿੰਨ ਚੀਜ਼ਾਂ ਆਪਾਂ ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਸਾਰੇ ਬੱਚੇ ਸੁਣੋ ਧਿਆਨ ਨਾਲ ਕਿ ਜੋ ਅਸੀਂ ਅੱਗੇ ਜਾ ਕੇ ਅਸੀਂ ਪੜ੍ਹਨਾ ਬੇਟਾ ਜੀ, ਇੱਕ ਤਾਂ ਕੋਵੈਲੈਂਟ ਐਂਡ ਇੱਕ ਆਇਨਿਕ। ਕੋਵੈਲੈਂਟ ਤੇ ਆਇਨਿਕ ਜਿਹੜੇ ਕੰਪਾਊਂਡਸ ਨੇ ਜਾਂ ਬੌਂਡ ਨੇ, ਇਹਨਾਂ 'ਚ ਡਿਫਰੈਂਸ ਕੀ ਹੈਗਾ ਬੇਟਾ। ਅਗਰ ਮੈਂ ਕਾਰਬਨ ਦੀ ਗੱਲ ਕਰਾਂ, ਤੁਹਾਨੂੰ ਸਭ ਨੂੰ ਪਤਾ ਕਿ ਕਾਰਬਨ ਦਾ ਐਟੋਮਿਕ ਨੰਬਰ ਕਿੰਨਾ ਹੈਗਾ, 6। ਵੈਰੀ ਗੁੱਡ। ਤੇ ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਵੀ ਪਤਾ ਹੋਊਗੀ ਫਿਰ ਤੁਹਾਨੂੰ, 2 4। ਮਤਲਬ ਕਿ ਫਸਟ ਸ਼ੈਲ ਦੇ ਵਿੱਚ 2 ਇਲੈਕਟ੍ਰੋਨਸ ਐਂਡ ਜਿਹੜਾ ਵੇਲੈਂਸ ਸ਼ੈਲ ਹੈਗਾ ਉਹਦੇ ਵਿੱਚ ਕਿੰਨੇ ਇਲੈਕਟ੍ਰੋਨਸ, ਤੇ ਕਿੰਨਿਆਂ ਦੀ ਜ਼ਰੂਰਤ ਹੋਰ ਉਹਨੂੰ ਸਟੇਬਲ ਹੋਣ ਵਾਸਤੇ, 4 ਦੀ ਜ਼ਰੂਰਤ ਉਹਨੂੰ ਹੋਰ, ਹਨਾ। ਆਪਾਂ ਅਗਰ ਗੱਲ ਕਰੀਏ ਤਾਂ ਥੋੜੀ ਜੀ ਕੱਲ ਆਪਾਂ ਸੋਡੀਅਮ ਕਲੋਰਾਈਡ ਬਾਰੇ ਗੱਲ ਕੀਤੀ ਸੀਗੀ, NaCl ਬਾਰੇ ਗੱਲ ਕੀਤੀ ਸੀ। ਤਾਂ ਸੋਡੀਅਮ ਤੇ ਕਲੋਰਾਈਡ ਇਹ ਦੋ ਆਪਣੇ ਕੋਲ ਐਲੀਮੈਂਟਸ ਨੇ ਜਾਂ ਦੋ ਆਪਣੇ ਕੋਲ ਆਇਨਸ ਨੇ। ਇਹ ਦੋਨੇ ਆਇਨਸ ਆਪੋਜ਼ਿਟਲੀ ਚਾਰਜ ਸੀ, ਇੰਨੇ ਫੋਰਸ ਦੇ ਨਾਲ ਇਹ ਅਟਰੈਕਟ ਹੋ ਗਏ। ਐਂਡ ਅਟਰੈਕਟ ਹੋਣ ਤੋਂ ਬਾਅਦ ਬੇਟਾ ਕੀ ਹੋ ਗਏ, ਇਕੱਠੇ ਹੋ ਗਏ। ਐਂਡ ਉਸ ਤੋਂ ਬਾਅਦ ਜਿਹੜੀ ਇਹ ਬੇਟਾ ਜੀ ਕੰਪਾਊਂਡ ਬਣੇ ਆ, ਜਿਹੜਾ ਕੰਪਾਊਂਡ ਬਣਿਆਗਾ ਇਹ ਕਿਹਦੇ ਕਰਕੇ ਬਣਿਆ, ਆਇਨਸ ਕਰਕੇ ਬਣਿਆ, ਠੀਕ ਹੈ ਜੀ। ਆਇਨਸ ਕਰਕੇ ਬਣਿਆ, ਇਸੇ ਕਰਕੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਆਇਨਿਕ ਕੰਪਾਊਂਡਸ ਕਹਿ ਦਿੰਦੇ ਆ। ਦੂਸਰੀ ਨਿਸ਼ਾਨੀ ਆਇਨਿਕ ਕੰਪਾਊਂਡਸ ਦੀ, ਕਦੇ ਵੀ ਤੁਹਾਨੂੰ ਆਇਨਿਕ ਕੰਪਾਊਂਡ ਦੇਖਣ ਨੂੰ ਮਿਲੂਗਾ ਤਾਂ ਉਹਦੇ ਵਿੱਚ ਇੱਕ ਮੈਟਲ ਹੋਊਗਾ, ਇੱਕ ਨਾਨ ਮੈਟਲ ਹੋਊਗਾ, ਇੱਕ ਮੈਟਲ ਹੋਊਗਾ ਤੇ ਇੱਕ ਨਾਨ ਮੈਟਲ ਹੋਊਗਾ। ਸੋ ਦਿਓ ਸਾਰੇ ਬੱਚੇ ਧਿਆਨ। ਫਿਰ ਉਸ ਤੋਂ ਬਾਅਦ ਇੱਧਰ ਡਿਸਕਸ ਕਰਦੇ ਆ, ਜਿਵੇਂ NaCl ਸਾਡੇ ਕੋਲ ਹੈਗਾ, ਅਗਰ NaCl ਨੂੰ ਡਿਸੋਸ਼ੀਏਟ ਕੀਤਾ ਜਾਵੇ, ਡਿਸੋਸ਼ੀਏਟ ਹੋਣ ਤੋਂ ਬਾਅਦ ਹਮੇਸ਼ਾ ਹੀ ਕੀ ਬਣ ਜਾਣਗੇ ਬੇਟਾ, ਆਇਨਸ ਫਾਰਮ ਦੇ ਵਿੱਚ ਆ ਜਾਣਗੇ। ਐਂਡ ਆਇਨਸ ਫਾਰਮ ਦੇ ਵਿੱਚ ਆ ਗਏ ਤਾਂ ਇਹਨਾਂ ਚੋਂ ਇੱਕ ਕੌਣ ਹੈ ਬੇਟਾ ਜੀ, ਕੈਟਾਇਨ। ਪੋਜ਼ਿਟਿਵ ਵਾਲੇ ਨੂੰ ਸਭ ਨੂੰ ਪਤਾ ਕੀ ਕਹਿ ਦਿੰਦੇ ਹੁੰਦੇ ਆਪਾਂ, ਕੈਟਾਇਨ ਕਹਿ ਦਿੰਦੇ ਆ। ਐਂਡ ਨੈਗੇਟਿਵ ਵਾਲੇ ਨੂੰ ਆਪਾਂ ਕੀ ਕਹਿ ਦਿੰਦੇ ਹੁੰਦੇ ਬੇਟਾ, ਐਨਾਇਨ ਕਹਿ ਦਿੰਦੇ ਹੁੰਦੇ ਆ। ਐਨਾਇਨ ਤੇ ਕੈਟਾਇਨ ਦੋਨਾਂ ਦੇ ਜੁੜਨ ਤੋਂ ਬਾਅਦ ਜਿਹੜਾ ਕੰਪਾਊਂਡ ਬਣੂਗਾ ਬੇਟਾ ਜੀ, ਉਹ ਕੰਪਾਊਂਡ ਕਿਹੜਾ ਹੋਊਗਾ, ਆਇਨਿਕ ਕੰਪਾਊਂਡ ਹੋਊਗਾ। ਕਿਹੜਾ ਕੰਪਾਊਂਡ ਹੋਊਗਾ, ਆਇਨਿਕ ਕੰਪਾਊਂਡ ਹੋਊਗਾ। ਬਿਕੋਜ਼ ਉਹ ਕੰਪਾਊਂਡ ਕਿਹਦੇ ਕਰਕੇ ਬਣਦਾ, ਉਹ ਆਇਨਸ ਦੇ ਕਰਕੇ ਹੀ ਬਣਦਾ। ਠੀਕ ਹੈ ਜੀ। ਇੱਕ ਹੋਰ ਇਹਦੇ ਵਿੱਚ ਧਿਆਨ ਨਾਲ ਸੁਣਿਓ ਬੇਟਾ, ਜਦੋਂ ਇਹ ਕੰਪਾਊਂਡ ਬਣਦਾ ਨਾ, ਜਦੋਂ ਇਹ ਕੰਪਾਊਂਡ ਬਣਦਾ ਨਾ, ਇਹ ਫਿਰ ਉਹੀ ਗੱਲ ਕਿ ਪੋਜ਼ਿਟਿਵ ਤੇ ਨੈਗੇਟਿਵ ਦੋਨੇ ਇੱਕ ਦੂਜੇ ਨੂੰ ਆਪਦੇ ਵੱਲ ਖਿੱਚਦੇ ਆ। ਇਸ ਤਰ੍ਹਾਂ ਕਰਕੇ ਬਹੁਤ ਫੋਰਸ ਦੇ ਨਾਲ ਇੱਕ ਦੂਜੇ ਨੂੰ ਖਿੱਚਦੇ ਆ ਤੇ ਇਹ 'ਚ ਸਟਰੋਂਗ ਅਟਰੈਕਸ਼ਨਸ ਹੋਣਗੀਆਂ। ਠੀਕ ਹੈ, ਸਟਰੋਂਗ ਅਟਰੈਕਸ਼ਨ ਫੋਰਸਿਸ ਨੇ ਇਹਦੇ ਵਿੱਚ। ਪਰ ਆਪਾਂ ਕੋਵੈਲੈਂਟ ਵਾਲੇ ਪਾਸੇ ਵੀ ਦੇਖਾਂਗੇ, ਆਪਾਂ ਕੋਵੈਲੈਂਟ ਵਾਲੇ ਪਾਸੇ ਦੇਖਾਂਗੇ। ਬਟ ਮੈਨੂੰ ਅਗਰ ਇਹਦੇ ਕੋਈ ਪੁੱਛੇ ਵੀ ਦੋ ਜਿਹੜੇ ਆਪਣੇ ਕੋਲ ਇੱਥੇ ਅਗਰ ਕੰਪਾਊਂਡ ਦੇ ਵਿੱਚ ਦੋਨੇ ਜੇ ਆਇਨਸ ਨੇ ਜਾਂ ਐਲੀਮੈਂਟਸ ਨੇ, ਇਹਨਾਂ ਦੋਨਾਂ ਦੇ ਵਿਚਾਲੇ ਜਿਹੜੀ ਫੋਰਸ ਆਫ ਅਟਰੈਕਸ਼ਨ ਹੈ ਕਿੰਨੀ ਕੁ ਹੋ ਸਕਦੀ ਹੈ, ਬਹੁਤ ਜ਼ਿਆਦਾ ਹੈ ਜਾਂ ਬਹੁਤ ਘੱਟ, ਮੇਰੇ ਕੋਲ ਬਹੁਤ ਜ਼ਿਆਦਾ ਹੁੰਦੀ ਹੈ। ਇਹਦੇ ਵਿੱਚ ਇੱਕ ਚੀਜ਼ ਯਾਦ ਰੱਖਿਓ, ਇਹਦੇ ਵਿੱਚ ਆਪਾਂ ਇਹ ਲਿਖ ਸਕਦੇ ਹਾਂ, ਆਇਨਿਕ ਕੰਪਾਊਂਡਸ ਦੇ ਵਿੱਚ ਕੀ ਹੁੰਦਾ ਬੇਟਾ, ਸਟਰੋਂਗ ਫੋਰਸਿਸ ਆਫ ਅਟਰੈਕਸ਼ਨ ਹੁੰਦੀ ਹੈ। ਅਟਰੈਕਸ਼ਨ ਫੋਰਸਿਸ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਆ। ਐਂਡ ਤੁਹਾਨੂੰ ਪਤਾ ਹੋਊਗਾ
ਕਿ ਜਦੋਂ ਆਪਾਂ ਇੱਕ ਨਾਨ ਮੈਟਲ ਮੈਟਲ ਐਂਡ ਨਾਨ ਮੈਟਲ ਦੇ ਵਿੱਚ ਪੜ੍ਹ ਰਹੇ ਸੀ, ਮੈਂ ਤੁਹਾਨੂੰ ਕਿਹਾ ਸੀ ਅਗਰ ਸੋਡੀਅਮ ਕਲੋਰਾਈਡ ਇੱਕ ਆਇਨਿਕ ਕੰਪਾਊਂਡ ਆ, ਅਗਰ ਉਹਨੂੰ ਮੋਲਟਨ ਸਟੇਟ ਦੇ ਵਿੱਚ ਲੈ ਕੇ ਆਉਣਾ ਪੈ ਜੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਟੈਂਪਰੇਚਰ ਦੇਣਾ ਪੈਂਦਾ। ਯਾਦ ਆ ਕੁਛ? ਅਗਰ ਇਹਨੂੰ ਮੋਲਟਨ ਫਾਰਮ ਦੇ ਵਿੱਚ ਲੈ ਕੇ ਆਉਣਾ ਤਾਂ ਇਹਨੂੰ ਟੈਂਪਰੇਚਰ ਬਹੁਤ ਜ਼ਿਆਦਾ ਦੇਣਾ ਪੈਂਦਾ। ਹੁਣ ਉਹ ਇੰਨਾ ਜ਼ਿਆਦਾ ਟੈਂਪਰੇਚਰ ਕਿਉਂ ਚਾਹੀਦਾ? ਕਿਉਂਕਿ ਬੇਟਾ ਜੀ ਕਦੇ ਵੀ ਕਿਸੇ ਵੀ ਕੰਪਾਊਂਡ ਨੂੰ ਤੋੜਨਾਗਾ, ਮੈਲਟਿੰਗ ਤੇ ਬੋਇਲਿੰਗ ਪੁਆਇੰਟ ਡਿਪੈਂਡ ਕਰਦਾ ਉਹਦੀ ਫੋਰਸ ਆਫ ਅਟਰੈਕਸ਼ਨ ਤੇ, ਡਿਪੈਂਡ ਕਰਦਾ ਹੈਗਾ ਕਿ ਉਹ ਕਿੰਨੀ ਜਲਦੀ ਅਲੱਗ ਹੁੰਦੇ ਆ। ਤਾਂ ਸਟਰੋਂਗ ਫੋਰਸ ਆਫ ਅਟਰੈਕਸ਼ਨ ਹੈ, ਦੈਨ ਆਬਵੀਅਸਲੀ ਗੱਲ ਹੈ ਬੇਟਾ ਨੂੰ એનર્ਜੀ ਬਹੁਤ ਜ਼ਿਆਦਾ ਦੇਣੀ ਪਊਗੀ, ਫਿਰ ਜਾ ਕੇ ਟੁੱਟਣਗੇ। ਸੋ ਅਗਰ ਸਟਰੋਂਗ ਫੋਰਸਿਸ ਆਫ ਅਟਰੈਕਸ਼ਨ ਹੈ ਤਾਂ ਮੈਂ ਇਹ ਕਹਿ ਸਕਦਾ ਇਹਦਾ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਕੀ ਹੋਊਗਾ? ਹਮੇਸ਼ਾ ਆਇਨਿਕ ਕੰਪਾਊਂਡਸ ਦਾ ਹਾਈ ਹੋਊਗਾ। ਤਾਂ ਇਹਦਾ ਮੈਲਟਿੰਗ ਪੁਆਇੰਟ ਐਂਡ ਦਾ ਬੋਇਲਿੰਗ ਪੁਆਇੰਟ ਕੀ ਹੋ ਜਾਊਗਾ ਬੇਟਾ? ਹਾਈ ਹੋਊਗਾ। ਮੈਲਟਿੰਗ ਤੇ ਬੋਇਲਿੰਗ ਪੁਆਇੰਟ ਕੀ ਹੋ ਜਾਊਗਾ ਬੇਟਾ ਇਹਨਾਂ ਦਾ? ਹਾਈ ਹੋ ਜਾਊਗਾ। ਉਸ ਤੋਂ ਬਾਅਦ ਅਗਰ ਕਦੇ ਵੀ ਬੇਟਾ ਜੀ ਇਹ ਕੰਪਾਊਂਡਸ ਆਇਨਿਕ ਕੰਪਾਊਂਡਸ ਕਦੇ ਵੀ ਅਗਰ ਟੁੱਟਣਗੇ, ਅਗਰ ਆਇਨਿਕ ਕੰਪਾਊਂਡ ਨੂੰ ਡਿਸੋਸ਼ੀਏਟ ਕੀਤਾ ਜਾਊਗਾ ਤਾਂ ਡਿਸੋਸ਼ੀਏਟ ਹੋਣ ਤੋਂ ਬਾਅਦ ਇਹ ਹਮੇਸ਼ਾ ਕੀ ਦੇਣਗੇ? ਸਾਨੂੰ ਆਇਨਸ ਬਣਾ ਕੇ ਦੇਣਗੇ। ਹਮੇਸ਼ਾ ਕੀ ਬਣਨਗੇ? ਆਇਨਸ। ਆਇਨਸ ਮਤਲਬ ਕਿ ਇੱਕ ਸਪੀਸੀਜ਼ ਦੇ ਉੱਤੇ ਇੱਕ ਪੋਜ਼ਿਟਿਵ ਚਾਰਜ ਆ ਜਾਊਗਾ, ਇੱਕ ਸਪੀਸੀਜ਼ ਦੇ ਉੱਤੇ ਨੈਗੇਟਿਵ ਚਾਰਜ ਆ ਜਾਊਗਾ। ਤਾਂ ਆਇਨਿਕ ਕੰਪਾਊਂਡ ਹਮੇਸ਼ਾ ਪੋਜ਼ਿਟਿਵ ਸਪੀਸੀਜ਼ ਤੇ ਨੈਗੇਟਿਵ ਸਪੀਸੀਜ਼ ਨੂੰ ਜੁੜ ਕੇ ਬਣਦਾ। ਸਪੀਸੀਜ਼ ਕਿਹਨੂੰ ਕਹਿ ਰਹੇ ਆ? ਇਸ ਚੀਜ਼ ਨੂੰ ਕਹਿ ਰਹੇ ਆ। ਹੁਣ ਇੱਥੇ ਤਾਂ ਮੈਂ ਬੇਟਾ ਆਪਦੇ ਵੱਲੋਂ ਸੋਡੀਅਮ ਕਲੋਰਾਈਡ ਵਰਡ ਯੂਜ਼ ਕਰ ਰਿਹਾ, ਪਰ ਤੁਹਾਨੂੰ ਪਤਾ ਹੀ ਨਹੀਂਗਾ ਕੰਪਾਊਂਡ ਕੀ ਦੇਣਗੇ ਤੁਹਾਨੂੰ। ਆਇਨਿਕ ਕੰਪਾਊਂਡ ਕਿਹੜਾ ਦੇਣਗੇ? ਬਹੁਤ ਸਾਰੇ ਆਇਨਿਕ ਕੰਪਾਊਂਡ ਇੱਥੇ ਐਗਜ਼ਿਸਟ ਕਰਦੇ ਆ, ਮੈਗਨੀਸ਼ੀਅਮ ਕਲੋਰਾਈਡ, ਕੈਲਸ਼ੀਅਮ ਕਲੋਰਾਈਡ, ਠੀਕ ਆ, ਕਾਪਰ ਸਲਫੇਟ, ਇਹ ਸਾਰੇ ਦੇ ਸਾਰੇ ਕੀ ਨੇ? ਇਹ ਆਇਨਿਕ ਕੰਪਾਊਂਡਸ ਹੀ ਤਾਂ ਨੇ, ਠੀਕ ਹੈ। ਤਾਂ ਉਹਦੇ ਵਿੱਚ ਤੁਸੀਂ ਦੇਖੋਗੇ ਹਮੇਸ਼ਾ ਮੈਟਲ ਕੀ ਬਣੂਗਾ? ਪੋਜ਼ਿਟਿਵ ਵਾਲੀ ਸਪੀਸੀਜ਼ ਬਣੂਗੀ, ਤੇ ਜਿਹੜਾ ਨਾਨ ਮੈਟਲ ਹਮੇਸ਼ਾ ਕੀ ਬਣੂਗਾ? ਨੈਗੇਟਿਵਲੀ ਚਾਰਜ ਸਪੀਸੀਜ਼ ਬਣੂਗੀ। ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਆਇਨਸ ਬਣਨਗੇ। ਸੋ ਇਹ ਹਮੇਸ਼ਾ ਬੇਟਾ ਜੀ ਕੀ ਬਣਾ ਕੇ ਦੇਣਗੇ? ਸਾਨੂੰ ਆਇਨਸ ਬਣਾ ਕੇ ਦੇਣਗੇ। ਇਹਦੇ ਵਿੱਚ ਹਮੇਸ਼ਾ ਆਇਨਸ ਬਣਨਗੇ। ਆਇਨਸ ਕੀ ਹੁੰਦੇ ਨੇ? ਹੁਣ ਤੁਹਾਨੂੰ ਸਭ ਨੂੰ ਪਤਾ, ਠੀਕ ਹੈ ਜੀ, ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਆਇਨਸ ਮਤਲਬ ਕਿ ਅਗਰ ਕਿਸੇ ਦੇ ਉੱਤੇ ਪੋਜ਼ਿਟਿਵ ਚਾਰਜ ਲੱਗਿਆ ਮਿਲ ਜੇ ਜਾਂ ਫਿਰ ਨੈਗੇਟਿਵ ਚਾਰਜ ਲੱਗਿਆ ਮਿਲ ਜੇ, ਉਹ ਸਪੀਸੀਜ਼ ਨੂੰ ਆਪਾਂ ਆਇਨ ਕਹਿ ਦਿੰਦੇ ਆ, ਠੀਕ ਹੈ। ਅਗਰ ਕਿਸੇ ਵੀ ਐਲੀਮੈਂਟ ਦੇ ਉੱਤੇ ਚਾਰਜ ਲੱਗਿਆ ਮਿਲ ਜੇ, ਚਾਹੇ ਪੋਜ਼ਿਟਿਵ ਚਾਹੇ ਨੈਗੇਟਿਵ, ਉਹਨੂੰ ਆਪਾਂ ਆਇਨ ਕਹਿ ਦਿੰਦੇ ਆ। ਪਰ ਕਹਿੰਦੇ ਅੱਗੇ ਵੀ ਤਾਂ ਆਇਨਾਂ ਦਾ ਆਪਾਂ ਨਾਮ ਰੱਖਿਆ ਹੋਊ ਨਾ? ਮੈਂ ਕਿਹਾ ਹਾਂਜੀ ਬਿਲਕੁਲ ਰੱਖਿਆ ਹੋਇਆ ਹੈਗਾ। ਅਗਰ ਆਇਨ ਦੇ ਉੱਤੇ ਕਿਸੇ ਵੀ ਮਤਲਬ ਕਿ ਆਪਣੇ ਕੋਲੇ ਆਇਨ ਇਦਾਂ ਦਾ ਮਿਲਦਾ ਜਿਹਦੇ ਤੇ ਪੋਜ਼ਿਟਿਵ ਚਾਰਜ ਆ, ਤਾਂ ਉਸ ਆਇਨ ਨੂੰ ਅਸੀਂ ਕੀ ਕਹਦਾ ਕਰਾਂਗੇ? ਕੈਟਾਇਨ। ਐਂਡ ਨੈਗੇਟਿਵ ਵਾਲੇ ਨੂੰ ਕੀ ਕਹਦਾ ਕਰਾਂਗੇ ਆਪਾਂ? ਹਮੇਸ਼ਾ ਐਨਾਇਨ ਕਹਦਾ ਕਰਾਂਗੇ, ਠੀਕ ਹੈ। ਸੋ ਯਾਦ ਰੱਖਿਓ ਬੇਟਾ ਇਹ ਕਿਤੇ ਨਾ ਕਿਤੇ ਵਰਡ ਦੇਖਣ ਨੂੰ ਤੁਹਾਨੂੰ ਮਿਲਣਗੇ ਵਾਲੇ, ਠੀਕ ਹੈ। ਇਹ ਚੀਜ਼ ਤੁਹਾਨੂੰ ਕਿਤੇ ਨਾ ਕਿਤੇ ਦੇਖਣ ਨੂੰ ਮਿਲੂਗੀ। ਬਟ ਇਸ ਚੈਪਟਰ ਦੇ ਵਿੱਚ ਜ਼ਿਆਦਾਤਰ ਆਪਾਂ ਗੱਲ ਕਰਾਂਗੇ ਬੇਟਾ ਕਿਹੜੇ ਕੰਪਾਊਂਡਸ ਦੀ? ਕੋਵੈਲੈਂਟ ਕੰਪਾਊਂਡਸ ਦੀ। ਹੁਣ ਕੋਵੈਲੈਂਟ ਕੰਪਾਊਂਡ ਕਿਵੇਂ ਬਣਦਾਗਾ? ਅਗਰ ਇਹਦੀ ਗੱਲ ਕਰੀਏ, ਸਟਰੋਂਗ ਫੋਰਸਿਸ ਆਫ ਅਟਰੈਕਸ਼ਨ ਹੈਗੇ, ਮੈਲਟਿੰਗ ਤੇ ਬੋਇਲਿੰਗ ਪੁਆਇੰਟ ਬਹੁਤ ਜ਼ਿਆਦਾ ਹੈਗਾ, ਆਇਨਸ ਬਣਦੇ ਆ। ਪਰ ਇਹ ਬਣਦੇ ਕਿਵੇਂ ਸੀਗੇ? ਇਹ ਕੱਲ ਤੁਹਾਨੂੰ ਦੱਸਿਆ ਹੋਊਗਾ ਸਾਰਿਆਂ ਨੂੰ, ਕਿਵੇਂ ਬਣਦੇ ਸੀ ਇਹ? ਬੋਲੋ। ਇਲੈਕਟ੍ਰੋਨਸ ਦੇ ਟ੍ਰਾਂਸਫਰ ਕਰਕੇ, ਠੀਕ ਹੈ ਜੀ। ਫਾਰਮਸ ਆਫਟਰ complete transfer of electron, after complete transfer of electrons, ਇਲੈਕਟ੍ਰੋਨਸ ਦੇ ਕੰਪਲੀਟ ਟ੍ਰਾਂਸਫਰ ਤੋਂ ਬਾਅਦ ਬੇਟਾ ਜੀ ਇਹ ਆਇਨਿਕ ਕੰਪਾਊਂਡ ਬਣੂਗਾ ਤਾਂ ਇਹਨਾਂ ਦੇ ਸਟਰੋਂਗ ਫੋਰਸਿਸ ਆਫ ਅਟਰੈਕਸ਼ਨ ਹੋਣਗੀਆਂ, ਮੈਲਟਿੰਗ ਤੇ ਬੋਇਲਿੰਗ ਪੁਆਇੰਟ ਹਾਈ ਹੋਊਗਾ, ਇਹਦੇ ਕਰਕੇ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਹਾਈ ਇਹਦਾ, ਓਕੇ। ਉਸ ਤੋਂ ਬਾਅਦ ਆਇਨਸ ਬਣਨਗੇ, ਜਦੋਂ ਵੀ ਟੁੱਟਣਗੇ ਤਾਂ ਕਿਹੜਾ? ਪੋਜ਼ਿਟਿਵ ਤੇ ਇੱਕ ਨੈਗੇਟਿਵ ਆਇਨ, ਪੋਜ਼ਿਟਿਵ ਆਇਨ ਨੂੰ ਕਟਾਇਨ, ਨੈਗੇਟਿਵ ਆਇਨ ਨੂੰ ਅਨਾਇਨ। ਇਧਰਲੇ ਪਾਸੇ ਅਗਰ ਗੱਲ ਕਰੀਏ ਤਾਂ ਇਹ ਕਿਵੇਂ ਬਣਦਾ? ਇਹ ਹਮੇਸ਼ਾ ਬੇਟਾ ਜੀ ਧਿਆਨ ਰੱਖਿਓ, ਇਹ ਬਣੂਗਾ ਹਮੇਸ਼ਾ ਸ਼ੇਅਰਿੰਗ ਪੇਅਰਿੰਗ ਆਫ ਇਲੈਕਟ੍ਰੋਨ ਕਰਕੇ, ਠੀਕ ਹੈ ਜੀ। ਸ਼ੇਅਰਿੰਗ ਪੇਅਰਿੰਗ ਆਫ ਇਲੈਕਟ੍ਰੋਨ ਕਰਕੇ ਬਣੂਗਾ ਇਹ ਵਾਲਾ ਹਮੇਸ਼ਾ ਕੋਵੈਲੈਂਟ ਕੰਪਾਊਂਡ ਜਿਹੜਾ ਹੈਗਾ। ਇਹ ਚ ਡੋਨੇਟ ਗੇਨ ਵਾਲਾ ਕੋਈ ਚੱਕਰ ਹੈ ਨਹੀਂ। ਕਾਰਬਨ ਦੀ ਅਗਰ ਸਭ ਤੋਂ ਵੱਡੀ ਐਗਜ਼ਾਮਪਲ ਲਈਏ, ਮੈਂ ਤੁਹਾਨੂੰ ਕੱਲ ਹੀ ਦੱਸ ਕੇ ਰਿਹਾ, ਕਾਰਬਨ ਕੀ ਹੈ ਕਿ ਕੋਵੈਲੈਂਟ ਬੌਂਡ ਬਣਾਉਂਦਾ। ਇਹਦਾ ਮਤਲਬ ਕਾਰਬਨ ਦੇ ਕੰਪਾਊਂਡ ਜਿੰਨੇ ਵੀ ਆਪਾਂ ਨੂੰ ਮਿਲਣਗੇ ਸਾਰੇ ਕੋਵੈਲੈਂਟ ਕੰਪਾਊਂਡ ਹੋਣਗੇ। ਇਹਦਾ ਮਤਲਬ ਕੀ ਆ ਕਿ ਕਾਰਬਨ ਨਾ ਤਾਂ ਕਿਸੇ ਨੂੰ ਇਲੈਕਟ੍ਰੋਨ ਦਿੰਦਾ ਤੇ ਨਾ ਇਲੈਕਟ੍ਰੋਨ ਕਿਸ ਤੋਂ ਲੈਂਦਾ। ਹੁਣ ਇਹਦਾ ਵੀ ਇੱਕ ਕਾਰਨ ਆ, ਕਾਰਬਨ ਇਲੈਕਟ੍ਰੋਨ ਨਹੀਂ ਲੈ ਸਕਦਾ ਜਾਂ ਕਾਰਬਨ ਕਿਸੇ ਨੂੰ ਇਲੈਕਟ੍ਰੋਨ ਨਹੀਂ ਦੇ ਸਕਦਾ, ਇਹ ਬਹੁਤ ਵੱਡਾ ਇੱਕ ਕਾਰਨ ਹੈ। ਇਹਦੀ ਆਪਾਂ ਗੱਲ ਕਰਦੇ ਹਾਂ, ਇਹਦੀ ਵੀ ਮੈਂ ਗੱਲ ਕਰੂੰਗਾ, ਬਟ ਥੋੜੀ ਐਨਸੀਈਆਰਟੀ ਦੇ ਵਿੱਚ ਨਾ ਦੋ ਪੁਆਇੰਟਸ ਲਿਖਿਆ, ਬਹੁਤ ਸੋਹਣੇ ਪੁਆਇੰਟਸ ਲਿਖੇ ਹੋਇਆ। ਨਾ ਹੀ ਤਾਂ ਕਾਰਬਨ ਕਦੇ C4 ਨੈਗੇਟਿਵ ਬਣ ਸਕਦਾ ਤੇ ਨਾ ਹੀ ਕਦੇ C4 ਪੋਜ਼ਿਟਿਵ ਬਣ ਸਕਦਾ। ਉਹਦਾ ਕਾਰਨ ਆਪਾਂ ਐਨਸੀਈਆਰਟੀ ਰੀਡਿੰਗ ਜਦੋਂ ਆਪਾਂ ਸੀਰੀਜ਼ ਲਗਾਵਾਂਗੇ ਨਾ, ਤਾਂ ਉਦੋਂ ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ ਆਪਾਂ ਗੱਲ, ਠੀਕ ਹੈ, ਡਿਟੇਲ ਚ। ਉਸ ਤੋਂ ਬਾਅਦ ਬੇਟਾ ਜੀ ਜਦੋਂ ਸ਼ੇਅਰਿੰਗ ਪੇਅਰਿੰਗ ਹੁੰਦੀ ਆ, ਤੁਸੀਂ ਮੈਨੂੰ ਇਹ ਦੱਸੋ, ਜਦੋਂ ਸ਼ੇਅਰਿੰਗ ਪੇਅਰਿੰਗ ਹੁੰਦੀ ਆ, ਮੰਨ ਲਓ ਦੋ ਬੰਦਿਆਂ ਨਾਲ ਸ਼ੇਅਰ ਆ,
ਉਹਨਾਂ 'ਚ ਮੈਨੂੰ ਲੱਗਦਾ ਕੋਈ ਬੌਂਡਿੰਗ ਕੋਈ ਬਾਹਲੀ ਤਕੜੀ ਨਹੀਂ ਹੁੰਦੀ ਗੀ, ਠੀਕ ਹੈ। ਸੋ ਇਹਦੇ 'ਚ ਵੀਕ ਵੰਡਰਵਾਲ ਫੋਰਸਿਸ ਹੁੰਦੀਆਂ, ਮੈਂ ਇਹ ਕਹਿ ਸਕਦਾ ਗਾ। ਜਿਹੜੇ ਕੋਵਾਲੈਂਟ ਕੰਪਾਊਂਡ ਹੁੰਦੇ ਆ ਨਾ, ਕੋਵਾਲੈਂਟ ਕੰਪਾਊਂਡ ਦੇ ਜਿਹੜੇ ਵਿੱਚ ਐਲੀਮੈਂਟਸ ਨੇ, ਐਲੀਮੈਂਟਸ ਦੇ ਵਿਚਾਲੇ ਜਿਹੜੀ ਫੋਰਸ ਹੁੰਦੀ ਹੈ ਨਾ, ਉਹ ਵੀਕ ਵੰਡਰਵਾਲ ਫੋਰਸ ਹੁੰਦੀ ਆ। ਤਾਂ ਵੀਕ ਵੰਡਰਵਾਲ ਫੋਰਸ ਨੂੰ ਬਹੁਤ ਜਲਦੀ ਤੋੜਿਆ ਜਾ ਸਕਦਾ ਗਾ, ਠੀਕ ਹੈ। ਕੋਵਾਲੈਂਟ ਕੰਪਾਊਂਡ ਦੇ ਵਿੱਚ ਕੀ ਹੁੰਦਾ ਗਾ, ਵੀਕ ਵੰਡਰਵਾਲ ਫੋਰਸਿਸ, VW ਲਿਖਣਾ, ਠੀਕ ਹੈ ਜੀ। ਵੀਕ ਵੰਡਰਵਾਲ ਫੋਰਸਿਸ ਹੁੰਦੀਆਂ ਬੇਟਾ, ਜਿਹਦੇ ਕਰਕੇ ਫਿਰ ਇਹਨਾਂ ਦਾ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਕੀ ਹੁੰਦਾ ਗਾ, ਲੋ ਹੁੰਦਾ ਗਾ। ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਕੀ ਹੋਊਗਾ ਬੇਟਾ, ਜਿਹਦਾ ਲੋ ਹੋਊਗਾ। ਐਂਡ ਜਦੋਂ ਵੀ ਕਦੇ ਇਹ ਟੁੱਟਣਗੇ ਤਾਂ ਬੇਟਾ ਜੀ ਦੇ ਡੋਂਟ ਜਾਂ ਕਾਂਟ ਲਿਖ ਲਓ, ਲਿਖਣਾ ਦੇ ਕਾਂਟ form ions after dissociation। dissociation ਤੋਂ ਬਾਅਦ ਕਦੇ ਵੀ ਬੇਟਾ ਜੀ ਕੀ ਨਹੀਂ ਬਣਾਉਣਗੇ, ਇਹ ਆਇਨਸ ਨਹੀਂ ਬਣਾਉਣਗੇ। ਸੋ ਮੰਨ ਲਓ ਕਾਰਬਨ ਡਾਈਆਕਸਾਈਡ ਆ, ਅਗਰ ਕਾਰਬਨ ਡਾਈਆਕਸਾਈਡ ਆ, ਕਾਰਬਨ ਤੇ ਆਕਸੀਜਨ ਅਲੱਗ-ਅਲੱਗ ਹੋ ਗਏ, ਨਾ ਕਹਿੰਦਾ ਕਾਰਬਨ ਕਹਿੰਦਾ ਮੇਰੇ ਤੇ ਪੋਜ਼ਿਟਿਵ ਚਾਰਜ ਆਵੇ, ਨਾ ਆਵੇ ਨੈਗੇਟਿਵ ਚਾਰਜ, ਉਹ ਕਹਿੰਦਾ ਮੈਂ ਪੋਜ਼ਿਟਿਵ ਨੈਗੇਟਿਵ ਚਾਰਜ ਕਿਉਂ ਬਈ, ਆਪਾਂ ਬੌਂਡ ਬਣਾਉਣ ਤੋਂ ਪਹਿਲਾਂ ਗੱਲ ਖੋਲੀ ਸੀ ਵੀ ਤੂੰ ਮੇਰੇ ਸ਼ੇਅਰ ਕਰ ਲੈ, ਮੈਂ ਤੇਰੇ ਸ਼ੇਅਰ ਕਰ ਲੂੰਗਾ, ਠੀਕ ਹੈ। ਤੂੰ ਮੈਥੋਂ ਅੱਡ ਹੋਣਾ, ਤੂੰ ਆਪਦੇ ਇਲੈਕਟ੍ਰੋਨ ਆਪਦੇ ਕੋਲ ਰੱਖ, ਮੈਂ ਆਪਦੇ ਇਲੈਕਟ੍ਰੋਨ ਆਪਦੇ ਕੋਲ ਰੱਖੂ, ਕਿਉਂ ਮੈਂ ਉਹਦੇ ਉੱਤੇ ਪੋਜ਼ਿਟਿਵ ਨੈਗੇਟਿਵ ਬਣਾਵਾਂ ਬਈ, ਨਹੀਂ ਬਣ ਸਕਦਾ। ਹਾਂ, ਜਿਹੜੇ ਬੰਦੇ ਨੇ ਐਂ ਕਹਤਾ ਚੱਕ ਵੀ ਇਲੈਕਟ੍ਰੋਨ ਲਈ ਜਾ ਮੈਥੋਂ, ਜਦੋਂ ਇਹਨਾਂ 'ਚ ਗੱਲ ਖੁੱਲੀ ਸੀ, ਸੋਡੀਅਮ ਕਹਿੰਦਾ ਮੈਂ ਸਟੇਬਲ ਹੋਣ ਵਾਸਤੇ ਇੱਕ ਇਲੈਕਟ੍ਰੋਨ ਸਿੱਟ ਰਿਹਾ, ਕਲੋਰੀਨ ਕਹਿੰਦਾ ਸਿੱਟਣ ਦੀ ਬਜਾਏ ਕਹਿੰਦਾ ਤੂੰ ਮੈਨੂੰ ਦੇ ਦੇ, ਤਾਂ ਕਲੋਰੀਨ ਨੇ ਇਲੈਕਟ੍ਰੋਨ ਲੈ ਲਿਆ ਐਂਡ ਸੋਡੀਅਮ ਨੇ ਇਲੈਕਟ੍ਰੋਨ ਸਿੱਟਤਾ। ਇਕੱਠੇ ਹੋਣ ਤੋਂ ਪਹਿਲਾਂ ਹੀ ਗੱਲ ਖੁੱਲ ਗਈ ਸੀ ਨਾ ਵੀ ਮੈਨੂੰ ਤਾਂ ਲੋੜ ਹੀ ਹੈ ਨਹੀਂ ਗੀ। ਤਾਂ ਫਿਰ ਜਦੋਂ ਇਕੱਠੇ ਹੋਣਗੇ, ਜਦੋਂ ਉਹਨਾਂ ਅਲੱਗ-ਅਲੱਗ ਵੀ ਕਰਾਂਗੇ, ਤਾਂ ਜਦੋਂ ਸੋਡੀਅਮ ਕਹੂਗਾ ਵੀ ਮੇਰਾ ਇੱਕ ਇਲੈਕਟ੍ਰੋਨ ਦੇ, ਤੇ ਕਲੋਰੀਨ ਕਹੂਗਾ ਗੱਲ ਕੀ ਖੁੱਲੀ ਸੀ ਵੀ ਆਪਣੀ, ਤੂੰ ਸਿੱਟਿਆ ਸੀ, ਮੈਂ ਤਾਂ ਸਿੱਟਿਆ ਹੋਇਆ ਇਲੈਕਟ੍ਰੋਨ ਚੱਕਿਆਗਾ, ਇਸ ਕਰਕੇ ਬਈ ਜੇ ਟੁੱਟਾਂਗੇ ਤਾਂ ਤੂੰ ਆਪਦਾ ਉਹ ਰੱਖ ਵੀ ਤੇਰੇ ਕੋਲ ਇੱਕ ਇਲੈਕਟ੍ਰੋਨ ਘੱਟ ਆ, ਮੇਰੇ ਕੋਲ ਇੱਕ ਇਲੈਕਟ੍ਰੋਨ ਵੱਧ ਆ, ਤੂੰ ਵੀ ਸਟੇਬਲ ਮੈਂ ਵੀ ਸਟੇਬਲ, ਆਪਾਂ ਸਟੇਬਲ ਹੀ ਇਸ ਫਾਰਮ ਦੇ ਵਿੱਚ ਹੁੰਦੇ ਆ। ਓਕੇ, ਸੋ ਕਦੇ ਵੀ ਆਇਨਿਕ ਕੰਪਾਊਂਡ ਟੁੱਟੂਗਾ ਆਇਨਸ ਮਿਲਣਗੇ, ਅਗਰ ਕਦੇ ਵੀ ਕੋਵਾਲੈਂਟ ਕੰਪਾਊਂਡ ਟੁੱਟੂਗਾ ਕਦੇ ਵੀ ਆਇਨਸ ਨਹੀਂ ਮਿਲਣਗੇ। ਕਲੀਅਰ ਹੈ ਸਾਰਿਆਂ ਨੂੰ, ਕਲੀਅਰ ਹੈ ਸਾਰਿਆਂ ਨੂੰ। ਅੱਛਾ, ਛੋਟੀ ਜਿਹੀ ਗੱਲ ਹੋਰ, ਗੱਲ ਕਰਦੇ ਹਾਂ ਆਪਾਂ ਕਾਰਬਨ ਦੀ। ਹੁਣ ਤੁਸੀਂ ਕਹੋਗੇ ਜੀ ਕਾਰਬਨ ਜਿਹੜਾ ਹੈਗਾ ਗਾ ਕੋਵੈਲੈਂਟ ਕੰਪਾਊਂਡ ਹੀ ਕਿਉਂ ਬਣਾਉਂਦਾ, ਬਣਾਉਣ ਨੂੰ ਇਹ ਆਇਨਿਕ ਕੰਪਾਊਂਡ ਵੀ ਤਾਂ ਬਣਾ ਸਕਦਾ, ਠੀਕ ਹੈ। ਇਲੈਕਟ੍ਰੋਨ ਜੇ ਗੇਨ ਨਹੀਂ ਕਰ ਸਕਦਾ ਤਾਂ ਡੋਨੇਟ ਕਰ ਦੇ। ਹੁਣ ਬੇਟਾ ਸਾਰੇ ਬੱਚੇ ਧਿਆਨ ਨਾਲ ਸੁਣਿਓ, ਦੇਖੋ ਇੱਧਰ ਸਾਰੇ ਬੱਚੇ ਧਿਆਨ ਨਾਲ ਸੁਣਿਓ, ਇੱਥੇ ਇੱਕ ਚੀਜ਼ ਆ ਹੈਗਾ ਕਿ ਤੁਹਾਨੂੰ ਪਤਾ ਨਾ ਐਟਮ ਦੀ ਸਟਰਕਚਰ ਕਿਵੇਂ ਬਣਦੀ ਆ, ਵਿਚਾਲੇ ਹੁੰਦਾ ਇੱਕ ਨਿਊਕਲੀਅਸ, ਨਿਊਕਲੀਅਸ ਦੇ ਵਿੱਚ ਕੀ ਕੁਛ ਹੁੰਦਾ ਦੱਸ ਸਕਦਾ ਕੋਈ, ਪ੍ਰੋਟੋਨਸ ਹੁੰਦੇ ਜਾਂ ਫਿਰ ਕੀ ਹੁੰਦੇ ਆ, ਨਿਊਟਰੋਨਸ ਹੁੰਦੇ, ਇਹੀ ਹੁੰਦਾ। ਇਹਦੇ ਆਸੇ-ਪਾਸੇ ਘੁੰਮਦੇ ਨੇ ਇਲੈਕਟ੍ਰੋਨਸ, ਇਹਦੇ ਆਸੇ-ਪਾਸੇ ਘੁੰਮਦੇ ਨੇ ਇਲੈਕਟ੍ਰੋਨਸ। ਪਹਿਲਾਂ ਕਾਰਬਨ ਦਾ ਐਟੋਮਿਕ ਨੰਬਰ ਕੀ ਹੁੰਦਾ ਹੈ ਦੱਸੋ ਪਹਿਲਾਂ, 6 ਹੁੰਦਾ ਗਾ, ਓਕੇ। ਐਟੋਮਿਕ ਨੰਬਰ 6 ਹੁੰਦਾ, ਦੈਨ ਬੇਟਾ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੋਊਗੀ, 2 ਤੇ 4, ਮਤਲਬ ਕਿ ਕਾਰਬਨ ਦੇ ਇੱਕ ਐਟਮ ਕੋਲੇ ਦੋ ਹੀ ਸ਼ੈਲ ਹੋਣਗੇ, ਕਾਰਬਨ ਦੇ ਇੱਕ ਐਟਮ ਕੋਲੇ ਕੀ ਹੋਣਗੇ, ਦੋ ਹੀ ਸ਼ੈਲ ਹੋਣਗੇ। ਪਹਿਲਾ ਸ਼ੈਲ ਆ ਚੱਲਿਆ ਜੀ, ਇਹਦੇ ਆਸੇ-ਪਾਸੇ ਡਾਟਡ ਬਣਾ ਦਾਂ, ਆ ਸ਼ੈਲ ਆ, ਉਸ ਤੋਂ ਬਾਅਦ ਕਿਹੜਾ ਸ਼ੈਲ ਆ, ਇਹ ਦੂਸਰਾ ਸ਼ੈਲ ਆ। ਸ਼ੈਲ ਮਤਲਬ ਕਿ ਆਰਬਿਟ, ਉਹ ਰਸਤਾ ਜਿੱਥੇ ਇਲੈਕਟ੍ਰੋਨ ਘੁੰਮਣਗੇ, ਇੱਕ ਡੈਫੀਨਿਟ ਪਾਥ ਹੁੰਦਾ ਗਾ, ਇੱਕ ਪੱਕਾ ਪਾਥ ਹੁੰਦਾ ਜਿੱਥੇ ਬੇਟਾ ਜੀ ਕੀ ਘੁੰਮਣਾਗਾ, ਇਲੈਕਟ੍ਰੋਨਸ ਨੇ। ਆ ਵਾਈਟ ਵਾਈਟ ਬਣਾ ਰਿਹਾ ਮੈਂ ਇਲੈਕਟ੍ਰੋਨਸ, ਤਾਂ ਪਹਿਲੇ ਵਾਲੇ ਚ ਕਿੰਨੇ ਇਲੈਕਟ੍ਰੋਨਸ ਆ ਗਏ, 2 ਆ ਗਏ, ਅਗਲੇ ਚ ਕਿੰਨੇ ਆ ਜਾਣਗੇ, 1 2 3 4। ਹੁਣ ਕਾਰਬਨ ਸਾਹਿਬ ਵੀ ਆਪਦੇ ਆਪ ਨੂੰ ਚਾਹੁੰਦੇ ਆ ਕਿ ਮੈਂ ਸਟੇਬਲ ਹੋਵਾਂ, ਮੈਂ ਆਪਦੀ ਲਾਈਫ ਜਿਹੜੀ ਹੈਗੀ ਆ ਵਧੀਆ ਬਤੀਤ ਕਰਾਂ ਬਾਕੀ ਐਲੀਮੈਂਟਸ ਵਾਂਗੂ, ਤਾਂ ਕਾਰਬਨ ਕੋਲ ਇੱਕ ਪੰਗਾ ਗਾ, ਕਾਰਬਨ ਕੋਲੇ ਪੰਗਾ ਕੀ ਆ ਕਿ ਅਗਰ ਇਹਨੇ ਸਟੇਬਲ ਹੋਣਾ, ਜਾਂ ਤਾਂ ਇਹ ਕੀ ਕਰੇ 4 ਗੇਨ ਕਰੇ, ਜਾਂ ਇਹ 4 ਕੀ ਕਰੇ ਲੂਜ਼ ਕਰੇ, ਠੀਕ ਹੈ ਜੀ। ਟੂ ਸਟੇਬਲ, ਥੋੜੀ ਐਨਸੀਆਰਟੀ ਕਹਿੰਦੀ ਹੈ ਵਾਲੀ ਚੀਜ਼, ਟੂ ਸਟੇਬਲ, ਠੀਕ ਹੈ। ਅਗਰ ਇਹਨੇ ਸਟੇਬਲ ਹੋਣਾ, ਠੀਕ ਹੈ ਜੀ, ਜਾਂ ਤਾਂ ਇਹਨੂੰ ਕੀ ਕਰਨੇ ਪੈਣਗੇ, ਗੇਨ ਕਰਨੇ ਪੈਣਗੇ ਕਿੰਨੇ, 4 ਇਲੈਕਟ੍ਰੋਨਸ, ਜਾਂ ਤੁਹਾਨੂੰ 4 ਇਲੈਕਟ੍ਰੋਨਸ ਕੀ ਕਰਨੇ ਪੈਣਗੇ, ਗੇਨ ਕਰਨੇ ਪੈਣਗੇ, ਜਾਂ ਫਿਰ ਇਹਨੂੰ ਕੀ ਕਰਨੇ ਪੈਣਗੇ ਬੇਟਾ ਜੀ, ਲੂਜ਼ ਕਰਨੇ ਪੈਣਗੇ, ਜਾਂ ਫਿਰ ਇਹਨੂੰ ਕੀ ਕਰਨੇ ਪੈਣਗੇ, ਲੂਜ਼ ਕਰਨੇ ਪੈਣਗੇ 4 ਇਲੈਕਟ੍ਰੋਨਸ। ਚਲੋ ਇਨ ਕੇਸ ਮੰਨ ਲਓ, ਸੋਚ ਲਓ ਇੱਕ ਵਾਰ, ਅਗਰ ਜੇ ਗੇਨ ਕਰ ਲੈਂਦਾ, ਮੰਨ ਲਓ ਅਗਰ ਜੇ ਗੇਨ ਕਰ ਲੈਂਦਾ 4 ਇਲੈਕਟ੍ਰੋਨਸ, ਤੇ 4 ਇਲੈਕਟ੍ਰੋਨਸ ਗੇਨ ਕਰਕੇ ਕੀ ਬਣ ਜਾਊਗਾ, ਇਹ C4 ਨੈਗੇਟਿਵ ਬਣ ਜਾਊਗਾ, C4 ਨੈਗੇਟਿਵ ਬਣ ਜਾਊਗਾ।
अगर ये मान लो लूज कर दिंदा ਤਾਂ ਕੀ ਬਣ ਜਾਊਗਾ C4 ਪੋਜ਼ਿਟਿਵ ਬਣ ਜਾਊਗਾ। ਤਾਂ ਮੈਂ ਤੁਹਾਨੂੰ ਸੱਚਾਈ ਸਾਰੀ ਇੱਥੇ ਹੀ ਦੱਸ ਦਿੰਦਾ ਬੇਟਾ, ਇਹ ਕਦੇ ਵੀ ਨਹੀਂ ਹੋ ਸਕਦਾ ਕਿ ਇਹ C4 ਪੋਜ਼ਿਟਿਵ ਬਣ ਜਾਏ C4 ਨੈਗੇਟਿਵ ਬਣ ਜਾਏ, ਕਦੇ ਵੀ ਨਹੀਂ ਹੋ ਸਕਦੀ ਇਹ ਚੀਜ਼ ਕਦੇ ਵੀ ਨਹੀਂ ਹੋ ਸਕਦੀ। ਠੀਕ ਹੈ ਜੀ, ਇਹ ਕਿਉਂ ਨਹੀਂ ਹੋ ਸਕਦੀ, ਇਹਦਾ ਕਾਰਨ ਸੁਣ ਲਓ। ਇਹ ਕਿਉਂ ਨਹੀਂ ਹੋ ਸਕਦਾ, ਇਹਦਾ ਵੀ ਕਾਰਨ ਸੁਣ ਲਓ। ਬੇਟਾ ਜਦੋਂ ਵੀ ਆਪਾਂ ਆਪਦੇ ਕੋਲੋਂ ਇੱਕ ਇਲੈਕਟ੍ਰੋਨ ਰਿਮੂਵ ਕਰਦੇ ਹਾਂ, ਜਦੋਂ ਹੀ ਅਸੀਂ ਕਰਦੇ ਹਾਂ ਇੱਕ ਇਲੈਕਟ੍ਰੋਨ ਰਿਮੂਵ ਕਰਦੇ ਹਾਂ, ਤਾਂ ਉਦੋਂ ਚਾਹੀਦੀ ਹੁੰਦੀ ਆ એનર્ਜੀ। એનર્ਜੀ ਹੋਊਗੀ ਤਾਂ ਇਲੈਕਟ੍ਰੋਨ ਰਿਮੂਵ ਹੋ ਚੁੱਕਾ। ਹੁਣ ਕਾਰਬਨ ਆਪਦੇ ਆਪ ਨੂੰ ਕਹਿੰਦਾ ਜੀ ਆਪਾਂ ਡੋਨੇਟ ਹੀ ਕਰ ਦਈਏ, ਤੇ ਡੋਨੇਟ ਕਰਨ ਲੱਗੇ ਕਹਿੰਦੇ ਇੱਕ ਕੱਢ ਲਏਗਾ, ਦੋ ਕੱਢ ਲਏਗਾ, ਦੋ ਤੋਂ ਵੱਧ ਕਿਵੇਂ ਕੱਢੇਗਾ, ਇੰਨੀ એનર્ਜੀ ਹੈ ਤੇਰੇ ਕੋਲ। ਕਾਰਬਨ ਨੂੰ ਕਹੇਗਾ ਕਿ ਤੇਰੇ ਕੋਲ ਇੰਨੀ એનર્ਜੀ ਹੈ। ਸੋ ਕਾਰਬਨ ਕੋਲੇ ਇੰਨੀ એનર્ਜੀ ਹੀ ਹੈ ਨਹੀਂ ਕਿ ਉਹ 4 ਇਲੈਕਟ੍ਰੋਨ ਲੂਜ਼ ਕਰੇ। ਸੌਰੀ ਪਹਿਲਾਂ ਇਧਰਲੇ ਪਾਸੇ ਦੱਸਣਾ, ਠੀਕ ਹੈ, ਲੂਜ਼ ਵਾਲੀ ਗੱਲ ਦੱਸ ਰਿਹਾ। ਪਹਿਲਾਂ ਲੂਜ਼ ਵਾਲੀ ਗੱਲ ਦੱਸ ਰਿਹਾ, ਇਧਰਲੇ ਪਾਸੇ ਵਾਲੀ ਗੱਲ ਦੱਸ ਰਿਹਾ ਪਹਿਲਾਂ ਸਾਰਿਆਂ ਨੂੰ। ਤਾਂ ਦੇਖੋ ਕਾਰਬਨ ਨੂੰ ਇਹ ਕਿਹਾ ਗਿਆ, ਕਾਰਬਨ ਨੂੰ ਕਹਿੰਦੇ ਤੂੰ ਸਟੇਬਲ ਹੋਣਾ, ਪੁੱਛਿਆ ਗਿਆ ਪਹਿਲਾਂ ਕਾਰਬਨ ਨੂੰ। ਕਾਰਬਨ ਕਹਿੰਦਾ ਇੱਕ ਇਲੈਕਟ੍ਰੋਨ ਲੂਜ਼ ਕਰ ਲੂੰ ਮੈਂ, ਦੋ ਇਲੈਕਟ੍ਰੋਨ ਲੂਜ਼ ਕਰ ਲੂੰ, ਕਹਿੰਦਾ 3 ਕਰ ਲੂੰ, 4 ਹੀ ਨਹੀਂ ਕਰ ਸਕਦਾ। ਕਹਿੰਦੇ ਇਲੈਕਟ੍ਰੋਨ ਲੂਜ਼ ਕਰਦੇ ਮੇਰੀ ਸਾਰੀ એનર્ਜੀ ਖਤਮ ਹੋ ਜਾਣੀ ਆ, ਇਸ ਕਰਕੇ ਭਈ ਆਪਾਂ ਲੂਜ਼ ਤਾਂ ਨਹੀਂ ਕਰ ਸਕਦੇ। ਠੀਕ ਹੈ, ਉਹਨੂੰ 4 ਇਲੈਕਟ੍ਰੋਨ ਲੂਜ਼ ਕਰਨ ਵਾਸਤੇ ਬਹੁਤ ਜ਼ਿਆਦਾ એનર્ਜੀ ਚਾਹੀਦੀ ਜਿਹੜੀ ਉਹਦੇ ਕੋਲ ਨਹੀਂ ਹੈਗੀ। ਸੋ ਇੰਨੀ એનર્ਜੀ ਉਹ ਵੇਸਟ ਨਹੀਂ ਕਰੂਗਾ, ਇੰਨੀ એનર્ਜੀ ਉਹ ਨਹੀਂ ਲਗਾਊਗਾ ਕਿ ਕਿਹਦੇ ਵਾਸਤੇ, 4 ਇਲੈਕਟ੍ਰੋਨ ਲੂਜ਼ ਕਰਨ ਵਾਸਤੇ। ਚਲੋ ਇਹ ਤਾਂ ਪੋਸੀਬਿਲਿਟੀ ਹੈ ਨਹੀਂ ਗੀ। ਪੋਸੀਬਿਲਿਟੀ ਕਿਉਂ ਹੈ ਨਹੀਂ, ਕਿਉਂਕਿ ਇਹਦੇ ਲਈ ਚਾਹੀਦੀ ਹੈ ਰਿਕੁਆਇਰ ਹਾਈ ਅਮਾਊਂਟ ਆਫ એનર્ਜੀ, ਜਿਹੜੀ ਉਹ ਨਹੀਂ ਲਗਾਊਗਾ। ਠੀਕ ਹੈ, ਜਿਹੜੀ ਕਿ ਉਹ ਨਹੀਂ ਲਗਾਊਗਾ, ਜਿਹਦੇ ਕਰਕੇ ਆਹ ਵਾਲੀ ਚੀਜ਼ ਪੋਸੀਬਲ ਨਹੀਂ ਹੋ ਸਕਦੀ, ਆਹ ਵਾਲੀ ਚੀਜ਼ ਪੋਸੀਬਲ ਨਹੀਂ ਹੋ ਸਕਦੀ। ਉਸ ਤੋਂ ਬਾਅਦ ਕੀ ਕਿਹਾ ਗਿਆ, ਕਹਿੰਦੇ ਚੱਲ ਭਾਈ ਗੇਨ ਨਹੀਂ ਕਰ ਸਕਦਾ, ਸੌਰੀ ਲੂਜ਼ ਨਹੀਂ ਕਰ ਸਕਦਾ, ਤਾਂ ਗੇਨ ਕਰਨ ਚ ਕੀ ਜਾਂਦਾ ਵੀ ਤੇਰਾ, 4 ਗੇਨ ਕਰ ਲੈ ਕਿਸੇ ਪਾਸੋਂ। ਕਾਰਬਨ ਕਹਿੰਦਾ ਗੇਨ ਮੈਂ ਕਰ ਸਕਦਾ, ਕੋਈ ਇਸ਼ੂ ਨਹੀਂ ਹੈਗਾ, ਪਰ ਕਹਿੰਦਾ ਤੁਹਾਨੂੰ ਪਤਾ ਹੋਊਗਾ ਯਾਰ ਕਿ ਜਿੰਨੇ ਇਲੈਕਟ੍ਰੋਨ ਹੁੰਦੇ ਉਨੇ ਪ੍ਰੋਟੋਨ ਹੁੰਦੇ ਆ, ਜਿੰਨੇ ਇਲੈਕਟ੍ਰੋਨ ਹੁੰਦੇ ਉਨੇ ਪ੍ਰੋਟੋਨ ਹੁੰਦੇ ਆ। ਮੰਨ ਲਓ ਤੁਹਾਡੇ ਘਰ ਦੇ ਵਿੱਚ ਤੁਸੀਂ 2 ਭਰਾ ਹੋਗੇ, ਠੀਕ ਹੈ, ਤੁਹਾਡੇ ਘਰ ਦੇ ਤੁਹਾਨੂੰ ਪਹਿਲੀ ਬਹੁਤ ਔਖੇ ਤਰੀਕੇ ਨਾਲ ਸਾਂਭ ਰਹੇ ਵਿਚਾਰੇ, ਬਹੁਤ ਔਖੇ ਤੁਹਾਡੇ ਤੋਂ। ਤੁਸੀਂ ਕਿਹਾ ਇੱਕ ਨੇ ਵੀ ਅੱਜ ਮੇਰਾ ਦੋਸਤ ਆਊਗਾ ਘਰੇ, ਮੰਮੀ ਨੇ ਕਹਿੰਦੇ ਚਲੋ ਆ ਜਾਓ ਕੋਈ ਗੱਲ ਨਹੀਂ, 2 ਰੋਟੀਆਂ ਖਾਊਗਾ ਖਵਾ ਦਾਂਗੇ। ਤੁਸੀਂ ਕਹੇ 2 ਦੋਸਤ ਆਉਣਗੇ ਅੱਜ ਘਰੇ, ਮੰਮੀ ਅੱਖਾਂ ਜਿਹੀਆਂ ਕੱਢ ਕੇ ਕਹਿਣਗੇ ਅੱਜ ਤਾਂ ਲਿਆ, ਕੱਲ ਨੂੰ ਨਹੀਂ ਆਉਣੇ ਚਾਹੀਦੇ ਇਹ। ਜਦੋਂ ਤੁਸੀਂ ਕਿਹਾ ਤੀਜਾ ਦੋਸਤ ਵੀ ਆਊਗਾ ਅੱਜ, ਤਾਂ ਮੈਨੂੰ ਲੱਗਦਾ ਥੋੜੀ ਛਿੱਤਰ ਪਰੇਡ ਹੋ ਸਕਦੀ ਆ। ਸੋ ਇੱਕ ਮਦਰ ਤੋਂ ਇੰਨੇ ਬੱਚੇ ਨਹੀਂ ਸਾਂਭੇ ਜਾਣਗੇ। ਇਦਾਂ ਹੀ ਤੁਹਾਨੂੰ ਪਤਾ ਪ੍ਰੋਟੋਨ ਨੇ ਇਲੈਕਟ੍ਰੋਨਸ ਨੂੰ ਹੋਲਡ ਕਰਕੇ ਰੱਖਣਾ ਹੁੰਦਾ, ਪਤਾ ਨਾ ਸਭ ਨੂੰ, ਪ੍ਰੋਟੋਨਸ ਨੇ ਕਿਹਨੂੰ ਹੋਲਡ ਕਰਕੇ ਰੱਖਣਾ ਹੁੰਦਾ, ਇਲੈਕਟ੍ਰੋਨਸ ਨੂੰ ਹੋਲਡ ਕਰਕੇ ਰੱਖਣਾ ਹੁੰਦਾ। ਐਂਡ ਕਾਰਬਨ ਦੇ ਅੰਦਰ ਕਿੰਨੇ ਪ੍ਰੋਟੋਨਸ ਨੇ, 6 ਪ੍ਰੋਟੋਨਸ ਨੇ, 6 ਪ੍ਰੋਟੋਨਸ ਨੇ, 2 ਪ੍ਰੋਟੋਨਸ ਨੇ ਤਾਂ ਇਹਨੂੰ ਸਾਂਭਿਆ ਹੋਇਆਗਾ, 2 ਇਲੈਕਟ੍ਰੋਨ ਜਿਹੜਾ ਅੰਦਰ ਲਿਆ, ਪਿੱਛੇ ਕਿੰਨੇ ਪ੍ਰੋਟੋਨ ਰਹਿ ਗਏ, 4। ਕੀ 4 ਪ੍ਰੋਟੋਨ 8 ਇਲੈਕਟ੍ਰੋਨਸ ਨੂੰ ਸਾਂਭ ਲੈਣਗੇ, ਨਹੀਂ। ਸੋ 4 ਪ੍ਰੋਟੋਨਸ 8 ਇਲੈਕਟ੍ਰੋਨ ਨੂੰ ਨਹੀਂ ਸਾਂਭ ਸਕਦੇ, ਦੈਟ ਇਜ਼ ਵਾਈ ਉਹ 4 ਗੇਨ ਵੀ ਨਹੀਂ ਕਰ ਸਕਦਾ। ਤੁਸੀਂ ਕਹੋਗੇ 4 ਨਾ ਕਰੇ 2 ਕਰ ਲੈ, 2 ਕਰਕੇ ਵੀ ਤਾਂ ਰਹੂਗਾ, ਤਾਂ ਅਨਸਟੇਬਲ ਨਾ ਹੋ। ਉਹ ਤਾਂ ਕਹਿੰਦੇ ਜੇ ਹੋਵਾਂ ਸਟੇਬਲ, ਨਹੀਂ ਤਾਂ ਐਂ ਠੀਕ ਆ ਮੈਂ, ਜਾਂ ਤਾਂ ਮੈਂ ਸਟੇਬਲ ਹੋ ਜਾ, ਨਹੀਂ ਤਾਂ ਐਂ ਠੀਕ ਆ। ਸੋ ਇੱਥੇ ਚੱਕਰ ਕੀ ਆ, ਇੱਥੇ ਚੱਕਰ ਪੈਂਦਾ ਹੈਗਾ ਕਿ ਇਹਨੂੰ ਹੋਲਡ ਕਰਨ ਦਾ ਜਿਹੜਾ ਹੈਗਾ, ਮਤਲਬ ਕਿ ਆਪਾਂ ਇੱਥੇ ਲਿਖ ਦਿੰਦੇ ਆ 4 protons cannot hold 8 electrons। ਚੱਕਰ ਆਹ ਵਾਲੀ ਚੀਜ਼ ਦਾ ਪੈਂਦਾ ਹੈਗਾ, ਪ੍ਰੋਟੋਨਸ ਨੇ ਇਲੈਕਟ੍ਰੋਨ ਨੂੰ ਹੋਲਡ ਕਰਕੇ ਰੱਖਣਾ, ਜੇ ਉੱਥੇ ਇਲੈਕਟ੍ਰੋਨ ਨੂੰ ਪ੍ਰੋਪਰਲੀ ਨਾ ਹੋਲਡ ਕਰਕੇ ਰੱਖ ਸਕੇ, ਘੁੰਮਣਗੇ ਕਿਵੇਂ, ਘੁੰਮਣਗੇ ਨਹੀਂ ਤਾਂ ਇਦਾਂ। ਓਕੇ, ਸੋ ਇਹ ਵਾਲੀ ਚੀਜ਼ ਹੁੰਦੀ ਆ, ਸਮਝ ਆਈ? ਹੋਰ ਕੁਛ ਇੱਥੇ ਸਮਝ ਆ ਗਈ? ਹੁਣ ਉਹ C4 ਨੈਗੇਟਿਵ ਕਿਉਂ ਨਹੀਂ ਬਣ ਸਕਦਾ, C4 ਪੋਜ਼ਿਟਿਵ ਕਿਉਂ ਨਹੀਂ ਬਣ ਸਕਦਾ? ਸੋ ਇਹ ਮੈਨੂੰ ਲੱਗਦਾ ਇਸ ਤੋਂ ਵੱਧ ਬਈ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ, ਤੇ ਜੇ ਫਿਰ ਵੀ ਕਿਸੇ ਨੂੰ ਸਮਝ ਨਹੀਂ ਹੈ, ਮੈਂ ਸਮਝਾ ਵੀ ਸਕਦਾ। ਬੋਲੋ ਸਮਝ ਆ ਗਈ? ਸੋ ਇਹ ਕਦੇ ਵੀ ਆਇਨਿਕ ਕੰਪਾਊਂਡ ਤਾਂ ਨਹੀਂ ਬਣਾਊਗਾ, ਮਤਲਬ ਕਿ ਇਹ ਨਾ ਇਲੈਕਟ੍ਰੋਨ ਲੂਜ਼ ਕਰੇ ਨਾ ਇਲੈਕਟ੍ਰੋਨ ਗੇਨ ਕਰੇ। ਸੋ ਇਹੀ ਚੀਜ਼ ਇੱਥੇ ਲਿਖ ਸਕਦੇ ਹਾਂ,
ਕਾਰਬਨ ਜਿਹੜਾ ਹੈਗਾ ਗਾ, ਠੀਕ ਹੈ, ਇਹ ਨਾਈਦਰ ਗੇਨ, ਫਿਰ ਇੱਕੋ ਹੀ ਕਲਰ ਦਾ ਮਾਰਕਰ ਜਿਹਾ ਚੱਲੀ ਜਾਂਦਾ ਨਾ, ਇਹ ਚੇਂਜ ਕਰੀਏ ਆਪਾਂ, ਨਾਈਦਰ gain nor lose 4 electrons to stable its electronic configuration, ਠੀਕ ਹੈ। ਅਗਲੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਨੂੰ ਸਟੇਬਲ ਕਰਨ ਦੇ ਲਈ ਇਹ ਨਾ ਤਾਂ 4 ਇਲੈਕਟ੍ਰੋਨ ਗੇਨ ਕਰ ਸਕਦਾ, ਨਾ ਹੀ 4 ਇਲੈਕਟ੍ਰੋਨ ਲੂਜ਼ ਕਰ ਸਕਦਾਗਾ, ਕਾਰਨ ਤੁਹਾਡੇ ਸਾਹਮਣੇ ਪਿਆਗਾ। ਅੱਗੇ ਚੱਲਦੇ ਹਾਂ ਆਪਾਂ ਬੇਟਾ, ਅਗਲਾ ਟੌਪਿਕ ਸੀਗਾ ਆਪਣਾ ਐਲੋਟ੍ਰੋਪਸ ਦਾ। ਹੁਣ ਸਭ ਤੋਂ ਪਹਿਲਾਂ ਸਾਰੇ ਬੱਚੇ ਇਸ ਨੂੰ ਐਲੋਟ੍ਰੋਪਸ ਹੁੰਦੇ ਕੀ ਆ ਬੇਟਾ, ਇੱਥੇ ਮੈਂ 3 ਐਲੋਟ੍ਰੋਪਸ ਦਾ ਪਹਿਲਾਂ ਮੈਂ ਨਾਮ ਲਿਖਦਾ, ਫਿਰ ਮੈਂ ਸਮਝਾਦਾ, ਕਿਉਂਕਿ ਦੇਖੋ ਪਹਿਲੀ ਲਾਈਨ ਨੂੰ ਛੱਡ ਦੋ, ਪਹਿਲਾਂ ਸੈਕੰਡ ਲਾਈਨ ਨੂੰ ਪੜੋ। ਕਹਿੰਦਾ ਕਾਰਬਨ ਐਲੀਮੈਂਟ ਐਗਜ਼ਿਸਟ ਇਨ 3 ਸੋਲਿਡ ਫਾਰਮਸ ਕਾਲਡ ਐਲੋਟ੍ਰੋਪਸ। ਕਹਿੰਦੇ ਕਾਰਬਨ ਕਿਵੇਂ ਮਿਲਦਾ ਤੁਹਾਨੂੰ, ਹੁਣ ਕਾਰਬਨ ਦਾ ਪਤਾ ਕਿਵੇਂ ਲੱਗਿਆ, ਕਾਰਬਨ ਦਾ ਪਤਾ ਕਿਵੇਂ ਲੱਗਿਆ ਵੀ ਕਾਰਬਨ ਨਾਮ ਦਾ ਵੀ ਕੋਈ ਕੀ ਹੁੰਦਾ ਆਪਣੇ ਕੋਲ, ਕੋਈ ਐਲੀਮੈਂਟ ਹੁੰਦਾਗਾ, ਐਂਡ ਪੀਰੀਓਡਿਕ ਟੇਬਲ ਦੇ ਵਿੱਚ ਸਭ ਤੋਂ ਮਸ਼ਹੂਰ ਆ ਉਹ। ਦੁਨੀਆ ਤੇ ਜਿੰਨਾ ਆਰਗੈਨਿਕ ਕੰਪਾਊਂਡ ਆ ਹਰ ਥਾਂ ਤੇ ਕਾਰਬਨ ਮਿਲੂਗਾ, ਇਹ ਕਾਰਬਨ ਮਿਲਿਆ ਕਿੱਥੋਂ, ਇਹ ਕਾਰਬਨ ਦਾ ਕਿਵੇਂ ਪਤਾ ਲੱਗਿਆ। ਅੱਛਾ, ਅਗਰ ਮੈਂ ਕਹਾਂ ਮੈਨੂੰ ਤਾਂ ਪਿਓਰ ਕਾਰਬਨ ਦੀ ਕੋਈ ਚੀਜ਼ ਚਾਹੀਦੀ ਆ, ਤਾਂ ਮੈਨੂੰ ਤੁਸੀਂ ਕੀ ਲਿਆ ਕੇ ਦੇ ਸਕਦੇ ਹੋ ਪਿਓਰ ਕਾਰਬਨ ਦੀ ਚੀਜ਼। ਇੱਕ ਕਾਰਬਨ ਦੀ ਤਾਂ ਨਹੀਂ ਬਣੀ ਹੋਊਗੀ, ਇੱਕ ਐਟਮ ਦੀ ਤਾਂ ਨਹੀਂ ਬਣੀ ਹੋਊਗੀ, ਬਹੁਤ ਸਾਰੇ ਕਾਰਬਨ ਦੇ ਐਟਮ ਇਕੱਠੇ ਹੋਏ ਹੋਣਗੇ, ਫਿਰ ਕੋਈ ਚੀਜ਼ ਇੱਕ ਬਣੀ ਹੋਊਗੀ। ਏਦਾਂ ਕੱਲੇ ਕਾਰਬਨ ਦੀ ਬਣੀ ਹੋਈ ਕੋਈ ਚੀਜ਼, ਕੱਲੇ ਕਾਰਬਨ ਦੀ ਬਣੀ ਹੋਈ ਚੀਜ਼, ਉਸ ਚੀਜ਼ ਨੂੰ ਮੈਂ ਕੀ ਕਹਿ ਦੂੰਗਾ, ਕਾਰਬਨ ਦਾ ਐਲੋਟ੍ਰੋਪ। ਕੀ ਕਹਿ ਦੂੰਗਾ ਮੈਂ, ਕਾਰਬਨ ਦਾ ਐਲੋਟ੍ਰੋਪ। ਫॉर एग्जांपल ਮੈਨੂੰ ਕਿਸੇ ਨੇ ਕਹਿਤਾ ਭਾਈ ਆ ਜਿਹੜਾ ਮਾਊਸ ਆ ਨਾ, ਇਹ ਮਾਊਸ ਆ, ਇਹ ਸਿਰਫ ਕਿਹਦਾ ਬਣਿਆ ਹੋਇਆ, ਇਹ ਬਲੈਕ ਤੇ ਬਲੈਕ ਦਿਖ ਨਹੀਂ ਰਿਹਾ ਹੁਣ, ਆਪਾਂ ਵਾਈਟ ਵਾਲਾ ਚੱਕ ਲੈਂਦੇ, ਲੋ ਜੀ ਵਾਈਟ ਵਾਲਾ ਦਿਖ ਰਿਹਾ ਹੈਗਾ। ਹਾਂ, ਕੋਈ ਮੈਨੂੰ ਕਹਿ ਦੇ ਭਾਈ ਆ ਜਿਹੜਾ ਮਾਊਸ ਆ ਨਾ, ਮੈਨੂੰ ਕਿਸੇ ਨੇ ਗਿਫਟ ਕੀਤਾ, ਇਹ ਕਹਿੰਦਾ ਇਕੱਲੇ ਕਾਰਬਨ ਦਾ ਬਣਿਆ ਹੋਇਆ, ਕਾਰਬਨ ਤੋਂ ਬਿਨਾ ਕੋਈ ਹੋਰ ਐਲੀਮੈਂਟ ਯੂਜ਼ ਹੀ ਨਹੀਂ ਹੋਇਆ। ਅੱਛਾ ਜੀ, ਇਕੱਲੇ ਕਾਰਬਨ ਤੋਂ ਬਣਿਆ, ਦੈਨ ਮੈਂ ਕਹ ਦੂੰਗਾ ਕਾਰਬਨ ਦਾ ਐਲੋਟ੍ਰੋਪ ਆ। ਇੱਕ ਬੱਚਾ ਹੋਰ ਆਇਆ, ਮੈਨੂੰ ਇੱਕ ਚੀਜ਼ ਹੋਰ ਗਿਫਟ ਕਰ ਗਿਆ, ਆਹ ਵਾਲੀ ਚੀਜ਼, ਆਹ ਵਾਲੀ ਚੀਜ਼ ਜਦੋਂ ਬੱਚਾ ਮੈਨੂੰ ਗਿਫਟ ਕਰ ਗਿਆ, ਉਹ ਬੱਚਾ ਵੀ ਕਹਿੰਦਾ ਸਰ ਉਹ ਇਕੱਲੇ ਕਾਰਬਨ ਦੀ ਆ ਨਾ, ਆ ਵੀ ਇਕੱਲੀ ਕਾਰਬਨ ਦੀ ਚੀਜ਼ ਆ, ਇਹ ਵੀ ਚੀਜ਼ ਇਕੱਲੀ ਕਾਰਬਨ ਦੀ ਆ। ਅਗਰ ਆਹ ਵਾਲੀ ਇਕੱਲੀ ਚੀਜ਼ ਕਾਰਬਨ ਦੀ ਆ, ਤਾਂ ਮੈਂ ਕਹੂੰਗਾ ਇਹ ਵੀ ਕਾਰਬਨ ਦਾ ਕੀ ਆ, ਐਲੋਟ੍ਰੋਪ ਆ। ਇੱਕ ਬੱਚਾ ਹੋਰ ਆਇਆ, ਕਹਿੰਦੇ ਸਰ ਦਿਸ ਆਲਸੋ, ਇਹ ਵੀ ਇਕੱਲੀ ਕਾਰਬਨ ਦੀ ਬਣੀ ਹੋਈ ਆ, ਕਾਰਬਨ ਤੋਂ ਬਿਨਾ ਕੋਈ ਐਲੀਮੈਂਟ ਨਹੀਂ ਹੈਗਾ। ਅੱਛਾ ਜੀ, ਇਹ ਵੀ ਕਾਰਬਨ ਦਾ ਐਲੋਟ੍ਰੋਪ ਆ। ਸੋ ਐਲੋਟ੍ਰੋਪ ਵਰਡ ਕਦੋਂ ਯੂਜ਼ ਹੁੰਦਾ, ਐਲੋਟ੍ਰੋਪ ਉਸ ਚੀਜ਼ ਲਈ ਵਰਡ ਯੂਜ਼ ਹੁੰਦਾ ਜਿਹੜਾ ਸਿਰਫ ਇੱਕੋ ਹੀ ਐਲੀਮੈਂਟ ਤੋਂ ਬਣਿਆ ਹੋਵੇ, ਜੋ ਸਿਰਫ ਇੱਕੋ ਹੀ ਐਲੀਮੈਂਟ ਤੋਂ ਬਣਿਆ ਹੋਵੇ। ਆਪਣੀ ਦੁਨੀਆ ਦੇ ਵਿੱਚ ਅੱਜ ਤੋਂ 10 ਕੁ ਸਾਲ ਪਹਿਲਾਂ ਤਾਂ ਇਹ ਪੜਾਇਆ ਜਾਂਦਾ ਹੁੰਦਾ ਸੀ ਸਾਡੇ ਟਾਈਮਾਂ ਦੇ ਵਿੱਚ ਕਿ ਕਾਰਬਨ ਦੇ 2 ਹੀ ਐਲੋਟ੍ਰੋਪ ਹੁੰਦੇ ਆ। ਕਾਰਬਨ ਆਪਣੀ ਮਤਲਬ ਕਿ ਪੂਰੇ ਵਰਲਡ ਦੇ ਵਿੱਚ, ਸੰਸਾਰ ਦੇ ਵਿੱਚ ਕਹਿੰਦੇ ਕਾਰਬਨ ਜਿਹੜਾ ਹੈਗਾਗਾ 2 ਹੀ ਫਾਰਮ 'ਚ ਐਗਜ਼ਿਸਟ ਕਰਦਾ, ਬਟ ਥੋੜਾ ਜਿਹਾ ਲੇਟੈਸਟ ਹੁਣੀ ਅਸੀਂ ਪੜਨ ਲੱਗ ਗਏ ਕਿ ਕਾਰਬਨ 3 ਫਾਰਮ 'ਚ ਐਗਜ਼ਿਸਟ ਕਰਦਾ। ਤੀਸਰੀ ਜਿਹੜੀ ਫਾਰਮ ਆ ਲੇਟੈਸਟ ਹਜੇ ਹੁਣੀ ਡਿਸਕਵਰ ਹੋਈ ਆ, ਜਿਹਦਾ ਨਾਮ ਅੱਜ ਆਪਾਂ ਪੜਾਂਗੇ। ਓਕੇ, ਸੋ ਅਜਿਹੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਿਰਫ ਕਾਰਬਨ ਤੋਂ ਬਣੀਆਂ, ਹੋਰ ਚ ਕੋਈ ਚੀਜ਼ ਨਹੀਂ ਹੈਗੀ। ਤਾਂ ਬੇਟਾ ਉਹ 3 ਚੀਜ਼ਾਂ ਦੇ ਨਾਮ ਦੱਸਣ ਲੱਗਿਆ, ਐਂਡ ਤਿੰਨਾਂ ਦੇ ਨਾਮ ਤੁਸੀਂ ਸੁਣੇ ਹੋਣਗੇ। ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਬੇਟਾ ਜੀ, ਰਿਵੀਲ ਕਰ ਦਈਏ ਪਹਿਲਾ ਨਾਮ, ਡਾਇਮੰਡ। ਪਹਿਲਾ ਕੌਣ ਹੈਗਾ, ਡਾਇਮੰਡ। ਡਾਇਮੰਡ ਦੀ ਰਿੰਗ, ਡਾਇਮੰਡ ਦਾ ਪਤਾ ਨਹੀਂ ਕੀ ਕੁਛ ਹਨਾ, ਗਾਣਿਆਂ ਚ ਸੁਣਿਆ ਹੋਊਗਾ ਤੁਸੀਂ। ਡਾਇਮੰਡ ਜਿਹੜੀ ਚੀਜ਼ ਆ ਨਾ, ਡਾਇਮੰਡ ਨੈਚੁਰਲ ਅਕਰਿੰਗ ਡਾਇਮੰਡ ਜਿਹੜਾ ਹੈਗਾ, ਉਹ ਸਿਰਫ ਕੀ ਤੋਂ ਬਣਿਆ ਹੋਇਆ ਹੈਗਾ, ਕਾਰਬਨ ਤੋਂ ਬਣਿਆ, ਕਾਰਬਨ ਤੋਂ ਬਿਨਾ ਕੁਝ ਨਹੀਂ ਹੈਗਾ। that is why carbon is a allotrope of carbon, diamond is a allotrope of carbon। ਸੈਕਿੰਡ ਜਿਹੜਾ ਹੈਗਾਗਾ, ਇਹਦੇ ਨਾਲ ਲਿਖ ਕੇ ਥੋੜਾ ਜਿਹਾ ਉਹ ਕਰ ਦਈਏ ਆਪਾਂ। ਫਸਟ ਕਿਹੜਾ, ਡਾਇਮੰਡ। ਦੂਸਰਾ ਕਿਹੜਾ ਹੋਊਗਾ, ਦੂਸਰਾ ਜਿਹੜਾ ਹੈਗਾ ਬੇਟਾ ਜੀ, ਗ੍ਰੇਫਾਈਟ। ਛੋਟੇ ਹੁੰਦਿਆਂ ਤੋਂ ਤੁਹਾਨੂੰ ਘਰਦਿਆਂ ਨੇ ਫੜਾਤਾ ਸੀ ਗ੍ਰੇਫਾਈਟ, ਕਿਚ ਪੈਨਸਲ ਦੇ ਵਿੱਚ। ਪਰ ਪੈਨਸਲ ਦੀ ਲੈਡ ਕੱਲੀ ਗ੍ਰੇਫਾਈਟ ਦੀ ਨਹੀਂ ਬਣੀ ਹੋਈ, ਇਹ ਚੀਜ਼ ਦਾ ਧਿਆਨ ਰੱਖਿਓ, ਜੇ ਗ੍ਰੇਫਾਈਟ ਹੁੰਦਾਗਾ, ਪਿਓਰ ਗ੍ਰੇਫਾਈਟ ਜਿਹੜਾ ਹੈਗਾ ਉਹ ਕੱਲਾ ਕਿਹਦਾ ਬਣਿਆ ਹੋਇਆ ਹੈਗਾ, ਕਾਰਬਨ ਦਾ ਬਣਿਆ ਹੋਇਆ ਹੈਗਾ। ਠੀਕ ਹੈ, ਉਹ ਕਿਹਦਾ ਬਣਿਆ ਹੋਇਆ ਹੈਗਾ, ਕਾਰਬਨ ਦਾ। ਤੀਸਰਾ ਜਿਹੜਾ ਮੈਂ ਨਾਮ ਦੱਸਣ ਲੱਗਿਆ ਬੇਟਾ, ਕਲਰ ਚੇਂਜ ਕਰਕੇ ਲਿਖ ਰਿਹਾ, ਇਹ ਜਿਹੜਾ ਹੈਗਾ ਬੇਟਾ ਜੀ, ਇਹ ਹੁਣੀ ਲੇਟੈਸਟ ਹੀ ਡਿਸਕਵਰਡ ਹੋਇਆਗਾ, ਇਸ ਕਰਕੇ ਹੁਣੀ ਪੜਾਉਣ ਲੱਗਿਆ, ਟੀਚਰਸ ਇਦੋਂ ਪਹਿਲਾਂ ਨਹੀਂ ਪੜਾਉਂਦੇ ਸੀਗੇ। ਇਹਦਾ ਨਾਮ ਹੈਗਾਗਾ ਬਕ
ਮਿੰਸਟਰ ਫਲਰੀਨ, ਠੀਕ ਹੈ ਜੀ, ਬਕਮਿੰਸਟਰ ਫਲਰੀਨ। ਇੱਥੇ ਆ ਥੋੜਾ ਜਿਹਾ ਆਰ ਕਿਉਂ ਨਹੀਂ ਪੈਂਦੀ ਸਹੀ ਕਦੇ, ਬਕਮਿੰਸਟਰ ਫਲਰਿੰਗ, ਇਹ ਪੂਰਾ ਹੀ ਇਕੱਠਾ ਹੀ ਹੁੰਦਾ ਨਾ। ਤਾਂ ਆਪਣੀ ਦੁਨੀਆ ਦੇ ਵਿੱਚ ਅਗਰ ਕਾਰਬਨ ਮਿਲਦਾ ਪਿਓਰ ਫਾਰਮ ਦੇ ਵਿੱਚ, ਤਾਂ ਸਾਨੂੰ ਆਹ ਤਿੰਨ ਫਾਰਮਸ ਦੇ ਵਿੱਚ ਮਿਲ ਸਕਦਾ ਵਾ। ਸਾਨੂੰ ਤਿੰਨ ਫਾਰਮਸ ਦੇ ਵਿੱਚ ਸਾਨੂੰ ਕਾਰਬਨ ਕੀ ਮਿਲ ਸਕਦਾ, ਬਿਲਕੁਲ ਪਿਓਰ ਸਟੇਟ ਦੇ ਵਿੱਚ ਮਿਲ ਸਕਦਾ ਗਾ। ਇਸੇ ਕਰਕੇ ਨੇ ਕਿਹਾ ਦਾ ਵੇਰੀਅਸ ਫਿਜ਼ੀਕਲ ਫਾਰਮ ਇਨ ਵਿਚ ਐਨ ਐਲੀਮੈਂਟ ਕੈਨ ਐਗਜ਼ਿਸਟ, ਐਨ ਐਲੀਮੈਂਟ ਲਿਖਿਆ, ਇੱਕ ਐਲੀਮੈਂਟ, ਕੋਈ ਵੀ ਐਲੀਮੈਂਟ ਅਗਰ ਕਿਸੇ ਫਾਰਮ ਦੇ ਵਿੱਚ ਵੀ ਐਗਜ਼ਿਸਟ ਕਰਦਾ ਹੋਵੇ, ਉਹਨੂੰ ਅਸੀਂ ਐਲੋਟ੍ਰੋਪ ਕਹਿ ਦਾਂਗੇ। ਠੀਕ ਹੈ ਜੀ। ਹੁਣ ਮੰਨ ਲਓ ਕਿ ਮੇਰੇ ਕੋਲ ਕੋਈ x ਐਲੀਮੈਂਟ ਆ, ਕੋਈ x ਐਲੀਮੈਂਟ ਆ, ਠੀਕ ਹੈ, ਕੁਝ ਵੀ ਹੋ ਸਕਦਾ, x ਦਾ ਮਤਲਬ ਕੁਝ ਵੀ ਹੋ ਸਕਦਾ ਗਾ। ਹੁਣ ਮੈਨੂੰ ਕੋਈ ਚੀਜ਼ ਕਹਿ ਦੇ ਲਿਆ ਕੇ ਬਈ ਆਹ ਜਿਹੜੀ ਹੈਗੀ ਨਾ ਸਰ, ਇਹ ਪਿਓਰ x ਐਲੀਮੈਂਟ ਤੋਂ ਬਣੀ ਹੋਈ ਆ, ਇਹ ਚ ਕੋਈ y z ਕੋਈ ਐਲੀਮੈਂਟ ਨਹੀਂ ਹੈਗਾ, ਤਾਂ ਮੈਂ ਉਸ ਚੀਜ਼ ਨੂੰ ਕੀ ਕਹਿ ਦੂੰਗਾ, ਐਲੋਟ੍ਰੋਪ ਕਹਿ ਦੂੰਗਾ। ਕਿਹਦਾ ਐਲੋਟ੍ਰੋਪ ਕਹਿ ਦੂੰਗਾ, x ਦਾ ਐਲੋਟ੍ਰੋਪ ਕਹਿ ਦੂੰਗਾ। ਸੋ ਹੁਣ ਮੈਨੂੰ ਲੱਗਦਾ ਡੈਫੀਨੇਸ਼ਨ ਸਹੀ ਤਰੀਕੇ ਨਾਲ ਸਮਝ ਆ ਗਈ ਹੋਣੀ ਹੈ ਸਭ ਨੂੰ। ਇੱਥੇ ਕੀ ਲਿਖਿਆ ਹੈਗਾ, ਕਹਿੰਦੇ ਦਾ ਵੇਰੀਅਸ ਫਿਜ਼ੀਕਲ ਫਾਰਮਸ, ਮਤਲਬ ਕਿ ਬਹੁਤ ਸਾਰੀਆਂ ਫਿਜ਼ੀਕਲ ਫਾਰਮਸ ਹੋਣਗੀਆਂ ਜਿਹਦੇ ਵਿੱਚ ਕੋਈ ਐਲੀਮੈਂਟ ਜਿਹੜਾ ਹੈਗਾ ਐਗਜ਼ਿਸਟ ਕਰਦਾ ਹੈਗਾ, ਜਿਹ ਚ ਕੋਈ ਵੀ ਐਲੀਮੈਂਟ ਕੀ ਕਰਦਾ ਹੈਗਾ, ਐਗਜ਼ਿਸਟ ਕਰਦਾ ਹੈਗਾ, ਐਂਡ ਉਹਨੂੰ ਹੀ ਆਪਾਂ, ਉਸ ਚੀਜ਼ ਨੂੰ ਆਪਾਂ ਕੀ ਕਹਿ ਸਕਦੇ ਹਾਂ, ਐਲੋਟ੍ਰੋਪਸ ਕਹਿ ਸਕਦੇ ਹਾਂ। ਉਹ ਸਾਰੀਆਂ ਚੀਜ਼ਾਂ ਨੂੰ ਕੀ ਕਹਿ ਸਕਦੇ ਆਪਾਂ, ਐਲੋਟ੍ਰੋਪਸ। ਹੁਣ ਐਲੋਟ੍ਰੋਪਸ ਵੀ ਕਿਹਦਾ, ਕਿਸੇ ਐਲੀਮੈਂਟ ਦਾ ਐਲੋਟ੍ਰੋਪ ਹੋਊਗਾ, ਨਾਲ ਲਿਖਣਾ ਜ਼ਰੂਰੀ ਆ ਵੀ ਇਸ ਐਲੀਮੈਂਟ ਦਾ ਐਲੋਟ੍ਰੋਪ ਹੈ ਇਹ। ਹੁਣ ਮੈਂ ਕਹਦਾ ਡਾਇਮੰਡ ਕੀ ਆ, ਐਲੋਟ੍ਰੋਪ, ਹੁਣ ਕੱਲਾ ਐਲੋਟ੍ਰੋਪ ਲਿਖਣਾ ਗਲਤ ਹੋ ਜੂ ਨਾ, ਮੈਂ ਕਹੂੰਗਾ ਜੀ डायमंड इज अ एलोट्रॉप, डायमंड इज एन एलोट्रॉप ऑफ कार्बन। ਹੁਣ ਸਮਝ ਆ ਜਾਊਗਾ, ਅੱਛਾ ਕਾਰਬਨ ਦਾ ਐਲੋਟ੍ਰੋਪ ਆ, ਡਾਇਮੰਡ ਕੱਲੇ ਕਾਰਬਨ ਤੋਂ ਹੀ ਬਣਿਆ ਹੋਇਆਗਾ, ਹੋਰ ਇਹ ਚ ਕੁਝ ਨਹੀਂ ਹੈਗਾ। ਅੰਡਰਸਟੈਂਡਿੰਗ ਹੋ ਗਈ ਇਥੋਂ। ਅਗਲੀ ਲਾਈਨ ਚ ਕੀ ਲਿਖਿਆ, ਕਹਿੰਦਾ ਕਾਰਬਨ ਐਲੀਮੈਂਟ ਐਗਜ਼ਿਸਟ ਇਨ 3 ਸੋਲਿਡ ਫਾਰਮਸ ਕਾਲਡ ਐਲੋਟ੍ਰੋਪਸ। ਹੁਣ ਕਹਿੰਦਾ ਕਾਰਬਨ ਐਲੀਮੈਂਟ ਵੀ ਜਿਹੜਾ ਹੈਗਾ ਨਾ, 3 ਸੋਲਿਡ ਫਾਰਮਸ ਦੇ ਵਿੱਚ ਐਗਜ਼ਿਸਟ ਕਰਦਾ, ਜਿਹਨੂੰ ਅਸੀਂ ਕੀ ਕਹਿੰਦੇ ਆ, ਐਲੋਟ੍ਰੋਪਸ। ਜੇ ਤੁਸੀਂ ਕਹੋਗੇ ਕਾਰਬਨ ਡਾਈਆਕਸਾਈਡ, ਨਹੀਂ ਜੀ ਇਹ ਐਲੋਟ੍ਰੋਪ ਨਹੀਂ ਹੈਗਾ, ਮੰਨਿਆ ਚ ਕਾਰਬਨ ਹੈਗਾ, ਬਟ ਇਹ ਇਕੱਲੀ ਕਾਰਬਨ ਦਾ ਨਹੀਂ ਬਣਿਆ ਹੋਇਆ ਕਾਰਬਨ ਡਾਈਆਕਸਾਈਡ, ਇਹਦੇ ਨਾਲ ਆਕਸੀਜਨ ਵੀ ਆ ਗਈ। ग्लूकोज C6H12O6, नहीं जी इनू भी मैं एलोट्रॉप नहीं कह सकता कार्बन का, क्यों, क्योंकि कार्बन तो बिना हाइड्रोजन तो ऑक्सीजन भी आ गई। डायमंड, डायमंड सिर्फ क्या, कार्बन ही कार्बन, कार्बन ही कार्बन, कार्बन ही कार्बन, दैट इज वाई आप की कह सकते हैं, एलोट्रॉप कह सकते हैं। सो कितने एलोट्रॉप हो गए फिर कार्बन दे, कितने एलोट्रॉप हो गए कार्बन दे, केड़े केड़े हो गए, उच्ची बोलो, डायमंड, बकमिंस्टर फलरिन, नाम ਨੂੰ याद करो, BUC के बक, MINSTER मिंस्टर, FULLERENE फलरीन। ठीक है जी, बकमिंस्टर फलरीन। ਇਹ ਕੀ ਆਪਣੇ ਕੋਲ ਬੇਟਾ ਜੀ, ਤਿੰਨ ਐਲੋਟ੍ਰੋਪ ਨੇ ਜਿਹੜੇ ਕੀ ਤੋਂ ਬਣੇ ਹੋਏ ਨੇ, ਸਿਰਫ ਕਾਰਬਨ ਦੇ ਬਣੇ ਹੋਏ ਆ, ਕਾਰਬਨ ਦੇ ਐਲੋਟ੍ਰੋਪਸ ਨੇ। ਉਸ ਤੋਂ ਅੱਗੇ ਚੱਲਦੇ ਆ, ਡਾਇਮੰਡ ਨੂੰ ਆਪਾਂ ਡਿਟੇਲ ਚ ਪੜ੍ਹਦੇ ਆ। ਹੁਣ ਕਿਸੇ ਬੱਚੇ ਨੂੰ, ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਇਹ ਨਾ ਪਤਾ ਹੋਵੇ ਵੀ ਡਾਇਮੰਡ ਕੀ ਚੀਜ਼ ਹੁੰਦੀ ਆ। ਠੀਕ ਹੈ ਜੀ, ਕੋਈ ਬੱਚਾ ਇਹੋ ਜਿਹਾ ਤਾਂ ਨਹੀਂ ਬੈਠਾ ਜਿਹਨੂੰ ਇਹ ਨਹੀਂ ਪਤਾ ਡਾਇਮੰਡ ਕੀ ਚੀਜ਼ ਹੁੰਦੀ ਆ, ਦੱਸਣ ਦੀ ਲੋੜ ਹੀ ਹੈ ਨਹੀਂਗੀ। ਐਂਡ ਤੁਹਾਨੂੰ ਸਾਰਿਆਂ ਨੂੰ ਇੱਕ ਇਹ ਭੁਲੇਖਾ ਹੋਊਗਾ ਵੀ ਇਹ ਸਿਰਫ ਕੱਲੀ ਜਵੈਲਰੀ ਚ ਯੂਜ਼ ਹੁੰਦੀ ਹੈ ਨਾ, ਡਾਇਮੰਡ ਸਿਰਫ ਕੱਲਾ ਜਵੈਲਰੀ ਚ ਯੂਜ਼ ਹੁੰਦਾ, ਨਹੀਂ। ਚੋਰੀ ਨਾ ਕਰ ਲਿਓ, ਮੈਂ ਚੀਜ਼ ਦੱਸੂਗਾ ਕਿੱਥੇ ਕਿੱਥੇ ਡਾਇਮੰਡ ਮਿਲਦਾ, ਕਿਤੇ ਚੱਕ ਲਿਆ ਉਹਨਾਂ ਦੀ ਚੀਜ਼ ਤੁਸੀਂ। ਇੱਥੇ ਗੱਲਾਂ ਕਰਾਂਗੇ ਆਪਾਂ ਕਿੱਥੇ ਕਿੱਥੇ ਮਿਲਦਾ ਹੈਗਾ ਡਾਇਮੰਡ, ਕਿਤੇ ਚੱਕ ਲਿਆਓ ਤੁਹਾਨੂੰ ਐ ਹੋਵੇ ਠੀਕ ਹੈ ਜੀ ਇਹਨੂੰ ਆਪਾਂ ਰਿੰਗ ਚ ਜੜਾ ਕੇ ਕਿਸੇ ਨੂੰ ਗਿਫਟ ਕਰ ਦਾਂਗੇ ਆਪਾਂ, ਠੀਕ ਹੈ, ਕੱਪੜੇ ਪੈ ਸਕਦੇ ਫਿਰ। लो जी, डायमंड इज अ कलरलेस ट्रांसपेरेंट सब्सटेंस हैविंग एक्स्ट्रा ऑर्डिनरी ब्रिलियंस। डायमंड की है बेटा जी, सब तो पहला एक कलरलेस ट्रांसपेरेंट, कोई कलर नहीं, ट्रांसपेरेंट मतलब कि आर पार दिख सकता है। सबस्टांस, सबस्टांस भी किया है बेटा जी एलोट्रॉप, आप यही कहेंगे सबस्टांस मतलब कि कार्बन का एलोट्रॉप है, ठीक है। एंड हैविंग एक्स्ट्रा ऑर्डिनरी ब्रिलियंस, बेटा जी मैंने लगता नॉर्मल जितनी किसी चीज की चमक होंगी ਉਹਦੇ ਨਾਲ ਕਿਤੇ ਜ਼ਿਆਦਾ ਚਮਕ ਹੁੰਦੀ ਹੈ ਜੀ, ठीक है जी, कोई स्पैशल जी चमक होंगी है जी, एक्स्ट्रा ऑर्डिनरी चमक होंगी है। सो ब्रिलियंस का मतलब क्या बेटा, चमक होंदा का, ठीक है, ब्रिलियंस का मतलब क्या, चमक। सो डायमंड इज क्वाइट हैवी, क्यों, क्योंकि बहुत बड़ा मॉलिक्यूल है, डायमंड देखोगे तो इन्ने साइज का तो मिलता, एडा साइज का होंगे। हुण एडे साइज के देख लो कार्बन किन्ने होंगे, बहुत ज़्यादा कार्बन लग्या होगा, तो इस करके हैवी होंदा, हैवी है नहीं भी ठीक है बहुत ज़्यादा भारा होंदा, नहीं, मतलब कि आप अगर केमिस्ट्री के अकॉर्डिंग देखी, ठीक है, ये बहुत ज़्यादा हैवी होंदा गा। डायमंड इज एक्सट्रीमली हार्ड, बेटा कहते दुनिया ते अगर नैचुरली किसी चीज़ को हार्ड दस्या गया ना,
ਨੈਚੁਰਲੀ ਮਤਲਬ ਕਿ ਦੁਨੀਆ ਤੇ ਕੁਦਰਤੀ ਅਗਰ ਕੋਈ ਚੀਜ਼ ਸਭ ਤੋਂ ਹਾਰਡ ਚੀਜ਼ ਮੰਨੀ ਗਈ ਆ ਤਾਂ ਡਾਇਮੰਡ ਮੰਨੀ ਗਈ ਆ। ਠੀਕ ਹੈ, ਇਸੇ ਕਰਕੇ ਆਪਾਂ ਲਿਖਿਆ ਡਾਇਮੰਡ ਇਜ਼ ਐਕਸਟ੍ਰੀਮਲੀ ਹਾਰਡ, ਬਹੁਤ ਜ਼ਿਆਦਾ ਹਾਰਡ ਆ। ਠੀਕ ਹੈ, ਤੋੜਿਆਂ ਤੇ ਵੀ ਨਹੀਂ ਟੁੱਟਦਾ ਇਹ, ਤੋੜਨ ਵੀ ਲੱਗ ਜਾਓ ਤਾਂ ਵੀ ਨਹੀਂ ਟੁੱਟਦਾ, ਇੰਨਾ ਜ਼ਿਆਦਾ ਹਾਰਡ ਹੈ ਇਹ। ਇਟ ਇਜ਼ ਦਾ ਹਾਰਡੈਸਟ ਨੈਚੁਰਲ ਸਬਸਟੈਂਸ ਨੋਨ, ਇਸੇ ਕਰਕੇ ਇਹਨੂੰ ਕੀ ਕਿਹਾ ਗਿਆ ਗਾ, ਦੁਨੀਆ ਦਾ ਸਭ ਤੋਂ ਆਪਾਂ ਇਹ ਕਹਿ ਸਕਦੇ ਹਾਂ ਹਾਰਡੈਸਟ ਨੈਚੁਰਲ ਸਬਸਟੈਂਸ ਕਿਹਾ ਗਿਆ ਇਹਨੂੰ, ਜਾਣਿਆ ਜਾਂਦਾ ਕਹਿੰਦੇ ਦੁਨੀਆ ਦੇ ਉੱਤੇ ਜਾਣਿਆ ਜਾਂਦਾ ਸਭ ਤੋਂ ਹਾਰਡੈਸਟ ਸਬਸਟੈਂਸ ਜਾਣਿਆ ਜਾਂਦਾ। ਉਹ ਤੋਂ ਬਾਅਦ ਡਾਇਮੰਡ ਡਜ਼ ਨਾਟ ਕੰਡਕਟ ਇਲੈਕਟ੍ਰਿਸਿਟੀ। ਹੁਣ ਬੇਟਾ ਡਾਇਮੰਡ ਕਿਹਦਾ ਬਣਿਆ ਹੋਇਆਗਾ, ਤੇ ਕਾਰਬਨ ਕੀ ਹੈ ਇੱਕ ਨਾਨ ਮੈਟਲ, ਤੇ ਨਾਨ ਮੈਟਲ ਚ ਇਲੈਕਟ੍ਰਿਸਿਟੀ ਪਾਸ ਕਰ ਜਾਂਦੀ ਹੈ ਕਦੇ, ਕਰ ਜਾਂਦੀ ਆ, ਕਰਾ ਕੇ ਦਿਖਾਉਂਗਾ ਤੁਹਾਨੂੰ ਅੱਜ, ਇਲੈਕਟ੍ਰਿਸਿਟੀ ਪਾਸ ਕਰਵਾ ਕੇ ਦਿਖਾਵਾਂਗੇ। ਬਟ ਡਾਇਮੰਡ ਕਿਹਦਾ, ਕਾਰਬਨ ਦਾ। ਠੀਕ ਹੈ, ਕਾਰਬਨ ਦਾ ਐਲੋਟ੍ਰੋਪ ਹੈ, ਕਾਰਬਨ ਇੱਕ ਨਾਨ ਮੈਟਲ ਆ, ਨਾਨ ਮੈਟਲ ਕਦੇ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰਦਾ, ਸੋ ਡਾਇਮੰਡ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰੂਗਾ। ਐਂਡ ਕਿਉਂ ਨਹੀਂ ਕਰੂਗਾ ਇਹਦਾ ਵੀ ਡਿਟੇਲ ਆਪਣੇ ਕੋਲ ਇੱਕ ਸਲਾਈਡ ਪਈ, ਉਹਦੇ ਚ ਤੁਹਾਨੂੰ ਸਮਝਾਉਂਗਾ ਮੈਂ। ਓਕੇ, ਐਂਡ ਕੁਐਸਚਨ ਆਇਆ, ਬਹੁਤ ਵਾਰ ਕੁਐਸਚਨ ਪੁੱਛਿਆ ਗਿਆਗਾ, ਪਰ ਮੈਨੂੰ ਐਂ ਵੀ ਲੱਗਦਾ ਵੀ ਇਹ ਥੋੜਾ ਜਿਹਾ ਟਾਈਮ ਹੀ ਜਾਂਦਾ, ਇਹ ਦੁਆਰੇ ਪੇਪਰ ਦੇ ਵਿੱਚ ਰਿਪੀਟ ਹੋਣ ਵਾਲਾ ਕੁਐਸਚਨ ਹੈ ਇਹ। ਉਸ ਤੋਂ ਬਾਅਦ ਡਾਇਮੰਡ ਬਰਨਸ ਔਨ ਸਟਰੋਂਗ ਹੀਟਿੰਗ ਟੂ ਫਾਰਮ ਕਾਰਬਨ ਡਾਈਆਕਸਾਈਡ। ਹੁਣ ਇਹ ਲਾਈਨ ਦਾ ਮਤਲਬ ਬੜਾ ਗਜਬ ਆ, ਬੜਾ ਮਤਲਬ ਡੂੰਘਾ ਗਾ, ਤੇ ਬੜਾ ਮਤਲਬ ਇੰਟਰਸਟਿੰਗ ਵੀ ਆ। ਸੁਣਿਓ, ਡਾਇਮੰਡ ਵੈਸੇ ਦੇਖਿਆ ਸਭ ਨੇ, ਦੇਖਿਆ ਸਭ ਨੇ ਡਾਇਮੰਡ, ਨਹੀਂ ਦੇਖਿਆ, ਅਮੀਰਾਂ ਦੀਆਂ ਖੇਡਾਂ ਇਹ, ਕਿਸੇ ਗਰੀਬ ਬੰਦੇ ਨੇ ਨਹੀਂ ਦੇਖਿਆ ਹੋਊਗਾ ਨਾ। ਅੱਛਾ, ਅੱਜ ਕੱਲ ਚਲੋ ਚੱਲਦੇ ਟੌਪਿਕ 'ਚ ਨਾ ਇੱਕ ਗੱਲ ਦੱਸਦਾ। ਮੈਂ ਕੱਲ ਨਾ ਸਮਾਰਟ ਬਾਜ਼ਾਰ ਦੇ ਵਿੱਚ ਗਿਆ, ਸਮਾਰਟ ਬਾਜ਼ਾਰ ਦੇ ਵਿੱਚ ਕੀ ਕਰ ਰਹੇ ਸੀਗੇ ਲੋਕ, ਡੈਕੋਰੇਸ਼ਨ ਵਗੈਰਾ ਦਾ ਸਮਾਨ ਖਰੀਦ ਰਹੇ ਸੀਗੇ, ਦੀਵੇ ਵਗੈਰਾ ਖਰੀਦ ਰਹੇ ਸੀ, ਦੀਵਾਲੀ ਹੈ ਨਾ ਕੱਲ ਨੂੰ ਤਾਂ ਕਰਕੇ। ਤੇ ਉਧਰੋਂ ਆਉਂਦਾ ਨਾ ਮੈਂ ਇੱਕ ਰੋਡ ਤੋਂ ਪਾਸ ਕਰ ਰਿਹਾ ਸੀ ਆਪਣੇ ਬੱਸ ਸਟੈਂਡ ਕੋਲੋਂ, ਤਾਂ ਉੱਥੇ ਦੇਖਿਆ ਨਾ ਸੜਕਾਂ ਦੇ ਵਿਚਾਰੇ ਬੈਠੇ ਸੀਗੇ, ਕਈ ਲੇਡੀਜ਼ ਵੀ ਬੈਠੀਆਂ ਸੀ, ਕਈ ਜੈਂਟਸ ਵੀ ਬੈਠੇ, ਛੋਟੇ ਛੋਟੇ ਬੱਚੇ, ਨਾਲੇ ਦੁੱਧ ਪਿਆ ਰਹੇ ਆ, ਨਾਲੇ ਉਹ ਸਮਾਨ ਰੱਖਿਆ ਹੋਇਆ ਹੈਗਾ। ਆਪਾਂ ਪਤਾ ਨਹੀਂ ਇੰਨੇ ਜ਼ਿਆਦਾ ਮਾਡਰਨ ਕਿਵੇਂ ਹੋ ਗਏ, ਜਾਂ ਕਿਹੜੀ ਗੱਲੋਂ ਹੋ ਗਏ ਬੇਟਾ। ਦੇਖੋ, ਜਿਹੜੇ ਉਹ ਫੁੱਟਪਾਥ ਤੇ ਬੈਠ ਕੇ ਕੋਈ ਲੜੀਆਂ ਵੇਚ ਰਿਹਾ ਹੈਗਾ, ਕੋਈ ਦੀਵੇ ਵੇਚ ਰਿਹਾ ਹੈਗਾ, ਉਹ ਆਪਣੇ ਘਰ ਨੂੰ ਤਾਂ ਰੁਸ਼ਨਾ ਦਿੰਦੇ ਆ, ਪਰ ਆਪਦਾ ਘਰ ਨਹੀਂ ਵਿਚਾਰੇ ਰੁਸ਼ਨਾ ਸਕਦੇ। ਉਹ ਆਪਦੇ ਘਰ ਦਾ ਤਾਂ ਬਸ ਉਹਨਾਂ ਨੂੰ ਖਾਣ ਜੋਗਾ ਥੋੜਾ ਜਿਹਾ ਪੈਸਾ ਇਕੱਠਾ ਹੋ ਜਾਏ, ਵੀ ਰੋਟੀ ਜੋਗਾ ਪੈਸਾ ਇਕੱਠਾ ਹੋ ਜਾਏ, ਉਹਨਾਂ ਲਈ ਉਹੀ ਦੀਵਾਲੀ ਆ। ਤਾਂ ਮੈਨੂੰ ਸ਼ਾਇਦ ਇਹ ਲੱਗਦਾ ਗਾ, ਹਾਂ ਮਾਲ ਵਗੈਰਾ ਦੇ ਵਿੱਚੋਂ ਖਰੀਦੋ ਯਾਰ, ਤੁਹਾਡਾ ਸਟੈਂਡਰਡ ਆ, ਪਰ ਮੈਨੂੰ ਲੱਗਦਾ ਯਾਰ ਆਪਾਂ ਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ, ਜਿਨ੍ਹਾਂ ਦੇ ਸਿਰਫ ਆਪਣੀ ਇੱਕ ਛੋਟੀ ਜਿਹੀ ਕੋਸ਼ਿਸ਼ ਕਰਕੇ ਨਾ, ਆਪਣੀ ਆਪਦੀ ਬਹੁਤ ਵੱਡੀ ਜਿਹੜੀ ਖੁਸ਼ੀ ਹੁੰਦੀ ਹੈ ਨਾ, ਜਾਂ ਆਪਾਂ ਆਪਦੀ ਛੋਟੀ ਜਿਹੀ ਖੁਸ਼ੀ ਵਾਸਤੇ ਆਪਾਂ ਕੀ ਕਰ ਸਕਦੇ, ਉਹਨਾਂ ਦੀ ਬਹੁਤ ਵੱਡੀ ਖੁਸ਼ੀ ਆਪਣੀ ਛੁਪੀ ਹੁੰਦੀ ਹੈ। ਮੈਂ ਥੋੜਾ ਜਿਹਾ ਰਿਪੀਟ ਕਰਨਾ ਚਾਹੂੰਗਾ ਸਾਰੇ ਬੱਚਿਆਂ ਨੂੰ, ਬੇਟਾ ਦੇਖੋ ਉਹਦੇ ਚ ਕੀ ਆ ਨਾ, ਕਿ ਆਪਣਾ ਸਟੈਂਡਰਡ ਥੋੜਾ ਜਿਹਾ ਹਾਈ ਹੋ ਗਿਆ। ਸਟੈਂਡਰਡ ਹਾਈ ਕੀ ਹੋ ਗਿਆ, ਕਿ ਆਪਾਂ ਲੋਕਲ ਸ਼ਾਪਸ ਛੱਡ ਕੇ, ਠੀਕ ਹੈ, ਜਾਂ ਫਿਰ ਕੋਈ ਫੁੱਟਪਾਥ ਤੇ ਬੈਠ ਕੇ ਕੋਈ ਚੀਜ਼ ਵੇਚ ਰਿਹਾ, ਉਹਨੂੰ ਛੱਡ ਕੇ ਆਪਾਂ ਵੱਡੇ ਵੱਡੇ ਮਾਲਸ ਵਗੈਰਾ ਦੇ ਵਿੱਚ ਜਾਂਦੇ ਹਾਂ। ਜਸਟ ਕਿਹਦੇ ਲਈ, ਉੱਥੇ ਤੁਸੀਂ ਜਾ ਕੇ ਦੇਖੋਗੇ ਕਿ ਅਗਰ ਕੋਈ ਚੀਜ਼ 70 ਰੁਪਏ ਦੀ ਹੈ ਤਾਂ ਉੱਥੇ 68 ਰੁਪਏ ਦੀ ਹੋਊਗੀ, 68 ਦੀ ਹੋਊਗੀ, ਸਿਰਫ 2 ਰੁਪਏ ਦੇ ਡਿਸਕਾਊਂਟ ਪਿੱਛੇ ਉੱਥੇ ਜਾਂਦੇ ਹਾਂ। ਐਂਡ ਆਪਾਂ ਇਹ ਨਹੀਂ ਦੇਖਦੇ ਆਪਾਂ ਕਿੰਨਾ ਖਰਚਾ ਕਰਕੇ ਉੱਥੇ ਚਲੇ ਗਏ ਆਪਾਂ। ਤੇ ਜਦੋਂ ਤੁਸੀਂ ਉੱਥੋਂ ਬਾਹਰ ਨਿਕਲੋਗੇ ਨਾ, ਪੁੱਛਣਗੇ ਸਰ ਕੈਰੀ ਬੈਗ ਲੋਗੇ, ਤੇ ਜਦੋਂ ਕੈਰੀ ਬੈਗ ਦੇ ਆਪਾਂ ਕਹਿੰਦੇ ਹਾਂ ਦੇ ਦਿਓ, ਤਾਂ 11-12 ਰੁਪਏ ਲਗਾ ਦਿੰਦੇ ਆ। ਤਾਂ ਮੈਨੂੰ ਲੱਗਦਾ ਤੁਸੀਂ ਆਮ ਦੁਕਾਨ ਤੋਂ ਜਾਂ 4-5 ਲਿਫਾਫੇ ਲੈ ਲਓ, ਤੁਹਾਡੇ ਤੋਂ ਕੁਛ ਨਹੀਂ ਲੈਂਦੇ ਉਹ। ਤਾਂ ਜਿਹੜੇ ਉਹ ਫੁੱਟਪਾਥ ਤੇ ਬੈਠੇ ਆ ਨਾ ਬੇਟਾ, ਉਹਨਾਂ ਦੀ ਦੀਵਾਲੀ ਆਪਣੇ ਚ ਛੁਪੀ ਹੋਈ ਆ, ਉਹਨਾਂ ਦਾ ਹਰ ਇੱਕ ਤਿਉਹਾਰ ਆਪਣੇ ਚ ਆ। ਉਹ ਵਿਚਾਰੇ ਸਵੇਰੇ 5:30-4 ਵਜੇ ਮੈਨੂੰ ਲੱਗਦਾ ਘਰੋਂ ਚੱਲਦੇ ਆ, ਮੈਂ ਕਿਉਂਕਿ ਦੇਖਿਆ ਦੀਵਾਲੀ ਵਾਲੇ ਦਿਨ ਇਹੀ ਸਭ ਤੋਂ ਪਹਿਲਾਂ ਫੁੱਟਪਾਥ ਤੇ ਬੈਠੇ ਹੁੰਦੇ ਆ, ਇਹਨਾਂ ਦੀ ਇਹੀ ਕਾਸ ਹੁੰਦੀ ਹੈ ਸ਼ਾਇਦ ਸਾਡੀ ਕਿਹੜੇ ਟਾਈਮ ਜਿਹੜੀ ਹੈਗੀ ਵਿਕਰੀ ਸਟਾਰਟ ਹੋਣੀ ਹੈ। ਤਾਂ ਤੁਹਾਡੀ ਛੋਟੀ ਜਿਹੀ ਖੁਸ਼ੀ ਦੇ ਵਿੱਚ ਨਾ ਉਹਨਾਂ ਦੀ ਬਹੁਤ ਵੱਡੀ ਖੁਸ਼ੀ ਛੁਪੀ ਹੁੰਦੀ ਹੈ। ਅਗਰ ਤੁਸੀਂ ਉਹਨਾਂ ਤੋਂ 50 ਰੁਪਏ ਦਾ ਸਮਾਨ ਲਿਆਏ ਨਾ, ਤਾਂ ਬੇਟਾ ਉਹਨਾਂ ਲਈ 50 ਰੁਪਏ ਬਹੁਤ ਵੱਡੇ ਆ, ਸ਼ਾਇਦ ਤੁਹਾਡੇ ਲਈ ਬਹੁਤ ਛੋਟੇ ਹੋਣਗੇ 50 ਰੁਪਏ। ਤਾਂ ਮੈਨੂੰ ਲੱਗਦਾ ਕਿ ਕੱਲ ਨੂੰ ਦੀਵਾਲੀ ਆ, ਅਗਰ ਸ਼ਾਪਿੰਗ ਵਗੈਰਾ ਤੁਸੀਂ ਨਹੀਂ ਕੀਤੀ, ਤਾਂ ਮੈਂ ਤੁਹਾਨੂੰ ਇਹ ਜ਼ਰੂਰ ਕਹੂੰਗਾ ਕਿ ਉਹਨਾਂ ਘੱਟੋ ਘੱਟ ਜਿਹੜੇ ਆਪਣੇ ਦੁਕਾਨਦਾਰ ਨੇ, ਛੋਟੇ ਦੁਕਾਨਦਾਰ, ਉਹਨਾਂ ਦੀ ਜ਼ਰੂਰ ਹੈਲਪ ਕਰਿਓ, ਕਿਉਂਕਿ ਅਸੀਂ ਇੰਨੇ ਕੁ ਜ਼ਿਆਦਾ ਮਾਡਰਨਾਈਜ਼ ਹੋ ਗਏ, ਅਸੀਂ ਆਪਦੇ ਆਪ ਨੂੰ ਇੰਨਾ ਕੁ ਮੋਲਡ ਕਰ ਲਿਆ ਕਿ ਅਸੀਂ ਉਹਨਾਂ ਕੋਲ ਸਮਾਨ ਖਰੀਦਣਾ ਛੱਡੋ, ਆਪਾਂ ਖੜਨਾ ਵੀ ਨਹੀਂ ਪਸੰਦ ਕਰਦੇ। ਆਪਾਂ ਨੂੰ ਪਤਾ ਨਹੀਂ ਕਿਉਂ ਇਹ ਲੱਗਦਾ ਹੁੰਦਾ ਵੀ ਯਾਰ ਇਹ ਨੀਚੇ ਬੈਠ ਕੇ ਵੇਚ ਰਿਹਾਗਾ, ਇਹਦੇ ਕੋਲ ਕੋਈ ਦੁਕਾਨ ਨਹੀਂ ਹੈਗੀ, ਇਹਦੇ ਕੋਲ ਕੁਆਲਿਟੀ ਵਧੀਆ ਨਹੀਂ ਹੋਊਗੀ। ਨਹੀਂ, ਇਦਾਂ ਦਾ ਕੁਝ ਨਹੀਂ ਹੁੰਦਾ। ਆਪਣਾ ਫਰਜ਼ ਬਣਦਾ ਉਹਨਾਂ ਲੋਕਾਂ ਦੀ ਹੈਲਪ ਕਰਨਾ। ਠੀਕ ਹੈ, ਸੋ ਚੱਲਦੇ ਚੈਪਟਰ ਦੇ ਵਿੱਚ ਇਸੇ ਕਰਕੇ ਕਿਹਾ ਬੇਟਾ ਕੱਲ੍ਹ ਨੂੰ ਦੀਵਾਲੀ ਆ, ਤਾਂ ਥੋੜਾ ਜ਼ਰੂਰ ਉਹਨਾਂ ਬਾਰੇ ਵੀ ਸੋਚਿਓ, ਕਿਉਂਕਿ ਤੁਹਾਡੀ ਦੀਵਾਲੀ ਦੇ ਨਾਲ ਨਾਲ ਨਾ ਉਹਨਾਂ ਦੀ ਦੀਵਾਲੀ ਬਣਨੀ ਹੈ। ਤਾਂ ਜ਼ਰੂਰ ਤੁਸੀਂ ਕਰਿਓ। ਦੂਸਰੀ ਚੀਜ਼ ਇਹ ਕਹਿਣਾ ਚਾਹੂੰਗਾ ਬੇਟਾ ਸਾਰਿਆਂ ਨੂੰ ਮੈਂ, ਕਿ ਤੁਸੀਂ ਬਹੁਤ ਕੱਲ ਨੂੰ ਪਟਾਕਿਆਂ ਦੇ ਵੀ ਪੈਸਾ ਖਰਾਬ ਕਰੋਗੇ, ਮਿਠਾਈਆਂ ਵੀ ਮੈਨੂੰ ਲੱਗਦਾ ਤੁਹਾਡੇ ਘਰੇ ਹੋਣਗੀਆਂ, ਖਰਾਬ ਹੋ ਜਾਂਦੀਆਂ ਪਈਆਂ ਤੁਹਾਡੇ ਘਰੇ, ਇੰਨਾ ਜ਼ਿਆਦਾ ਤੁਸੀਂ ਘਰੇ ਲੈ ਆਉਂਦੇ ਹੁੰਦੇ ਹੋ। ਤੇ ਜੇ ਆਪਾਂ ਆਪਣੇ ਆਸ-ਪਾਸ ਦੇਖੀਏ ਨਾ,
ਤਾਂ ਕਈ ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਇਹ ਹੁੰਦਾ ਵੀ ਇੱਕ ਟਾਈਮ ਦੀ ਰੋਟੀ ਵੀ ਜੁੜ ਜੇ ਉਹੀ ਦੀਵਾਲੀ ਆ। ਤਾਂ ਮੈਂ ਇਹ ਕਹੂੰਗਾ ਆਪਦਾ ਇਹ ਖਰਚਾ ਘਟਾ ਕੇ ਥੋੜਾ ਜਿਹਾ, ਹਾਂ ਮਨਾਓ ਦੀਵਾਲੀ ਮਨਾਓ, ਪਟਾਕੇ ਚਲਾਓ, ਕੱਪੜੇ ਪਾਓ, ਮਿਠਾਈ ਲੈ ਕੇ ਆਓ, ਪਰ ਥੋੜੀ ਜਿਹੀ ਕੋਸ਼ਿਸ਼ ਇਹ ਕਰਿਓ ਕਿ ਕੱਲ ਨੂੰ ਉਹਨਾਂ ਲੋਕਾਂ ਵਾਸਤੇ ਵੀ ਥੋੜਾ ਜਿਹਾ ਆਪਣਾ ਮਤਲਬ ਕਿ ਕੋਈ ਕੱਢਿਓ, ਪੈਸਾ ਕੱਢਿਓ। ਪੈਸਾ ਨਹੀਂ ਦੇ ਕੇ ਆਉਣਾ ਉਹਨਾਂ ਨੂੰ, ਤੁਸੀਂ ਚਾਹੇ ਉਹਨਾਂ ਨੂੰ ਕੱਪੜੇ ਗਿਫਟ ਕਰਿਓ, ਚਾਹੇ ਉਹਨਾਂ ਨੂੰ ਕੋਈ ਮਿਠਾਈ ਦੇ ਕੇ ਗਿਫਟ ਕਰਿਓ, ਠੀਕ ਹੈ। ਕੁਛ ਕਿਸੇ ਵੀ ਤਰੀਕੇ ਨਾਲ ਜਿਹੜੀ ਹੈਗੀ ਹੈ ਦੀਵਾਲੀ ਨੂੰ ਥੋੜਾ ਅਲੱਗ ਅਲੱਗ ਜਿਹੇ ਤਰੀਕੇ ਨਾਲ ਸੈਲੀਬ੍ਰੇਟ ਕਰੋ, ਤੇ ਦੇਖੋ ਤੁਹਾਨੂੰ ਕਿੰਨੀ ਖੁਸ਼ੀ ਹੋਊਗੀ ਇਸ ਦੀਵਾਲੀ ਦੀ, ਇਸ ਤਿਉਹਾਰ ਦੀ ਕਿੰਨੀ ਖੁਸ਼ੀ ਹੋਊਗੀ। ਐਂਡ ਜਿਹਨੂੰ ਤੁਸੀਂ ਕੋਈ ਚੀਜ਼ ਦਵਾ ਕੇ ਆਓਗੇ ਨਾ, ਉਹ ਦੇਖ ਲਓ 4-5 ਦਿਨ ਇੰਨੀ ਕੁ ਖੁਸ਼ੀ 'ਚ ਰਹੂਗਾ, ਯਾਰ ਮੇਰੀ ਦੀਵਾਲੀ ਇੰਨੀ ਵਧੀਆ ਲੰਘੀ, ਪਤਾ ਨਹੀਂ ਕਿਹੋ ਜਿਹਾ ਦਿਨ ਸੀਗਾ ਅੱਜ ਦੀਵਾਲੀ ਦਾ, ਵੀ ਇਸ ਵਾਰ ਦੀ ਦੀਵਾਲੀ ਮੇਰੀ ਬਹੁਤ ਵਧੀਆ ਲੰਘੀ ਆ। ਸੋ ਸਾਰੇ ਬੱਚੇ ਜ਼ਰੂਰ ਕੋਸ਼ਿਸ਼ ਕਰਿਓ ਕਿ ਉਹਨਾਂ ਲੋਕਾਂ ਦੀ ਆਪਾਂ ਹੈਲਪ ਜ਼ਰੂਰ ਕਰਨੀ ਹੈ, ਖਾਸ ਕਰਕੇ ਜਿਹੜੇ ਬੇਟਾ ਜੀ ਛੋਟੇ ਦੁਕਾਨਦਾਰ ਨੇ ਉਹਨਾਂ ਤੋਂ ਜ਼ਰੂਰ ਸਮਾਨ ਖਰੀਦਿਆ ਕਰੋ। ਮੈਨੂੰ ਇੰਨਾ ਪਤਾ ਉਹਨਾਂ ਤੋਂ ਸਮਾਨ ਖਰੀਦੋਗੇ ਕੁਛ ਨਾ ਕੁਛ ਤਾਂ ਪ੍ਰੋਫਿਟ ਤੁਹਾਨੂੰ ਹੋਊਗਾ। ਓਕੇ, ਉਹ ਡਿਸਕਾਊਂਟ ਦੇ ਚੱਕਰਾਂ 'ਚ ਤੁਸੀਂ ਉੱਥੇ ਜਾਂਦੇ ਹੋ ਨਾ, ਉਹ ਡਿਸਕਾਊਂਟ ਦੇ ਚੱਕਰਾਂ 'ਚ ਕੈਰੀ ਬੈਗ, ਠੀਕ ਹੈ, ਜਾਂ ਫਿਰ ਤੁਹਾਡਾ ਉੱਥੇ ਜਾਂਦਿਆਂ ਦਾ ਗੱਡੀ ਦਾ ਤੇਲ ਜਾਂ ਬਾਈਕ ਦਾ ਤੇਲ, ਉਹਦੇ 'ਚ ਤੁਹਾਡਾ ਲੰਘ ਜਾਂਦਾ। ਜੇ ਤੁਸੀਂ ਕੈਲਕੂਲੇਟ ਕਰਕੇ ਦੇਖੋ ਤਾਂ ਮੈਨੂੰ ਲੱਗਦਾ ਨੇੜੇ ਤੇੜੇ ਦੇ ਦੁਕਾਨਦਾਰ ਇਹੀ ਆਪਣੇ ਕੰਮ ਆਉਣੇ ਆ। ਐਮਾਜ਼ਨ ਔਨਲਾਈਨ ਵਗੈਰਾ ਬੇਟਾ ਇਹ ਇਹਨਾਂ ਦੀ ਦੀਵਾਲੀ ਨਹੀਂ, ਦੀਵਾਲੀ ਛੋਟੇ ਦੁਕਾਨਦਾਰਾਂ ਦੀ ਹੈ। ਐਮਾਜ਼ਨ ਫਲਿੱਪਕਾਰਟ ਤੇ ਬਹੁਤ ਜ਼ਿਆਦਾ ਕੁਝ ਖਰੀਦਦੇ ਆਪਾਂ ਔਨਲਾਈਨ, ਆਪਾਂ ਦੁਕਾਨਾਂ ਤੇ ਜਾਣਾ ਆਪਾਂ ਪਸੰਦ ਹੀ ਨਹੀਂ ਕਰਦੇ। ਤਾਂ ਮੈਨੂੰ ਲੱਗਦਾ ਆਪਣੇ ਨਾਲ ਹੀ ਛੋਟੇ ਦੁਕਾਨਦਾਰ ਨੇ, ਤਾਂ ਇਹਨਾਂ ਛੋਟੇ ਦੁਕਾਨਦਾਰਾਂ ਦੀ ਬੇਟਾ ਹੈਲਪ ਕਰੋ। ਤੁਸੀਂ ਉਹਨਾਂ ਕੋਲੇ ਜਾਓਗੇ, ਹੋ ਸਕਦਾ ਕੱਲ ਨੂੰ ਤੁਹਾਡੇ ਕੰਮ ਆਉਣ, ਕੱਲ ਨੂੰ ਹੋ ਸਕਦਾ ਤੁਹਾਡਾ ਵੀ ਇੱਕ ਛੋਟਾ ਜਿਹਾ ਬਿਜ਼ਨਸ ਜੇ ਤੁਸੀਂ ਸਟਾਰਟ ਕਰੋਗੇ ਨਾ ਵੱਡੇ ਹੋ ਕੇ, ਤਾਂ ਤੁਹਾਡੇ ਲੋਕਲ ਲੋਕ ਹੀ ਕੰਮ ਆਉਣਗੇ। ਅਗਰ ਮੇਰਾ ਇੰਸਟੀਚਿਊਟ ਹੈਗਾ ਨਾ, ਤਾਂ ਮੇਰੇ ਲੋਕਲ ਬੱਚੇ ਪਹਿਲਾਂ ਕੰਮ ਆਉਣਗੇ, ਬਾਹਰਲੇ ਦਾ ਬਾਅਦ ਦੀ ਗੱਲ ਨਹੀਂ। ਤੁਸੀਂ ਪਹਿਲਾਂ ਮੇਰਾ ਨਾਮ ਬਣਾਓਗੇ, ਫਿਰ ਉਹਨਾਂ ਤੱਕ ਮੇਰਾ ਨਾਮ ਪਹੁੰਚੂਗਾ, ਠੀਕ ਹੈ। ਸੋ ਇਹ ਚੀਜ਼ ਰੱਖਿਓ। ਡਾਇਮੰਡ ਦੀ ਗੱਲ ਚੱਲ ਰਹੀ ਸੀ, ਸੋ ਡਾਇਮੰਡ ਵੱਡੀਆਂ ਗੱਲਾਂ, ਪਰ ਡਾਇਮੰਡ ਕੀ ਚੀਜ਼ ਆ? ਡਾਇਮੰਡ ਕੱਲਾ ਜ਼ਰੂਰੀ ਨਹੀਂ ਹੈਗਾ ਜੋ ਆਪਾਂ ਨੂੰ ਰਿੰਗ ਦੇ ਵਿੱਚ ਮਿਲਦਾ ਉਹੀ ਡਾਇਮੰਡ ਹੁੰਦਾ ਹੈਗਾ। ਡਾਇਮੰਡ ਬਹੁਤ ਜਗ੍ਹਾ ਤੇ ਯੂਜ਼ ਹੁੰਦਾ, ਆਪਾਂ ਦੇਖਾਂਗੇ ਡਾਇਮੰਡ ਦੇ ਯੂਜ਼ਸ। ਸੋ ਆਹ ਵਾਲੀ ਲਾਈਨ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਬਹੁਤ ਇੰਟਰਸਟਿੰਗ, ਬਹੁਤ ਹੀ ਇੱਕ ਅਜੀਬ ਜਿਹਾ ਮਤਲਬ ਕਿ ਕਨਸੈਪਟ ਲਿਖਿਆ ਹੋਇਆ ਹੈਗਾ। ਤੁਸੀਂ ਇੱਕ ਚੀਜ਼ ਮੈਨੂੰ ਸਾਰੇ ਬੱਚੇ ਇਹ ਦੱਸੋ, ਅਗਰ ਕੋਈ ਚੀਜ਼ ਕਾਰਬਨ ਦੀ ਬਣੀ ਹੋਈ ਆ, ਅਗਰ ਕੋਈ ਚੀਜ਼ ਕਾਰਬਨ ਦੀ ਬਣੀ ਹੋਈ ਆ, ਤਾਂ ਜਦੋਂ ਬੇਟਾ ਜੀ ਇਹਨੂੰ ਮੈਂ ਬਰਨ ਕਰੂੰਗਾ, ਇਹਨੂੰ ਮੈਂ ਬਰਨ ਕਰੂੰਗਾ, ਤਾਂ ਬਰਨ ਕਰਨ ਤੋਂ ਬਾਅਦ ਇਹ ਕਾਰਬਨ ਦਾ ਕੀ ਬਣੂਗਾ? ਕਾਰਬਨ ਡਾਈਆਕਸਾਈਡ। ਤੇ ਕਾਰਬਨ ਡਾਈਆਕਸਾਈਡ ਕੀ ਹੈ? ਸੋਲਿਡ ਆ, ਲਿਕੁਇਡ ਆ ਜਾਂ ਗੈਸ ਆ? ਗੈਸ। ਗੈਸ ਹਮੇਸ਼ਾ ਕੀ ਕਰਦੀ ਹੁੰਦੀ ਆ? escape ਕਰ ਜਾਂਦੀ ਆ, ਉੱਡ ਜਾਂਦੀ ਆ। ਡਾਇਮੰਡ ਇਹਨਾਂ ਨੇ ਆਪਾਂ ਨੂੰ ਹੁਣੀ ਕੀ ਕਹਿ ਕੇ ਹਟਿਆ? ਸਿਰਫ ਕਾਰਬਨ ਦਾ ਬਣਿਆ ਹੋਇਆ। ਡਾਇਮੰਡ ਇਜ਼ ਮੇਡ ਅਪ ਆਫ ਓਨਲੀ ਕਾਰਬਨ, ਕੱਲੇ ਕਾਰਬਨ ਦਾ ਬਣਿਆ ਹੋਇਆ ਨਾ। ਅਗਰ ਡਾਇਮੰਡ ਕੱਲੇ ਕਾਰਬਨ ਦਾ ਬਣਿਆ, ਤੁਹਾਨੂੰ ਨਹੀਂ ਲੱਗਦਾ ਜਦੋਂ ਆਪਾਂ ਡਾਇਮੰਡ ਨੂੰ ਗਰਮ ਕਰੀ ਚੱਲਾਂਗੇ ਉਹ ਕਾਰਬਨ ਕੀ ਚ ਕਨਵਰਟ ਹੋ ਜਾਊਗਾ, ਤੇ ਪਿੱਛੇ ਕੋਈ ਰਾਖ ਰੂਖ ਰਹਿ ਜੂਗੀ? ਕਿ ਰਾਖ ਰਹਿ ਜੂਗੀ? ਨਹੀਂ। ਇੱਥੋਂ ਹੀ ਟੈਸਟ ਕੀਤਾ ਗਿਆ ਸੀਗਾ ਕਿ ਜਦੋਂ ਡਾਇਮੰਡ ਨੂੰ ਬਰਨ ਕੀਤਾ ਗਿਆ, ਸਟਰੋਂਗ ਹੀਟਿੰਗ ਦਿੱਤੀ ਗਈ, ਤਾਂ ਬੇਟਾ ਡਾਇਮੰਡ ਗਾਇਬ ਹੀ ਹੋ ਗਿਆ। ਗਾਇਬ ਕਿਵੇਂ ਹੋ ਗਿਆ? ਕਾਰਬਨ ਦਾ ਬਣਿਆ ਹੋਇਆ ਸੀ, ਕਾਰਬਨ ਡਾਈਆਕਸਾਈਡ ਗੈਸ ਬਣ ਗਈ, ਗਿਆ, ਰਹਿ ਗਈ ਬ੍ਰਿਲੀਅੰਸ, ਰਹਿ ਗਿਆ ਰੇਟ ਉਹਦਾ, ਉਦਾਂ ਹੀ ਬਣ ਗਈ ਉਹੀ ਗੈਸ। ਸੋ ਉਹੀ ਕਾਰਬਨ ਜਿਹੜਾ ਆਪਣੀ ਬੋਡੀ 'ਚ ਆ ਉਹੀ ਕਾਰਬਨ ਤੋਂ ਬਣਿਆ ਹੋਇਆ ਡਾਇਮੰਡ। ਓਕੇ, ਸੋ ਕਾਰਬਨ ਵਾਲੀ ਚੀਜ਼, ਅਗਰ ਕੱਲੀ ਕੋਈ ਚੀਜ਼ ਕਾਰਬਨ ਦੀ ਬਣੀ ਹੋਈ, ਕਦੇ ਵੀ ਕੋਈ ਚੀਜ਼ ਕੱਲੀ ਕਾਰਬਨ ਦੀ ਬਣੀ ਹੋਈ ਆ, ਜਦੋਂ ਤੁਸੀਂ ਉਹਨੂੰ ਕੀ ਕਰੋਗੇ? ਸਟਰੋਂਗ ਹੀਟ ਕਰੋਗੇ ਜਾਂ ਫਿਰ ਉਹਨੂੰ ਬਰਨ ਕਰੋਗੇ ਬੇਟਾ, ਠੀਕ ਹੈ, ਇਹ ਤੋਂ ਕੁਛ ਨਹੀਂ ਬਣੂਗਾ, ਠੀਕ ਹੈ, ਓਨਲੀ कार्बन डाइऑक्साइड की होगी प्रोड्यूस होगी, ओनली कार्बन डाइऑक्साइड प्रोड्यूस होगी कि पीछे कोई राख रूख बचूगी? तो मैं कहूंगा नथिंग इज लेफ्ट बिहाइंड, नथिंग इज लेफ्ट बिहाइंड। तो ਇਹਦਾ ਪੂਰਾ ਅਗਰ ਦੇਖੀਏ ਤਾਂ ਕੀ ਮਤਲਬ ਨਿਕਲਦਾ ਕਿ ਅਗਰ ਕੋਈ ਕਾਰਬਨ ਦਾ ਐਲੋਟ੍ਰੋਪ ਉਹਨੂੰ ਗਰਮ ਕਰਦੇ ਆ ਤਾਂ ਉਹ ਤੋਂ ਕੋਈ ਰਾਖ ਨਹੀਂ ਬਣੂਗੀ, ਕੁਝ ਨਹੀਂ ਬਣੂਗਾ, ਨਥਿੰਗ ਇਜ਼ ਲੈਫਟ ਬਿਹਾइंड, ਓਨਲੀ ਕਾਰਬਨ डाइऑक्साइड गैस इज प्रोड्यूस्ड, ठीक है, ओनली कार्बन डाइऑक्साइड गैस की होगी प्रोड्यूस होगी, एंड वो कार्बन डाइऑक्साइड गैस अपने एटमोसफेयर 'ਚ चली जानी है। इज इट क्लियर? क्लियर है। सो अगर डायमंड ਨੂੰ ਅਸੀਂ ਕੀ ਕਰਾਂਗੇ? ਸਟਰੋਂਗ ਹੀਟ ਕਰਾਂਗੇ ਤਾਂ ਕਾਰਬਨ ਡਾਈਆਕਸਾਈਡ ਬਣ ਜੂ, ਕਾਰਬਨ ਡਾਈਆਕਸਾਈਡ ਬਣ ਜੂ, ਤਾਂ ਇੱਥੇ ਨਾਲ ਇੱਕ ਲਾਈਨ ਹੋਰ ਲਿਖ ਲਓ, ਨਥਿੰਗ ਇਜ਼ ਲੈਫਟ ਬਿਹਾइंड। ਓਕੇ, ਇੱਥੇ ਹੀ ਲਿਖ ਲਓ, ਨਥਿੰਗ ਇਜ਼ ਲੈਫਟ ਬਿਹਾइंड, ਕੋਈ ਰਾਖ ਕੋਈ ਐਸ਼ ਕੁਛ ਨਹੀਂ ਬਣੂਗਾ। ਇੱਥੇ ਆ ਲਾਈਨ ਐਡ ਅਪ ਕਰ ਲਿਓ। ਹੋਰ ਕੁਛ ਜੀ? ਇੱਕ ਕਾਰਬਨ ਡਾਈਆਕਸਾਈਡ ਗੈਸ ਨੂੰ ਟੈਸਟ ਕਰਨ ਦਾ ਤਰੀਕਾ ਦੇਖਿਆ ਸੀ ਆਪਾਂ ਆਪਣੇ ਸ਼ਾਇਦ ਸੈਕੰਡ ਚੈਪਟਰ 'ਚ, ਯਾਦ ਆ? ਯਾਦ ਆ? ਹੁਣ ਇਹ ਵੀ ਆ ਜਾਓ ਕਿ ਅਗਰ ਕਾਰਬਨ ਡਾਈਆਕਸਾਈਡ ਗੈਸ ਪ੍ਰੋਡਿਊਸ ਹੁੰਦੀ ਆ ਤਾਂ ਕਿਸੇ ਨੂੰ ਕੀ ਪਤਾ ਲੱਗਿਆ ਵੀ ਉਹ ਕਾਰਬਨ ਦਾ ਹੀ ਬਣਿਆ ਹੋਇਆ ਹੈਗਾ? ਕਾਰਬਨ ਡਾਈਆਕਸਾਈਡ ਗੈਸ ਤਾਂ ਕਲਰਲੈਸ ਗੈਸ ਹੁੰਦੀ ਆ, ਕੋਈ ਉਹਦੀ ਸਮੈਲ ਨਹੀਂ ਹੁੰਦੀ,
ਤਾਂ ਜਦੋਂ ਡਾਇਮੰਡ ਨੂੰ ਕਿਸੇ ਨੇ ਗਰਮ ਕੀਤਾ ਹੋਊਗਾ, ਸਟਰੋਂਗ ਹੀਟ ਕੀਤਾ ਹੋਊਗਾ, ਜਦੋਂ ਤੋਂ ਕਾਰਬਨ ਡਾਈਆਕਸਾਈਡ ਬਣੀ ਹੋਊਗੀ, ਉਸ ਟਾਈਮ ਤੇ ਤਾਂ ਕਿਸੇ ਨੂੰ ਨਹੀਂ ਨਾ ਪਤਾ ਕਾਰਬਨ ਡਾਈਆਕਸਾਈਡ ਆ, ਕੋਈ ਤਾਂ ਟੈਸਟ ਕੀਤਾ ਹੋਊਗਾ ਜਿਹਦੇ ਨਾਲ ਕਨਫਰਮ ਕੀਤਾ ਹੋਊਗਾ ਗੈਸ ਕਾਰਬਨ ਡਾਈਆਕਸਾਈਡ ਆ। ਐਂਡ ਅਗਰ ਉਹ ਗੈਸ ਕਾਰਬਨ ਡਾਈਆਕਸਾਈਡ ਆ, ਤੇ ਅਗਰ ਪਿੱਛੇ ਕੁਝ ਨਹੀਂ ਬਚਾ, ਇਹਦਾ ਮਤਲਬ ਉਹ ਚੀਜ਼ ਕਿਹਦੀ ਬਣੀ ਹੋਈ ਹੈ, ਇਕੱਲੀ ਕਾਰਬਨ ਦੀ ਬਣੀ ਹੋਈ ਆ। ਤਾਂ ਫਿਰ ਕੀ ਕੀਤਾ ਗਿਆ, ਕਹਿੰਦੇ ਇਸ ਗੈਸ ਨੂੰ ਟੈਸਟ ਕਰਨ ਦੇ ਲਈ ਕੀ ਕੀਤਾ ਗਿਆ, ਯਾਦ ਹੈ ਕਿਹਦੇ ਵਿੱਚ ਉਹਨੂੰ ਪਾਸ ਕਰਦੇ ਸੀ ਤਾਂ ਮਿਲਕੀ ਕਲਰ ਹੋ ਜਾਂਦਾ ਸੀਗਾ, ਕਿਹਦੇ ਵਿੱਚ ਪਾਸ ਆਊਟ ਕਰਦੇ ਸੀ ਇਹਨੂੰ, ਲਾਈਮ ਵਾਟਰ। ਵੈਰੀ ਗੁੱਡ। ਲਾਈਮ ਵਾਟਰ ਕਿਹਨੂੰ ਕਹਿੰਦੇ ਆ, ਇਹ ਹੈ ਆਪਕੀ ਰਿवीजन। ਵੈਰੀ ਗੁੱਡ। ਕੈਲਸ਼ੀਅਮ ਹਾਈਡਰੋਕਸਾਈਡ ਜਿਹੜਾ ਹੈਗਾ ਬੇਟਾ ਜੀ, ਯਾਦ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਡਿਟੇਲ 'ਚ ਇਹੀ ਦੱਸਦਾ, ਆਪਾਂ ਤੁਹਾਨੂੰ ਯਾਦ ਕਰਵਾ ਦਾਂ ਤਾਂ ਕਿ ਦੇਖੋ ਹੁਣ ਜੇ ਕਰਨ ਲੱਗੇ ਆ ਨਾ ਤਾਂ ਬੇਟਾ ਇਹਨੂੰ ਟਾਈਮ ਪਾਸ ਨਾ ਕਰਕੇ ਚੱਲੀਏ ਆਪਾਂ। ਤੁਸੀਂ ਸਭ ਨੇ ਸੁਣਿਆ ਹੋਊਗਾ ਕੈਲਸ਼ੀਅਮ ਆਕਸਾਈਡ, ਜਿਹਨੂੰ ਆਪਾਂ ਕਿਉਕਲਾਈਮ ਕਿਹਾ ਸੀ, ਕਲੀ। ਅਗਰ ਇਹਦੇ ਵਿੱਚ ਤੁਸੀਂ ਕੀ ਐਡ ਕਰ ਦਿੰਦੇ ਸੀਗੇ, ਵਾਟਰ ਐਡ ਕਰ ਦਿੰਦੇ ਸੀ, ਦੈਨ ਕੀ ਬਣ ਜਾਂਦਾ ਸੀਗਾ, ਕੈਲਸ਼ੀਅਮ ਹਾਈਡਰੋਕਸਾਈਡ। ਇਹਨੂੰ ਕੀ ਕਹਿੰਦੇ ਸੀ ਤੁਸੀਂ, ਸਲੇਕਟ ਲਾਈਮ ਵੀ ਕਹਿੰਦੇ ਸੀ, ਤੇ ਇਹਨੂੰ ਹੀ ਲਾਈਮ ਵਾਟਰ ਕਹਿ ਦਿੰਦੇ ਆ। ਇਹਨੂੰ ਹੀ ਕੀ ਕਹਿੰਦੇ ਆ, ਲਾਈਮ ਵਾਟਰ। ਇਹਨੂੰ ਸਲੇਕਟ ਲਾਈਮ ਕਿਹਾ ਸੀਗਾ, ਔਰ ਇਹਨੂੰ ਹੀ ਬੇਟਾ ਤੁਸੀਂ ਕੀ ਕਹਿ ਕੇ ਆਏ ਹੋ, ਲਾਈਮ ਵਾਟਰ ਕਹਿ ਕੇ ਆਏ ਹੋ। ਓਕੇ, ਇਹਨੂੰ ਤੁਸੀਂ ਕੀ ਕਹਿ ਕੇ ਆਉਂਦੇ ਸੀਗੇ, ਕਿਉਕਲਾਈਮ। ਨਾਮ ਯਾਦ ਰੱਖਿਆ ਕਰੋ ਬੇਟਾ ਜੀ। ਉਸ ਤੋਂ ਬਾਅਦ ਇਹਨੂੰ ਜਦੋਂ ਆਪਾਂ ਕਾਰਬਨ ਡਾਈਆਕਸਾਈਡ ਦਿੰਦੇ ਸੀ ਬੇਟਾ, ਯਾਦ ਆ ਕੁਛ, ਜਦੋਂ ਆਪਾਂ ਕਾਰਬਨ ਡਾਈਆਕਸਾਈਡ ਦਿੰਦੇ ਸੀਗੇ ਤਾਂ ਇਹੀ ਜਿਹੜਾ ਹੈਗਾਗਾ, ਮਤਲਬ ਕਿ ਸਲੇਕਟ ਲਾਈਮ ਜਾਂ ਲਾਈਮ ਵਾਟਰ ਕੀ ਹੁੰਦਾ ਸੀ, ਮਿਲਕੀ, ਮਤਲਬ ਕਿ ਅਪੀਅਰੈਂਸ ਦੇ ਦਿੰਦਾ ਸੀ, ਮਤਲਬ ਕਿ ਟਰਨਸ ਇਨਟੂ ਮਿਲਕੀ ਅਪੀਅਰੈਂਸ, ਇਦਾਂ ਦਾ ਕੁਝ ਆਪਾਂ ਕਹਿੰਦੇ ਹੁੰਦੇ ਸੀ ਨਾ। ਤਾਂ ਆਪਾਂ ਕਹਿੰਦੇ ਸੀ ਲਾਈਮ ਵਾਟਰ ਟਰਨ ਮਿਲਕੀ, ਜਦੋਂ ਇਹਦੇ ਚ ਆਪਾਂ ਕੀ ਪਾਸ ਕਰਦੇ ਸੀ, ਕਾਰਬਨ ਡਾਈਆਕਸਾਈਡ ਗੈਸ ਪਾਸ ਕਰਦੇ ਸੀ। ਅਗਰ ਐਕਸੈਸ ਦੇ ਵਿੱਚ ਪਾਸ ਕਰਦੇ ਸੀ ਤਾਂ ਬੇਟਾ ਕੀ ਬਣ ਜਾਂਦਾ ਸੀਗਾ, ਇਹ ਲਾਈਮਸਟੋਨ ਬਣ ਜਾਂਦਾ ਸੀ। ਯਾਦ ਆ ਕੁਛ, ਕੈਲਸ਼ੀਅਮ ਕਾਰਬੋਨੇਟ ਕੀ ਬਣ ਜਾਂਦਾ ਸੀ, ਕੈਲਸ਼ੀਅਮ ਕਾਰਬੋਨੇਟ। ਉਹ ਯਾਦ ਕਰੋ ਗੱਲ, ਜਦੋਂ ਵਾਈਟ ਵਾਸ਼ਿੰਗ ਵਾਲੀ ਗੱਲ ਕੀਤੀ ਸੀ ਕਿ 3-4 ਦਿਨ ਦਾ ਉਹ ਰਹਿੰਦਾ, ਪਰ ਚੌਥੇ ਪੰਜਵੇਂ ਦਿਨ ਉਹਦੇ 'ਚ ਚਮਕ ਆਉਣ ਲੱਗ ਜਾਂਦੀ ਹੈ। ਕਾਰਨ ਕਿਉਂਕਿ ਇੱਥੋਂ ਦੀ ਐਟਮੋਸਫੀਅਰ ਦੀ ਕਾਰਬਨ ਡਾਈਆਕਸਾਈਡ ਜਦੋਂ ਉਹਦੇ ਨਾਲ ਰਿਐਕਟ ਕਰਦੀ ਹੈ ਕੈਲਸ਼ੀਅਮ ਹਾਈਡਰੋਕਸਾਈਡ ਦੇ ਨਾਲ, ਤਾਂ ਉਹ ਕੀ ਬਣ ਜਾਂਦੀ ਆ, ਚਮਕ ਆਉਣ ਲੱਗ ਜਾਂਦੀ ਆ, ਕੈਲਸ਼ੀਅਮ ਕਾਰਬੋਨੇਟ ਬਣ ਜਾਂਦਾ। ਸੋ ਇਦਾਂ ਹੀ ਕੀਤਾ ਗਿਆ। ਕਹਿੰਦੇ ਜਿਹੜਾ ਡਾਇਮੰਡ ਆ ਨਾ, ਡਾਇਮੰਡ ਜਿਹੜਾ ਸੀਗਾ ਜਦੋਂ ਮਚਾ ਰਹੀ ਸੀ ਤਾਂ ਇੱਕ ਗੈਸ ਨਿਕਲ ਰਹੀ ਸੀ ਉੱਥੇ, ਇੱਕ ਗੈਸ ਪ੍ਰੋਡਿਊਸ ਹੋ ਰਹੀ ਸੀ, ਤਾਂ ਇਹਨੂੰ ਕੀ ਕੀਤਾ ਗਿਆ, ਲਾਈਮ ਵਾਟਰ ਦੇ ਨਾਲ, ਲਾਈਮ ਵਾਟਰ ਦੇ ਵਿੱਚੋਂ ਕੀ ਕਰ ਦਿੱਤਾ ਗਿਆ, ਇਹਨੂੰ ਪਾਸ ਕਰ ਦਿੱਤਾ ਗਿਆ। ਦੈਨ ਲਾਈਮ ਵਾਟਰ ਜਿਹੜਾ ਹੋ ਗਿਆ ਸੀ ਬੇਟਾ, ਕੀ ਹੋ ਗਿਆ ਸੀ, ਟਰਨ ਮਿਲਕੀ। ਠੀਕ ਹੈ ਜੀ, ਇਹ ਲਾਈਮ ਵਾਟਰ ਕੀ ਹੋ ਗਿਆ ਬੇਟਾ ਜੀ, ਮਿਲਕੀ ਅਪੀਅਰੈਂਸ ਦੇ ਵਿੱਚ ਟਰਨ ਹੋ ਗਿਆ। ਇਹਦਾ ਮਤਲਬ ਕਿ ਅਸੀਂ ਕਨਫਰਮ ਹੋ ਗਿਆ ਕਿ ਜਿਹੜੀ ਗੈਸ ਹੈ ਉਹ ਕੀ ਹੈਗੀ, ਕਾਰਬਨ ਡਾਈਆਕਸਾਈਡ ਆ। ਇਹ ਤਾਂ ਕਲੀਅਰ। ਅਗਲਾ ਆ ਜਾਓ ਜੀ, ਗ੍ਰੇਫਾਈਟ। ਅਗਲਾ ਆ ਗਿਆ ਆਪਣਾ ਗ੍ਰੇਫਾਈਟ। ਆ ਦੇਖੋ ਇੱਥੇ ਇੱਕ ਸਟਰਕਚਰ ਲੱਗੇ ਹੋਏ, ਤੁਹਾਨੂੰ ਸਭ ਨੂੰ ਦੇਖ ਰਿਹਾ ਹੋਊਗਾ, ਪੈਨਸਲ। ਐਂਡ ਪੈਨਸਲ ਦੇ ਉੱਪਰ ਆ ਕੀ ਲੱਗਾ ਹੈਗਾ, ਬਲੈਕ ਪੈਨਸਲ ਦਾ ਲੈਡ। ਇਹ ਲੈਡ ਗ੍ਰੇਫਾਈਟ ਦਾ ਨਹੀਂ ਬਣਿਆ, ਇਹਦੇ ਵਿੱਚ ਗ੍ਰੇਫਾਈਟ ਹੁੰਦਾਗਾ, ਲੈਡ ਦੇ ਵਿੱਚ ਗ੍ਰੇਫਾਈਟ ਹੁੰਦਾਗਾ। ਇਹਦੀ ਇੱਕ ਸੈਂਪਲ ਪ੍ਰੋਬਲਮ ਦੀ ਇੱਕ ਕੁਐਸਚਨ ਵੀ ਕਰਾਂਗੇ ਅੱਗੇ ਜਾ ਕੇ, ਤਾਂ ਇਹ 'ਚ ਧਿਆਨ ਰੱਖਿਓ। ਇੱਕ ਥੋੜੀ ਜਿਹੀ ਮੇਰੀ ਗੱਲ ਹੁਣ ਇੱਥੇ ਪਲਟੂਗੀ। ਮੈਂ ਤੁਹਾਨੂੰ ਨਹੀਂ ਪੁੱਛਿਆ ਸੀ ਡਾਇਮੰਡ 'ਚ ਇਲੈਕਟ੍ਰਿਸਿਟੀ ਕੰਡਕਟ ਨਹੀਂ ਹੁੰਦੀ, ਮੈਂ ਤੁਹਾਨੂੰ ਕਿਹਾ ਸੀ ਕਿ ਡਾਇਮੰਡ ਕਿਹੜੀ ਚੀਜ਼ ਦਾ ਬਣਿਆ, ਕਾਰਬਨ ਦਾ। ਕਾਰਬਨ ਕੀ ਹੁੰਦਾ, ਕੀ ਕਦੇ ਨਾਨ ਮੈਟਲ 'ਚ ਤੁਸੀਂ ਇਲੈਕਟ੍ਰਿਸਿਟੀ ਕੰਡਕਟ ਹੁੰਦੀ ਦੇਖੀ ਆ? ਹੁਣ ਮੈਂ ਕਹੂੰਗਾ ਨਾਨ ਮੈਟਲ 'ਚ ਇਲੈਕਟ੍ਰਿਸਿਟੀ ਕੰਡਕਟ ਹੁੰਦੀ ਦਿਖਾਊਂਗਾ। ਤਾਂ ਇੱਥੇ ਉਹਦਾ ਇੱਕ ਕਾਰਨ ਆ, ਉਹਦਾ ਇੱਕ ਕਾਰਨ ਆ, ਉਹ ਕਾਰਨ ਨੂੰ ਡਿਟੇਲ 'ਚ ਪੜਾਂ। ਮੈਂ ਤੁਹਾਨੂੰ ਦੱਸਿਆ ਡਾਇਮੰਡ 'ਚ ਇਲੈਕਟ੍ਰਿਸਿਟੀ ਕੰਡਕਟ ਕਿਉਂ ਨਹੀਂ ਹੁੰਦੀ, ਗ੍ਰੇਫਾਈਟ 'ਚ ਕਿਉਂ ਹੁੰਦੀ ਆ। ਇਹ ਦੋਨੇ ਕਾਰਨ ਆਪਾਂ ਬੜੀ ਡਿਟੇਲ 'ਚ ਪੜਾਂਗੇ, ਐਂਡ ਦੋਨਾਂ 'ਚ ਕੁਐਸਚਨ ਪੁੱਛਿਆ ਗਿਆ, ਬੜਾ ਇੰਪੋਰਟੈਂਟ ਆ, ਦੋਨਾਂ 'ਚ ਕੁਐਸਚਨ ਪੁੱਛਿਆ ਗਿਆਗਾ। ਤਾਂ ਦੇਖਦੇ ਆਪਾਂ, ਕਹਿੰਦੇ ਗ੍ਰੇਫਾਈਟ ਇਜ਼ ਅ ਗ੍ਰੇਇਸ਼ ਬਲੈਕ ਓਪੇਕ ਸਬਸਟੈਂਸ। ਸਭ ਤੋਂ ਪਹਿਲਾਂ ਗ੍ਰੇਫਾਈਟ ਕੀ ਹੈ, ਇੱਕ ਗ੍ਰੇਇਸ਼ ਬਲੈਕ, ਮਤਲਬ ਕਿ ਇੱਕ ਸਬਸਟੈਂਸ ਆ, ਠੀਕ ਹੈ। ਓਪੇਕ ਜਾਂ ਸਬਸਟੈਂਸ ਆ, ਮਤਲਬ ਕਿ ਟ੍ਰਾਂਸਪੇਰੈਂਟ ਨਹੀਂ ਹੈਗਾਗਾ, ਠੀਕ ਹੈ, ਟ੍ਰਾਂਸਪੇਰੈਂਟ ਨਹੀਂ ਹੈਗਾਗਾ। ਉਸ ਤੋਂ ਬਾਅਦ ਇੱਕ ਚੀਜ਼ ਪੜ੍ਹੀ ਸੀ ਆਪਾਂ ਪਿੱਛੇ, ਆਪਾਂ ਕਿਹਾ ਸੀ ਡਾਇਮੰਡ ਇਜ਼ ਐਕਸਟ੍ਰੀਮ ਹਾਰਡ, ਇਹ ਚੀਜ਼ ਪੜ੍ਹੀ ਸੀ। ਦੂਸਰੀ ਚੀਜ਼ ਇਹ ਪੜ੍ਹੀ ਸੀ ਆਪਾਂ ਕਿ ਡਾਇਮੰਡ ਇਜ਼ ਹੈਵੀ, ਮਤਲਬ ਕਿ ਹੈਵੀ ਹੁੰਦਾ ਡਾਇਮੰਡ। ਦੇਖੋ ਇਦਾਂ ਦਾ ਕੁਝ ਆ ਪੜ੍ਹ ਕੇ ਆਇਆ, ਕੁਆਇਟ ਹੈਵੀ ਪੜ੍ਹਿਆ ਸੀਗਾ। ਇਹਦੇ ਹੀ ਕੰਪੈਰੀਜ਼ਨ ਦੇ ਵਿੱਚ ਅਗਰ ਗ੍ਰੇਫਾਈਟ ਨੂੰ ਦੇਖਿਆ ਜਾਵੇ ਤਾਂ ਗ੍ਰੇਫਾਈਟ ਦੇ ਵਿੱਚ ਲਿਖਿਆ, ਕਹਿੰਦੇ ਗ੍ਰੇਫਾਈਟ ਇਜ਼ ਲਾਈਟਰ ਦੈਨ ਡਾਇਮੰਡ। ਗ੍ਰੇਫਾਈਟ ਕੀ ਹੁੰਦਾਗਾ, ਡਾਇਮੰਡ ਦੇ ਨਾਲੋਂ ਹਲਕਾ ਹੁੰਦਾਗਾ। ਅਗਰ ਇੱਕੋ ਜਿਹੀ ਕੁਆਂਟੀਟੀ ਦੇ ਵਿੱਚ ਲੈ ਲਈਏ ਤਾਂ ਗ੍ਰੇਫਾਈਟ ਕੀ ਹੁੰਦਾ ਬੇਟਾ ਜੀ, ਉਹਦੇ ਨਾਲੋਂ ਹਲਕਾ ਹੁੰਦਾਗਾ। ਸੋ ਇਹ ਵਾਲੀ ਚੀਜ਼ ਸਭ ਤੋਂ ਪਹਿਲਾਂ, ਲਾਈਟਰ ਦੈਨ ਡਾਇਮੰਡ, ਕੰਪੇਅਰ ਕਰਕੇ ਲਿਖਿਆ ਇਹਨਾਂ ਨੇ। ਫਿਰ ਗ੍ਰੇਫਾਈਟ ਇਜ਼, ਸਿਫਟ ਨਹੀਂ ਆਉਣਾ, ਸੌਫਟ ਆਉਣਾ ਸੀ ਓਏ। ਸਿਫਟ ਤਾਂ ਕਿਸੇ ਕੁੜੀ ਦਾ ਨਾਮ ਆ ਨਾ, ਕਿਤੇ ਹੋਰ ਤਾਂ ਨਹੀਂ ਯਾਦ ਆ ਗਈ ਸੀ ਕਿਸੇ ਦੀ ਉਹ ਟਾਈਮ 'ਚ। ਇਹ ਵੀ ਪੁੱਛ ਲਈ ਆਪਾਂ ਬਿਠਾ ਕੇ ਅੱਜ ਨੂੰ, ਹਨਾ। ਉਹ ਸਿਫਤ ਕਿਸੇ ਕੁੜੀ ਦਾ ਨਾਮ ਹੁੰਦਾ ਨਾ, ਅੰਦਰ ਨੂੰ ਕਿਸੇ ਦੀ ਯਾਦ ਯੂਦ ਆਈ ਜਾਂਦੀ ਹੋਵੇ ਸਲਾਈਡਾਂ ਬਣਾਉਂਦੇ ਨੂੰ, ਅੱਜ ਪੁੱਛਦੀ ਉਹਨੂੰ ਬਿਠਾ ਕੇ ਵੀ ਭਾਈ ਸਾਨੂੰ ਸੱਚ ਸੱਚ ਦੱਸ ਦੇ ਕੀ ਚੱਕਰ ਆ।
ਚਲੋ ਵੱਡੇ ਵੱਡੇ ਦੇਸ਼ਾਂ 'ਚ ਛੋਟੀਆਂ ਛੋਟੀਆਂ ਗੱਲਾਂ ਨਾਰਮਲ ਹੀ ਆ। ਇੱਥੇ ਅਸੀਂ ਕਰ ਦਿੰਦੇ ਹਾਂ ਸੌਫਟ ਤਾਂ ਪਾਇਆ ਹੋਇਆ ਨਾ, ਸੌਫਟ ਹੀ ਪਾਇਆ ਨਾ, ਪਰ ਇਹ ਅਸਾਂ ਪਾਇਆ, ਨੋਟ ਸਲਾਈਡ ਵਾਲੇ ਅੰਕਲ ਨੇ ਪਾਇਆ। ਲੀਜੀਏ ਹੁਣ ਦੇਖੋ ਸਾਰੇ ਬੱਚੇ ਧਿਆਨ ਨਾਲ, ਕਹਿੰਦੇ ਗ੍ਰੇਫਾਈਟ ਕੀ ਹੁੰਦਾ, ਸੌਫਟ ਹੁੰਦਾਗਾ। ਸੌਫਟ ਕਿਉਂ ਹੁੰਦਾਗਾ, ਗੱਲ ਕਰਾਂਗੇ। ਸਭ ਤੋਂ ਇੰਪੋਰਟੈਂਟ ਚੀਜ਼ ਸਲਿਪਰੀ ਹੁੰਦਾ। ਜਦੋਂ ਤੁਸੀਂ ਆ ਪੈਨਸਲ ਦਾ ਨਾ ਜਿਹੜਾ ਆਪਣਾ ਇਹਨੂੰ ਉਹ ਕਰੋਗੇ ਨਾ, ਤਾਂ ਤੁਸੀਂ ਇੱਥੇ ਘਸਾ ਕੇ ਦੇਖਿਓ, ਉਹਦੇ ਉੱਤੇ ਕਰੋਗੇ ਤਾਂ ਤੁਹਾਡਾ ਹੱਥ ਤਿਲਕੂਗਾ ਇਦਾਂ ਜਿਹਾ ਕਰਕੇ, ਸਲਿਪਰੀ ਜਿਹਾ ਹੁੰਦਾਗਾ। ਇਹ ਸਲਿਪਰੀ ਦਾ ਕਾਰਨ ਕੀ ਆ, ਇਹ ਵੀ ਅੱਜ ਡਿਸਕਸ ਕਰਾਂਗੇ। ਓਕੇ, ਜਿਹੜੀਆਂ ਜਿਹੜੀਆਂ ਚੀਜ਼ਾਂ ਅੱਗੇ ਪਈਆਂ ਬੇਟਾ, ਉਹ ਮੈਂ ਸਾਰੀਆਂ ਇੱਥੇ ਕਹੂੰਗਾ ਡਿਸਕਸ ਕਰਾਂਗੇ ਆਪਾਂ। ਦੇਖੋ ਇੱਕ ਚੀਜ਼ ਆਪ ਦੱਸੋ, ਅਗਰ ਕੋਈ ਚੀਜ਼ ਆ ਮੇਰੇ ਕੋਲੇ ਇਦਾਂ ਮੈਂ ਲੇਅਰਸ ਦੇ ਵਿੱਚ ਰੱਖਦਾ, ਅਗਰ ਲੇਅਰਸ ਨੂੰ ਮੈਂ ਇਦਾਂ ਕਰਾਂ ਤਾਂ ਲੇਅਰ ਸਲਾਈਡ ਕਰੂਗੀ ਨਾ, ਲੇਅਰ ਸਲਾਈਡ ਕਰੂਗੀ ਨਾ, ਤੇ ਇਦਾਂ ਹੀ ਸਲਾਈਡਿੰਗ ਵਾਲਾ ਕੋਈ ਸਿਸਟਮ ਆ ਜਿਹੜਾ ਆਪਾਂ ਗ੍ਰੇਫਾਈਟ ਦੇ ਅੱਜ ਕੇਸ 'ਚ ਆਪਾਂ ਪੜ੍ਹਨਾਗਾ। ਉਸ ਤੋਂ ਬਾਅਦ ਕਹਿੰਦੇ ਗ੍ਰੇਫਾਈਟ ਕੰਡਕਟ ਇਲੈਕਟ੍ਰਿਸਿਟੀ, ਵਾਹ। ਹੁਣ ਇਹ ਵਾਲੀ ਚੀਜ਼ ਗ੍ਰੇਫਾਈਟ ਜਿਹੜੀ ਹੈਗੀ ਆ ਭਾਈ, ਇਹ ਕਹਿੰਦੇ ਇਲੈਕਟ੍ਰਿਸਿਟੀ ਕੰਡਕਟ ਕਰ ਰਿਹਾ ਹੈਗਾ, ਨਾਲੇ ਕਹਿੰਦੇ ਕਾਰਬਨ ਤੋਂ ਬਣਿਆਗਾ। ਇਹ ਤਾਂ ਗੱਲ ਜਚੀ ਜੀ ਨਹੀਂ ਪਈ, ਕਾਰਬਨ ਨਾਨ ਮੈਟਲ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰਦਾ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ, ਹਾਊ ਵੀ ਕੈਨ ਸੇ ਕਿ ਗ੍ਰੇਫਾਈਟ ਇਜ਼ ਮੇਡ ਅਪ ਆਫ ਕਾਰਬਨ ਓਨਲੀ, ਗ੍ਰੇਫਾਈਟ ਇਜ਼ ਅ ਐਲੋਟ੍ਰੋਪ ਆਫ ਕਾਰਬਨ, ਤਾਂ ਕਿਵੇਂ ਕਹਿ ਸਕਦਾ ਇਸ ਚੀਜ਼ ਨੂੰ ਮੈਂ। ਇਹਦਾ ਵੀ ਇੱਕ ਪ੍ਰੂਫ ਆ, ਇਹਦਾ ਵੀ ਇੱਕ ਕਾਰਨ ਆ, ਉਹ ਵੀ ਕਾਰਨ ਅਗਲੀ ਸਲਾਈਡ 'ਚ ਛਿਪਿਆ ਹੋਇਆ। ਬਸ ਇੱਕ ਯਾਦ ਰੱਖਣਾ ਕਿ ਡਾਇਮੰਡ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰਦਾ, ਗ੍ਰੇਫਾਈਟ ਇਲੈਕਟ੍ਰਿਸਿਟੀ ਕੰਡਕਟ ਕਰਦਾ। ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਓਕੇ, ਸੋ ਇਹਦਾ ਕਾਰਨ ਆ। ਐਂਡ ਤੁਸੀਂ ਇੱਕ ਚੀਜ਼ ਹੋਰ ਵੀ ਸੁਣੀ ਹੋਊਗੀ ਕਿ ਅਗਰ ਕਿਸੇ ਮਤਲਬ ਕਿ ਕਿਸੇ ਐਲੀਮੈਂਟ ਦੇ ਵਿੱਚ ਅਗਰ ਫ੍ਰੀ ਇਲੈਕਟ੍ਰੋਨਸ ਹੋਣਗੇ ਤਾਂ ਹੀ ਇਲੈਕਟ੍ਰਿਸਿਟੀ ਕੰਡਕਟ ਹੁੰਦੀ ਆ। ਸੁਣਿਆ ਸਭ ਨੇ, ਅਗਰ ਕਿਸੇ ਐਲੀਮੈਂਟ ਦੇ ਵਿੱਚ ਫ੍ਰੀ ਇਲੈਕਟ੍ਰੋਨਸ ਹੁੰਦੇ ਆ ਤਾਂ ਫ੍ਰੀ ਇਲੈਕਟ੍ਰੋਨਸ ਕਰਕੇ ਹੀ ਇਲੈਕਟ੍ਰਿਸਿਟੀ ਕੰਡਕਟ ਹੁੰਦੀ ਆ। ਅੱਛਾ, ਤੁਸੀਂ ਇਲੈਕਟ੍ਰਿਸਿਟੀ ਚੈਪਟਰ 'ਚ ਕੀ ਪੜ੍ਹਿਆਗਾ ਕਿ ਚਾਰਜ ਕੀ ਕਰਦੇ ਹੈਗੇ, ਫਲੋ ਕਰਦੇ ਆ, ਚਾਰਜ ਫਲੋ ਕਰਦੇ ਆ, ਚਾਰਜ ਫਲੋ ਹੋਣ ਕਰਕੇ ਹੀ ਇਲੈਕਟ੍ਰਿਸਿਟੀ ਕੰਡਕਟ ਹੁੰਦੀ ਆ। ਇਹ ਚੀਜ਼ ਪੜ੍ਹੀ ਹੈ ਕਿ ਨਹੀਂ ਪੜ੍ਹੀ। ਤਾਂ ਇਹਦਾ ਮਤਲਬ ਜੇ ਕਿਤੇ ਇਲੈਕਟ੍ਰਿਸਿਟੀ ਕੰਡਕਟ ਹੋਊਗੀ, ਉੱਥੇ ਕਿਤੇ ਨਾ ਕਿਤੇ ਕੀ ਫਲੋ ਹੋਊਗਾ, ਚਾਰਜ ਫਲੋ ਹੋਊਗਾ। ਠੀਕ ਹੈ, ਤਾਂ ਇੱਥੇ ਵੀ ਕਿਤੇ ਚਾਰਜ ਫਲੋ ਦੀ ਕਿਤੇ ਗੱਲਬਾਤ ਹੋ ਗਈ। ਕੀ ਗੱਲ ਹੋ ਗਈ, ਹੋ ਗਈ ਕੋਈ ਗੱਲਬਾਤ, ਗੁੱਸਾ ਕਰ ਗਿਆ ਕੋਈ, ਤਾਂ ਸਿਫਤ ਦੀ ਯਾਦ ਆ ਗਈ ਕੋਈ। ਮੈਨੂੰ ਲੱਗ ਰਿਹਾ ਵੀ ਸਿਫਤ ਦਾ ਨਾਲ ਤੇਰਾ ਵੀ ਕੋਈ ਹੈਗਾ ਕੋਈ, ਉਦੋਂ ਦਾ ਤੂੰ ਹੱਸੀ ਹੈ ਨਾ ਜਦੋਂ ਸਿਫਤ ਤੋਂ ਸੌਫਟ ਬਣਾਇਆ ਆਪਾਂ। ਠੀਕ ਹੈ, ਲੱਭ ਲਾਂਗੇ ਕੋਈ ਨਹੀਂ, ਕੱਲ ਤੱਕ ਲੱਭ ਲੈਂਦੇ ਆ ਉਹ ਚੀਜ਼ ਨੂੰ ਆਪਾਂ। ਚਲੋ ਜੀ, ਆਓ ਜੀ ਅੱਗੇ। ਬਕਮਿੰਸਟਰ ਫਲਰੀਨ, ਬਕਮਿੰਸਟਰ ਫਲਰੀਨ, ਇਹਦੇ ਬਾਰੇ ਪੜ੍ਹਦੇ ਹਾਂ। ਹੁਣ ਧਿਆਨ ਨਾਲ ਸੁਣਿਓ ਸਾਰੇ ਬੱਚੇ, ਇਹ ਬਿਲਕੁਲ ਬਿਲਕੁਲ ਲੇਟੈਸਟ ਹੁਣੀ ਥੋੜਾ ਟਾਈਮ ਹੀ ਹੋਇਆ, ਥੋੜਾ ਟਾਈਮ ਮਤਲਬ ਕਿ 20-22 ਸਾਲ ਹੀ ਹੋਇਆ ਇਹਨੂੰ ਹਜੇ ਕੀ ਕੀਤੇ ਨੂੰ, ਡਿਸਕਵਰ ਕੀਤੇ ਨੂੰ। 20-22 ਸਾਲ ਸਾਇੰਟਿਸਟ ਦੀ ਭਾਸ਼ਾ 'ਚ ਬਹੁਤ ਥੋੜਾ ਹੈਗਾ, ਇਹਨਾਂ ਦੀ ਭਾਸ਼ਾ 'ਚ ਬਹੁਤ ਜ਼ਿਆਦਾ ਥੋੜਾ ਹੈਗਾ। ਤਾਂ ਇਹਨਾਂ ਨੇ ਕੀ ਕਿਹਾ, ਕਹਿੰਦੇ ਬਕਮਿੰਸਟਰ ਫਲਰੀਨ ਇਜ਼ ਐਨ ਐਲੋਟ੍ਰੋਪ ਆਫ ਕਾਰਬਨ। ਠੀਕ ਆ ਜੀ, ਇਸ ਚੀਜ਼ ਨੂੰ ਐਗਰੀ ਕਰਦੇ ਆ, ਕਹਿੰਦੇ ਕਾਰਬਨ ਦਾ ਐਲੋਟ੍ਰੋਪ ਆ। ਅਗਰ ਕਾਰਬਨ ਦਾ ਐਲੋਟ੍ਰੋਪ ਵਿੱਚ ਕੀ ਮਿਲੂਗਾ, ਕਿਹੜਾ ਐਲੀਮੈਂਟ ਮਿਲੂਗਾ ਤੁਹਾਨੂੰ, ਕਾਰਬਨ ਹੀ ਮਿਲੂਗਾ। ਕਹਿੰਦੇ ਕੰਟੇਨਿੰਗ ਕਲਸਟਰ ਆਫ 60 ਕਾਰਬਨਸ ਓਨਲੀ। ਇਹਦੇ ਵਿੱਚ ਬੇਟਾ ਇੱਕ ਚੀਜ਼ ਹੋਰ ਸਾਰੇ ਬੱਚੇ ਧਿਆਨ ਦਿਓ, ਇਹ ਕਹਿੰਦੇ ਇਹਦੇ ਵਿੱਚ ਅਗਰ ਦੇਖੀਏ ਇੱਕ ਬਕਮਿੰਸਟਰ ਫਲਰੀਨ ਦਾ ਅਗਰ ਇੱਕ ਆਪਾਂ ਕੰਪਾਊਂਡ ਦੇਖਾਂਗੇ ਜਾਂ ਇੱਕ ਮਤਲਬ ਕਿ ਬਕਮਿੰਸਟਰ ਫਲਰੀਨ ਦਾ ਇੱਕ ਮੋਲੀਕੂਲ ਦੇਖਾਂਗੇ, ਤਾਂ ਉਹਦੇ ਵਿੱਚ ਸਾਨੂੰ ਬੇਟਾ ਸਿਰਫ ਕੀ ਮਿਲਣਗੇ, 60 ਕਾਰਬਨ ਹੀ ਮਿਲਣਗੇ। ਇੱਕ ਕਾਰਬਨ ਦਾ ਐਟਮ ਕਿੰਨਾ ਜ਼ਿਆਦਾ ਛੋਟਾ ਹੋਊਗਾ, ਮੈਂ ਇਮੇਜਿਨ ਵੀ ਨਹੀਂ ਕਰ ਸਕਦਾ। ਇੰਨਾ ਜ਼ਿਆਦਾ ਛੋਟੀ ਕੋਈ ਚੀਜ਼ ਜੇ ਉਹਦੇ ਮੈਂ 60 ਪੀਸਿਸ ਅਗਰ ਇਕੱਠੇ ਕਰ ਲਾਂ ਤਾਂ ਵੀ ਨਹੀਂ ਮੈਨੂੰ ਦਿਖੂਗੀ ਉਹ। ਤਾਂ ਬਕਮਿੰਸਟਰ ਫਲਰਨ ਦਾ ਅਗਰ ਇੱਕ ਮੋਲੀਕੂਲ ਦੇਖੇ ਤਾਂ ਸਾਨੂੰ ਨਹੀਂ ਦਿਖ ਸਕਦਾ ਨੇਕਡ ਆਈਜ਼ ਨਾਲ, ਕਿਉਂਕਿ ਉਹਨਾਂ ਨੇ ਕੀ ਕਿਹਾ, ਸਿਰਫ 60 ਕਾਰਬਨਸ ਦਾ ਹੀ ਬਣਿਆ ਹੋਇਆਗਾ। ਅਗਰ 60 ਕਾਰਬਨਸ ਦਾ ਬਣਿਆ ਹੋਇਆ ਉਹ, ਠੀਕ ਹੈ, ਤਾਂ ਇਹਦਾ ਪਤਾ ਕਿਵੇਂ ਲੱਗਿਆ। ਐਂਡ 60 ਕਾਰਬਨਸ ਦਾ ਹੈ ਤਾਂ ਉਹ 60 ਕਾਰਬਨਸ ਕਿਵੇਂ ਕਿਵੇਂ ਲੱਗੇ ਹੋਏ ਆ, ਸਵਾਲ ਇਸ ਚੀਜ਼ ਦਾ ਪੈਦਾ ਹੁੰਦਾ। ਸਟਰਕਚਰ ਕੋਈ ਤਾਂ ਸਾਹਮਣੇ ਆਈ ਹੋਊਗੀ ਜਿਹਨੂੰ ਬਕਮਿੰਸਟਰ ਫਲਰਨ ਕਿਹਾ ਆਪਾਂ। ਤਾਂ ਬਕਮਿੰਸਟਰ ਫਲਰੀਨ, ਇਹਨਾਂ ਨੇ ਕਿਹਾ, ਕਹਿੰਦੇ ਐਟਮਸ ਜੁਆਇਨ ਟੁਗੇਦਰ ਟੂ ਫਾਰਮ ਅ ਸਫੈਰੀਕਲ ਮੋਲੀਕੂਲ। ਬੇਟਾ ਜੀ ਹੁਣ ਧਿਆਨ ਨਾਲ ਸੁਣਿਓ, ਇਹ ਕਹਿੰਦੇ ਕਾਰਬਨ ਦੇ ਜਿਹੜੇ ਐਟਮ ਆ, ਕਹਿੰਦੇ ਜੁੜਦੇ 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 ਇੱਕ ਕਹਿੰਦੇ ਸਫੀਅਰ ਬਣ ਗਿਆ। ਬਾਲ ਦੇਖੀਏ, ਬਾਲ, ਬਾਲ ਕੇ ਇੱਕ ਸਫੀਅਰ, ਕਹਿੰਦੇ ਸਫੈਰੀਕਲ ਇੱਕ ਮੋਲੀਕੂਲ ਬਣ ਗਿਆ। ਠੀਕ ਹੈ, ਸਭ ਤੋਂ ਪਹਿਲਾਂ ਨੇ ਕੀ ਕਿਹਾ, ਬਕਮਿੰਸਟਰ ਫਲਰੀਨ ਇਜ਼ ਐਨ ਐਲੋਟ੍ਰੋਪ ਆਫ ਕਾਰਬਨ। ਠੀਕ ਹੈ ਜੀ, ਬਕਮਿੰਸਟਰ ਫਲਰੀਨ ਕੀ ਆ, ਐਲੋਟ੍ਰੋਪ ਆ ਕਾਰਬਨ ਦਾ। ਉਹਦੇ ਵਿੱਚ ਇਹਨਾਂ ਨੇ ਕੀ ਲਿਖਿਆ ਹੈਗਾ, ਕੰਟੇਨਿੰਗ ਕਲਸਟਰ ਆਫ 60 ਕਾਰਬਨਸ। ਐਂਡ ਉਹ 60 ਕਾਰਬਨਸ ਜਿਹੜੇ ਹੈਗੇ ਬੇਟਾ ਜੀ, ਉਹ ਇਸ ਤਰੀਕੇ ਨਾਲ ਜੁਆਇਨ ਹੋਏ ਹੋਏ ਨੇ ਕਿ ਜੁਆਇਨ ਹੋ ਕੇ ਉਹਨਾਂ ਨੇ ਕੀ ਬਣਾ ਲਿਆ, ਇੱਕ ਸਫੈਰੀਕਲ ਮੋਲੀਕੂਲ ਬਣਾ ਲਿਆ। ਉਹ 60 ਕਾਰਬਨ ਦੇ ਉਸ ਪੂਰੇ ਗਰੁੱਪ ਨੂੰ ਇੱਕ ਮੋਲੀਕੂਲ ਕਹਿ ਰਹੇ ਆ। ਐਂਡ ਉਸ ਇੱਕ ਮੋਲੀਕੂਲ ਦਾ ਨਾਮ ਕੀ ਹੈ, ਬਕਮਿੰਸਟਰ ਫਲਰੀਨ ਉਹਦਾ ਨਾਮ। ਠੀਕ ਹੈ, ਬਕਮਿੰਸਟਰ ਫਲਰੀਨ ਉਹਦਾ ਨਾਮ। ਇਟਸ ਫਾਰਮੂਲਾ ਇਜ਼ C60। ਅੱਛਾ, ਅਗਰ ਤੁਸੀਂ ਕਦੇ ਵੀ
अगर भी कभी भी ਤੁਹਾਨੂੰ पेपर ਦੇ ਵਿੱਚ ਆ ਲਿਖਿਆ ਜੇ what is C60, अगर ਤੁਹਾਨੂੰ ਇਹ ਚੀਜ਼ ਲਿਖਿਆ ਜੇ what is C60 ਬੇਟਾ ਇਹਦਾ ਸਿੱਧਾ ਸਿੱਧਾ ਮਤਲਬ C60 ਦਾ ਮਤਲਬ ਹੈਗਾਗਾ ਬਕਮਿੰਸਟਰ ਫਲਰੀਨ। ਹੁਣ ਤੁਸੀਂ ਕਹੋਗੇ ਡਾਇਮੰਡ ਤੇ ਗ੍ਰੇਫਾਈਟ ਦਾ ਵੀ ਕੋਈ ਸਿੰਬਲ ਹੋਊਗਾ, ਹਾਂ ਕੱਲੀ C ਲਿਖੀ ਹੋਵੇ ਤਾਂ ਜਾਂ ਤਾਂ ਗ੍ਰੇਫਾਈਟ ਆ ਜਾਂ ਫਿਰ ਕੀ ਡਾਇਮੰਡ। ਡਾਇਮੰਡ ਜਾਂ ਗ੍ਰੇਫਾਈਟ ਦੇ ਲਈ ਕੱਲੀ C ਵੀ ਸਿੰਬਲ ਯੂਜ਼ ਕੀਤਾ ਜਾ ਸਕਦਾ ਹੈ। ਓਕੇ, ਤਾਂ ਤੁਸੀਂ ਲਿਖ ਹੀ ਸਕਦੇ ਹੋ ਕਿ ਡਾਇਮੰਡ ਦਾ ਸਿੰਬਲ C ਹੁੰਦਾ ਤੇ ਉਹਦਾ ਆਪਣਾ ਮਤਲਬ ਕਿ ਗ੍ਰੇਫਾਈਟ ਦਾ ਸਿੰਬਲ ਵੀ ਕੀ ਹੁੰਦਾਗਾ C ਹੁੰਦਾ, ਕਿਉਂਕਿ ਦੋਨੇ ਕਾਰਬਨ ਤੋਂ ਬਣਿਆ ਯਾਰ, ਨਹੀਂ ਆਪਾਂ ਉਹ ਕਰ ਸਕਦੇ ਆਪਾਂ। ਓਕੇ, ਹੁਣ ਇਹਦੇ ਬਾਰੇ ਥੋੜਾ ਜਿਹਾ ਆਪਾਂ ਨੂੰ ਪੜ੍ਹਨਾ ਪਊਗਾ ਕਿਉਂਕਿ ਨਵੀਂ ਚੀਜ਼ ਆ, ਨਵੀਂ ਚੀਜ਼ ਤੋਂ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਹੁੰਦੀਆਂ, ਇਸ ਕਰਕੇ ਇਹਨੂੰ ਆਪਾਂ ਨਹੀਂ ਛੱਡ ਸਕਦੇ। ਸੋ ਦਿਓ ਸਾਰੇ ਬੱਚੇ ਧਿਆਨ। ਕਹਿੰਦੇ ਬਕਮਿੰਸਟਰ ਫਲਰੀਨ ਇਜ਼ ਅ ਫੁੱਟਬਾਲ ਸ਼ੇਪਡ ਸਪੈਰੀਕਲ ਮੋਲੀਕਿਊਲ। ਫੁੱਟਬਾਲ ਸਭ ਨੇ ਦੇਖੀ ਹੋਊਗੀ, ਫੁੱਟਬਾਲ ਸਭ ਨੇ ਦੇਖੀ ਹੋਊਗੀ, ਅਸੀਂ ਲਾਈ ਵੀ ਹੋਈ ਆ ਫੁੱਟਬਾਲ, ਠੀਕ ਹੈ। ਕਹਿੰਦੇ ਇਸ ਫੁੱਟਬਾਲ ਵਰਗਾ ਜਿਹੜਾ ਮੋਲੀਕਿਊਲ ਆ, ਹੁਣ ਅਸਲੀ ਚ ਸਟਰਕਚਰ ਕਿਦਾਂ ਦੀ ਆ, ਇਦਾਂ ਦੀ ਆ, ਅਸਲੀ ਸਟਰਕਚਰ ਇਦਾਂ ਦੀ ਆ। ਆ ਹਰੇਕ ਜਿਹੜਾ ਗੋਲ ਗੋਲ ਆ ਇਹ ਕਾਰਬਨ ਆ, ਹਰੇਕ ਜਿਹੜੀ ਗੋਲ ਗੋਲ ਚੀਜ਼ ਆ ਇਹ ਕੀ ਆ, ਕਾਰਬਨ। ਕਾਰਬਨ ਨਾਲ ਕਾਰਬਨ, ਕਾਰਬਨ ਨਾਲ ਕਾਰਬਨ, ਇਦਾਂ ਕਾਰਬਨ ਨਾਲ ਕਾਰਬਨ ਜੁੜਿਆ ਹੋਇਆ ਹੈਗਾ, ਠੀਕ ਹੈ, ਇਦਾਂ ਕਰਕੇ ਕਾਰਬਨ ਨਾਲ ਕਾਰਬਨ ਜੁੜਿਆ ਹੋਇਆ ਹੈਗਾ। ਕਹਿੰਦੇ ਬਕਮਿੰਸਟਰ ਫਲਰੀਨ ਇਜ਼ ਅ ਫੁੱਟਬਾਲ ਸ਼ੇਪਡ ਸਫੈਰੀਕਲ ਮੋਲੀਕਿਊਲ। ਆ ਚੀਜ਼ ਯਾਦ ਰੱਖਿਓ, ਇਹ ਫੁੱਟਬਾਲ ਸ਼ੇਪ ਦਾ ਇੱਕ ਆਪਣੇ ਕੋਲੇ ਸਫੈਰੀਕਲ ਮੋਲੀਕਿਊਲ ਆ, ਜਿਹਦੇ ਵਿੱਚ ਸਿਰਫ ਕਿੰਨੀਆਂ ਕਾਰਬਨਸ ਮਿਲਣਗੀਆਂ ਤੁਹਾਨੂੰ ਬੇਟਾ ਜੀ, 60 ਕਾਰਬਨਸ ਮਿਲਣਗੇ। 60 ਕਾਰਬਨ ਦੇ ਐਟਮਸ ਕਿਸ ਤਰੀਕੇ ਨਾਲ ਅਰੇਂਜ ਹੋਏ ਹੋਏ ਆ, ਕਹਿੰਦਾ ਇਨ ਦਾ ਇੰਟਰਲੌਕਿੰਗ ਹੈਗਜ਼ਾਗਨਲ ਐਂਡ ਪੈਂਟਾਗਨਲ ਰਿੰਗ। ਬੇਟਾ ਹੁਣ ਯਾਦ ਰੱਖਿਓ, ਕਦੇ ਵੀ ਹੈਕਸ ਵਰਡ ਆਪਣੀ ਕੈਮਿਸਟਰੀ ਦੇ ਵਿੱਚ ਆਊਗਾ HEX, ਹੈਕਸ ਵਰਡ ਆਊਗਾ 6 ਲਈ, ਪੈਂਟ ਵਰਡ ਆਊਗਾ 5 ਲਈ, ਠੀਕ ਹੈ। ਦੇਖੋ ਇਧਰ ਥੋੜਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾਵਾਂ ਇੱਥੇ ਕਰਕੇ, ਆ ਦੇਖੋ ਇਧਰ ਸਾਰੇ ਬੱਚੇ, ਇੱਕ ਕਾਰਬਨ ਆ ਪਈ ਆ, ਇੱਕ ਕਾਰਬਨ ਆ ਪਈ ਆ, ਇੱਕ ਕਾਰਬਨ ਆ ਪਈ ਆ, ਇੱਕ ਕਾਰਬਨ ਆ ਸੀ, ਇੱਕ ਕਾਰਬਨ ਆ ਸੀ, ਇੱਕ ਕਾਰਬਨ ਆ ਸੀ, ਕਿੰਨੀਆਂ ਕਾਰਬਨਾਂ ਲੱਗੀਆਂ ਹੋਈਆਂ, 6 ਕਾਰਬਨਸ ਲੱਗੀਆਂ। ਅਗਰ ਇਹ 6 ਕਾਰਬਨਸ ਨੂੰ ਮੈਂ ਇਦਾਂ ਜੋੜਦਾ, ਇਹ ਕਾਰਬਨ ਨਾਲ ਆ ਕਾਰਬਨ ਜੋੜਤੀ, ਆ ਕਾਰਬਨ ਨਾਲ ਆ ਕਾਰਬਨ ਜੋੜਤੀ, ਆ ਕਾਰਬਨ ਨਾਲ ਇਹਦੇ ਨਾਲ, ਇਹਦੇ ਨਾਲ, ਇਹਦੇ ਨਾਲ, ਇਹਦੇ ਨਾਲ, ਤੁਹਾਨੂੰ ਇੱਕ ਸਟਰਕਚਰ ਦਿਖ ਰਹੀ ਹੋਊਗੀ। ਜਿਵੇਂ ਤੁਸੀਂ ਇੱਕ ਸਕੁਅਰ ਦੇਖਿਆ ਹੋਊਗਾ, ਸਕੁਅਰ ਦੇ ਵਿੱਚ ਕੀ ਹੁੰਦੇ, 4 ਸਾਈਡਾਂ ਹੁੰਦੀਆਂ, ਉਵੇਂ ਹੀ ਬੇਟਾ ਜੀ ਹੈਕਸਾਗਨ, ਠੀਕ ਹੈ। ਇਹਦਾ ਪ੍ਰੋਪਰ ਨਹੀਂ ਬਣਿਆ ਹਜੇ ਆਪਣੇ ਤੋਂ, ਆਪਣੇ ਕੋਲ ਸੱਚ ਸ਼ੇਪ ਵਾਲਾ ਹੈਗਾ ਨਾ ਇਹਦੇ ਚ, ਦੇਖਦੇ ਆ ਅਗਰ ਬਣ ਗਿਆ ਤਾਂ ਬੇਟਾ ਕਿੱਥੇ ਆ ਸੀਗਾ, ਜੇ ਬਣ ਗਿਆ ਤਾਂ ਮੈਨੂੰ ਪ੍ਰੋਪਰ ਇਹ ਤੇ ਯਕੀਨ ਨਹੀਂ ਹੈਗਾ, ਬਣਾ ਦੂਗਾ ਇਹ, ਬਣਾ ਤਾਂ ਦਿੱਤਾ ਇਹਨੇ ਪਰ ਪ੍ਰੋਪਰ ਉਹ ਚੀਜ਼ ਨਹੀਂ ਬਣਾਈ ਜਿਹੜੀ ਚਾਹੀਦੀ ਆਪਾਂ ਨੂੰ। ਇੱਕ ਮਿੰਟ, ਕੋਸ਼ਿਸ਼ ਦੁਬਾਰੇ 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 ਹੀ ਹਾ 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 ਓਏ, ਇਹ ਤਾਂ ਆਪਾਂ ਪੈਨ ਯੂਜ਼ ਕਰ ਰਹੇ ਹਾਂ, ਚਲੋ ਇਹਦੇ ਨਾਲ ਸੋਹਣਾ ਤਾਂ ਮੈਂ ਹੀ ਬਣਾ ਦੂੰਗਾ ਮੈਨੂੰ ਲੱਗਦਾ ਯਾਰ। ਦੇਖ ਰਹੀ ਕੋਈ ਸਟਰਕਚਰ, ਉਹਦੇ ਨਾਲ ਸੋਹਣੀ ਬਣਾਤੀ ਆਪਾਂ ਜਿਹੜੀ ਉਹਨੇ ਬਣਾਈ ਸੀ। ਇਹਦੇ ਵਿੱਚ ਹਰੇਕ ਖੁੰਝੇ ਤੇ ਕੀ ਲੱਗੀ ਹੁੰਦੀ ਹੈ ਬੇਟਾ, ਹੁਣ ਧਿਆਨ ਨਾਲ ਸੁਣੋ, ਕੈਮਿਸਟਰੀ 'ਚ ਜਦੋਂ ਵੀ ਹੁਣ ਕੋਈ ਸਟਰਕਚਰ ਦੇਖੋਗੇ, ਹਰੇਕ ਖੁੰਝੇ ਦਾ ਮਤਲਬ ਇੱਕ ਕਾਰਬਨ ਹੁੰਦਾ, ਹਰੇਕ ਖੁੰਝੇ ਦਾ ਮਤਲਬ ਕੀ ਹੁੰਦਾ, ਕਾਰਬਨ। ਹਰੇਕ ਕਾਰਨਰ ਦਾ ਮਤਲਬ ਕੀ ਹੁੰਦਾ, ਇੱਕ ਕਾਰਬਨ। 1 कार्बन 2 कार्बन 3 कार्बन 4 कार्बन 5th कार्बन 6th कार्बन, तो यहाँ पे 6 कार्बनस लगी हुई हैं, ठीक है जी। 6 कार्बन इत्थे लगिया हुई ने, एंड 6 कार्बन जो लगिया हुई, दैन इत्थे किहड़ी स्ट्रक्चर बन गई, हैक्सागनल स्ट्रक्चर बन गई। ये किहड़ी स्ट्रक्चर आ, हैक्सागनल। हुण इत्थे बेटा जी गल्लां गुल्लां मार के ना कढ दो, ये बड़ा इंपॉर्टेंट है, तो क्वेश्चन बहुत बार पूछा गया था। तो यही की एक हैक्सागन, हैक्सागन मतलब कि 6 ਇਹਦੇ वर्टिसिस मतलब कि ਸਾਈਡਾਂ ਨੇ। ਹੁਣ ਇਹਦੇ ਨਾਲ ਹੀ ਦੇਖੋ ਸਾਰੇ ਬੱਚੇ ਬੇਟਾ ਇੱਕ ਚੀਜ਼ ਹੋਰ ਕਰਨ ਲੱਗੇ, ਦੇਖੋ ਇਧਰ ਆਪਾਂ ਐਂ ਅਗਰ ਮੈਂ ਇੱਥੋਂ ਇੱਕ ਕਾਰਬਨ ਐ ਲੈ ਜਾ, ਇੱਕ ਕਾਰਬਨ ਇਦਾਂ ਲੈ ਜਾ, ਐਂਡ ਇਦਾਂ ਲੈ ਕੇ ਇਹਨੂੰ ਐ ਜੋੜਦਾ, ਤਾਂ ਹੁਣ ਦੇਖਿਓ ਇੱਕ ਕਾਰਬਨ, ਦੋ ਕਾਰਬਨ, ਤੀਜੀ ਕਾਰਬਨ, ਚੌਥੀ ਕਾਰਬਨ, ਪੰਜਵੀਂ ਕਾਰਬਨ। ਹੁਣ ਇਹਦੀਆਂ ਸਾਈਡਾਂ ਕਿੰਨੀਆਂ ਨੇ, ਇਹਦੀਆਂ ਸਾਈਡਾਂ ਕਿੰਨੀਆਂ ਨੇ 5, ਇਹਦੀਆਂ ਸਾਈਡਾਂ ਕਿੰਨੀਆਂ ਨੇ 6, ਇਹਦੀਆਂ 5, ਇਹਦੀਆਂ 6, ਮਤਲਬ ਕਿ ਅਗਰ ਇਹ ਹੈਗਜ਼ਾਗਨ ਆ ਤਾਂ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ, ਇਹਨੂੰ ਅਸੀਂ ਪੈਂਟਾਗਨ ਕਹਿ ਸਕਦੇ ਹਾਂ। ਇਹ ਕਲੀਅਰ ਹੈ ਸਭ ਨੂੰ। ਹੁਣ ਕਹਿੰਦੇ ਜੀ ਜਦੋਂ ਬਕਮਿੰਸਟਰ ਫਲਰੈਂਸ ਨੂੰ ਲੱਭਿਆ ਗਿਆ, ਕਹਿੰਦਾ ਕਈ ਥਾਂ ਤੇ ਸਾਨੂੰ ਕੀ ਮਿਲੇ ਬੇਟਾ ਜੀ, ਉਹਦੇ ਚ ਇਹਦਾ ਹੈਗਜ਼ਾਗਨਲ ਸਟਰਕਚਰ ਮਿਲੀ, ਜਿਵੇਂ ਕਾਰਬਨ ਕਾਰਬਨ ਇੰਟਰਲੌਕਿੰਗ। ਕਾਰਬਨ ਇੰਟਰਲੌਕਿੰਗ ਦਾ ਮਤਲਬ ਕੀ ਆ, ਆਹ ਕਾਰਬਨ ਇਹਦੇ ਨਾਲ, ਆਹ ਕਾਰਬਨ ਇਹਦੇ ਨਾਲ। ਅੱਛਾ, ਇੰਟਰਲੌਕਿੰਗ ਦਾ ਮਤਲਬ ਇਹ ਹੁੰਦਾਗਾ, ਹੁਣ ਜਿਹੜਾ ਆਹ ਵਾਲਾ ਕਾਰਬਨ ਹੈ ਨਾ ਬੇਟਾ, ਦੇਖਿਓ ਆਹ ਵਾਲਾ ਕਾਰਬਨ ਇਧਰੋਂ ਵੀ ਘਿਰ ਗਿਆ, ਇਧਰੋਂ ਵੀ ਘਿਰ ਗਿਆ, ਤੇ ਇਧਰੋਂ ਵੀ ਘੇਰ ਕੇ ਲੈ ਗਿਆ ਇਹਨੂੰ, ਕੋਈ ਇਦਾਂ ਕਰਕੇ ਇੱਕ ਸਟਰਕਚਰ ਹੋਰ ਬਣੀ ਹੋਈ ਹੈ, ਦੇਖੋ, ਠੀਕ ਹੈ ਜੀ। ਫਿਰ ਆਹ ਕਾਰਬਨ ਹੈ ਦੋਨੇ ਪਾਸੇ ਘਿਰਿਆ ਹੋਇਆ, ਫਿਰ ਇਸ ਤਰ੍ਹਾਂ ਘੇਰ ਲਿਆ ਇਧਰੋਂ, ਇੱਥੇ ਫੇਰ ਇੱਕ ਕਾਰਬਨ ਹੋਊਗਾ, ਦੇਖੋ, ਠੀਕ ਹੈ ਜੀ। ਇੱਥੇ ਇੱਕ ਕਾਰਬਨ ਬਣਾ ਦਿੰਦੇ ਆ,
ਇੱਥੇ ਇੱਕ ਕਾਰਬਨ ਬਣਾ ਦਿੰਦੇ ਆ, ਇੱਥੇ ਬਿਲਕੁਲ ਸੀ ਦੇ ਵਿੱਚ ਇੱਕ ਕਾਰਬਨ ਬਣਾ ਦਿੰਦੇ ਆ। ਇਦਾਂ ਦੇਖੋ, ਆਹ ਕਾਰਬਨ ਇਦਾਂ ਘਿਰ ਗਿਆ, ਆਹ ਕਾਰਬਨ ਇਦਾਂ ਘਿਰ ਗਿਆ, ਆਹ ਕਾਰਬਨ ਇਦਾਂ ਘਿਰ ਗਿਆ। ਸਮਝ ਆਈ? ਇਦਾਂ ਦੀ ਇਦਾਂ ਸਟਰਕਚਰਸ ਬਣਦੀਆਂ ਜਾਣਗੀਆਂ, ਇਦਾਂ ਦੀ ਇਧਰ ਕੀ ਬਣਦੀਆਂ ਜਾਣਗੀਆਂ, ਸਟਰਕਚਰਸ ਬਣਦੀਆਂ ਜਾਣਗੀਆਂ। ਇੱਧਰ ਦੇਖਿਓ, ਹੁਣ ਇੱਥੇ ਕੀ ਹੈ ਬੇਟਾ ਜੀ, ਇੱਥੇ ਮੈਂ ਇੱਕ ਕਾਰਬਨ ਹੋਰ ਲਗਾਦਾ, ਮੰਨ ਲਓ ਆਹ ਵਾਲੀ ਜਗ੍ਹਾ ਦੇ ਉੱਤੇ ਇੱਕ ਕਾਰਬਨ ਇੱਥੇ ਲਗਾ ਦਈਏ, ਤਾਂ ਦੇਖਿਓ ਇੱਥੇ ਆ ਵੀ ਕਿਹੜੀ ਸਟਰਕਚਰ ਬਣ ਗਈ, ਇਹ ਕਿਹੜੀ ਸਟਰਕਚਰ ਬਣੀ, ਹੈਗਜ਼ਾਗਨ ਜਾਂ ਪੈਂਟਾਗਨ, ਕਿਹੜੀ ਸਟਰਕਚਰ, ਹੈਗਜ਼ਾਗਨ। ਤਾਂ ਬੇਟੋ ਇਦਾਂ ਇਦਾਂ ਦੇਖੋ, ਆਪਣੀ ਜਿਹੜੀ ਇਹ ਬਕਮਿੰਸਟਰ ਫੈਲਰਸ ਦੀ ਜਿਹੜੀ ਆਪਣੀ ਸਟਰਕਚਰ ਹੈ ਨਾ, ਫਲੋਰੀਨ ਦੀ ਸਟਰਕਚਰ, ਤਾਂ ਇਦਾਂ ਦੀ ਮਿਲੀ। ਇਹਦੇ ਸਾਨੂੰ ਕਾਫੀ ਸਾਰੇ ਹੈਗਜ਼ਾਗਨ ਮਿਲੇ ਐਂਡ ਕਾਫੀ ਸਾਰੇ ਸਾਨੂੰ ਕੀ ਮਿਲੇ, ਇਹ 'ਚ ਪੈਂਟਾਗਨ ਮਿਲੇ। ਤਾਂ ਇਦਾਂ ਬੇਟਾ ਤੁਸੀਂ ਯਾਦ ਰੱਖਣਾ, ਹੈਗਜ਼ਾਗਨ ਦਾ ਮਤਲਬ ਜੋ ਆਪਣੇ ਕੋਲ ਉਹ ਵਾਲੀ ਰਿੰਗ ਜਿਹਦੇ ਵਿੱਚ ਕਿੰਨੀਆਂ ਸਾਈਡਾਂ ਹੋਣਗੀਆਂ, 6, ਪੈਂਟਾਗਨ ਉਹ ਵਾਲੀ ਰਿੰਗ ਜਿਹਦੇ 'ਚ ਕਿੰਨੀਆਂ ਸਾਈਡਾਂ ਹੋਣਗੀਆਂ, 5। ਓਕੇ, ਸੋ ਇੱਧਰ ਦੇਖੋ, ਆ ਕਾਰਬਨ ਦੀ ਅਗਰ ਗੱਲ ਕਰਾਂ, ਆ ਕਾਰਬਨ ਦੀ ਅਗਰ ਗੱਲ ਕਰਾਂ, ਇੱਥੇ ਦੇਖੋ ਬੇਟਾ ਇੱਕ ਚੀਜ਼ ਹੋਰ ਕਰਕੇ ਛੱਡ ਰਿਹਾ, ਸੌਰੀ ਮੈਂ ਇਹਨੂੰ ਮੈਂ ਬੇਟਾ ਜੀ ਇਦਾਂ ਵੀ ਕਰਕੇ ਛੱਡ ਰਿਹਾਗਾ, ਠੀਕ ਹੈ, ਇਹਨੂੰ ਮੈਂ ਇਦਾਂ ਵੀ ਕਰਕੇ ਛੱਡ ਰਿਹਾਗਾ, ਨਹੀਂ ਬਸ ਸਾਰੇ ਕਾਰਬਨ ਦੇ ਨਾਲ ਇੱਕ ਇੱਕ ਡੰਡੀ ਲਾ ਦੇਣਾ ਇਦਾਂ ਕਰਕੇ, ਵੀ ਹਜੇ ਇਹ ਅੱਗੇ ਸਟਰਕਚਰ ਬਣਾ ਸਕਦੇ ਆ, ਇਹ ਕਾਰਬਨ ਅੱਗੇ ਸਟਰਕਚਰ ਬਣਾ ਸਕਦੇ, ਇਦਾਂ ਵੀ ਕਰ ਦੋ, ਠੀਕ ਹੈ। ਆਹ ਕਾਰਬਨ ਦੀ ਇਦਾਂ ਕਰ ਦੋ ਸਟਰਕਚਰ, ਇਹਨੂੰ ਇਦਾਂ ਕਰ ਦੋ, ਇਹਨੂੰ ਇਦਾਂ ਕਰ ਦੋ, ਇਹਨੂੰ ਇਦਾਂ ਕਰ ਦੋ, ਇਹਨੂੰ ਇਦਾਂ ਕਰ ਦੋ। ਇਹਦਾ ਮਤਲਬ ਪਤਾ ਕੀ ਆ, ਹਜੇ ਅੱਗੇ ਸਟਰਕਚਰ ਬਣੂਗੀ, ਕੋਈ ਪੈਂਟਾਗਨ ਵੀ ਬਣ ਸਕਦਾ, ਕੋਈ ਹੈਗਜ਼ਾਗਨ ਵੀ ਬਣ ਸਕਦਾ। ਬਟ ਤੁਸੀਂ ਇੱਕ ਚੀਜ਼ ਧਿਆਨ ਦਿਓ ਸਾਰੇ ਬੱਚੇ, ਕਿ ਆਹ ਕਾਰਬਨ ਦੀ ਗੱਲ ਕਰੀਏ, ਇਹ ਵੀ ਦੇਖੋ ਸਾਰੇ ਪਾਸੇ ਘਿਰਿਆ ਹੋਇਆ, ਇਦਾਂ ਨਾ ਇੰਟਰਲੌਕ ਟਾਈਲ ਲੱਗੀ ਹੁੰਦੀ ਹੈ, ਜਿਵੇਂ ਇੰਟਰਲੌਕ ਟਾਈਲ ਦੇਖੀ ਨਾ ਤੁਸੀਂ, ਅਗਰ ਇੱਕ ਇਦਾਂ ਤਾਂ ਉਹ ਫਸ ਜੀ ਜਾਂਦੀ ਹੁੰਦੀ ਇੱਕ ਦੂਜੇ ਜੱਟ ਜੀ, ਉਹੀ ਚੀਜ਼ ਹੈ। ਦੇਖੋ ਆਹ ਚੀਜ਼ ਇਹਨਾਂ ਦੋਨਾਂ ਦੇ ਵਿਚਾਲੇ ਐ ਫਸਾਈ ਹੋਈ ਆ, ਠੀਕ ਹੈ, ਆਹ ਵਾਲੀ ਚੀਜ਼ ਨੂੰ ਇਹਨਾਂ ਦੋਨਾਂ ਵਿਚਾਲੇ ਐ ਫਸਾਇਆ ਹੋਇਆ ਹੈਗਾ। ਕਾਰਬਨ ਕੀ ਹੈ, ਇੰਟਰਲੌਕਿੰਗ ਪੋਜੀਸ਼ਨ ਦੇ ਵਿੱਚ ਪਏ ਨੇ, ਐਂਡ ਇੰਟਰਲੌਕਿੰਗ ਪੋਜੀਸ਼ਨ ਦੇ ਵਿੱਚ ਕੀ ਬਣਾ ਰਹੇ ਨੇ, ਹੈਗਜ਼ਾਗਨ ਤੇ ਪੈਂਟਾਗਨ ਦੋ ਤਰ੍ਹਾਂ ਦੀਆਂ ਸਟਰਕਚਰ ਬਣਾ ਰਹੇ ਨੇ। ਹੁਣ ਇੱਥੇ ਧਿਆਨ ਨਾਲ ਸੁਣੋ, ਕਹਿੰਦੇ ਜੀ ਬਕਮਿੰਸਟਰ ਫਲੋਰੀਨ ਇਜ਼ ਅ ਫੁੱਟਬਾਲ ਸ਼ੇਪਡ ਸਫੈਰੀਕਲ ਮੋਲੀਕੂਲ, ਇਨ ਵਿੱਚ ਕਿੰਨੇ ਕਾਰਬਨ, 60 ਕਾਰਬਨਸ, atoms are arranged in interlocking hexagonal and pentagonal ring of carbon atoms। ਰਿੰਗ ਬਣ ਰਹੀ ਆ ਕਾਰਬਨ ਐਟਮ ਦੀ, ਇੰਟਰਲੌਕਿੰਗ ਹੈਗਜ਼ਾਗਨਲ ਜਾਂ ਪੈਂਟਾਗਨਲ। ਕਲੀਅਰ, ਕਲੀਅਰ। ਉਹ ਤੋਂ ਬਾਅਦ देयर आर 20 ਹੈਗਜ਼ਾਗਨਸ। ਹੁਣ ਆਹ ਵਾਲੀ ਚੀਜ਼ ਨੂੰ ਆਪਦੀ ਕਾਪੀ ਤੇ ਨੋਟ ਕਰੋ ਸਾਰੇ ਬੱਚੇ, ਜਿਹੜੀ ਚੀਜ਼ ਹੁਣ ਮੈਂ ਆਹ ਵਾਲੀ ਚੀਜ਼ ਲਿਖਾ ਰਿਹਾ ਤੁਹਾਨੂੰ, ਆਪਾਂ ਇਹ ਕਹਿਣਾ ਵੀ ਹੈਗਜ਼ਾਗਨ ਤੇ ਪੈਂਟਾਗਨ ਮਿਲਦੇ ਆ, ਠੀਕ ਹੈ, ਉਹ ਪੂਰੀ ਫੁੱਟਬਾਲ ਲਾਈਕ ਸਟਰਕਚਰ ਦੇ ਵਿੱਚ, ਉਹ ਪੂਰੀ ਫੁੱਟਬਾਲ ਲਾਈਕ ਸਟਰਕਚਰ ਦੇ ਵਿੱਚ, ਜਿਹੜੀ ਫੁੱਟਬਾਲ ਵਰਗੀ ਆਪਣੇ ਕੋਲ ਬਕਮਿੰਸਟਰ ਫਲੋਰੀਨ ਦਾ ਇੱਕ ਮੋਲੀਕਿਊਲ ਆ ਜਿਹ 'ਚ 60 ਕਾਰਬਨਾਂ ਨੇ। ਹੁਣ ਉਹ 60 ਕਾਰਬਨਾਂ ਕਿੱਦਾਂ ਸਟਰਕਚਰ ਬਣਾ ਰਹੀਆਂ ਬੇਟਾ, ਉਹਦੇ ਵਿੱਚ ਦੇਖੋ 20 ਤਾਂ ਆਪਾਂ ਨੂੰ ਕੀ ਮਿਲਣਗੇ ਬੇਟਾ ਜੀ, ਉਹ 'ਚ ਹੈਗਜ਼ਾਗਨ ਮਿਲਣਗੇ, 20 ਕੀ ਮਿਲਣਗੇ ਆਪਾਂ ਨੂੰ, ਹੈਗਜ਼ਾਗਨ ਮਿਲਣਗੇ, ਐਂਡ 12 ਸ਼ਾਇਦ ਆਪਾਂ ਨੂੰ ਮਿਲਣਗੇ ਪੈਂਟਾਗਨ। ਹਾਂਜੀ 12 ਕੀ ਮਿਲ ਰਿਹਾ ਦੇਖੋ ਆਪਾਂ ਨੂੰ ਬੇਟਾ ਜੀ, ਪੈਂਟਾਗਨਸ ਮਿਲ ਰਿਹਾ, ਕਿਹਦੇ, ਕਾਰਬਨ ਐਟਮ ਦੇ, ਕਿਹਦੇ ਵਿੱਚ, ਸਿਰਫ ਇੱਕ ਮੋਲੀਕੂਲ ਬਕਮਿੰਸਟਰ ਫਲੋਰੀਨ ਦੇ ਵਿੱਚ। ਇਦਾਂ ਦੇਖੋ, ਬਕਮਿੰਸਟਰ ਮੇਰਾ ਫੇਵਰਟ ਉਹ ਸੀਗਾ ਬੇਟਾ, ਇਹ ਜੇ ਮੈਂ ਪੜਾਉਣਾ ਹੁੰਦਾ ਨਾ, ਆਹ ਵਾਲੀ ਚੀਜ਼ ਵੀ ਕਿੰਨੇ ਹੈਗਜ਼ਾਗਨ ਨੇ ਤੇ ਕਿੰਨੇ ਪੈਂਟਾਗਨ ਨੇ। ਤਾਂ ਬਕਮਿੰਸਟਰ ਫਲੋਰੀਨ ਦੇ ਵਿੱਚ ਬੇਟਾ ਦੇਖੋ ਕਿੰਨੇ ਨੇ, ਮੈਂ ਕਹਿੰਦਾ ਇਹ 'ਚ 60 ਕਾਰਬਨਸ ਨੇ, 60 ਕਾਰਬਨਸ ਨੇ। ਉਸ ਤੋਂ ਬਾਅਦ ਲਿਖ ਦੇਣਾ ਇਹ ਕੀ ਨੇ, ਆਰ ਅਰੇਂਜਡ ਇਨ, ਅਰੇਂਜਡ ਇਨ ਇੰਟਰਲੌਕਿੰਗ ਪੈਟਰਨ, ਇੰਟਰਲੌਕਿੰਗ ਪੈਟਰਨ ਦੇ ਵਿੱਚ ਮਿਲਦੇ ਆ, ਐਂਡ ਇੰਟਰਲੌਕਿੰਗ ਪੈਟਰਨ ਦੇ ਵਿੱਚ ਨੇ ਤੇ ਬੇਟਾ ਜੀ ਇਹ ਦੋ ਤਰ੍ਹਾਂ ਦੇ ਸਟਰਕਚਰਸ ਬਣਾ ਰਹੇ ਆ। ਕਿਹੜੀ ਕਿਹੜੀਆਂ ਸਟਰਕਚਰਸ ਬਣਾ ਰਹੇ ਆ, ਇੱਕ ਹੈਗਜ਼ਾਗਨ ਸਟਰਕਚਰ ਬਣਾ ਰਹੇ ਆ, मतलब कि 6 कार्बन वाली रिंग, एक बना रहे बेटा जी ये पेंटागन स्ट्रक्चर बना रहे। ਹੁਣ ਕਿੰਨੀਆਂ ਕਿੰਨੀਆਂ ਗਿਣਤੀ ਵੀ ਤਾਂ ਕੀਤੀ ਹੋ ਨਾ, ਛੋਟਾ ਜਿਹਾ ਮੋਲੀਕੂਲ ਗਿਣਤੀ ਤਾਂ ਕੀਤੀ ਹੋਊਗੀ। ਕਹਿੰਦੇ ਨੇ ਹੈਗਜ਼ਾਗਨਸ ਨੇ ਬੇਟਾ, ਇਹ ਸਾਨੂੰ ਮਿਲਣਗੀਆਂ 20, ਹੈਗਜ਼ਾਗਨ ਕਿੰਨੀਆਂ ਮਿਲਣਗੀਆਂ ਸਾਨੂੰ 20, ਤੇ ਪੈਂਟਾਗਨ ਦੀ ਗਿਣਤੀ ਕਿੰਨੀ ਕੀਤੀ ਗਈ, ਕਹਿੰਦੇ 12 ਸਾਡੇ ਕੋਲ ਕੀ ਹੋਣਗੇ, ਪੈਂਟਾਗਨਸ ਹੋਣਗੇ। ਠੀਕ ਹੈ ਜੀ, ਇੱਕ ਬਕਮਿੰਸਟਰ ਫਲੋਰੀਨ ਦੇ ਵਿੱਚ 20 ਤੁਹਾਨੂੰ ਹੈਗਜ਼ਾਗਨਲ ਰਿੰਗਸ ਮਿਲਣਗੀਆਂ ਤੇ 12 ਤੁਹਾਨੂੰ ਕਿੰਨੀਆਂ ਮਿਲਣਗੀਆਂ, ਕਿਹੜੀਆਂ ਮਿਲਣਗੀਆਂ, ਪੈਂਟਾਗਨਲ ਰਿੰਗ ਮਿਲਣਗੀਆਂ। ਆਹ ਚਾਹ ਕੇ ਵੀ ਭੁੱਲਣਾ ਨਹੀਂਗਾ, ਇਹ ਚੀਜ਼ ਦਾ ਧਿਆਨ ਰੱਖਿਓ, ਇਹ ਚਾਹ ਕੇ ਵੀ ਇਸ ਚੀਜ਼ ਨੂੰ ਭੁੱਲਣਾ ਨਹੀਂਗਾ। ਅਗਰ ਬਕਮਿੰਸਟਰ ਫਲੋਰੀਨ ਬਾਰੇ ਲਿਖਣਾ ਆ ਗਿਆ ਤਾਂ ਮੈਂ ਕਹੂੰਗਾ ਆਹ ਵਾਲੀ ਚੀਜ਼ ਜ਼ਰੂਰ ਲਿਖ ਕੇ ਆਇਓ।
ਕੰਸੈਪਟ ਦੀ ਕਲੈਰਿਟੀ ਹੁੰਦੀ ਹੈ ਤੋਂ ਪੂਰੀ, ਤਾਂ ਕਿ ਪਤਾ ਲੱਗੇ ਕਾਰਬਨ ਦੇ ਐਟਮਸ ਅਰੇਂਜ ਹੋਏ ਨੇ ਕਿੰਨੇ ਕਾਰਬਨ 60 ਕਾਰਬਨ ਐਂਡ ਉਹ ਉਹਨਾਂ ਨੇ ਇੰਟਰਲੌਕਿੰਗ ਇੱਕ ਮਤਲਬ ਕਿ ਪੈਟਰਨ ਦੇ ਵਿੱਚ ਆਪਦੇ ਆਪ ਨੂੰ ਅਰੇਂਜ ਕੀਤਾ ਐਂਡ ਅਰੇਂਜ ਕਰਕੇ ਉਹਨਾਂ ਨੇ ਦੋ ਤਰ੍ਹਾਂ ਦੀ ਸਟਰਕਚਰ ਬਣਾਈ, ਇੱਕ 6 ਸਾਈਡਾਂ ਵਾਲੀ ਜਿਹਨੂੰ ਆਪਾਂ ਹੈਗਜ਼ਾਗਨ ਕਹ ਰਹੇ ਹਾਂ, ਇੱਕ 5 ਸਾਈਡਸ ਵਾਲੀ ਜਿਹਨੂੰ ਪੈਂਟਾਗਨ ਕਹਿੰਦੇ ਆ, ਤੇ ਬਾਅਦ ਚੋਂ ਗਿਣਤੀ ਕੀਤੀ ਗਈ ਕਹਿੰਦੇ ਇੱਕ ਬਕਮਿੰਸਟਰ ਫਲੋਰੀਨ ਦੇ ਮੋਲੀਕਿਊਲ ਦੇ ਵਿੱਚ ਮਤਲਬ ਕਿ C60 ਦੇ ਵਿੱਚ ਕਹਿੰਦੇ ਆਪਾਂ ਨੂੰ 20 ਹੈਗਜ਼ਾਗਨ ਸਟਰਕਚਰਸ ਮਿਲੀਆਂ ਤੇ ਆਪਾਂ ਨੂੰ 12 ਕੀ ਮਿਲੀਆਂ ਪੈਂਟਾਗਨਸ ਮਿਲੇ। ਠੀਕ ਹੈ ਜੀ, ਆਪਾਂ ਨੂੰ 20 ਸਟਰਕਚਰਸ ਇਹਦੇ ਵਰਗੀਆਂ ਮਿਲ ਗਈਆਂ, ਆਪਾਂ ਨੂੰ 12 ਸਟਰਕਚਰ ਇਹਦੇ ਵਰਗੀਆਂ ਮਿਲ ਗਿਆ। ਕਲੀਅਰ ਹੈ ਜੀ, ਮੈਨੂੰ ਲੱਗਦਾ ਇਸ ਤੋਂ ਬਾਅਦ ਤਾਂ ਦੁਨੀਆ ਖਤਮ ਆ ਬਸ। ਇਸ ਤੋਂ ਬਾਅਦ ਕੀ ਕਿਹਾ, ਦਿਸ ਐਲੋਟ੍ਰੋਪ ਵਾਸ ਨੇਮਡ ਬਕਮਿੰਸਟਰ ਫਲੋਰੀਨ। ਹੁਣ ਇਹਦਾ ਨਾਮ ਕਿਸ ਨੇ ਤਾਂ ਰੱਖਿਆ ਹੋਊਗਾ ਨਾ ਐਡਾ ਔਖਾ ਜਿਹਾ ਨਾਮ, ਠੀਕ ਹੈ, ਮੈਨੂੰ ਵੀ ਯਾਦ ਕਰਨ ਲੱਗੇ ਬਹੁਤ ਟਾਈਮ ਲੱਗ ਗਿਆ ਸੀ ਇਹਨੂੰ ਬੇਟਾ, ਤੇ ਫਿਰ ਐਂ ਸੋਚਦਾ ਹੁੰਦਾ ਸੀ ਕਿਹਨੇ ਰੱਖਿਆ ਨਾਮ, ਤਾਂ ਇੱਕ ਦਿਨ ਫਿਰ ਐਸ ਚਾਂਦਨਾ ਦੀ ਬੁੱਕ ਪੜ੍ਹੀ, ਐਸ ਚਾਂਦ ਬੁੱਕ ਦੇ ਵਿੱਚ ਲਿਖਿਆ ਹੋਇਆ ਸੀਗਾ, ਕਹਿੰਦੇ ਇੱਕ ਅਮਰੀਕਨ ਆਰਕੀਟੈਕਟ ਸੀਗਾ ਜਿਸ ਬੰਦੇ ਦਾ ਨਾਮ ਸੀਗਾ ਬਕਮਿੰਸਟਰ ਫਲਰ, ਠੀਕ ਹੈ, ਈਨ ਲਾਤਾ ਨਾਲ ਬਕਮਿੰਸਟਰ ਫਲਰ ਉਹ ਬੰਦੇ ਦਾ ਨਾਮ ਸੀ ਐਂਡ ਅਮਰੀਕਨ ਆਰਕੀਟੈਕਟ ਸੀਗਾ, ਉਹਨੇ ਆਪਦੇ ਨਾਮ ਤੋਂ ਹੀ ਇਹਦਾ ਨਾਮ ਕੀ ਰੱਖਤਾ ਬਕਮਿੰਸਟਰ ਫਲੋਰੀਨ। ਹੁਣ ਨਾਮ ਕਿਉਂ ਰੱਖਿਆ ਹੋਊਗਾ ਇਸ ਬੰਦੇ ਨੇ, ਆਬਵੀਅਸਲੀ ਗੱਲ ਹੈ ਇਹਨੂੰ ਡਿਸਕਵਰ ਕੀਤਾ ਹੋਊਗਾ, ਠੀਕ ਹੈ, ਸੋ ਇਹ ਬਕਮਿੰਸਟਰ ਫਲੋਰੀਨ ਜਿਹੜਾ ਹੈਗਾ ਐਲੋਟ੍ਰੋਪ ਆਫ ਕਾਰਬਨ, ਇਹਦਾ ਨਾਮ ਕਿਹਨੇ ਦਿੱਤਾ, ਇੱਕ ਅਮਰੀਕਨ ਆਰਕੀਟੈਕਟ ਆ, ਉਹਦਾ ਨਾਮ ਕੀ ਹੈਗਾ ਆਰਕੀਟੈਕਟ ਦਾ ਬਕਮਿੰਸਟਰ ਫਲਰ, ਬਕਮਿੰਸਟਰ ਫਲਰ, ਬਸ ਈਨ ਲਾ ਦੇਣਾ ਨਾਲ ਐਂਡ ਤੇ, ਬਸ ਇਹ ਤੋਂ ਬਣ ਗਿਆ ਨਾਮ, ਇਹ ਤਾਂ ਕੁਝ ਵੀ ਨਹੀਂ ਹਜੇ ਪੜ੍ਹਦੇ ਦੇਖੋ ਇਹਦੇ ਬਾਰੇ। The arrangement of carbon atom in Buckminster Fuller resemble a football made of 20 hexagon and 12 pentagon panels, each corner of every panel representing a carbon atom। ਆਹ ਵਾਲੀ ਲਾਈਨ ਵੀ ਪੜੋ ਭਾਈ, ਵੈਸੇ ਤਾਂ ਰਿਪੀਟਡ ਆ, ਕਹਿੰਦੇ ਜਿਹੜੀ ਕਾਰਬਨ ਦੀ ਅਰੇਂਜਮੈਂਟਸ ਮਿਲੀ ਗਈ ਐਟਮਸ ਦੀ ਕਿਚ ਬਕਮਿੰਸਟਰ ਫਲੋਰੀਨ ਦੇ ਇੱਕ ਮੋਲੀਕਿਊਲ ਦੇ ਵਿੱਚ, ਇਹ ਇਦਾਂ ਲੱਗਿਆ ਜਿਵੇਂ ਕੋਈ ਫੁੱਟਬਾਲ ਬਣੀ ਹੁੰਦੀ ਆ, ਜਿਵੇਂ ਕਿ ਫੁੱਟਬਾਲ ਦੀ ਸਟਰਕਚਰ ਹੁੰਦੀ ਆ, ਕਹਿੰਦੇ ਉਹ ਫੁੱਟਬਾਲ ਦੇ ਵਿੱਚ ਇਦਾਂ ਲੱਗਿਆ ਜਿਵੇਂ ਕਹਿੰਦੇ 20 ਹੈਗਜ਼ਾਗਨਲ ਤੇ 12 ਪੈਂਟਾਗਨਲ ਪੈਨਲਸ ਲੱਗੇ ਹੋਏ ਨੇ। ਪੈਨਲਸ ਮਤਲਬ ਕਿ ਇਸ ਇੱਕ ਨੂੰ ਪੈਨਲ ਕਿਹਾ, ਦੇਖੋ ਇਸ ਇੱਕ ਨੂੰ ਪੈਨਲ ਕਿਹਾ ਗਾ, ਠੀਕ ਹੈ, ਇੱਥੇ ਵੀ ਤੁਹਾਨੂੰ ਦਿਖਾ ਦੇਣਾ, ਮੇਰੇ ਹਿਸਾਬ ਨਾਲ ਤਾਂ ਇੱਥੇ ਮਿਲਣਾ ਚਾਹੀਦੀ ਹੈ ਚੀਜ਼, 1 2 3 4 5 ਦੇਖੋ ਆਹ ਸੀ, ਦੇਖੋ 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 ਅਸਲੀ ਫੁੱਟਬਾਲ ਦੇ ਵਿੱਚ ਇਹ ਕੀ ਹੈ, ਇੱਕ ਪੈਂਟਾਗਨ, ਪੈਂਟਾਗਨ ਆ ਦੇਖੋ ਜੀ ਹੁਣ ਧਿਆਨ ਨਾਲ 1 2 3 4 5 6 ਆ ਗਈ ਇੱਕ ਆਪਣੇ ਕੋਲ ਪੈਂਟਾਗਨ, ਆ ਗਿਆ ਆਪਣੇ ਕੋਲ ਇੱਕ ਹੈਗਜ਼ਾਗਨ, ਹੋ ਰਿਹਾ ਨਾ ਪ੍ਰੂਫ। ਅੱਛਾ ਇਹ ਨਹੀਂ ਦਿਖ ਰਿਹਾ ਹੋਊਗਾ ਤਾਂ ਆਪਾਂ ਆ ਲਿਖ ਦਿੰਨੇ ਆ ਇਹਦੇ ਤੇ, ਕਲੀਅਰ, ਓਕੇ, ਇਦਾਂ ਦੀ ਸਟਰਕਚਰ ਬਣੀ ਸੀ, ਦੇਖੋ ਪੈਂਟਾਗਨਲ ਪੈਨਲ ਵੀ ਮਿਲਣਗੇ ਤੇ ਹੈਗਜ਼ਾਗਨਲ ਪੈਨਲ ਵੀ ਮਿਲਣਗੇ, ਕਿੰਨੇ ਕਿੰਨੇ 20 ਹੈਗਜ਼ਾਗਨਲ, ਦੇਖੋ ਤੁਹਾਨੂੰ ਇੱਥੇ ਵੀ ਦੇਖਿਓ ਧਿਆਨ ਨਾਲ, ਇੱਥੇ ਤੁਹਾਨੂੰ ਦੇਖੋ ਇੱਥੇ ਵੀ ਤੁਹਾਨੂੰ ਨਾਲ ਕੀ ਮਿਲੂਗਾ, ਦੇਖੋ ਇੱਧਰ ਅਸੀਂ 1 2 3 4 5 6 ਮੈਂ ਸਾਈਡਾਂ ਤੋਂ ਨਹੀਂ ਹੋ ਗਿਆ, 1 2 3 4 5 6 ਸਾਈਡਾਂ ਤਾਂ 6 ਹੋ ਗਈਆਂ, ਹੈਗਜ਼ਾਗਨ ਆ ਪਿਆ ਹੈਗਜ਼ਾਗਨ, ਇੱਥੇ ਵੀ ਆ ਹੈਗਜ਼ਾਗਨ ਐਂਡ ਬਲੈਕ ਵਾਲਾ ਸਾਰਾ ਕੀ ਹੈਗੇ ਪੈਂਟਾਗਨ। ਹੁਣ ਤੁਹਾਨੂੰ ਇੱਥੇ ਵਾਈਟ ਵਾਲਾ ਪੋਰਸ਼ਨ ਜ਼ਿਆਦਾ ਦਿਖਿਆ ਕਿ ਬਲੈਕ ਵਾਲਾ, ਵਾਈਟ ਵਾਲਾ, ਤੇ ਵਾਈਟ ਵਾਲੇ ਨੂੰ ਕੀ ਦਿਖਾ ਰੱਖਿਆ ਇਹਨਾਂ ਨੇ ਇੱਥੇ, ਤੇ ਬਲੈਕ ਵਾਲੇ ਨੂੰ ਕੀ ਦਿਖਾ ਰੱਖਿਆ, ਤਾਂ ਮੈਂ ਸਿੱਧਾ ਸਿੱਧਾ ਕਹਿ ਸਕਦਾ ਅਗਰ ਇਹ ਆ ਇੱਕ ਇੱਕ ਇਹਨੂੰ ਕਾਰਨਰ ਨੂੰ ਅਗਰ ਇੱਕ ਪੈਨਲ, ਦੇਖੋ ਇੱਕ ਪੈਨਲ ਇਹਨੂੰ ਕਹੂੰਗਾ ਬੇਟਾ ਮੈਂ, ਇਹਨੂੰ ਇੱਕ ਪੈਨਲ ਕਹਿ ਰਿਹਾ ਮੈਂ, ਹੈਗਜ਼ਾਗਨਲ ਪੈਨਲ, ਇਸ ਪੈਨਲ ਦਾ ਇੱਕ ਕਾਰਨਰ ਜਿਹੜਾ ਹੈਗਾ ਰਿਪਰੈਜ਼ੈਂਟ ਕਰ ਰਿਹਾ ਕਾਰਬਨ ਐਟਮ, ਠੀਕ ਹੈ, ਇਸ ਪੈਨਲ ਦਾ ਇੱਕ ਕਾਰਨਰ ਕੀ ਹੈ ਕਾਰਬਨ ਐਟਮ, ਇਹ ਚੀਜ਼ ਦਾ ਧਿਆਨ ਰੱਖਿਓ ਸਾਰੇ ਬੱਚੇ। ਹੁਣ ਇਹ ਧਿਆਨ ਰੱਖਿਓ ਜੇ ਇਹ ਹੈਗਜ਼ਾਗਨ ਹੈਗੇ, ਅਗਰ ਮੰਨ ਲਓ ਇਹਦੇ ਵਿੱਚ 60 ਹੀ ਕਾਰਨਰਸ ਨੇ, ਅਗਰ 60 ਕਾਰਨਰਸ ਨੇ ਤਾਂ ਮੈਂ ਇਹ ਕਹਿ ਸਕਦਾ ਬੇਟਾ ਕਿ ਇਹਦੇ ਵਿੱਚ ਆਪਾਂ ਨੂੰ ਕਿੰਨੇ ਪੈਂਟਾਗਨਸ ਮਿਲਣਗੇ 12, ਤੇ ਹੈਗਜ਼ਾਗਨ ਕਿੰਨੇ ਮਿਲਣਗੇ ਇਹਦੇ ਵਿੱਚ ਆਪਾਂ ਨੂੰ 20 ਮਿਲਣਗੇ। ਇਹ ਕੁਐਸਚਨ ਪੁੱਛਿਆ ਗਿਆ ਇਸ ਕਰਕੇ ਮੈਂ ਬਾਰ-ਬਾਰ ਤੁਹਾਨੂੰ ਦੱਸ ਰਿਹਾ। ਉਸ ਤੋਂ ਬਾਅਦ ਦੇਖੋ ਇਹਨਾਂ ਨੇ ਕੀ ਕਿਹਾ, ਕਹਿੰਦੇ ਜੀ ਬਕਮਿੰਸਟਰ ਫਲੋਰੀਨ is a dark solid at room temperature। ਅੱਛਾ room temperature ਦਾ ਕਲਰ ਪੁੱਛ ਲਿਆ ਗਿਆ ਤਾਂ ਬੇਟਾ ਕੀ ਹੁੰਦਾਗਾ ਇਹ ਡਾਰਕ ਕਲਰ ਦਾ ਸੋਲਿਡ ਹੁੰਦਾਗਾ, ਤੁਸੀਂ ਇਹ ਨਾ ਸੋਚੋ ਅੱਛਾ ਇਦਾਂ ਹੀ ਦਿਖੂਗਾ ਫੁੱਟਬਾਲ ਲਾਈਕ ਸਟਰਕਚਰ ਦਾ, ਬਹੁਤ ਜ਼ਿਆਦਾ ਛੋਟਾ ਹੁੰਦਾ ਹੈ, ਜੋ ਬਾਲੇ ਸਾਰੇ ਇਸ ਤਰ੍ਹਾਂ ਬਕਮਿੰਸਟਰ ਫਲੋਰੀਨ ਬਾਲੇ ਸਾਰੇ ਪਏ ਹੋਣਗੇ ਤਾਂ ਤੁਹਾਨੂੰ ਕੀ ਲੱਗੂਗਾ ਇੱਕ ਬਲੈਕ ਜਾਂ ਸੋਲਿਡ ਜਾਂ ਤੁਹਾਨੂੰ ਮਤਲਬ ਕਿ ਇੱਕ ਚੀਜ਼ ਦੇਖਣ ਨੂੰ ਮਿਲੂਗੀ। ਉਸ ਤੋਂ ਬਾਅਦ ਡਾਇਮੰਡ ਐਂਡ ਗ੍ਰੇਫਾਈਟ ਆਰ ਗੇਨਡ ਮੋਲੀਕਿਊਲ। ਹੁਣ ਅਗਰ ਗੱਲ ਆ ਜੇ ਗ੍ਰੇਫਾਈਟ ਤੇ ਡਾਇਮੰਡ ਦੀ, ਦੇਖੋ ਬੇਟਾ ਜੀ ਮੈਨੂੰ ਕੋਈ ਪੁੱਛ ਰਿਹਾ ਡਾਇਮੰਡ 'ਚ ਕਿੰਨੇ ਕਾਰਬਨ ਆ, ਮੈਨੂੰ ਨਹੀਂ ਪਤਾ, ਅਨਲਿਮਿਟਿਡ ਕਾਰਬਨ ਲੱਗੇ ਹੋਏ ਉਹਦੇ 'ਚ, ਬਹੁਤ ਸਾਰੇ ਕਾਰਬਨ ਲੱਗੇ ਹੋਏ ਆ, ਬਹੁਤ ਸਾਰੇ ਕਾਰਬਨ ਲੱਗੇ, ਇਸੇ ਕਰਕੇ ਡਾਇਮੰਡ ਨੂੰ ਮੈਂ ਦੇਖ ਸਕਦਾ। ਗ੍ਰੇਫਾਈਟ ਆ ਕਿੰਨੇ ਡਾਇਮੰਡ ਲੱਗੇ, ਕਿੰਨੇ ਉਹ 'ਚ ਕਾਰਬਨ ਲੱਗਿਆ ਮੈਨੂੰ ਨਹੀਂ ਪਤਾ, ਬਹੁਤ ਸਾਰੇ, ਅਨਐਂਡਿੰਗ ਕਾਰਬਨ ਦੀ ਚੇਨ ਉਹਦੇ 'ਚ, ਅਨਐਂਡਿੰਗ ਮਤਲਬ ਕੋਈ ਅੰਤ ਹੀ ਹੈ ਨਹੀਂ ਕਾਰਬਨ ਦੀ ਚੇਨ ਦਾ, ਇੰਨੇ ਸਾਰੇ ਕਾਰਬਨ ਲੱਗੇ ਹੋਏ ਆ, ਇਸੇ ਕਰਕੇ ਉਹ ਮੋਲੀਕੂਲ ਦੇਖ ਸਕਦੇ ਆ, ਇਸੇ ਕਰਕੇ ਮੋਲੀਕੂਲ ਜਿਹੜੇ ਹੈਗੇ ਆ ਵੱਡੇ ਆ। ਠੀਕ ਆ ਤਾਂ ਸੀ ਨੂੰ ਸਹੀ ਕੀ ਹੋ ਗਿਆ ਤੁਹਾਨੂੰ ਲਾਲਾ
ਕੌਣ ਆ? ਤੇ ਫਿਰ ਉਧਰ ਕਿਉਂ ਦੇਖ ਰਹੇ ਹੋ ਤੁਸੀਂ ਬਾਰ-ਬਾਰ ਯਾਰ? ਨਾਲ ਤਾਂ ਮੈਨੂੰ ਡਿਸਟਰਬ ਕਰੀ ਜਾਂਦੇ ਹੋ ਤੁਸੀਂ। ਦੇਖੋ ਸਾਰੇ ਬੱਚੇ, ਬੇਟਾ ਜਿਹੜਾ ਆਪਣੇ ਕੋਲ ਬਕਮਿੰਸਟਰ ਫਲਰੀਨ ਆ, ਇਹਦੇ ਕੰਪੈਰੀਜ਼ਨ ਦੇ ਵਿੱਚ ਅਗਰ ਡਾਇਮੰਡ ਤੇ ਗ੍ਰੇਫਾਈਟ ਦੀ ਆਪਾਂ ਗੱਲ ਕਰੀਏ ਤਾਂ ਡਾਇਮੰਡ ਤੇ ਗ੍ਰੇਫਾਈਟ ਜਿਹੜਾ ਹੈਗਾ ਗਾ ਬੇਟਾ ਬਹੁਤ ਸਾਰੇ ਕਾਰਬਨਸ ਤੋਂ ਬਣਿਆ ਹੋਇਆ ਹੈਗਾ। ਤੇ ਬਹੁਤ ਸਾਰੇ ਕੀ ਬੇਟਾ ਕਿਹਦੇ ਤੋਂ ਬਣਿਆ ਹੋਇਆ ਇਹ? ਮਤਲਬ ਕਿ ਕਾਰਬਨਸ ਤੋਂ ਬਣਿਆ ਹੋਇਆ ਡਾਇਮੰਡ ਤੇ ਅਗਰ ਗ੍ਰੇਫਾਈਟ ਦੀ ਗੱਲ ਕਰੀਏ। ਬਟ ਆਪਾਂ ਬਕਮਿੰਸਟਰ ਫਲਰੀਨ ਬਾਰੇ ਕੀ ਪੜਿਆ ਹੈਗਾ ਕਿ ਲਿਮਟਿਡ ਕਾਰਬਨਸ ਦਾ ਬਣਿਆ ਹੋਇਆ, ਜਿਹਨੂੰ ਆਪਾਂ ਕੀ ਕਹਿੰਦੇ ਹਾਂ 60। ਉਹਨੂੰ ਉਧਰ ਕਰ ਦਿਓ ਬੇਟਾ, ਉਹਨੂੰ ਉਧਰ ਕਰ ਦਿਓ। ਠੀਕ ਹੈ ਜੀ, ਕੰਫਰਟੇਬਲ ਹੋ? ਹੁਣ ਇੱਧਰ ਆ ਜਾਓ। ਤਾਂ ਕਹਿੰਦੇ ਜੀ ਡਾਇਮੰਡ ਐਂਡ ਗ੍ਰੇਫਾਈਟ ਆਰ ਗੈਂਟ ਮੋਲੀਕੂਲ। ਗੈਂਟ ਮਤਲਬ ਕਹਿੰਦਾ ਬਹੁਤ ਵੱਡਾ, ਬਹੁਤ ਵੱਡੇ ਮੋਲੀਕੂਲਸ ਨੇ ਵਿਚ ਕੰਸਿਸਟ ਆਫ ਐਨ ਅਨਐਂਡਿੰਗ ਨੈਟਵਰਕ ਆਫ ਕਾਰਬਨ ਐਟਮਸ। ਮਤਲਬ ਕਿ ਅਗਰ ਕਾਰਬਨਸ ਦੀ ਮੈਂ ਨੈਟਵਰਕ ਬਣਾਉਣ ਲੱਗ ਜਾਂਦਾ, ਇੰਨਾ ਵੱਡਾ ਨੈਟਵਰਕ ਹੈ ਕਿ ਕਾਰਬਨ ਦਾ ਐਂਡ ਹੋਣ ਦਾ ਨਾਮ ਹੀ ਨਹੀਂ ਹੈਗਾ। ਤੇ ਇਸੇ ਕਰਕੇ ਉਹ ਮੋਲੀਕੂਲ ਗੈਂਟ ਮੋਲੀਕੂਲ ਬਣ ਗਿਆ, ਵੱਡਾ ਮੋਲੀਕੂਲ ਬਣ ਗਿਆ, ਜਿਹਦੇ ਕਰਕੇ ਮੈਨੂੰ ਦਿਖਦੇ ਆ। ਆ ਗਈ ਗੱਲ ਬਕਮਿੰਸਟਰ ਫਲਰੀਨ ਦੀ। ਇਹਦੇ ਵਿੱਚ ਤਾਂ ਬੇਟਾ ਜੀ ਕਿੰਨੇ ਕਹਤੇ, ਕਹਿੰਦੇ 60 ਕਾਰਬਨਸ ਹੀ ਨੇ, ਇੱਕ ਮੋਲੀਕੂਲ 60 ਕਾਰਬਨ ਦੀ ਆ। ਤਾਂ ਬੇਟਾ ਜੀ ਇਹ ਫਿਰ ਕਿੱਡਾ ਹੋਊਗਾ? ਇਹ ਬਹੁਤ ਬਹੁਤ ਵੈਰੀ ਵੈਰੀ ਸਮਾਲ ਹੋਊਗਾ ਮੋਲੀਕੂਲ। ਐਂਡ ਇਹ ਆਪਣੀਆਂ ਨੇਕਡ ਆਈਜ਼ ਨਾਲ ਇਹਨੂੰ ਆਪਾਂ ਦੇਖ ਵੀ ਨਹੀਂ ਸਕਦੇ। ਇਹਨੂੰ ਆਪਾਂ ਨੇਕਡ ਆਈਜ਼ ਦੇ ਨਾਲ ਇੱਕ ਮੋਲੀਕੂਲ ਨੂੰ ਦੇਖ ਵੀ ਨਹੀਂ ਸਕਦੇ, ਇੰਨਾ ਜ਼ਿਆਦਾ ਛੋਟਾ ਹੈਗਾ। ਆਈ ਸਮਝ? ਉਸ ਤੋਂ ਬਾਅਦ ਕਹਿੰਦੇ ਬਕਮਿੰਸਟਰ ਫਲਰੀਨ ਆਲਸੋ ਬਰਨਸ ਔਨ ਹੀਟਿੰਗ ਟੂ ਫਾਰਮ ਕਾਰਬਨ ਡਾਈਆਕਸਾਈਡ। ਅੱਛਾ ਗ੍ਰੇਫਾਈਟ ਵਾਲੇ ਚੱਕਰ 'ਚ ਵੀ ਸੀਗਾ, ਗ੍ਰੇਫਾਈਟ ਵਾਲੇ ਦੇ ਕੇਸ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਬੇਟਾ ਗ੍ਰੇਫਾਈਟ ਨੂੰ ਵੀ ਜਦੋਂ ਤੁਸੀਂ ਕੀ ਕਰ ਦੋਗੇ, ਗਰਮ ਕਰ ਦੋਗੇ ਨਾ, ਇਕੱਲੇ ਕਾਰਬਨ ਦਾ ਬਣਿਆ ਹੋਇਆਗਾ, ਤਾਂ ਉਹ ਤੋਂ ਕਾਰਬਨ ਡਾਈਆਕਸਾਈਡ ਗੈਸ ਬਣ ਜੂਗੀ, ਨਥਿੰਗ ਇਜ਼ ਲੈਫਟ ਬਿਹਾਈਂਡ। ਉਹਦੇ ਵਿੱਚ ਵੀ ਲਿਖਾਂਗੇ ਆਪਾਂ, ਇਹ ਲਾਈਨ ਉਹ 'ਚ ਐਡ ਕਰ ਲਓ ਗ੍ਰੇਫਾਈਟ ਵਾਲੇ 'ਚ, ਮੈਨੂੰ ਲੱਗਦਾ ਆਪਣੇ ਹੈ ਨਹੀਂ ਸੀ ਇੱਥੇ। ਠੀਕ ਹੈ, ਗ੍ਰੇਫਾਈਟ ਜਦੋਂ ਆਪਾਂ ਸਟਰੋਂਗ ਹੀਟ ਕਰਾਂਗੇ ਗ੍ਰੇਫਾਈਟ ਨੂੰ, ਤਾਂ ਉੱਥੇ ਕੀ ਬਣੂਗੀ? ਕਾਰਬਨ ਡਾਈਆਕਸਾਈਡ ਗੈਸ ਬਣੂਗੀ ਐਂਡ ਨਥਿੰਗ ਇਜ਼ ਲੈਫਟ ਬਿਹਾਈਂਡ, ਕੁਝ ਵੀ ਪਿੱਛੇ ਖਾਲੀ ਨਹੀਂ ਬਚੂਗਾ। ਇਸੇ ਕੇਸ ਦੇ ਵਿੱਚ ਆਪਾਂ ਮਤਲਬ ਕਿ ਬਕਮਿੰਸਟਰ ਫਲਰੈਂਸ ਨੂੰ ਪੜਾਂਗੇ। ਕਹਿੰਦੇ ਬਕਮਿੰਸਟਰ ਫਲਰੀਨ ਆਲਸੋ ਬਰਨ ਔਨ ਹੀਟਿੰਗ। ਬਕਮਿੰਸਟਰ ਫਲਰੀਨ ਜਿਹੜਾ ਹੈਗਾ ਬੇਟਾ, ਇਹਨੂੰ ਵੀ ਜਦੋਂ ਆਪਾਂ ਬਰਨ ਕਰਾਂਗੇ ਨਾ, ਇਹ ਤੋਂ ਵੀ ਕੀ ਬਣੂਗੀ? ਕਾਰਬਨ ਡਾਈਆਕਸਾਈਡ ਗੈਸ ਬਣੂਗੀ ਐਂਡ ਇੱਥੇ ਵੀ ਲਿਖ ਲਓ ਨਥਿੰਗ ਇਜ਼ ਲੈਫਟ ਬਿਹਾਈਂਡ, ਨਥਿੰਗ ਇਜ਼ ਲੈਫਟ ਬਿਹਾਈਂਡ। ਇਹਦੇ ਵੀ ਬੇਟਾ ਜੀ ਬੈਕ ਤੇ ਕੋਈ ਵੀ ਚੀਜ਼ ਨਹੀਂ ਬਚੂਗੀ। ਇਸ ਕਰਕੇ ਮੈਂ ਕਹਿ ਸਕਦਾ ਇਹ ਵੀ ਕਿਹੜੀ ਚੀਜ਼ ਦਾ ਬਣਿਆ ਹੋਇਆ? ਇਕੱਲਾ ਕਾਰਬਨ ਦਾ ਬਣਿਆ ਹੋਏਗਾ। ਇਹ ਵੀ ਇਕੱਲਾ ਕਿਹਦਾ ਬਣਿਆ ਹੋਇਆ? ਕਾਰਬਨ ਦਾ ਬਣਿਆ ਹੋਏਗਾ। ਉਸ ਤੋਂ ਬਾਅਦ ਕਹਿੰਦਾ ਇਹਨਾਂ ਨੇ ਕੀ ਕਿਹਾ? ਕਹਿੰਦੇ ਡਾਇਮੰਡ ਇਜ਼ ਐਕਸਟ੍ਰੀਮਲੀ ਹਾਰਡ। ਅਸੀਂ ਪੜ੍ਹ ਕੇ ਆਏ ਡਾਇਮੰਡ ਬਹੁਤ ਜ਼ਿਆਦਾ ਹਾਰਡ ਹੁੰਦਾ। ਐਂਡ ਇੱਕ ਚੀਜ਼ ਪੜ੍ਹ ਕੇ ਆਏ ਗ੍ਰੇਫਾਈਟ ਕੀ ਹੁੰਦਾਗਾ? ਸੌਫਟ ਹੁੰਦਾਗਾ। ਅਗਰ ਡਾਇਮੰਡ ਬਹੁਤ ਜ਼ਿਆਦਾ ਹਾਰਡ ਆ, ਗ੍ਰੇਫਾਈਟ ਬਹੁਤ ਜ਼ਿਆਦਾ ਸੌਫਟ ਆ, ਤਾਂ ਬਕਮਿੰਸਟਰ ਫਲਰੀਨ ਦੀ ਅਗਰ ਗੱਲ ਕਰੀਏ, ਕਹਿੰਦੇ ਨਾ ਹੀ ਇਹ ਜ਼ਿਆਦਾ ਹਾਰਡ ਆ ਤੇ ਨਾ ਹੀ ਜ਼ਿਆਦਾ ਸੌਫਟ ਆ। ਬਕਮਿੰਸਟਰ ਫਲਰੀਨ ਕੀ ਆ? ਨਾਈਦਰ ਵੈਰੀ ਹਾਰਡ ਨॉर ਸੌਫਟ। ਇੱਥੇ ਨॉर ਕਰ ਲਓ। ਠੀਕ ਹੈ ਜੀ, ਇੱਥੇ ਨॉर ਕਰ ਲਓ, ਨॉर ਆਊਗਾ। ਜੇ ਅੰਗਰੇਜ਼ੀ ਵਗੈਰਾ ਦੇ ਵਿੱਚ ਚੈੱਕ ਕਰਨਾ ਤਾਂ ਨਹੀਂ ਚੱਕਰ, ਤਾਂ ਮੇਰੇ ਬਾਅਦ ਤਾਂ ਕੁਛ ਮਰਜ਼ੀ ਲਿਖ ਲਓ। ਵੈਸੇ ਇੱਥੇ ਸਹੀ ਜਿਹੜਾ ਹੈਗਾ ਤਾਂ नॉर आ जाऊगा। बहुत सारे कमेंट्स होंगे सर यहाँ पे नॉर आना था, लो जी नॉर कर दिए। ठीक है जी, सो नॉर सॉफ्ट। उस तो बाद आने आ एक बड़े ही होर इंटरस्टिंग कंसैप्ट ਦੇ ਉੱਤੇ, ਜਿੱਥੇ ਸਾਨੂੰ ਪੁੱਛਿਆ ਗਿਆ ਕਹਿੰਦਾ ਕਾਮਨ ਐਲੋਟ੍ਰੋਪ ਆਫ ਕਾਰਬਨ ਜਿਹੜੇ ਹੈਗੇ ਆ, ਮਤਲਬ ਕਿ ਕਾਮਨ ਐਲੋਟ੍ਰੋਪ ਜਿਹੜੇ ਕਾਰਬਨ ਦੇ, ਜਿਹਦੀ ਗੱਲ ਕਰਦੇ ਡਾਇਮੰਡ ਤੇ ਗ੍ਰੇਫਾਈਟ, ਕਿਆ ਕਹਿੰਦੇ ਹੈਵ ਐਂਟਾਇਰਲੀ ਡਿਫਰੈਂਟ ਫਿਜ਼ੀਕਲ ਪ੍ਰੋਪਰਟੀ। ਫਿਜ਼ੀਕਲ ਪ੍ਰੋਪਰਟੀ ਬੜੀ ਡਿਫਰੈਂਟ ਦੋਨਾਂ ਦੀ, ਫਿਜ਼ੀਕਲ ਪ੍ਰੋਪਰਟੀ ਬੜੀ ਡਿਫਰੈਂਟ ਆ, ਬਟ ਕਹਿੰਦੇ ਕੈਮੀਕਲ ਪ੍ਰੋਪਰਟੀ ਬਿਲਕੁਲ ਸਿਮਿਲਰ ਆ। ਕੈਮੀਕਲ ਪ੍ਰੋਪਰਟੀ ਦਾ ਮਤਲਬ ਕੀ ਹੁੰਦਾ? ਕਿਹਦੇ ਬਣੇ ਹੋਏ ਨੇ? ਕੈਮੀਕਲ ਪ੍ਰੋਪਰਟੀ ਦੀ ਪਹਿਲਾਂ ਗੱਲ ਕਰੀਏ, ਦੋਨਾਂ ਦੀ ਪਹਿਲਾਂ ਕੈਮੀਕਲ ਪ੍ਰੋਪਰਟੀ ਦੀ ਗੱਲ ਕਰਦੇ ਹਾਂ। ਦੇਖੋ ਇੱਧਰ ਕੈਮੀਕਲ ਪ੍ਰੋਪਰਟੀ ਦੋਨਾਂ ਦੀ ਅਗਰ ਗੱਲ ਕਰੀਏ ਤਾਂ ਬੇਟਾ ਦੋਨੇ ਤੋਂ ਦੋਨੇ ਕਿਹਦੇ ਬਣੇ ਹੋਏ ਨੇ? both are made up of carbon only, ਕਾਰਬਨ ਦੇ ਬਣੇ ਹੋਏ ਆ। ਐਂਡ ਦੋਨਾਂ ਦੇ ਕੇਸਿਸ 'ਚ ਇੱਕ ਚੀਜ਼ ਹੋਰ ਪੜ੍ਹੀ ਅਸੀਂ, ਕੈਮੀਕਲ ਪ੍ਰੋਪਰਟੀ ਦੀ ਗੱਲ ਕਰ ਰਹੇ ਹਾਂ ਆਪਾਂ। ਕੈਮੀਕਲ ਪ੍ਰੋਪਰਟੀ ਦੋਨਾਂ ਦੇ ਕੇਸਿਸ 'ਚ ਇੱਕ ਗੱਲ ਹੋਰ ਕਰੀ ਤਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਦੋਨਾਂ ਨੂੰ ਜਦੋਂ ਆਪਾਂ ਕੀ ਕਰਾਂਗੇ ਬੇਟਾ, ਬਰਨ ਕਰਾਂਗੇ ਜਾਂ ਹੀਟ ਕਰਾਂਗੇ ਤਾਂ ਕੀ 'ਚ ਕਨਵਰਟ ਹੋ ਜਾਣਗੇ ਉਹ? ਕਾਰਬਨ ਡਾਈਆਕਸਾਈਡ ਦੇ ਵਿੱਚ। ਦੋਨਾਂ ਦੇ ਕੇਸ 'ਚ ਆਪਾਂ ਕੀ ਕਿਹਾ ਸੀ? ਨਥਿੰਗ ਇਜ਼ ਲੈਫਟ ਬਿਹਾਈਂਡ। ਦੋਨਾਂ ਦੇ ਕੇਸ 'ਚ ਆਪਾਂ ਕੀ ਕਿਹਾ ਸੀਗਾ? ਨਥਿੰਗ ਇਜ਼ ਲੈਫਟ ਬਿਹਾਈਂਡ। ਠੀਕ ਹੈ ਜੀ, ਤਾਂ ਇਹ ਤਾਂ ਹੋ ਗਈ ਕੈਮੀਕਲ ਪ੍ਰੋਪਰਟੀ। ਡਾਇਮੰਡ ਦੇ ਕੇਸ 'ਚ ਵੀ ਤੇ ਗ੍ਰੇਫਾਈਟ ਦੇ ਕੇਸ 'ਚ ਵੀ ਸੇਮ ਆ, ਪਰ ਫਿਜ਼ੀਕਲ ਪ੍ਰੋਪਰਟੀ ਬੜੀ ਡਿਫਰੈਂਟ ਆ। ਮਤਲਬ ਕਹਿੰਦੇ ਡਾਇਮੰਡ ਬਹੁਤ ਜ਼ਿਆਦਾ ਹਾਰਡ ਹੁੰਦਾ, ਗ੍ਰੇਫਾਈਟ ਸੌਫਟ ਹੁੰਦਾ। ਇਹ ਕੀ ਚੱਕਰ ਬਣਿਆ ਬਈ? ਕੋਈ ਤਾਂ ਕਾਰਨ ਹੋਊਗਾ। ਅੱਛਾ ਉਦੋਂ ਬਾਅਦ ਇਹਨਾਂ ਨੇ ਕਿਹਾ ਕਹਿੰਦੇ ਡਾਇਮੰਡ ਸ਼ਾਈਨੀ ਅਪੀਅਰੈਂਸ ਦਿੰਦਾਗਾ, ਜਦ ਕਿ ਉਹ ਡਲ ਅਪੀਅਰੈਂਸ ਹੁੰਦੀ ਆ।
ਉਹ ਟਰਾਂਸਪੇਰੈਂਟ ਹੁੰਦਾਗਾ, ਉਹ ਬੇਟਾ ਜੀ ਕੀ ਹੁੰਦਾਗਾ, ਗ੍ਰੇਸ਼ ਬਲੈਕ ਓਪੇਕ ਸਬਸਟੈਂਸ ਹੁੰਦਾਗਾ। ਉਹ ਤੋਂ ਬਾਅਦ ਅਗਰ ਹੁਣ ਦੇਖੀਏ ਬਹੁਤ ਜ਼ਿਆਦਾ ਹਾਰਡ ਆ, ਠੀਕ ਹੈ, ਟੱਚ ਕਰਾਂਗੇ ਹਾਰਡ ਹੋਊਗਾ, ਇਹ ਬਹੁਤ ਜ਼ਿਆਦਾ ਸੌਫਟ ਆ। ਸਲਿਪਰੀ ਟੱਚ ਦਿੰਦਾ ਜਦ ਕਿ ਡਾਇਮੰਡ ਨਹੀਂ ਦਿੰਦਾ। ਇਹ ਸਾਰੀਆਂ ਕੀ ਨੇ, ਫਿਜ਼ੀਕਲ ਪ੍ਰੋਪਰਟੀਜ਼। ਕਹਿੰਦੇ ਕਾਰਬਨ ਦੇ ਐਲੋਟ੍ਰੋਪਸ, ਕਾਰਬਨ ਦੇ ਦੋ ਕਾਮਨ ਐਲੋਟ੍ਰੋਪਸ ਗ੍ਰੇਫਾਈਟ ਤੇ ਡਾਇਮੰਡ, ਕਹਿੰਦੇ ਦੋਨਾਂ ਦੀ ਫਿਜ਼ੀਕਲ ਪ੍ਰੋਪਰਟੀ ਬੜੀ ਡਿਫਰੈਂਟ ਆ ਜਦ ਕਿ ਇਹਨਾਂ ਦੀ ਕੈਮੀਕਲ ਪ੍ਰੋਪਰਟੀ ਸਿਮਿਲਰ ਆ। ਕਾਰਨ, ਇਹਦਾ ਕਾਰਨ ਸੁਣਿਓ ਹੁਣ ਕੀ ਆ। ਜਿਹੜਾ ਕੁਝ ਮੈਂ ਤੁਹਾਨੂੰ ਕਿਹਾ ਸੀ ਇਲੈਕਟ੍ਰਿਸਿਟੀ ਕੰਡਕਟ ਕਰਦਾ ਕਿ ਨਹੀਂ ਕਰਦਾ, ਉਹ ਵੀ ਇੱਥੇ ਆ ਗਈ। ਇਲੈਕਟ੍ਰਿਸਿਟੀ ਕੰਡਕਟ ਦੀ ਗੱਲ ਕਰੀਏ ਤਾਂ ਡਾਇਮੰਡ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰਦਾ ਬਟ ਗ੍ਰੇਫਾਈਟ ਕਰਦਾ ਹੈਗਾ। ਇਹ ਵੀ ਇੱਕ ਕੀ ਹੈਗੀ, ਕੈਮੀਕਲ ਪ੍ਰੋਪਰਟੀ ਆ ਗਈ। ਇਹ ਵੀ ਤਾਂ ਕੈਮੀਕਲ ਪ੍ਰੋਪਰਟੀ ਆ ਗਈ ਨਾ। ਤਾਂ ਦੇਖੋ ਇਹਨਾਂ ਨੇ ਕਿਹਾ ਦ ਡਿਫਰੈਂਸ ਇਨ ਦ ਫਿਜ਼ੀਕਲ ਪ੍ਰੋਪਰਟੀ ਆਫ ਦ ਡਾਇਮੰਡ ਐਂਡ ਗ੍ਰੇਫਾਈਟ ਅਰਾਈਜ਼ਸ। ਹੁਣ ਕਿਉਂ ਅਰਾਈਜ਼ ਹੋਈ, ਇਹਦੀ ਫਿਜ਼ੀਕਲ ਪ੍ਰੋਪਰਟੀ ਜਿਹੜੀ ਹੈਗੀ ਡਿਫਰੈਂਸ ਹੈ, ਕਿਉਂ ਅਰਾਈਜ਼ ਹੋਇਆ, ਕਹਿੰਦੇ ਬਿਕੋਜ਼ ਡਿਫਰੈਂਟ ਅਰੇਂਜਮੈਂਟ ਆਫ ਕਾਰਬਨ ਐਟਮਸ ਇਨ ਦੈਮ। ਬਣੇ ਮੰਨਿਆ ਦੋਨੇ ਕਾਰਬਨ ਦੇ ਹੋਏ ਨੇ, ਪਰ ਕਾਰਬਨ ਕਿਵੇਂ ਕਿਵੇਂ ਅਰੇਂਜ ਹੋ ਕੇ ਡਾਇਮੰਡ ਬਣਿਆ, ਕਾਰਬਨ ਕਿਵੇਂ ਕਿਵੇਂ ਅਰੇਂਜ ਹੋ ਕੇ ਆਪਣਾ ਗ੍ਰੇਫਾਈਟ ਬਣਿਆ, ਇਹ ਡਿਫਰੈਂਟ ਆ। ਫਰਕ ਇੱਥੇ ਪੈਂਦਾ, ਇਸੇ ਕਰਕੇ ਫਿਜ਼ੀਕਲ ਪ੍ਰੋਪਰਟੀ ਕੀ ਹੋਗੀ, ਡਿਫਰੈਂਟ ਹੋਗੀ, ਜਦ ਕਿ ਕੈਮੀਕਲ ਪ੍ਰੋਪਰਟੀ ਦੀ ਕਾਫੀ ਹੱਦ ਤੱਕ ਸੇਮ। ਠੀਕ ਹੈ ਜੀ। ਤਾਂ ਇੱਥੋਂ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਸਟਰਕਚਰ ਆਫ ਡਾਇਮੰਡ। ਡਾਇਮੰਡ ਦੀ ਸਟਰਕਚਰ ਇਸ ਫੋਟੋ ਤੇ ਮੈਂ ਬਾਅਦ ਚੋਂ ਆਉਣਾ, ਪਹਿਲਾਂ ਆਪਾਂ ਅੱਗੇ ਚੱਲੀਏ, ਇਹਨੂੰ ਪੜ੍ਹਨਾ ਸਟਾਰਟ ਕਰੀਏ ਕੀ ਹੈਗਾ। ਕਹਿੰਦੇ ਦੇਖੋ ਜੀ, ਕਹਿੰਦਾ ਡਾਇਮੰਡ ਕੀ ਹੈ, ਇੱਕ ਬਹੁਤ ਵੱਡਾ ਮੋਲੀਕੂਲ ਹੈ, ਗੈਂਟ ਮੋਲੀਕੂਲ ਆ। ਕਿਹਦਾ ਬਣਿਆ ਹੋਏਗਾ, ਸਿਰਫ ਕਾਰਬਨ ਐਟਮਸ ਦਾ ਬਣਿਆ ਹੋਏਗਾ। ਠੀਕ ਹੈ। each carbon atom in the diamond crystal is linked to 4 other carbon atoms by strong covalent bond। ਸੁਣੋ ਸਾਰੇ ਬੱਚੇ ਧਿਆਨ ਨਾਲ। ਇਹ ਕਹਿੰਦੇ ਜੀ ਅਗਰ ਡਾਇਮੰਡ ਦੀ ਗੱਲ ਕਰੀਏ ਤਾਂ ਡਾਇਮੰਡ ਦੇ ਕੇਸ ਦੇ ਵਿੱਚ ਅਗਰ ਇੱਕ ਕਾਰਬਨ ਦੀ ਗੱਲ ਕਰੀਏ ਤਾਂ ਇੱਕ ਕਾਰਬਨ ਦੇ ਨਾਲ 4 ਕਾਰਬਨ ਜੁੜੇ ਹੋਏ ਨੇ ਵਿਦ ਸਟਰੋਂਗ ਕੋਵੈਲੈਂਟ ਬੌਂਡ। ਅਗਰ ਮੇਰੇ ਕੋਲੇ ਆ ਸੀਗਾ ਕਾਰਬਨ, ਥੋੜਾ ਜਿਹਾ ਇੱਥੇ ਆ ਜਾ, ਅਗਰ ਮੇਰੇ ਕੋਲ ਆਹ ਇੱਕ ਕਾਰਬਨ ਤੇ ਇੱਕ ਕਾਰਬਨ ਦੇ ਨਾਲ ਦੇਖਿਓ, ਇੱਕ ਕਾਰਬਨ ਆ ਸੀ, ਦੂਸਰਾ ਆ ਸੀ, ਤੀਸਰਾ ਆ ਸੀ, ਚੌਥਾ ਆ ਸੀ। ਦਿਖ ਰਿਹਾ, ਦਿਖ ਰਿਹਾ ਸਭ ਨੂੰ। ਇੱਕ ਆ ਕਾਰਬਨ ਹੈ, ਇਸ ਕਾਰਬਨ ਦੇ ਨਾਲ ਇੱਕ ਕਾਰਬਨ ਆ ਜੁੜਿਆ, ਕਾਰਬਨ ਨੰਬਰ 1, ਦੂਸਰਾ ਕਾਰਬਨ ਆਡਾ 2, ਇਸ ਨਾਲ ਕਾਰਬਨ ਨੰਬਰ 3, ਇਸ ਨਾਲ ਕਾਰਬਨ ਨੰਬਰ 4। ਇਦਾਂ ਹੀ ਇਸੇ ਕਾਰਬਨ ਦੀ ਅਗਰ ਗੱਲ ਕਰੀਏ ਤਾਂ ਇਸ ਕਾਰਬਨ ਦੇ ਨਾਲ ਦੇਖੋ ਕਿੰਨੇ ਕਾਰਬਨ ਜੁੜੇ ਹੋਏ ਆ, 1 2 2 ਖਾਲੀ ਪਏ, 2 ਹੋਰ ਜੁੜ ਜਾਣਗੇ। ਇਦਾਂ ਇਹਨੂੰ ਬੇਟਾ ਜੀ 4 ਦੀ ਵੈਲੈਂਸੀ ਹੁੰਦੀ ਆ, ਪੂਰੀ ਕਰੀ ਚਲੋ। ਆ ਸੀਗਾ। ਇੱਥੇ ਦੇਖਦੇ ਆਪਾਂ ਮਾੜਾ ਜਿਹਾ, ਇਸ ਧਿਆਨ ਨਾਲ ਇਸ ਸਟਰਕਚਰ ਨੂੰ ਦੇਖੋ, ਇਹਨੂੰ ਅੱਗੇ ਵੀ ਦੇਖਦੇ ਆਪਾਂ। ਅਗਰ ਆ ਕਾਰਬਨ, ਇਸ ਕਾਰਬਨ ਦੇ ਨਾਲ ਕਾਰਬਨ ਆ ਸੀ 1, ਦੂਸਰਾ ਆ ਸੀ, ਤੀਸਰਾ ਆ ਸੀ, ਚੌਥਾ ਆ ਸੀ। ਤਾਂ ਡਾਇਮੰਡ ਦੇ ਵਿੱਚ ਇੱਕ ਕਾਰਬਨ ਦੇ ਨਾਲ ਕਿੰਨੇ ਕਾਰਬਨ ਅਰੇਂਜ ਅੱਗੇ, 4। ਹਰੇਕ ਦੇ ਨਾਲ ਐਂ ਹੋਣਗੇ। ਅਗਰ ਆਹ ਕਾਰਬਨ ਫੇਰ ਅੱਗੇ ਇਹਨੂੰ ਦੇਖੀਏ ਤਾਂ ਇੱਕ ਕਾਰਬਨ ਆ ਅਟੈਚਡ, ਦੂਸਰਾ, ਤੀਸਰਾ, ਚੌਥਾ। ਤਾਂ ਇੱਥੇ ਮੈਂ ਆਪ ਬਣਾ ਦੇਣਾ, ਦੇਖੋ ਚਿਕੜਾ ਕੋਈ ਹੈ। ਅਗਲੀ ਸਟਰਕਚਰ ਕੁਛ ਇਦਾਂ ਦੀ ਬਣੂਗੀ, ਇਹਦੇ ਨਾਲ ਇਦਾਂ ਬਣ ਜੂਗਾ। ਦੂਜੀ ਕਾਰਬਨ ਜਿਹੜੀ ਪਈ ਇਹਦੇ ਚ, ਜਿਹਦਾ 2 ਲਿਖਿਆ ਹੈਗਾ, ਉਹਦੇ ਨਾਲ ਅੱਗੇ ਕਿੰਨੀਆਂ ਕਾਰਬਨਾਂ ਜੁੜ ਗਈਆਂ, 4। ਅੱਗੇ ਜਿਹੜੀ ਆਹ ਕਾਰਬਨ ਇਹਦੇ ਨਾਲ ਕਿੰਨੀਆਂ ਕਾਰਬਨਾਂ ਜੁੜ ਜਾਣਗੀਆਂ, 4। ਅਨਐਂਡਿੰਗ ਇਹ ਚੱਲੀ ਜਾਊਗਾ ਬੇਟਾ ਜੀ, ਇਹ ਅਰੇਂਜਮੈਂਟ ਅਨਐਂਡਿੰਗ ਚੱਲੀ ਜਾਊ, ਕਿਤੇ ਐਂਡ ਹੋਣ ਦਾ ਨਾਮ ਹੀ ਹੈ ਨਹੀਂਗਾ। ਬਸ ਕਾਰਬਨ ਨਾਲ ਜੁੜਦੇ 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 ਇੰਨੀਆਂ ਜ਼ਿਆਦਾ ਕਾਰਬਨ ਜੁੜ ਜਾਣਗੀਆਂ ਕਿ ਇੱਕ ਮੋਲੀਕੂਲ ਜਦੋਂ ਡਾਇਮੰਡ ਬਣ ਜਾਊਗਾ ਤਾਂ ਸਾਨੂੰ ਡਾਇਮੰਡ ਦਿਖਣਾ ਸਟਾਰਟ ਹੋ ਜਾਊਗਾ। ਠੀਕ ਹੈ। ਕਾਰਬਨ ਦਾ ਇੱਕ ਮੋਲੀਕੂਲ ਡਾਇਮੰਡ, ਕਾਰਬਨ ਦਾ ਇੱਕ ਮੋਲੀਕੂਲ ਡਾਇਮੰਡ ਜਿਹਨੂੰ ਅਸੀਂ ਐਲੋਟ੍ਰੋਪ ਕਹਿੰਦੇ ਆ, ਉਹ ਚ ਇੰਨੀਆਂ ਜ਼ਿਆਦਾ ਕਾਰਬਨਸ ਨੇ, ਇੰਨੀਆਂ ਜ਼ਿਆਦਾ ਕਾਰਬਨਸ ਨੇ, ਇਸੇ ਕਰਕੇ ਕੀ ਬਣ ਜਾਂਦਾ, ਉਹ ਹੈਵੀ ਬਣ ਜਾਂਦਾ ਹੈਗਾ। ਹੁਣ ਸੋਚਿਆ ਤਾਂ ਤੁਸੀਂ ਇੱਕ ਚੀਜ਼ ਹੋਊਗੀ, ਦਿਖਦੀ ਤਾਂ ਸਾਨੂੰ ਗ੍ਰੇਫਾਈਟ ਵੀ ਆ, ਫਿਰ ਉਹ ਲਾਈਟਰ ਕਿਉਂ? ਠੀਕ ਹੈ। ਸੋ ਇੱਥੇ ਪਹਿਲਾਂ ਦਾ ਕਾਰਨ ਪੜ੍ਹ ਲੈਂਦੇ ਆਪਾਂ। ਇਹਨਾਂ ਨੇ ਕਿਹਾ, ਕਹਿੰਦੇ ਈਚ ਕਾਰਬਨ ਐਟਮ ਇਨ ਦਾ ਡਾਇਮੰਡ। ਆਹ ਵਾਲੀ ਧਿਆਨ ਨਾਲ ਲਾਈਨ ਸੁਣ ਲਓ। ਕਹਿੰਦੇ ਡਾਇਮੰਡ ਦੇ ਵਿੱਚ ਇੱਕ ਕਾਰਬਨ ਐਟਮ, ਠੀਕ ਹੈ ਜੀ, ਅੱਗੇ 4 ਅਦਰ ਕਾਰਬਨਸ ਦੇ ਨਾਲ ਕੀ ਹੋਇਆ, ਜੁੜਿਆ ਹੋਇਆ ਹੈਗਾ। ਐਂਡ ਜਿਹੜਾ ਉਹਨਾਂ ਚ ਵਿਚਾਲੇ ਬੌਂਡ ਹੈ ਬੇਟਾ ਜੀ, ਉਹਦਾ ਨਾਮ ਹੈਗਾ ਕੋਵੈਲੈਂਟ ਬੌਂਡ। ਜਿਹੜਾ ਉਹਨਾਂ ਦੇ ਵਿਚਾਲੇ ਬੌਂਡ ਹੈ ਤਾਂ ਕਿਹੜਾ ਹੈਗਾ, ਕੋਵੈਲੈਂਟ ਬੌਂਡ। ਸੋ ਡਾਇਮੰਡ ਦੇ ਵਿੱਚ ਸਿਰਫ ਕਿਹੜਾ ਬੌਂਡ ਮਿਲੂਗਾ, ਕੋਵੈਲੈਂਟ ਬੌਂਡ। ਤੇ ਇਹ ਜਿਹੜਾ ਕੰਪਾਊਂਡ ਤਾਂ ਨਹੀਂ ਕਹਿ ਸਕਦੇ, ਫਿਰ ਮੋਲੀਕੂਲ ਕਿਹੜਾ ਹੋ ਗਿਆ, ਕੋਵੈਲੈਂਟ ਮੋਲੀਕੂਲ ਹੋ ਗਿਆ। ਉਹ ਕੋਵੈਲੈਂਟ ਬੌਂਡ ਹੀ ਆ। ਐਂਡ ਕੋਵੈਲੈਂਟ ਬੌਂਡ ਅਗਰ ਗੱਲ ਕਰੀਏ ਇੱਥੇ ਬਹੁਤ ਸਟਰੋਂਗ ਤਰੀਕੇ ਨਾਲ ਜੁੜਿਆ ਹੋਏਗਾ। ਇੰਨੇ ਸਟਰੋਂਗ ਤਰੀਕੇ ਨਾਲ ਕਾਰਬਨ ਜੁੜਿਆ ਹੋਇਆ ਹੈ ਨਾ। ਦੇਖੋ ਇੱਕ ਹੋਰ ਸੁਣਿਓ ਧਿਆਨ ਨਾਲ, ਮੈਂ ਹੁਣੀ ਤੁਹਾਨੂੰ ਕਹਿ ਕੇ ਸੀ ਕੋਵੈਲੈਂਟ ਬੌਂਡ ਇੰਨਾ ਸਟਰੋਂਗ ਨਹੀਂ ਹੁੰਦਾ, ਵੀਕ ਵਨ ਡਰ ਵਾਲ ਫੋਰਸਿਸ ਹੁੰਦੀਆਂ। ਬੌਂਡ ਸਟਰੋਂਗ ਹੁੰਦਾਗਾ, ਧਿਆਨ ਰੱਖਿਓ। ਉੱਥੇ ਮੈਂ ਫੋਰਸਿਸ ਦੀ ਗੱਲ ਕੀਤੀ ਸੀ, ਮੈਂ ਕਿਤੇ ਬੌਂਡ ਦੀ ਗੱਲ ਨਹੀਂ ਕੀਤੀ। ਮੈਂ ਉੱਥੇ ਫੋਰਸਿਸ ਦੀ ਗੱਲ ਕੀਤੀ ਸੀ ਪਹਿਲੇ ਪੇਜ ਦੇ ਉੱਤੇ। ਠੀਕ ਹੈ। ਕਿਤੇ ਕਹਿ ਦੋ ਸਰ ਤੁਸੀਂ ਪਹਿਲਾਂ ਤਾਂ ਕਿਹਾ ਸੀਗਾ ਜੀ ਵੀਕ ਬੌਂਡ ਹੁੰਦਾ, ਮੈਂ ਬੌਂਡ ਕਿਤੇ ਵਰਡ ਨਹੀਂ ਯੂਜ਼ ਕੀਤਾ। ਮੈਂ ਇਹ ਕਿਹਾ ਸੀਗਾ ਕਿ ਵੀਕ ਵੰਡਰਵਾਲ ਫੋਰਸਿਸ ਹੁੰਦੀਆਂ। ਵੰਡਰਵਾਲ ਫੋਰਸਿਸ ਮਤਲਬ ਕਿ ਇੱਕ ਦੂਜੇ ਨੂੰ ਜਿਹੜੀ ਇੰਟਰਮੋਲੀਕੂਲਰ ਫੋਰਸ ਹੁੰਦੀ ਆ, ਉਹ ਬੜੀ ਵੀਕ ਹੁੰਦੀ ਆ। ਫਿਰ ਬੌਂਡ ਸਟਰੋਂਗ ਹੁੰਦਾ, ਇਹ ਵੀ ਕਾਰਬਨ ਕਾਰਬਨ ਵਿਚਾਲੇ ਬੌਂਡ ਇੰਨਾ ਸਟਰੋਂਗ ਹੁੰਦਾ, ਉਹਨੂੰ ਤੋੜਨਾ ਬਹੁਤ ਔਖਾ।
ਹੁਣ ਇੱਥੇ ਕਾਰਬਨ ਕਾਰਬਨ ਦੇ ਵਿਚਾਲੇ ਬੌਂਡ ਬਣ ਕੇ ਹੀ ਤਾਂ ਇੰਨੇ ਸਾਰੇ ਕਾਰਬਨ ਜੁੜ ਕੇ ਤਾਂ ਡਾਇਮੰਡ ਬਣ ਰਿਹਾ, ਤੇ ਇੰਨੇ ਕੋਵੈਲੈਂਟ ਬੌਂਡ ਨੇ ਕਾਰਬਨ ਕਾਰਬਨ, ਉਹ ਵੀ ਸਟਰੋਂਗ ਬੌਂਡ, ਤਾਂ ਦੱਸੋ ਡਾਇਮੰਡ ਫੇਰ ਹਾਰਡ ਨਾ ਹੋਊਗਾ ਤਾਂ ਕੀ ਹੋਊਗਾ? ਐਕਸਟ੍ਰੀਮਲੀ ਹਾਰਡ ਤਾਂ ਬਣੂਗਾ ਨਾ। ਓਕੇ, ਉਸ ਤੋਂ ਬਾਅਦ ਇਹਨਾਂ ਨੇ ਕਿਹਾ, ਕਹਿੰਦਾ 4 ਸਰਾਊਂਡਿੰਗ ਕਾਰਬਨ ਐਟਮਸ ਆਰ ਐਟ ਦਾ 4 ਵਰਟਾਈਸਿਸ ਆਫ ਦਾ ਰੈਗੂਲਰ ਟੈਟਰਾਹੈਡਰਨ। ਅੱਛਾ, ਇਹ ਜਿਹੜੇ ਸਟਰਕਚਰ ਹੁੰਦੀਆਂ ਨਾ +2 +1 ਦੇ ਵਿੱਚ ਜਾ ਕੇ ਪੜੋਗੇ ਨਾ, ਟੈਟਰਾਹੈਡਰਲ ਸਟਰਕਚਰ ਕਹਿੰਦੇ ਆ, ਪਤਾ ਕਿਵੇਂ? ਦੇਖੋ, ਇੱਕ ਮੈਨੂੰ ਉਹ ਦਿਓ, 3 ਪੈਨ ਦਿਓ, 6 ਪੈਨਸ ਦਿਓ ਮੈਨੂੰ, 3 ਪੈਨ ਦੇ ਦਿਓ। ਸਾਰੇ ਬੱਚੇ ਸੁਣੋ, ਅਗਰ ਇੱਥੇ ਇੱਕ ਕਾਰਬਨ ਆ, ਅਗਰ ਇੱਥੇ ਆ ਦੇਖੋ ਆ ਜਿਹੜੀ ਇਹ ਇੱਕ ਕਾਰਬਨ ਆ, ਤੇ ਬੇਟਾ ਜੀ ਇੱਕ ਕਾਰਬਨ ਦੇ ਨਾਲ ਇੱਕ ਕਾਰਬਨ ਆ ਜੁੜਿਆ ਹੋਇਆਗਾ, ਦੂਸਰਾ ਕਾਰਬਨ ਆ ਜੁੜਿਆ ਹੋਇਆਗਾ, ਤੀਸਰਾ ਕਾਰਬਨ ਆ ਜੁੜਿਆ ਹੋਇਆਗਾ, ਚੌਥਾ ਕਾਰਬਨ ਆ ਜੁੜਿਆ ਹੋਇਆਗਾ। ਅਗਰ 3D ਦੇ ਵਿੱਚ ਸਟਰਕਚਰ ਦੇਖ ਪਾਓ ਤਾਂ ਇਦਾਂ ਸਟਰਕਚਰ ਦੇਖ ਪਾ ਰਹੇ ਹੋ, ਕਿੱਦਾਂ ਦੀ ਸਟਰਕਚਰ ਦਿਖ ਰਹੀ ਹੈ, ਦੇਖੋ ਇਦਾਂ ਵੀ ਦੇਖੋ, ਇਦਾਂ ਵੀ ਦੇਖੋ। ਤਾਂ ਬੇਟਾ ਇਸ ਸਟਰਕਚਰ ਨੂੰ ਟੈਟਰਾਹੈਡਰਲ ਸਟਰਕਚਰ ਕਹਿੰਦੇ ਹੁੰਦੇ ਆ। ਇਹਨੂੰ ਕੀ ਕਹਿੰਦੇ ਆ? ਟੈਟਰਾਹੈਡਰਲ ਸਟਰਕਚਰ ਕਹਿੰਦੇ ਆ। ਇੱਕ ਕਾਰਬਨ ਐਟਮ 4 ਕਾਰਬਨ ਐਟਮਸ ਦੇ ਨਾਲ ਜੁੜਦਾਗਾ, ਐਂਡ ਜਿਹੜੇ ਸਰਾਊਂਡਿੰਗ ਵਿੱਚ ਚਾਰੇ ਕਾਰਬਨ ਐਟਮਸ ਨੇ, ਉਹ ਚਾਰੇ ਦੇ ਚਾਰੇ ਕਾਰਬਨ ਐਟਮਸ ਜਿਹੜੇ ਹੈਗਾ ਕਾਰਬਨ ਦੀਆਂ ਸਾਈਡਾਂ ਤੇ ਪਿਆ, ਵਰਟਾਈਸਿਸ ਦੇ ਪਿਆ, ਇਹਨਾਂ ਟੈਟਰਾਹੈਡਰਲ ਫਾਰਮ, ਟੈਟਰਾਹੈਡਰਲ ਦੀ ਫਾਰਮ ਦੇ ਵਿੱਚ ਪਿਆ। ਠੀਕ ਆ, ਹੋ ਤਾਂ ਇਹ ਵੀ ਸਕਦਾ ਸੀ ਕਿ ਕਾਰਬਨ ਹੈ ਇੱਕ ਇੱਧਰ ਲੱਗ ਗਿਆ, ਕਿੱਧਰ ਲੱਗ ਗਿਆ, ਉੱਪਰ ਲੱਗ ਗਿਆ, ਕਿ ਨੀਚੇ ਲੱਗ ਗਿਆ, ਨਹੀਂ ਲੱਗਿਆ ਹੋਇਆ। ਕਿਵੇਂ ਲੱਗਿਆ ਹੋਏਗਾ? ਅਗਰ ਆਹ ਇੱਕ ਕਾਰਬਨ ਆ, ਇਸ ਕਾਰਬਨ ਦੇ ਨਾਲ ਇੱਕ ਕਾਰਬਨ ਆ ਲੱਗਿਆ ਹੋਇਆ ਉੱਪਰ, ਦੂਸਰਾ ਕਾਰਬਨ ਆ ਲੱਗ ਗਿਆ, ਤੀਸਰਾ ਕਾਰਬਨ ਆ ਲੱਗ ਗਿਆ, ਤੇ ਚੌਥਾ ਕਾਰਬਨ ਇਦਾਂ ਇਸ ਤਰੀਕੇ ਨਾਲ ਲੱਗਿਆ, ਇਸ ਤਰੀਕੇ ਨਾਲ। ਸਟਰਕਚਰ ਕਲੀਅਰ ਹੈ ਸਾਰਿਆਂ ਨੂੰ? ਸਟਰਕਚਰ ਕਲੀਅਰ, ਇਦਾਂ ਲੱਗਿਆ ਹੋ। ਇਹਦੇ ਨਾਲ ਵੀ ਅੱਗੇ ਕਿਵੇਂ ਲੱਗਿਆ ਹੋ? ਇੱਕ ਆ ਲੱਗਿਆ ਹੀ ਹੋਏਗਾ, ਦੂਸਰਾ ਐ ਲੱਗ ਜੂਗਾ, ਤੀਸਰਾ ਇੱਥੇ ਲੱਗ ਜੂਗਾ, ਚੌਥਾ ਇੱਥੇ ਲੱਗ ਜੂਗਾ। ਕਲੀਅਰ ਜਾਂ ਨਹੀਂ? ਇੱਥੇ 3D ਸਟਰਕਚਰ 2D ਸਟਰਕਚਰ ਸਮਝ ਨਹੀਂ ਆਉਣਾ, ਇਸ ਕਰਕੇ ਮੈਂ ਇੱਥੇ ਵੀ ਇੱਕ ਵਾਰ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕਰੂੰ। ਆ ਦੇਖੋ, ਦਿਖ ਹੀ ਰਿਹਾ ਹੋਊਗਾ ਤੁਹਾਨੂੰ ਸਾਰਿਆਂ ਨੂੰ, ਐਂ ਤਾਂ ਬਣ ਰਿਹਾ ਹੈਗਾ। ਆ ਇੱਕ ਕਾਰਬਨ ਐਟਮ, ਇੱਕ ਬਿਲਕੁਲ ਸਿੱਧਮ ਸਿੱਧਾ ਉੱਪਰ, ਇੱਕ ਟੇਢਾ ਇਧਰ ਨੂੰ, ਇੱਕ ਟੇਢਾ ਇਧਰ ਨੂੰ। ਆਹ ਵਾਲਾ ਜਿਹੜਾ ਹੈਗਾ ਬੇਟਾ, ਜਾਂ ਤਾਂ ਇਹਨੂੰ ਇੱਧਰ ਕਰ ਲਓ ਜਾਂ ਇਹ ਬੈਕ ਸਾਈਡ ਤੇ ਆ, ਮਤਲਬ ਕਿ ਇੱਕ ਇਦਾਂ ਦਾ ਟ੍ਰਾਈਪੋਡ ਸਟੈਂਡ ਜਾਂ ਬਣ ਜੇ। ਟ੍ਰਾਈਪੋਡ ਸਟੈਂਡ ਦੇਖਿਆ ਹੋਊਗਾ, ਟ੍ਰਾਈਪੋਡ ਸਟੈਂਡ ਦੇ ਐ ਤਿੰਨ ਉਹ ਹੁੰਦੇ ਆ, ਡੰਡੇ ਸਾਈਡਾਂ ਤੇ ਹੁੰਦੇ ਆ ਨਾ। ਤਾਂ ਇੱਕ ਕਾਰਬਨ ਆ ਸੀ, ਇੱਕ ਆ ਸੀ, ਇੱਕ ਆ ਸੀ, ਇੱਕ ਉੱਪਰ ਲੱਗਿਆ ਹੋਊਗਾ। ਤਾਂ ਇਸ ਤਰੀਕੇ ਨਾਲ ਇਹਨੂੰ ਟੈਟਰਾਹੈਡਰਨ ਸਟਰਕਚਰ ਕਹਿੰਦੇ ਆ। ਓਕੇ, ਦੇਖੋ ਜੀ, ਆਹ ਵਾਲੀ ਚੀਜ਼ ਸਮਝ ਆ ਗਈ ਹੋਊਗੀ ਤੁਹਾਨੂੰ। ਦ ਡਾਇਮੰਡ ਕ੍ਰਿਸਟਲ ਇਜ਼ देयरफॉर ਮੇਡ ਅਪ ਆਫ ਕਾਰਬਨ ਐਟਮਸ। ਹੁਣ ਡਾਇਮੰਡ ਕ੍ਰਿਸਟਲ ਕੀ ਤੋਂ ਬਣਿਆ ਹੈਗਾ? ਸਿਰਫ ਕਾਰਬਨ ਐਟਮਸ ਤੋਂ ਬਣੇਗਾ, which are powerfully bonded to one another by a network of covalent bond। ਬੇਟਾ ਪਾਵਰਫੁਲੀ ਬੌਂਡਿੰਗ ਹੋਈ ਵੀ ਆ, ਤਾਂ ਹਰੇਕ ਕਾਰਬਨ ਦੇ ਨਾਲ ਇੱਕ ਜਿਹੜਾ ਮੇਨ ਕਾਰਬਨ ਹੈਗਾ ਉਹ ਕੀ ਹੈ? ਕੋਵੈਲੈਂਟ ਬੌਂਡ ਦੇ ਨਾਲ ਜੁੜਿਆ ਹੋਇਆ ਹੈਗਾ। ਉਸ ਤੋਂ ਬਾਅਦ ਕਹਿੰਦਾ ਡਿਊ ਟੂ ਦਿਸ ਡਾਇਮੰਡ ਸਟਰਕਚਰ ਇਜ਼ ਵੈਰੀ ਰਿਜਿਡ। ਇਹਦੇ ਕਰਕੇ ਹੀ ਡਾਇਮੰਡ ਕੀ ਬਣ ਗਈ ਬੇਟਾ ਜੀ? ਬਹੁਤ ਰਿਜਿਡ ਸਟਰਕਚਰ ਬਣ ਗਈ। ਦਾ ਰਿਜਿਡ ਸਟਰਕਚਰ ਆਫ ਡਾਇਮੰਡ ਮੇਕ ਇਟਸ ਅ ਵੈਰੀ ਹਾਰਡ ਸਬਸਟੈਂਸ। ਤਾਂ ਇਸੇ ਕਰਕੇ ਮੈਨੂੰ ਇਹ ਵੀ ਕਹਿ ਸਕਦਾਗਾ ਕਿ ਇਹ ਇਸੇ ਕਰਕੇ ਕੀ ਮਿਲਦਾ ਹੈਗਾ ਇਹਨੂੰ, ਨੈਚੁਰਲੀ ਹਾਰਡੈਸਟ ਸਬਸਟੈਂਸ ਨੋਨ। ਜੋ ਪਹਿਲੇ ਪੇਜ ਤੇ ਆਪਾਂ ਲਾਈਨ ਪੜ੍ਹੀ ਸੀਗੀ, ਇਸੇ ਕਰਕੇ ਇਹ ਬੇਟਾ ਜੀ ਨੈਚੁਰਲੀ ਹਾਰਡੈਸਟ ਸਬਸਟੈਂਸ ਜਾਣਿਆ ਜਾਂਦਾ ਹੈਗਾ ਨੇਚਰ ਦੇ ਵਿੱਚ। ਓਕੇ, ਅਗਲੇ ਤੇ ਆਉਂਦੇ ਆ। ਕਹਿੰਦੇ ਇਟ ਇਜ਼ ਅ ਗ੍ਰੇਟ ਹਾਰਡਨੈਸ ਆਫ ਡਾਇਮੰਡ ਵਿਚ ਮੇਕ ਇਟ ਯੂਜ਼ਫੁਲ ਫॉर ਮੇਕਿੰਗ ਰੌਕ ਬੋਰਰਸ, ਫॉर ਡ੍ਰਿਲਿੰਗ ਆਇਲ ਵੈਲਸ ਐਟਸੈਟਰਾ, ਫॉर ਮੇਕਿੰਗ ਗਲਾਸ ਕਟਰਸ। ਦੇਖੋ ਹੁਣ ਬੇਟਾ ਇਹਦੀ ਹਾਰਡਨੈਸ ਨੂੰ ਦੇਖਦੇ ਹੋਏ ਨਾ, ਡਾਇਮੰਡ ਦਾ ਯੂਜ਼ ਦੇਖੋ ਕਿੱਥੇ ਕਿੱਥੇ ਕੀਤਾ ਜਾਂਦਾ ਹੈਗਾ। ਹੁਣ ਗਹਿਣਿਆਂ ਦੇ ਵਿੱਚ, ਜਵੈਲਰੀ ਦੇ ਵਿੱਚ ਇਹਦੀ ਹਾਰਡਨੈਸ ਦੇ ਬੇਸਿਸ ਤੇ ਨਹੀਂ ਇਹਨੂੰ ਮਤਲਬ ਕਿ ਯੂਜ਼ ਕੀਤਾ ਜਾਂਦਾ, ਇਹਦੀ ਮਤਲਬ ਕਿ ਕਿਹਦੇ ਤੇ? ਚਮਕ ਦੇ ਬੇਸਿਸ ਤੇ ਕੀਤਾ ਜਾਂਦਾ ਹੈ। ਇਹਦੀ ਚਮਕ ਬਹੁਤ ਜ਼ਿਆਦਾ ਹੁੰਦੀ ਹੈ, ਇਸ ਕਰਕੇ ਇਹਨੂੰ ਕਦੋਂ ਯੂਜ਼ ਕੀਤਾ ਜਾਂਦਾ ਹੈਗਾ? ਜਵੈਲਰੀਜ਼ ਦੇ ਵਿੱਚ। ਹੁਣ ਕੱਲੀ ਚਮਕ ਥੋੜੀ ਪੜੀ ਇਹਦੀ ਆਪਾਂ ਬਿਲੀਅਨਸ ਥੋੜੀ ਪੜੀ ਇਹਦੀ ਪ੍ਰੋਪਰਟੀ ਆਪਾਂ ਹਾਰਡ ਵੀ ਪੜਿਆ। ਤਾਂ ਅਗਰ ਇਹ ਹਾਰਡੈਸਟ ਸਬਸਟੈਂਸ ਆ ਦੁਨੀਆ ਦਾ, ਤਾਂ ਹਾਰਡੈਸਟ ਸਬਸਟੈਂਸ ਆ ਦੁਨੀਆ ਦਾ, ਤਾਂ ਕਿਸੇ ਚੀਜ਼ ਨੂੰ ਵੀ ਤੋੜ ਸਕਦਾ, ਕਿਸੇ ਚੀਜ਼ ਨੂੰ ਵੀ ਕੱਟ ਸਕਦਾ ਇਹ। ਤਾਂ ਫਿਰ ਇਹਨੂੰ ਹੋਰ ਕਿਤੇ ਕਿਤੇ ਯੂਜ਼ ਕੀਤਾ ਜਾਂਦਾ ਹੈਗਾ। ਤਾਂ ਬੇਟਾ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈਗਾ, ਜਿਵੇਂ ਰੌਕ ਬੋਰਰਸ ਹੋ ਗਏ ਬੇਟਾ, ਜਿਹੜਾ ਉਹ ਪੱਥਰ ਤੋੜਨ ਵਾਲੀ ਮਸ਼ੀਨ ਹੁੰਦੀ ਹੈ ਨਾ, ਉੱਥੇ ਯੂਜ਼ ਕੀਤਾ ਜਾਂਦਾ ਹੈਗਾ ਇਹਨੂੰ। ਠੀਕ ਹੈ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਡ੍ਰਿਲਿੰਗ ਵਾਸਤੇ ਆਇਲ ਵੈਲਸ, ਜਿੱਥੇ ਮਤਲਬ ਕਿ ਉਹ ਕੀਤੇ ਜਾਂਦੇ ਉੱਥੇ ਇਹਨੂੰ ਯੂਜ਼ ਕੀਤਾ ਜਾਂਦਾ ਹੈਗਾ। ਜਾਂ ਫਿਰ ਇਹਨੂੰ ਬੇਟਾ ਤੁਸੀਂ ਦੇਖਿਆ ਹੋਊਗਾ, ਸਾਰੇ ਬੱਚਿਆਂ ਨੂੰ ਦੇਖਿਆਗਾ, ਜਿਹੜਾ ਸ਼ੀਸ਼ਾ ਕੱਟਦੇ ਹੁੰਦੇ ਉਹਨਾਂ ਕੋਲ ਇੱਕ ਚਾਕੂ ਜਿਹਾ ਹੁੰਦਾ ਹੈਗਾ, ਦੇਖਿਆ? ਉਹਨਾਂ ਕੋਲ ਨਾ ਇੱਕ ਇਦਾਂ ਕਰਕੇ ਚੀਜ਼ ਹੁੰਦੀ ਹੈ, ਐਂਡ ਉਹਦੇ ਮੂਹਰੇ ਡਾਇਮੰਡ ਲੱਗਿਆ ਹੁੰਦਾ ਹੈਗਾ। ਹੁਣ ਤਾਂ ਹੀ ਕਿਹਾ ਸੀ ਚੋਰੀ ਚਾਰੀ ਨਾ ਕਰ ਲਿਓ, ਉਹ ਬਹੁਤ ਸਸਤੇ ਵਾਲਾ ਹੁੰਦਾ। ਉਹ ਸਿਰਫ ਉਹਦੀ ਹਾਰਡੈਸਟ ਪ੍ਰੋਪਰਟੀ ਕਰਕੇ ਲਾਇਆ ਹੋਇਆ, ਚਮਕ ਕਰਕੇ ਨਹੀਂ ਲਾਇਆ। ਕਿਤੇ ਚੱਕ ਵੀ ਲਿਆਓ ਬਾਅਦ ਚ ਕੋਈ ਤਾਂ
ਸ਼ਾਈਨੀ ਅਪੀਅਰੈਂਸ ਹੀ ਹੈ ਨਹੀਂ, ਤਾਂ ਉਹ ਜਵੈਲਰੀ ਵਾਲਾ ਨਹੀਂ ਹੈਗਾ। ਉਹ ਕਾਦੇ ਵਾਸਤੇ ਹੈਗਾ? ਉਹ ਸਿਰਫ ਕੱਟਣ ਵਾਸਤੇ ਆ, ਹਾਰਡ ਸਬਸਟੈਂਸ ਆ, ਦੈਟਸ ਵਾਈ ਮਤਲਬ ਕਿ ਉਹਨੂੰ ਉੱਥੇ ਯੂਜ਼ ਕੀਤਾ ਜਾਂਦਾ ਹੈਗਾ। ਓਕੇ, ਹੁਣ ਡਾਇਮੰਡ ਦੇ ਅਗਰ ਤੁਹਾਨੂੰ ਮੈਲਟਿੰਗ ਪੁਆਇੰਟ ਪੁੱਛ ਲੈਣ ਕਿੰਨਾ ਹੁੰਦਾ ਗਾ, ਕਹਿੰਦੇ ਇਜ਼ ਆਲਸੋ ਵੈਰੀ ਹਾਈ। ਦੇਖੋ ਹੁਣ ਸਾਰੇ ਕੋਵੈਲੈਂਟ ਕੰਪਾਊਂਡ ਦਾ ਨਹੀਂ ਹੁੰਦਾ, ਕੱਲੇ ਡਾਇਮੰਡ ਦਾ। ਡਾਇਮੰਡ ਦਾ ਇੱਕ ਰੇਅਰ ਕੇਸ ਆ ਐਲੋਟ੍ਰੋਪਾ ਕਾਰਬਨ ਦਾ, ਠੀਕ ਹੈ। ਕਹਿੰਦੇ ਮੈਲਟਿੰਗ ਪੁਆਇੰਟ ਜਿਹੜਾ ਡਾਇਮੰਡ ਦਾ ਉਹ ਕਹਿੰਦਾ ਬਹੁਤ ਜ਼ਿਆਦਾ ਹਾਈ ਹੁੰਦਾ ਗਾ, ਵੈਰੀ ਹਾਈ ਹੁੰਦਾ। ਵੈਸੇ ਉਹਦਾ ਵੀ ਹਾਈ ਹੁੰਦਾ ਗਾ, ਗ੍ਰੇਫਾਈਟ ਦਾ ਉਹਨੂੰ ਦੱਸੂਗਾ ਫਿਰ ਕਿੱਥੇ ਯੂਜ਼ ਕੀਤਾ ਜਾਂਦਾ ਗਾ। ਕਹਿੰਦੇ ਬੀਇੰਗ ਮੋਰ ਦੈਨ ਕਿੰਨਾ 3500 ਡਿਗਰੀ ਸੈਲਸੀਅਸ, ਇੰਨਾ ਜ਼ਿਆਦਾ ਟੈਂਪਰੇਚਰ ਹੁੰਦਾ ਗਾ ਅਗਰ ਇਹਨੂੰ ਮੈਲਟ ਕਰਨਾ, ਅਗਰ ਇਹਨੂੰ ਅਸੀਂ ਕੀ ਕਰਨਾ, ਮੈਲਟ ਕਰਨਾ ਗਾ, ਮੈਲਟਿੰਗ ਪੁਆਇੰਟ ਜਿਹੜਾ ਹੈਗਾ ਇਹਦਾ। ਕਹਿੰਦੇ this is because a lot of heat energy is required to break the network of strong covalent bond in the diamond crystal। ਹੁਣ ਕਿਉਂ ਆ ਬੇਟਾ, ਦੇਖੋ ਆ ਇੰਨੇ ਜਿਹੜੇ ਬੌਂਡ ਬਣੇ ਹੋਏ ਆ ਨੈਟਵਰਕ ਦੇ ਵਿੱਚ, ਇਹ ਇਕੱਲੇ ਇਕੱਲੇ ਬੌਂਡ ਨੂੰ ਤੋੜਨ ਵਾਸਤੇ ਬਹੁਤ ਜ਼ਿਆਦਾ એનર્ਜੀ ਚਾਹੀਦੀ ਹੈ, ਤੇ ਬਹੁਤ ਜ਼ਿਆਦਾ એનર્ਜੀ ਚਾਹੀਦੀ ਹੈ, ਇਸੇ ਕਰਕੇ ਦਾ ਮੈਲਟਿੰਗ ਪੁਆਇੰਟ ਕੀ ਆ, ਬਹੁਤ ਜ਼ਿਆਦਾ ਹਾਈ ਆ। ਓਕੇ, ਹਰ ਇੱਕ ਚੀਜ਼ ਦਾ ਕਾਰਨ ਆਪਣੇ ਕੋਲ, ਹਰ ਇੱਕ ਚੀਜ਼ ਦਾ ਰੀਜ਼ਨ ਹੈ ਇੱਥੇ, ਕੋਈ ਰੱਟਾਫਿਕੇਸ਼ਨ ਕੁਝ ਨਹੀਂ ਹੈਗਾ। ਕਿਸੇ ਵੀ ਚੀਜ਼ ਦੀ ਅਗਰ ਸਮਝ ਨਹੀਂ ਹੁੰਦੀ ਤਾਂ ਮੈਨੂੰ ਪੁੱਛੋ, ਮੈਂ ਤੁਹਾਨੂੰ ਸਮਝਾਉਂਗਾ ਇਸ ਚੀਜ਼ ਨੂੰ। ਓਕੇ, ਸੋ ਇਹਨਾਂ ਨੇ ਇਹੀ ਕਿਹਾ, ਕਹਿੰਦੇ ਬਹੁਤ ਜ਼ਿਆਦਾ ਸਾਨੂੰ ਕੀ ਚਾਹੀਦੀ ਹੈ, ਹੀਟ એનર્ਜੀ ਚਾਹੀਦੀ ਆ ਉਹਦੇ ਜਿਹੜਾ ਨੈਟਵਰਕ ਆ ਸਟਰੋਂਗ ਕੋਵੈਲੈਂਟ ਬੌਂਡ ਦਾ ਉਹਨੂੰ ਤੋੜਨ ਵਾਸਤੇ। ਉਸ ਤੋਂ ਬਾਅਦ ਡਾਇਮੰਡ ਇਜ਼ ਨਾਨ ਕੰਡਕਟਰ ਆਫ ਇਲੈਕਟ੍ਰਿਸਿਟੀ, ਇਹ ਵੀ ਆਇਆ ਸੀ ਨਾ। ਹੁਣ ਗ੍ਰੇਫਾਈਟ ਇਲੈਕਟ੍ਰਿਸਿਟੀ ਦਾ ਗੁੱਡ ਕੰਡਕਟਰ ਕਿਉਂ ਆ, ਐਂਡ ਡਾਇਮੰਡ ਕਿਉਂ ਨਹੀਂ ਹੈਗਾ? ਅੱਛਾ, ਇੱਕ ਕਾਰਬਨ ਕਿੰਨੇ ਬੌਂਡ ਬਣਾ ਸਕਦਾ? 4 ਬਣਾ ਸਕਦਾ। ਤੇ ਡਾਇਮੰਡ ਦੇ ਵਿੱਚ ਇੱਕ ਕਾਰਬਨ ਦੇ ਨਾਲ ਕਿੰਨੇ ਕਾਰਬਨ ਜੁੜੇ ਹੋਏ ਆ? 4। ਇਹਦਾ ਮਤਲਬ ਇੱਕ ਕਾਰਬਨ ਜਿਹੜਾ ਮੇਨ ਕਾਰਬਨ ਉਹ 4 ਇਲੈਕਟ੍ਰੋਨ ਬਿਜ਼ੀ ਨੇ। ਜਦੋਂ ਸਾਰੇ ਇਲੈਕਟ੍ਰੋਨ ਬਿਜ਼ੀ ਨੇ ਤਾਂ ਇਲੈਕਟ੍ਰੋਨ ਫਿਰ ਜੇ ਇਲੈਕਟ੍ਰਿਸਿਟੀ ਕਿੱਥੋਂ ਪਾਸ ਹੋਊਗੀ? ਤੁਸੀਂ ਖੁਦ ਦੱਸੋ ਨਾ, ਕਿ ਇਲੈਕਟ੍ਰਿਸਿਟੀ ਕਿਤੋਂ ਪਾਸ ਹੋਊਗੀ? ਫ੍ਰੀ ਇਲੈਕਟ੍ਰੋਨਸ ਤਾਂ ਹੈ ਨਹੀਂ ਉਹਦੇ ਕੋਲ। ਜਦੋਂ ਫ੍ਰੀ ਇਲੈਕਟ੍ਰੋਨਸ ਹੀ ਹੈ ਨਹੀਂ ਤਾਂ ਕਿਵੇਂ ਹੋ ਜੂਗੀ ਇਲੈਕਟ੍ਰਿਸਿਟੀ ਪਾਸ? ਇਸੇ ਕਰਕੇ ਇਹ 'ਚ ਇਲੈਕਟ੍ਰਿਸਿਟੀ ਪਾਸ ਨਹੀਂ ਹੁੰਦੀ। ਦੂਸਰੀ ਗੱਲ, ਕਾਰਬਨ ਪਹਿਲੀ ਗੱਲ ਨॉन ਮੈਟਲ ਆ, ਇਲੈਕਟ੍ਰਿਸਿਟੀ ਪਾਸ ਨਹੀਂ ਕਰ ਸਕਦਾ, ਇਲੈਕਟ੍ਰਿਸਿਟੀ ਪਾਸ ਨਹੀਂ ਹੋ ਸਕਦੀ। ਅਗਰ ਉਹ 'ਚ ਇਲੈਕਟ੍ਰਿਸਿਟੀ ਪਾਸ ਹੋਊਗੀ ਵੀ, ਕਿਸੇ ਵੀ ਚੀਜ਼ 'ਚੋਂ ਅਗਰ ਇਲੈਕਟ੍ਰਿਸਿਟੀ ਪਾਸ ਕਰਵਾਉਣੀ ਆ, ਕੀ ਚਾਹੀਦਾ ਗਾ? ਇੱਕ ਫ੍ਰੀ ਇਲੈਕਟ੍ਰੋਨ ਚਾਹੀਦਾ ਗਾ, ਜਿਹੜਾ ਕਿ ਉਹ ਕੀ ਮਤਲਬ ਕਿ ਇਲੈਕਟ੍ਰਿਸਿਟੀ ਨੂੰ ਕੀ ਕਰਵਾ ਸਕੇ, ਪਾਸ ਕਰਵਾ ਸਕੇ। ਓਕੇ, ਤਾਂ ਦੇਖੋ ਇੱਧਰ ਕਹਿੰਦੇ ਵੀ ਨੋ ਦੈਟ ਕਾਰਬਨ ਐਟਮ ਹੈਜ਼ 4 ਵੈਲੈਂਸ ਇਲੈਕਟ੍ਰੋਨਸ। ਕਾਰਬਨ ਐਟਮ ਦੇ ਕਿੰਨੇ ਵੈਲੈਂਸ ਇਲੈਕਟ੍ਰੋਨ ਹੁੰਦੇ ਆ? 4 ਵੈਲੈਂਸ ਇਲੈਕਟ੍ਰੋਨ ਹੁੰਦੇ ਆ। ਹੁਣ ਅਗਰ ਡਾਇਮੰਡ ਦੀ ਗੱਲ ਕਰੀਏ, ਕਹਿੰਦੇ ਇੱਕ ਕਾਰਬਨ ਐਟਮ ਕਿੰਨੇ ਕਾਰਬਨ ਐਟਮਸ ਦੇ ਨਾਲ ਲਿੰਕ ਸੀਗਾ ਅੱਗੇ? 4 ਦੇ ਨਾਲ। ਫਿਰ ਆਪਾਂ ਇਹ ਕਹਿ ਸਕਦੇ ਹਾਂ ਹੈਂਸ ਆਲ ਦਾ 4 ਵੈਲੈਂਸ ਇਲੈਕਟ੍ਰੋਨ ਆਫ ਈਚ ਕਾਰਬਨ ਆਰ ਯੂਜ਼ਡ ਅਪ। ਅਗਰ ਆ ਕਾਰਬਨ ਆ, ਇਸ ਕਾਰਬਨ ਕੋਲੇ ਕਿੰਨੇ 4 ਵੈਲੈਂਸ ਇਲੈਕਟ੍ਰੋਨਸ ਨੇ? 1 2 3 4, 4 ਵੈਲੈਂਸ ਇਲੈਕਟ੍ਰੋਨ ਨੇ। ਇਹਨੂੰ ਤਾਂ ਅਸੀਂ ਇੰਨਾ ਜ਼ਿਆਦਾ ਬਿਜ਼ੀ ਕਰਤਾ, ਕਹਿੰਦੇ ਇੱਧਰ ਵੀ ਕਾਰਬਨ, ਇੱਧਰ ਵੀ ਕਾਰਬਨ, ਇੱਧਰ ਵੀ ਕਾਰਬਨ, ਇੱਧਰ ਵੀ ਕਾਰਬਨ। ਹੁਣ ਇਹ ਕਾਰਬਨ ਦੇ ਅੱਗੇ ਵੀ ਕਿੰਨੇ ਕਿੰਨੇ ਹੁੰਦੇ ਆ ਬੇਟਾ ਜੀ? 4 4 ਹੁੰਦੇ ਆ। 1 2 3 4, 1 2 3 4, 1 2 3 4, 1 2 3 4। ਠੀਕ ਹੈ ਜੀ। ਹੁਣ ਦੇਖਿਆ ਜਾਵੇ ਤਾਂ ਬੇਟਾ ਜੀ, ਆਹ ਇਹਦੇ ਨਾਲ ਬੌਂਡ ਬਣਾ ਲੈਂਦਾ ਗਾ, ਆਹ ਇਹਦੇ ਨਾਲ ਬੌਂਡ ਬਣਾ ਰਹੇਗਾ, ਆਹ ਇਹਦੇ ਨਾਲ ਬੌਂਡ ਬਣਾ ਰਹੇਗਾ, ਆਹ ਇਹਦੇ ਨਾਲ ਬੌਂਡ ਬਣਾ ਰਿਹਾ। ਜਿਹੜਾ ਮੇਨ ਕਾਰਬਨ ਸੀ, ਹੁਣ ਤੁਸੀਂ ਇਹ ਦੱਸੋ ਇਹਦੇ ਕਿੰਨੇ ਬੌਂਡ, ਕਿੰਨੇ ਇਲੈਕਟ੍ਰੋਨ ਖਾਲੀ ਰਹੇ? ਕਿੰਨੇ ਇਲੈਕਟ੍ਰੋਨ ਖਾਲੀ ਇਹਦੇ ਚ? ਇੱਕ ਵੀ ਨਹੀਂ। ਸਾਰੇ ਦੇ ਸਾਰੇ ਤਾਂ ਯੂਜ਼ ਅਪ ਹੋ ਗਏ। ਇਦਾਂ ਹੀ ਇਹਦੇ ਸਾਰੇ ਯੂਜ਼ ਅਪ ਹੋ ਜਾਣਗੇ, ਇਦਾਂ ਹੀ ਸਾਰਿਆਂ ਦੇ ਯੂਜ਼ ਅਪ ਹੋ ਜਾਣਗੇ। ਜਦੋਂ ਸਾਰੇ ਇਲੈਕਟ੍ਰੋਨ ਯੂਜ਼ ਅਪ ਹੋ ਗਏ, ਫ੍ਰੀ ਇਲੈਕਟ੍ਰੋਨ ਹੀ ਹੈ ਨਹੀਂ, ਤਾਂ ਇਲੈਕਟ੍ਰਿਸਿਟੀ ਕਿਵੇਂ ਕੰਡਕਟ ਹੋਊਗੀ? ਨਹੀਂ ਹੋ ਸਕਦੀ। ਸੋ ਇਹਨਾਂ ਨੇ ਕਿਹਾ ਗਾ, ਸੋ ਜੇ ਸਾਰੇ ਸਾਰੇ ਇਹਦੇ ਵਿੱਚ ਬੌਂਡ ਬਣਾਉਣ ਦੇ ਵਿੱਚ ਹੀ ਬਿਜ਼ੀ ਹੋ ਗਏ, ਯੂਜ਼ ਹੋ ਗਏ, ਸਿੰਸ देयर आर नो फ्री इलेक्ट्रॉन्स, फ्री इलेक्ट्रॉन्स नहीं ਹੈਗੇ ਇੱਕ ਡਾਇਮੰਡ ਦੇ ਕ੍ਰਿਸਟਲ ਦੇ ਵਿੱਚ, ਦੈਟਸ ਵਾਈ ਇਹ ਕੀ ਨਹੀਂ ਕਰ ਸਕਦਾ, ਇਟ ਡਸ ਨਾਟ ਕੰਡਕਟ ਇਲੈਕਟ੍ਰਿਸਿਟੀ, ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰੂਗਾ। ਕਲੀਅਰ ਆ? ਕਲੀਅਰ ਹੈ? ਇਹ ਬੜਾ ਇੰਪੋਰਟੈਂਟ ਆ, ਪੁੱਛਿਆ ਜਾਂਦਾ ਹੁੰਦਾ। ਤਾਂ ਤੁਸੀਂ ਇਹ ਨਹੀਂ ਕਹਿਣਾ ਜੀ ਨॉन ਮੈਟਲ ਦਾ ਬਣਿਆ ਤਾਂ ਕਰਕੇ ਇਲੈਕਟ੍ਰਿਸਿਟੀ ਨਹੀਂ ਕੰਡਕਟ ਕਰਦਾ, ਇਦਾਂ ਦਾ ਕੋਈ ਕਾਰਨ ਨਹੀਂ ਹੈਗਾ ਗਾ। ਇਹਦਾ ਕਾਰਨ ਇਹ ਆਊਗਾ ਸਹੀ ਇਹਦਾ। ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਸਟਰਕਚਰ ਆਫ ਗ੍ਰੇਫਾਈਟ ਦੇ ਉੱਤੇ। ਜਿਵੇਂ ਆਪਾਂ ਹੁਣੀ ਪੜ੍ਹ ਕੇ ਆਏ ਆ ਬੇਟਾ ਜੀ, ਕਿ ਡਾਇਮੰਡ ਦੇ ਵਿੱਚ ਇੱਕ ਕਾਰਬਨ ਦੇ ਨਾਲ ਕਿੰਨੇ ਕਾਰਬਨ ਅੱਗੇ ਬੌਂਡ ਕਰਦੇ ਸੀਗੇ? 4। ਇਹਦੇ ਵਿੱਚ ਥੋੜਾ ਫਰਕ ਹੋਊਗਾ। ਇਹਦੇ ਵਿੱਚ ਇੱਕ ਕਾਰਬਨ ਐਟਮ ਨੂੰ ਧਿਆਨ ਨਾਲ ਦੇਖੋ, ਆ ਇੱਕ ਕਾਰਬਨ ਐਟਮ ਆ, ਇੱਕ ਕਾਰਬਨ ਐਟਮ ਦੇ ਨਾਲ ਅੱਗੇ 3 ਕਾਰਬਨ ਐਟਮ ਲੱਗੇ ਹੋਣਗੇ। ਇੱਕ ਕਾਰਬਨ ਐਟਮ ਦੇ ਨਾਲ ਕਿੰਨੇ ਕਾਰਬਨ ਐਟਮ ਲੱਗਿਆ? 3 ਕਾਰਬਨ ਐਟਮ ਲੱਗਿਆ। ਦੇਖੋ ਕਿਵੇਂ ਬਣਨਗੇ, ਮੈਂ ਤੁਹਾਨੂੰ ਸਮਝਾਉਣਾ। ਆ ਇੱਕ ਕਾਰਬਨ ਐਟਮ, ਇਸ ਦੇ ਨਾਲ ਇਦਾਂ ਕਰਕੇ 3 ਕਾਰਬਨ ਐਟਮ ਲੱਗ ਜਾਣਗੇ, ਇੱਕ ਇੱਧਰ, ਇੱਕ ਇੱਧਰ, ਇੱਕ ਇੱਧਰ। ਠੀਕ ਹੈ ਜੀ, ਇਸ ਤਰ੍ਹਾਂ ਕਰਕੇ ਆ ਬਣ ਗਿਆ। ਹੁਣ ਆਹ ਕਾਰਬਨ ਐਟਮ ਹੈ, ਇਹਦੇ ਨਾਲ ਵੀ ਅੱਗੇ ਕਿੰਨੇ ਕਾਰਬਨ ਐਟਮ ਜੁੜੇ ਹੋਣਗੇ? 3 ਕਾਰਬਨ ਐਟਮ ਜੁੜੇ ਹੋਣਗੇ। ਕਿਵੇਂ ਜੁੜੇ ਹੋਣਗੇ? ਇੱਕ ਕਾਰਬਨ ਐਟਮ ਮੈਂ ਇੱਥੇ ਬਣਾ ਦਿੰਨਾਗਾ, ਠੀਕ ਹੈ, ਇੱਕ ਇਹਦੇ ਨਾਲ ਜੁੜਿਆ ਹੀ ਹੋਏਗਾ, ਇੱਕ ਮੈਂ ਕੁਝ ਬਣਾ ਦਿੰਨਾ ਕੁਝ ਇਦਾਂ ਕਰਕੇ। ਜੁੜ ਗਿਆ, ਇਧਰੋਂ ਜੁੜ ਗਿਆ।
ਹੁਣ ਮੈਂ ਸਿਰਫ ਦੋ ਮੇਨ ਕਾਰਬਨਾਂ ਦੀ ਗੱਲ ਕੀਤੀ ਆ, ਇੱਕ ਕਾਰਬਨ ਆਪਣਾ ਆਹ ਵਾਲਾ, ਇੱਕ ਕਾਰਬਨ ਆਪਣਾ ਆਹ ਵਾਲਾ, ਕਿੰਨੇ ਕਿੰਨੇ ਬੌਂਡ ਬਣ ਗਏ ਇਹਦੇ ਨਾਲ, ਕਿੰਨੇ ਕਿੰਨੇ ਕਾਰਬਨਾਂ ਨਾਲ ਜੁੜ ਗਿਆ, ਤਿੰਨ ਤਿੰਨ ਕਾਰਬਨਾਂ ਨਾਲ ਜੁੜ ਗਿਆ। ਓਕੇ, ਉਸ ਤੋਂ ਬਾਅਦ ਆਪਾਂ ਅਗਰ ਇਸ ਕਾਰਬਨ ਦੀ ਗੱਲ ਕਰੀਏ, ਅਗਰ ਇਸ ਕਾਰਬਨ ਦੀ ਗੱਲ ਕਰੀਏ, ਇਹ ਵੀ ਅੱਗੇ ਕਿਹਦੇ ਨਾਲ ਜੁੜਿਆ ਹੋਊਗਾ ਬੇਟਾ, ਇੱਕ ਕਾਰਬਨ ਆ ਸੀਗਾ, ਠੀਕ ਹੈ ਜੀ, ਇੱਕ ਕਾਰਬਨ ਕਿਤੇ ਇੱਥੇ ਜੇ ਰੱਖ ਦੇਣਾ ਮੈਂ, ਇੱਕ ਕਾਰਬਨ ਨਾਲੇ ਖੁਦ ਜੁੜਿਆ ਹੋਇਆਗਾ, ਇੱਕ ਕਾਰਬਨ ਨਾਲੇ ਖੁਦ ਜੁੜਿਆ ਹੋਇਆਗਾ, ਆ ਦੇਖਿਓ ਇੱਕ ਕਾਰਬਨ ਨਾਲ ਖੁਦ ਜੁੜ ਗਿਆ, ਦੂਸਰਾ ਆ ਕਾਰਬਨ ਆ ਗਿਆ, तीसरा आ कार्बन आ गया, इदा का कुछ हो गया। उस तो बाद आ वाले अगर कार्बन एटम की गल करिए, एक कार्बन एटम आ गया, एक नाले खुद जुड़िया होएगा, तो एक कार्बन एटम आप इत्थे रख दें, ठीक है जी। इधर देखो सारे बच्चे, आ कार्बन एटम के नाल भी कितने कार्बन एटम लागे, तीन लागे, इधर तीन लागे। उस तो बाद आ वाला कार्बन एटम आ, ये वाला कार्बन एटम आ, ये एक कार्बन एटम आ लग जूगा, ये एक आ लग गया, एक मैं इत्थे बना दिना गा, हो जूगा। ਹੁਣ ਥੋੜਾ ਜਿਹਾ ਮੈਨੂੰ ਜਾਣ ਕੇ ਬਣਾ ਰਿਹਾ ਕਿਉਂਕਿ ਤੁਹਾਨੂੰ ਇੱਕ ਸਟਰਕਚਰ ਦੀ ਸਮਝ ਆਊਗੀ, ਕਿਉਂਕਿ ਇੱਥੇ ਵੀ ਇੱਕ ਜਿਹੜਾ ਹੈਗਾ ਹੈਗਜ਼ਾਗਨਲ ਕੁਝ ਵਰਡ ਆਊਗਾ। ਇੱਥੇ ਆ ਕਾਰਬਨ ਪਿਆ ਇੱਕ ਆਪਣੇ ਕੋਲ, ਇਸ ਕਾਰਬਨ ਦੇ ਆਲਰੇਡੀ ਕਿੰਨੇ ਬੌਂਡ ਬਣ ਚੁੱਕੇ ਆ, ਇੱਕ ਬਣ ਚੁੱਕਿਆਗਾ, ਇੱਕ ਮੈਂ ਕਾਰਬਨ ਰੱਖ ਦੇਣਾ ਬੇਟਾ ਜੀ ਇੱਥੇ ਕੁਝ, ਐਂਡ ਇੱਕ ਕਾਰਬਨ ਰੱਖ ਦੇਣਾ ਮੈਂ ਆ ਵਾਲੀ ਜਗ੍ਹਾ ਦੇ ਉੱਤੇ। ਕਿੰਨੇ ਬੌਂਡ ਹੋ ਗਏ ਦੇ ਜੀ, ਤਿੰਨ ਹੋ ਗਏ ਦੇ ਵੀ, ਇਹਦੇ ਵੀ ਤਿੰਨ ਪੂਰੇ ਹੋ ਗਏ। ਇਸ ਕਾਰਬਨ ਦੇ ਆਲਰੇਡੀ ਕਿੰਨੇ ਬੌਂਡ ਬਣੇ ਹੋਏ ਆ, ਇੱਕ ਬਣਿਆ ਹੋਇਆਗਾ, ਕਿੰਨੇ ਬਣੇ ਹੋਏ ਆ, ਇੱਕ ਬਣਿਆ ਹੋਇਆ, ਤੇ ਹਰੇਕ ਕਾਰਬਨ ਐਟਮ ਨੇ ਕਿੰਨੇ ਕਾਰਬਨ ਐਟਮਸ ਦੇ ਨਾਲ ਲਿੰਕ ਕਰਨਾਗਾ, ਕਿੰਨੇ ਨਾਲ, ਤਿੰਨ ਨਾਲ। ਲੋ ਜੀ ਇੱਧਰ ਦੇਖੋ, ਹੁਣ ਆਹ ਵਾਲੀ ਚੀਜ਼ ਜਿਹੜੀ ਹੈਗੀ ਬੇਟਾ, ਇੱਕ ਇਹਦੇ ਨਾਲ ਬੌਂਡ ਬਣਾ ਲੂ ਕਾਰਬਨ, ਇੱਕ ਬੌਂਡ ਇਹਦੇ ਨਾਲ ਬਣਾ ਲੂਗਾ, ਬਣ ਗਿਆ ਜੀ। ਹੁਣ ਆਹ ਵਾਲਾ ਕਾਰਬਨ ਐਟਮ ਹੈ ਬੇਟਾ, ਇਹਦੇ ਆਲਰੇਡੀ ਕਿੰਨੇ ਬੌਂਡ ਬਣੇ ਹੋਏ ਆ, ਇੱਕ ਬੌਂਡ ਬਣਿਆ ਹੋਇਆਗਾ, ਇੱਕ ਇਹਦੇ ਨਾਲ ਬਣਾ ਲੂਗਾ, ਇੱਕ ਇੱਥੇ ਰੱਖ ਦਿੰਦੇ ਆਪਾਂ। ਤਾਂ ਤੁਹਾਨੂੰ ਐਂ ਜਿਹਾ ਲੱਗ ਰਿਹਾ ਵੀ ਹਰ ਜਗ੍ਹਾ ਤੇ ਕੁਝ ਐਦਾਂ ਦੀ ਸਟਰਕਚਰ ਜੀ ਬਣਦੀ ਜਾਊਗੀ, ਹੈਗਜ਼ਾਗਨਲ ਕਿਤੇ ਰਿੰਗ ਬਣਦੀ ਜਾਊਗੀ, ਇਦਾਂ ਹੀ ਕਰਦੇ ਕਰਦੇ ਬੇਟਾ ਇਹ ਪੂਰੀ ਦੀ ਪੂਰੀ ਇੱਕ ਸ਼ੀਟ ਬਣ ਜੂਗੀ, ਇੱਕ ਪੂਰੀ ਦੀ ਪੂਰੀ ਕੀ ਸ਼ੀਟ ਬਣ ਜੂਗੀ। ਹੁਣ ਇਹ ਜਿਹੜੀ ਹੈਗਾ ਕਾਰਬਨਸ ਦੀ ਇੱਕ ਸ਼ੀਟ, ਜਿਹਦੇ ਵਿੱਚ ਇੱਕ ਕਾਰਬਨ ਅੱਗੇ ਤਿੰਨ ਕਾਰਬਨਸ ਦੇ ਨਾਲ ਕੀ ਜੁੜਿਆ ਹੋਇਆਗਾ, ਲਿੰਕ ਹੋਇਆ ਹੋਇਆ ਹੈਗਾ, ਇਦਾਂ ਹੀ ਇੱਕ ਸ਼ੀਟ ਬਣੂਗੀ, ਇੱਕ ਦੇ ਨੀਚੇ ਦੂਸਰੀ ਸ਼ੀਟ, ਦੂਸਰੇ ਨੀਚੇ ਤੀਸਰੀ, ਤੀਸਰੀ ਨੀਚੇ ਚੌਥੀ, ਪੰਜਵੀਂ, ਛੇਵੀਂ, ਸੱਤਵੀਂ, ਅੱਠਵੀਂ, ਇਦਾਂ ਕਰਕੇ। ਇਸੇ ਕਰਕੇ ਗ੍ਰੇਫਾਈਟ ਸਲਿਪਰੀ ਹੁੰਦਾਗਾ, ਇਸੇ ਕਰਕੇ ਗ੍ਰੇਫਾਈਟ ਸਲਿਪਰੀ ਹੁੰਦਾਗਾ। ਹੁਣ ਦੇਖੋ ਆ ਇੱਕ ਸ਼ੀਟ ਬਣ ਗਈ, ਇਹਦੀ ਉੱਪਰਲੀ ਬਿਲਕੁਲ ਉੱਪਰਲੀ ਸ਼ੀਟ ਬਣਾਤੀ, ਜਿਹੜੀ ਨੀਚੇ ਵਾਲੀ ਸ਼ੀਟ ਹੋਊਗੀ ਨਾ ਬੇਟਾ, ਇਹ ਕਦੇ ਵੀ ਇਹਦੇ ਨਾਲ ਬੌਂਡਡ ਨਹੀਂ ਹੁੰਦੀ, ਇਹ ਕਦੇ ਵੀ ਇਹਦੇ ਨਾਲ ਬੌਂਡ ਨਹੀਂ ਬਣਾਉਂਦੀ। ਤੀਸਰੀ ਸ਼ੀਟ ਇਹ ਕਦੇ ਇਹਦੇ ਨਾਲ ਬੌਂਡ ਨਹੀਂ ਬਣਾਊਗੀ, ਚੌਥੀ ਸ਼ੀਟ ਕਦੇ ਵੀ ਇਹਦੇ ਨਾਲ ਬੌਂਡ ਨਹੀਂ ਬਣਾਊਗੀ, ਹਮੇਸ਼ਾ ਬਸ ਕੀ ਹੋਊਗਾ ਬੇਟਾ ਜੀ, ਇੱਕ ਦੂਜੇ ਦੇ ਨੇੜੇ ਰਹਿਣਗੇ ਵਿਦ ਵੀਕ ਵਨ ਡਰ ਵਾਲ ਫੋਰਸਿਸ। ਓਕੇ, ਸੋ ਇਸ ਸਟਰਕਚਰ ਤੋਂ ਮੈਨੂੰ ਲੱਗਦਾ ਸਾਰਾ ਸਮਝ ਆ ਰਿਹਾ ਹੋਊਗਾ ਤੁਹਾਨੂੰ ਸਭ ਨੂੰ, ਸਟਰਕਚਰ ਸਮਝ ਆ ਰਹੀ ਹੈ ਸਭ ਨੂੰ, ਸਟਰਕਚਰ समझ आ रही है सब ਨੂੰ। ਆ ਪਹਿਲੀ ਲੇਅਰ ਬਣ ਗਈ, ਦੇਖੋ ਇੱਕ ਕਾਰਬਨ ਦੇ ਕਿੰਨੇ ਬੌਂਡ, ਤਿੰਨ, ਇੱਕ ਕਾਰਬਨ ਦੇ ਕਿੰਨੇ, ਤਿੰਨ। ਆ ਦੇਖੋ ਇੱਥੇ ਐ ਬਣੂਗੀ ਸਟਰਕਚਰ ਹਜੇ ਇਦਾਂ ਕਰਕੇ ਇਹ, ਠੀਕ ਹੈ, ਇੱਥੋਂ ਹਜੇ ਸਟਰਕਚਰ ਇਦਾਂ ਬਣੂਗੀ, ਇਹ ਚੀਜ਼ ਦਾ ਧਿਆਨ ਰੱਖਿਓ, ਇਨਕੰਪਲੀਟ ਸਟਰਕਚਰ ਇਹ ਵਾਲੀ। ਇੱਥੇ ਪੜ੍ਹਦੇ ਹੁਣ ਇਹਨਾਂ ਨੇ ਕੀ ਕਿਹਾ, ਕਹਿੰਦੇ ਇਹ ਗ੍ਰੇਫਾਈਟ ਕ੍ਰਿਸਟਲ, ਬਸ ਆਪਣਾ ਗ੍ਰੇਫਾਈਟ ਰਹਿ ਗਿਆ ਲਾਸਟ ਮੈਨੂੰ ਲੱਗਦਾ ਨਾ, ਕਹਿੰਦੇ ਇਹ ਗ੍ਰੇਫਾਈਟ ਕ੍ਰਿਸਟਲ ਕੰਸਿਸਟ ਆਫ ਲੇਅਰਸ ਆਫ ਕਾਰਬਨ ਐਟਮ। ਉਹ ਇਹ ਗ੍ਰੇਫਾਈਟ ਕ੍ਰਿਸਟਲ, ਇੱਕ ਪੂਰਾ ਗ੍ਰੇਫਾਈਟ ਦਾ ਮੇਰੇ ਕੋਲ ਇੱਕ ਕ੍ਰਿਸਟਲ ਆ, ਗ੍ਰੇਫਾਈਟ ਪਿਆ ਮੇਰੇ ਕੋਲ। ਕਹਿੰਦੇ ਗ੍ਰੇਫਾਈਟ ਕੀ ਆ, ਕਹਿੰਦੇ ਇਹ ਕਾਰਬਨ ਐਟਮਸ ਦੀ ਇੱਕ ਲੇਅਰ ਦੀ ਸ਼ੀਟ ਬਣੀ ਹੋਈ ਆ, ਆ ਸ਼ੀਟਸ ਦੀ ਕੀ ਬਣੀ ਹੋਈ ਆ, ਲੇਅਰ ਬਣੀ ਹੋਈ ਆ। ਦੁਬਾਰੇ ਸੁਣੋ, ਕਹਿੰਦੇ ਗ੍ਰੇਫਾਈਟ ਕੀ ਹੈ, ਇੱਕ ਪੂਰਾ ਦਾ ਪੂਰਾ ਜਿਹੜਾ ਕ੍ਰਿਸਟਲ ਆਪਣੇ ਕੋਲੇ, ਇਹ ਕੀ ਹੈ, ਕਾਰਬਨ ਦੀ ਲੇਅਰਸ ਨੇ, ਇਹ ਕਾਰਬਨ ਦੀ ਲੇਅਰਸ ਬਣੀਆਂ ਹੋਈਆਂ ਨੇ। ਓਕੇ, ਕਾਰਬਨ ਦੀ ਇੱਕ ਲੇਅਰ ਆ ਸੀ, ਫਿਰ ਆ ਸੀ, ਫਿਰ ਆ ਸੀ, ਇਦਾਂ ਕਰਦੇ 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 ਲੇਅਰਸ ਬਣਦੀਆਂ ਜਾਣਗੀਆਂ। ਓਕੇ, ਤੇ ਕਿਹਦੀ ਬਣੀ ਹੋਈ ਹੈ ਬੇਟਾ, ਕਾਰਬਨ ਐਟਮ ਦੀ, ਕਾਰਬਨ ਤੋਂ ਬਿਨਾ ਕੋਈ ਹੋਏ ਕੁਝ ਵੀ ਨਹੀਂ ਹੈ। ਕਹਿੰਦੇ ਈਚ ਕਾਰਬਨ ਐਟਮ ਇਨ ਅ ਗ੍ਰੇਫਾਈਟ ਲੇਅਰ, ਕਹਿੰਦੇ ਗ੍ਰੇਫਾਈਟ ਦੀ ਲੇਅਰ ਦੇ ਵਿੱਚ ਇੱਕ ਕਾਰਬਨ ਐਟਮ ਕਿੰਨੇ ਕਾਰਬਨ ਦੇ ਨਾਲ ਜੁਆਇਨ ਆ, 3 ਅਦਰ ਕਾਰਬਨ ਐਟਮਸ ਦੇ ਨਾਲ ਜੁਆਇਨ ਆ। ਐਂਡ ਜਿਹੜਾ ਆਹ ਕਾਰਬਨ ਕਾਰਬਨ ਦੇ ਵਿਚਾਲੇ ਬੌਂਡ ਹੈ ਬੇਟਾ, ਇਹ ਬੜਾ ਸਟਰੋਂਗ ਆ, ਇਹ ਕੀ ਹੈਗਾ, ਇਹ ਬੜਾ ਸਟਰੋਂਗ ਬੌਂਡ ਹੈਗਾ। ਓਕੇ, ਐਂਡ ਸਟੋਕ ਕੋਵੈਲੈਂਟ ਬੌਂਡ ਦੇ ਨਾਲ ਬੇਟਾ ਜੁੜੇ ਹੋਏ ਨੇ ਟੂ ਫਾਰਮ ਫਲੈਟ ਹੈਗਜ਼ਾਗਨਲ ਰਿੰਗਸ। ਦੇਖੋ ਕਿਹੜੀਆਂ ਰਿੰਗਸ ਬਣ ਰਹੀਆਂ ਇੱਥੇ, ਹੈਗਜ਼ਾਗਨਲ ਰਿੰਗ, ਇੱਥੇ ਪੈਂਟਾਗਨਲ ਨਾ ਕਿਰਪਾ ਕਰਕੇ ਐਡ ਕਰ ਦਿਓ, ਉਹ ਬਕਮਿੰਸਟਰ ਫਲਰੀਨ ਦੇ ਵਿੱਚ ਸੀਗਾ, ਇੱਥੇ ਹੈਗਜ਼ਾਗਨਲ ਰਿੰਗਸ ਬਣਾ ਕੇ ਇੱਕ ਸ਼ੀਟ ਬਣੀ ਹੋਈ ਆ। ਉਸ ਤੋਂ ਬਾਅਦ ਇਹਨਾਂ ਨੇ ਕਿਹਾ, ਕਹਿੰਦਾ ਵੇਰੀਅਸ ਲੇਅਰ ਆਫ ਕਾਰਬਨ ਐਟਮਸ ਇਨ ਗ੍ਰੇਫਾਈਟ ਆਰ ਕੁਆਇਟ ਫਾਰ। ਅਗਰ ਇਹਨਾਂ ਦੇਖੋ ਵੇਰੀਅਸ ਲੇਅਰ ਮਤਲਬ ਕਿ ਅਲੱਗ-ਅਲੱਗ ਲੇਅਰ, ਆਹ ਲੇਅਰ ਤੇ ਆਹ ਲੇਅਰ, ਇਹਦੇ ਵਿੱਚ ਇਹਨਾਂ ਨੇ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਕਹਿੰਦੇ ਇੱਕ ਲੇਅਰ ਆ ਸੀ ਤੁਹਾਡੇ ਕੋਲ, ਇੱਕ ਲੇਅਰ ਆ ਸੀ, ਕਹਿੰਦੇ ਦੋਨੇ ਲੇਅਰਸ ਇੱਕ ਦੂਜੇ ਨਾਲੋਂ ਬਹੁਤ ਦੂਰ ਨੇ ਅਗਰ ਮੋਲੀਕੂਲਰ ਲੈਵਲ ਤੇ ਜਾਈਏ।
अगर मॉलिक्यूलर लेवल ਤੇ ਜਾਈਏ ਇਹ ਦੋਨੇ ਲੇਅਰਸ ਇੱਕ ਦੂਜੇ ਨਾਲ ਕੀ ਨੇ ਬਹੁਤ ਦੂਰ ਨੇ the various layers of carbon atoms in graphite are quite far apart so that no covalent bond can exist between them but held together by the weak van der Waals forces ਹੁਣ ਦੇਖੋ ਇਹਨਾਂ ਨੇ ਇਹ ਕਿਹਾ ਬੇਟਾ ਜੀ ਕਹਿੰਦੇ ਇਹ ਦੋਨੇ ਲੇਅਰਸ ਆਪਸ ਦੇ ਵਿੱਚ ਇੰਨੀਆਂ ਕਿ ਜ਼ਿਆਦਾ ਦੂਰ ਨੇ ਕਿ ਇਹਨਾਂ ਦੇ ਵਿਚਾਲੇ ਕੋਵੈਲੈਂਟ ਬੌਂਡ ਨਹੀਂ ਬਣ ਸਕਦਾ ਨਹੀਂ ਕਾਰਬਨ ਕਾਰਬਨ ਬਣਾ ਸਕਦੇ ਇੱਕ ਕਾਰਬਨ ਦਾ ਐਟਮ ਖਾਲੀ ਪਿਆ ਇੱਕ ਇਲੈਕਟ੍ਰੋਨ ਖਾਲੀ ਪਿਆ ਬਣਾਉਣਾ ਤਾਂ ਬਣਾ ਸਕਦੇ ਸੀਗੇ ਉਹ ਪਰ ਨਹੀਂ ਬਣਾ ਰਹੇ ਕਿਉਂ ਕਿਉਂਕਿ ਦੂਰ ਆ ਬਟ ਇੱਕ ਦੂਜੇ ਨੂੰ ਹੋਲਡ ਕਰਕੇ ਰੱਖ ਰਹੇ ਕਿਹੜੀ ਫੋਰਸ ਦੇ ਨਾਲ ਵੀਕ ਵੰਡਰਵਾਲ ਫੋਰਸਿਸ ਦੇ ਨਾਲ ਇੱਕ ਦੂਜੇ ਨੂੰ ਕੀ ਕਰ ਰਹੇ ਇਹ ਹੋਲਡ ਕਰਕੇ ਰੱਖ ਰਹੇ ਆ ਠੀਕ ਹੈ ਜੀ ਆ ਦੇਖੋ ਇਹਨਾਂ ਨੇ ਲਿਖਿਆਗਾ ਸੋ ਬਿਕੋਜ਼ ਆਫ ਦਿਸ ਦੇ ਕੈਨ ਸਲਾਈਡ ਓਵਰ ਈਚ ਅਦਰ ਇਸੇ ਕਰਕੇ ਕੀ ਕਰਦੇ ਆ ਇੱਕ ਦੂਸਰੇ ਦੇ ਉੱਤੇ ਸਲਾਈਡਾਂ ਕੀ ਕਰਦੀਆਂ ਨੇ ਜਿਹੜੀਆਂ ਲੇਅਰਸ ਨੇ ਕੀ ਕਰਦੀਆਂ ਸਲਾਈਡ ਕਰਦੀਆਂ ਇਸੇ ਕਰਕੇ ਜਦੋਂ ਪੈਨਸਲ ਘਸਾਓਗੇ ਐਂਡ ਇਦਾਂ ਕਰੋਗੇ ਤਾਂ ਤੁਹਾਡੇ ਕੀ ਟੱਚ ਹੋ ਰਿਹਾ ਹੋਊਗਾ ਇਸ ਸਲਿਪਰੀ ਕਿਉਂਕਿ ਬੇਟਾ ਜੀ ਜਿਹੜੇ ਤੁਹਾਡੇ ਹੱਥ ਤੇ ਲੱਗੇ ਨਾ ਪਤਾ ਨਹੀਂ ਗ੍ਰੇਫਾਈਟ ਦੀਆਂ ਕਿੰਨੀਆਂ ਲੇਅਰਸ ਬਣ ਗਈਆਂ ਉੱਥੇ ਪਤਾ ਨਹੀਂ ਕਿੰਨੀਆਂ ਕੁ ਲੇਅਰਸ ਨੇ ਉਹ ਲੇਅਰਸ ਕਰਕੇ ਹੀ ਤੁਹਾਡੇ ਕੀ ਕਰਦਾ ਹੱਥ ਸਲਿਪਰੀ ਮਤਲਬ ਕਿ ਇਦਾਂ ਫੀਲ ਹੁੰਦਾ ਤੁਹਾਨੂੰ ਪੈਨਸਲ ਸੁਣ ਤੇ ਪੈਨਸਲ ਦੇ ਵਿੱਚ ਵੀ ਕੀ ਆ ਗ੍ਰੇਫਾਈਟ ਆ ਤੇ ਗ੍ਰੇਫਾਈਟ ਕਿੱਦਾਂ ਬਣੇਗਾ ਕਾਰਬਨ ਦਾ ਤੇ ਕਾਰਬਨ ਕਿੱਦਾਂ ਜੁਆਇੰਟ ਆ ਇਦਾਂ ਹੀ ਜੁਆਇੰਟ ਉਹਦੇ ਚ ਓਕੇ ਅਗਲੇ ਚ ਕੀ ਲਿਖਿਆ ਦੇਖੋ ਇਹਨਾਂ ਨੇ ਕਹਿੰਦੇ ਗ੍ਰੇਫਾਈਟ ਕ੍ਰਿਸਟਲ ਕੰਸਿਸਟ ਆਫ ਲੇਅਰ ਆਫ ਕਾਰਬਨ ਐਟਮ ਔਰ ਸ਼ੀਟ ਆਫ ਕਾਰਬਨ ਐਟਮਸ ਇਹ ਚੀਜ਼ ਆਪਾਂ ਪੜ੍ਹ ਕੇ ਜਾ ਚੁੱਕੇ ਹਾਂ ਕਹਿੰਦੇ ਡਿਊ ਟੂ ਸ਼ੀਟ ਲਾਈਕ ਸਟਰਕਚਰ ਗ੍ਰੇਫਾਈਟ ਇਜ਼ ਕੰਪੈਰੀਟਿਵਲੀ ਸੌਫਟ ਸਬਸਟੈਂਸ ਕਹਿੰਦੇ ਬੇਟਾ ਜੀ ਜਿਹੜਾ ਆਪਾਂ ਗੱਲ ਕਰੀਏ ਡਾਇਮੰਡ ਇਹਦੀ ਆਪਾਂ ਗ੍ਰੇਫਾਈਟ ਦੀ ਕਹਿੰਦੇ ਸ਼ੀਟ ਲਾਈਕ ਸਟਰਕਚਰ ਹੈ ਇਸੇ ਕਰਕੇ ਬੇਟਾ ਜੀ ਉਹ ਸਬਸਟੈਂਸ ਕੀ ਆ ਸੌਫਟ ਆ ਇਸੇ ਕਰਕੇ ਕੀ ਆ ਸੌਫਟ ਆ ਕਿਉਂਕਿ ਸ਼ੀਟਾਂ ਬਣੀਆਂ ਹੋਈਆਂ ਉਹਦੇ ਚ ਸੀ ਪੂਰੀ ਦੀ ਪੂਰੀ ਬੇਟਾ ਜੀ ਕੀ ਸੀਗੀ ਉਹਦੇ ਚ ਉਹ ਬਣੀ ਹੋਈ ਸੀ ਕੀ ਨਾਮ ਆਪਣਾ मतलब कि अनएंडिंग की ਸੀਗਾ ਬੇਟਾ ਲਿੰਕੇਜ ਸੀਗੀ ਉਹਦੇ ਵਿੱਚ ਠੀਕ ਹੈ ਹੁਣ ਕਹਿੰਦੇ ਡਿਊ ਟੂ ਸੌਫਟਨੈਟ ਇਟ ਇਜ਼ ਯੂਜ਼ਡ ਐਸ ਡਰਾਈ ਲੂਬਰੀਕੈਂਟ ਫॉर ਮਸ਼ੀਨ ਪਾਰਟਸ ਹੁਣ ਧਿਆਨ ਨਾਲ ਸੁਣਿਓ ਇੱਕ ਚੀਜ਼ ਹੋਰ ਦੋ ਚੀਜ਼ਾਂ ਧਿਆਨ ਰੱਖਿਓ ਇੱਥੇ ਦੋ ਚੀਜ਼ਾਂ ਧਿਆਨ ਰੱਖਿਓ ਬੇਟਾ ਜੀ ਕਈ ਮਸ਼ੀਨਸ ਨੇ ਜਿਹਨੇ ਮਸ਼ੀਨਸ ਮਤਲਬ ਕਿ ਬਹੁਤ ਹਾਈ ਟੈਂਪਰੇਚਰ ਤੇ ਚੱਲਦੀਆਂ ਹੁਣ ਕਾਫੀ ਲੂਬਰੀਕੈਂਟ ਇਦਾਂ ਦੇ ਹੁੰਦੇ ਥੋੜਾ ਟੈਂਪਰੇਚਰ ਤਾਂ ਲੂਬਰੀਕੈਂਟ ਸੁੱਕ ਜਾਂਦਾਗਾ ਸੁੱਕ ਜੂਗਾ ਇਹਦਾ ਮੈਲਟਿੰਗ ਪੁਆਇੰਟ ਬਹੁਤ ਜ਼ਿਆਦਾ ਹਾਈ ਆ ਮੈਲਟਿੰਗ ਪੁਆਇੰਟ ਕੀ ਇਹਦਾ ਬਹੁਤ ਜ਼ਿਆਦਾ ਹਾਈ ਹੈ ਦੂਸਰੀ ਚੀਜ਼ ਸਲਿਪਰੀ ਆ ਜਦੋਂ ਕੋਈ ਚੀਜ਼ ਸਲਿਪਰੀ ਹੋਵੇ ਤਿਲਕਣੀ ਹੋਵੇ ਉਹਨੂੰ ਐਜ਼ ਅ ਲੂਬਰੀਕੈਂਟ ਯੂਜ਼ ਕਰ ਸਕਦੇ ਆ ਤੇ ਕਹਿੰਦੇ ਐਜ਼ ਅ ਡਰਾਈ ਲੂਬਰੀਕੈਂਟ ਇਹਨੂੰ ਮਸ਼ੀਨ ਪਾਰਟਸ ਦੇ ਵਿੱਚ ਯੂਜ਼ ਕੀਤਾ ਜਾਂਦਾ ਆ ਸਭ ਤੋਂ ਇੰਪੋਰਟੈਂਟ ਲਾਈਨ ਆ ਮੈਨੂੰ ਲੱਗਦਾ ਜਿਵੇਂ ਇਹਨਾਂ ਨੇ ਕਿਹਾ ਨਾ ਹੁਣ ਇਹ ਰਿਕਾਰਡਡ ਆ ਤੁਹਾਡੇ ਕੋਲੇ ਮੈਂ ਅੱਜ ਤੁਹਾਨੂੰ ਦੱਸ ਰਿਹਾ ਅਗਰ ਇਹਨਾਂ ਨੇ ਬੇਟਾ ਜੀ ਤੁਹਾਨੂੰ ਕੁਐਸਚਨ ਪਾਤਾ ਕਿਹੜਾ ਕੰਪੀਟੈਂਸੀ ਬੇਸਡ ਕੁਐਸਚਨ ਪਾਤਾ ਤਾਂ ਪੱਕਾ ਇੱਥੋਂ ਕੁਐਸਚਨ ਤੁਹਾਨੂੰ ਬਣ ਸਕਦਾਗਾ ਠੀਕ ਹੈ ਸੋ ਗ੍ਰੇਫਾਈਟ ਇਜ਼ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਵਾਈ ਕਹਿੰਦੇ ਹੁਣ ਗ੍ਰੇਫਾਈਟ ਆ ਕਹਿੰਦੇ ਇਲੈਕਟ੍ਰਿਸਿਟੀ ਦਾ ਗੁੱਡ ਕੰਡਕਟਰ ਹੈ ਕਿਉਂ ਹੁਣ ਤੁਸੀਂ ਮੈਨੂੰ ਐਸੋ ਡਾਇਮੰਡ ਕਿਉਂ ਨਹੀਂ ਸੀਗਾ ਇਲੈਕਟ੍ਰਿਸਿਟੀ ਦਾ ਗੁੱਡ ਕੰਡਕਟਰ ਕਿਉਂ ਸੀਗਾ ਡਾਇਮੰਡ ਉਹ ਚ ਸਾਰੇ ਕਾਰਬਨ ਦੇ ਇਲੈਕਟ੍ਰੋਨਸ ਕੀ ਸੀਗੇ ਬਿਜ਼ੀ ਹੋ ਗਏ ਸੀ ਇਹ ਚ ਕਾਰਬਨ ਦੇ ਕਿੰਨੇ ਇਲੈਕਟ੍ਰੋਨ ਬਿਜ਼ੀ ਨੇ ਤਿੰਨ ਇੱਕ ਕੀ ਪਿਆ ਇਹਦੇ ਚ ਫ੍ਰੀ ਪਿਆਗਾ ਇਹਦਾ ਮਤਲਬ ਇਹ ਚ ਫ੍ਰੀ ਇਲੈਕਟ੍ਰੋਨ ਪਿਆ ਤੇ ਚ ਇਲੈਕਟ੍ਰਿਸਿਟੀ ਕੀ ਹੋ ਜਾਂਦੀ ਆ ਨਾਨ ਮੈਟਲ ਹੁੰਦੇ ਹੋਏ ਵੀ ਇਹ ਚ ਇਲੈਕਟ੍ਰਿਸਿਟੀ ਕੰਡਕਟ ਕਿਉਂ ਹੋ ਰਹੀ ਆ ਕਿਉਂਕਿ ਸਾਰਾ ਖੇਡਾ ਮੈਟਲ ਤੇ ਨਾਨ ਮੈਟਲ ਦਾ ਨਹੀਂ ਹੈਗਾ ਇਹ ਚ ਖੇਡਾ ਸਾਰਾ ਕਿਹਦਾਗਾ ਫ੍ਰੀ ਇਲੈਕਟ੍ਰੋਨਸ ਦਾਗਾ ਇਲੈਕਟ੍ਰਿਸਿਟੀ ਕੰਡਕਟ ਹੋਣ ਦਾ ਜਿਹੜਾ ਖੇਡਾ ਸਾਰਾ ਕਿਹੜੀ ਚੀਜ਼ ਦਾਗਾ free electrons ਦੇ presence ਹੋਣ ਦਾਗਾ ਠੀਕ ਹੈ in graphite crystal each carbon atom is joined only 3 other carbon atoms by ਕਿਹੜਾ bond covalent bond thus only 3 valence electrons of each carbon atom in graphite are used in bond formation ਮਤਲਬ ਕਿ ਉਸ ਕਾਰਬਨ ਦੇ ਸਿਰਫ 3 ਕੀ ਨੇ ਬੇਟਾ ਜੀ ਵੈਲੈਂਸ ਇਲੈਕਟ੍ਰੋਨ ਹੀ ਯੂਜ਼ ਹੋ ਰਹੇ ਨੇ ਬੌਂਡ ਫਾਰਮੇਸ਼ਨ ਦੇ ਵਿੱਚ ਇੱਕ ਇਲੈਕਟ੍ਰੋਨ ਕੀ ਰਹਿ ਰਿਹਾ ਉੱਥੇ ਫਿਰ ਫ੍ਰੀ ਪਿਆਗਾ ਕਹਿੰਦੇ ਦਾ ਫੋਰਥ ਵੈਲੈਂਸ ਇਲੈਕਟ੍ਰੋਨ ਹੁਣ ਬੇਟਾ ਤਿੰਨ ਬੇਟਾ ਜੀ ਕੀ ਨੇ ਬਿਜ਼ੀ ਨੇ ਤਾਂ ਚੌਥਾ ਇਲੈਕਟ੍ਰੋਨ ਕੀ ਆ ਚੌਥਾ ਇਲੈਕਟ੍ਰੋਨ ਕੀ ਫ੍ਰੀ ਪਿਆਗਾ मतलब कि फ्री पे ड्यू टू द प्रेजेंस ऑफ फ्री इलेक्ट्रॉन हम कहते ऐसे फ्री इलेक्ट्रॉन की प्रेजेंस करके की होता बेटा ग्रेफाइट क्रिस्टल की करन लग जांदा इलेक्ट्रिसिटी कंडक्ट करन लग जांदा जस्ट लाइक डायमंड ग्रेफाइट आल्सो हैव वेरी हाई मेल्टिंग पॉइंट ਇਹਦਾ मेल्टिंग पॉइंट बहुत ज्यादा की ਹੁੰਦਾਗਾ हाई ਹੁੰਦਾਗਾ सो ਉਸ ਤੋਂ ਬਾਅਦ ਆਪਾਂ ਪੜ੍ਹਨੇ ਦੇ ਯੂਜ਼ਸ ਹੁਣ ਡਾਇਮੰਡ ਦੇ ਯੂਜ਼ਸ ਕਿੱਥੇ ਨੇ ਬਸ ਡਾਇਮੰਡ ਤੇ ਗ੍ਰੇਫਾਈਟ ਦੇ ਯੂਜ਼ਸ ਨੇ ਹੁਣ ਇਹਦੇ ਯੂਜ਼ਸ ਦੇਖੋ ਬੇਟਾ ਸਾਰੇ ਬੱਚੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਇਹਦਾ ਯੂਜ਼ ਕਰਨਾ ਜਵੈਲਰੀ ਵਾਸਤੇ ਨਹੀਂ ਯੂਜ਼ ਕੀਤਾ ਜਾਂਦਾ ਇਹਨੂੰ ਇਹਦੀ ਹਾਰਡਨੈਸ ਨੂੰ ਦੇਖਦੇ ਹੋਰ ਜਗ੍ਹਾ ਤੇ ਵੀ ਇਹਨੂੰ ਯੂਜ਼ ਕੀਤਾ ਜਾਂਦਾਗਾ ਕਹਿੰਦੇ ਡਾਇਮੰਡਸ ਨੂੰ ਕਟਿੰਗ ਇਨਸਟਰੂਮੈਂਟਸ ਦੇ ਵਿੱਚ ਯੂਜ਼ ਕੀਤਾ ਜਾਂਦਾਗਾ ਕੋਈ ਚੀਜ਼ ਕੱਟਣ ਵਾਸਤੇ ਯੂਜ਼ ਕੀਤੀ ਜਾਂਦੀ ਹੈ ਨਾ ਕਟਿੰਗ ਇਨਸਟਰੂਮੈਂਟਸ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਲਾਈਕ ਕਹਿੰਦੇ ਗਲਾਸ ਕਟਰ ਸ਼ੀਸ਼ੇ ਕੱਟਣ ਵਾਲਿਆਂ ਨੂੰ ਜਾਊਗਾ ਉਹਨਾਂ ਕੋਲ ਇੱਕ ਚਾਕੂ ਜਿਹਾ ਹੁੰਦਾਗਾ ਉਸ ਚਾਕੂ ਦੇ ਮੂਹਰੇ ਕੀ ਲੱਗਿਆ ਹੁੰਦਾਗਾ ਡਾਇਮੰਡ ਹੀ ਲੱਗਿਆ ਹੁੰਦਾਗਾ ਠੀਕ ਹੈ ਉਸ ਚਾਕੂ ਮੂਹਰੇ ਕੀ ਲੱਗਿਆ ਹੁੰਦਾਗਾ ਡਾਇਮੰਡ ਹੀ ਹੁੰਦਾਗਾ ਜੋ ਉਹਨਾਂ ਕੋਲ ਇਨਸਟਰੂਮੈਂਟ ਜਾਂ ਹੁੰਦਾ ਚਾਕੂ ਨਹੀਂ ਕਵਾਂਗੇ ਉਹਨੂੰ ਆਪਾਂ ਤਾਂ ਉਸ ਦੇ ਵਿੱਚ ਗਲਾਸ ਕਟਰ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾਗਾ ਠੀਕ ਹੈ ਕਟਿੰਗ ਮਾਰਬਲ ਹੁਣ ਮਾਰਬਲ ਕਟਿੰਗ ਵਾਲੇ ਵੀ ਦੇਖੇ ਹੋਣਗੇ ਠੀਕ ਹੈ ਮਾਰਬਲ ਨੂੰ ਜੋ ਕੱਟਦਾ ਅੱਜ ਕੱਲ ਤਾਂ ਕਟਰ ਆ ਗਏ ਨਾ ਤਾਂ ਪਹਿਲਾਂ ਮਾਰਬਲ ਨੂੰ ਵੀ ਇਦਾਂ ਹੀ ਕੱਟਿਆ ਜਾਂਦਾ ਸੀ ਤਾਂ ਕਹਿੰਦੇ ਉਹਦੇ ਵਿੱਚ ਵੀ ਕਿਹਦਾ ਯੂਜ਼ ਕੀਤਾ ਜਾਂਦਾ ਸੀਗਾ ਡਾਇਮੰਡ ਦਾ ਉਸ ਤੋਂ ਬਾਅਦ ਰੌਕ ਡ੍ਰਿਲਿੰਗ ਬੇਟਾ ਜੀ ਪੱਥਰਾਂ ਨੂੰ ਮਤਲਬ ਕਿ ਪਾੜਨ ਵਾਸਤੇ ਪੱਥਰਾਂ ਦੇ ਵਿੱਚ ਮੋਰੀ ਕਰਨ ਵਾਸਤੇ ਵੀ ਬੇਟਾ ਜੀ ਕੀ ਸੀ ਡਾਇਮੰਡ ਦੇ ਇਕਵਿਪਮੈਂਟ ਦਾ ਯੂਜ਼ ਕੀਤਾ ਜਾਂਦਾ ਹੁੰਦਾ ਸੀਗਾ ਓਕੇ ਡਾਇਮੰਡ ਡਾਈਜ਼ ਹੁਣ ਡਾਈਜ਼ ਦਾ ਮਤਲਬ ਕੀ ਹੁੰਦਾ ਬੇਟਾ ਦੇਖੋ
ਹੁਣ ਬਹੁਤ ਪਤਲੀਆਂ ਪਤਲੀਆਂ ਤਾਰਾਂ, ਜਿਵੇਂ ਟੰਗਸਟਨ ਦੇਖਿਆ, ਟੰਗਸਟਨ ਤੁਸੀਂ ਬੱਲਬ ਦੇ ਵਿੱਚ ਨਾ, ਜਿਹੜੇ ਆਪਣੇ ਪਹਿਲਾਂ ਪੀਲੇ ਬੱਲਬ ਹੁੰਦੇ ਸੀ, ਉਹਦੇ ਵਿੱਚ ਇੱਕ ਤਾਰ ਜਿਹੀ ਹੁੰਦੀ ਆ, ਬੜੀ ਛੋਟੀ ਜਿਹੀ ਤਾਰ ਹੁੰਦੀ ਹੈ, ਉਹ ਛੋਟੀ ਜਿਹੀ ਤਾਰ ਇੱਕ ਮੈਟਲ ਆ, ਕਿਹੜਾ ਮੈਟਲ? ਟੰਗਸਟਨ। ਮੈਟਲ ਆ, ਨਾਟ ਐਲੋਏ, ਧਿਆਨ ਰੱਖਿਓ। ਉਹ ਮੈਟਲ ਜਿਹੜਾ ਹੈਗਾ ਬੇਟਾ, ਉਸ ਮੈਟਲ ਦੀ ਇੱਕ ਬਹੁਤ ਪਤਲੀ ਤਾਰ ਨੂੰ ਬਣਾਉਣ ਵਾਸਤੇ ਉਹਨੂੰ ਕੀ ਕੀਤਾ ਜਾਂਦਾ ਬੇਟਾ, ਜਿਹਨੂੰ ਖਿੱਚਿਆ ਜਾਂਦਾ ਹੁੰਦਾ ਹੈਗਾ, ਠੀਕ ਹੈ, ਉਹਨੂੰ ਖਿੱਚਣ ਵਾਸਤੇ ਬਣਾਈ ਜਾਂਦੀ ਹੈ ਡਾਈ, ਤੋਂ ਡਾਈ ਕਿਹਦੀ ਬਣਦੀ ਹੈ? ਡਾਇਮੰਡ ਦੀ ਬਣਾਈ ਜਾਂਦੀ ਹੈ, ਠੀਕ ਹੈ। ਡਾਇਮੰਡ ਡਾਈ ਆਰ ਯੂਜ਼ਡ ਫॉर ਡਰਾइंग ਥਿਨ ਵਾਇਰਸ ਲਾਈਕ ਟੰਗਸਟਨ ਫਿਲਾਮੈਂਟ ਆਫ ਬੱਲਬ। ਡਾਇਮੰਡਸ ਆਰ ਯੂਜ਼ਡ ਫॉर ਮੇਕਿੰਗ ਜਵੈਲਰੀ, ਇਹ ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ, ਠੀਕ ਹੈ, ਬੜੇ ਅੱਗੇ ਜਾ ਕੇ ਗਿਫਟ ਗੁਫਟ ਕਰੋਗੇ ਤੁਸੀਂ। ਸ਼ਾਰਪ ਐਜ ਡਾਇਮੰਡ ਆਰ ਯੂਜ਼ਡ ਬਾय ਆਈ ਸਰਜਨ। ਲਓ ਜੀ, ਹੁਣ ਕਹਿੰਦੇ ਡਾਕਟਰਾਂ ਵੀ ਨਹੀਂ ਛੱਡਿਆ ਇਹਨੂੰ, ਕਹਿੰਦੇ ਜਿਹੜੇ ਆਪਣੇ ਅੱਖਾਂ ਵਾਲੇ ਡਾਕਟਰ ਹੁੰਦੇ ਆ ਨਾ, ਜਿਹੜਾ ਅੱਖਾਂ ਦਾ ਆਪਰੇਸ਼ਨ ਕਰਦੇ ਆਪਣੇ, ਠੀਕ ਹੈ, ਜੋ ਅੱਖਾਂ ਦਾ ਆਪਰੇਸ਼ਨ ਕਰਦਾ ਹੈ, ਕਹਿੰਦੇ ਉਹ ਕੱਟ ਲਗਾਉਣ ਵਾਸਤੇ ਵੀ ਬੇਟਾ ਜੀ, ਕੈਟਰੈਕਟ ਨੂੰ ਰਿਮੂਵ ਕਰਨ ਵਾਸਤੇ ਵੀ ਬੇਟਾ ਸ਼ਾਰਪ ਐਜ ਡਾਇਮੰਡ ਦਾ ਯੂਜ਼ ਕਰਦੇ ਆ। ਉਹਨਾਂ ਕੋਲ ਇੱਕ ਇੰਸਟਰੂਮੈਂਟ ਹੁੰਦਾ, ਉਹਦੇ ਮੂਰੇ ਕੀ ਲੱਗਾ ਹੁੰਦਾ ਬੇਟਾ? ਡਾਇਮੰਡ ਦਾ ਇੱਕ ਸ਼ਾਰਪ ਜਿਹੀ ਚੀਜ਼ ਲੱਗੀ ਹੁੰਦੀ ਹੈ, ਜਿਹੜੀ ਕਿ ਕੈਟਰੈਕਟ ਨੂੰ ਕੀ ਕਰ ਦਿੰਦੀ ਆ? ਰਿਮੂਵ ਕਰ ਦਿੰਦੀ ਆ ਆਈ ਦੇ ਵਿੱਚੋਂ। ਓਕੇ, ਗ੍ਰੇਫਾਈਟ ਦਾ ਯੂਜ਼ ਦੇਖਦੇ ਆ, ਕਹਿੰਦੇ ਡਿਊ ਟੂ ਇਟਸ ਸੌਫਟਨੈਟ ਪਾਊਡਰ ਗ੍ਰੇਫਾਈਟ ਇਜ਼ ਯੂਜ਼ਡ ਐਜ਼ ਅ ਲੁਬਰੀਕੈਂਟ। ਲੁਬਰੀਕੈਂਟ ਵਾਸਤੇ ਯੂਜ਼ ਕੀਤਾ ਜਾਂਦਾ ਹੈਗਾ ਫॉर ਫਾਸਟ ਮੂਵਿੰਗ ਪਾਰਟ ਆਫ ਦਾ ਮਸ਼ੀਨ। ਹੁਣ ਜਦੋਂ ਵੀ ਕੋਈ ਮਸ਼ੀਨ ਬੇਟਾ ਜੀ ਦੇਖੋ ਮੂਵ ਕਰਦੀ ਹੈ, ਇਸ ਤਰ੍ਹਾਂ ਘੁੰਮਦੀ ਹੈ, ਉਹਨੂੰ ਘੁੰਮਣ ਵਾਸਤੇ ਬੇਟਾ ਜੀ ਉਹਦੀ ਫ੍ਰਿਕਸ਼ਨ ਘਟਾਉਣੀ ਹੁੰਦੀ ਹੈ ਅਸੀਂ, ਠੀਕ ਹੈ, ਫ੍ਰਿਕਸ਼ਨ ਘਟਾਉਣ ਵਾਸਤੇ ਅਸੀਂ ਕੀ ਲਗਾਉਣਾ ਇੱਥੇ? ਲੁਬਰੀਕੈਂਟ। ਹੁਣ ਕੁਝ ਮਸ਼ੀਨਾਂ ਇਦਾਂ ਦੀਆਂ ਜਿਹੜੇ ਕਿ ਬਹੁਤ ਹਾਈ ਟੈਂਪਰੇਚਰ ਤੇ ਚਲੀਆਂ ਜਾਂਦੀਆਂ ਨੇ, ਬਹੁਤ ਹਾਈ ਟੈਂਪਰੇਚਰ ਚਲੇ ਜਾਂਦੇ ਨੇ, ਜੇ ਆਪਾਂ ਮੋਬਿਲ ਆਇਲ ਵਗੈਰਾ ਲਗਾਵਾਂਗੇ ਬੇਟਾ, ਉਹ ਮੋਬਿਲ ਆਇਲ ਵਗੈਰਾ ਸੁੱਕ ਜੂਗਾ ਉੱਥੇ, ਠੀਕ ਹੈ ਜੀ, ਕਿਉਂਕਿ ਉਹਨਾਂ ਦਾ ਮੈਲਟਿੰਗ ਪੁਆਇੰਟ ਤੇ ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਘੱਟ ਹੁੰਦਾਗਾ, ਪਰ ਇਹਨਾਂ ਦਾ ਮੈਲਟਿੰਗ ਪੁਆਇੰਟ ਬਹੁਤ ਜ਼ਿਆਦਾ ਹੁੰਦਾਗਾ, ਇਸ ਕਰਕੇ ਗ੍ਰੇਫਾਈਟ ਆਪਾਂ ਯੂਜ਼ ਕਰ ਸਕਦੇ ਹਾਂ ਫॉर ਕਿਹਦੇ ਲਈ? ਐਜ਼ ए ਲੁਬਰੀਕੈਂਟ। ਸਿੰਸ ਗ੍ਰੇਫਾਈਟ ਇਜ਼ ਨॉन ਵੋਲਾਟਾਈਲ, ਨॉन ਵੋਲਾਟਾਈਲ ਦਾ ਮਤਲਬ ਪਤਾ ਕੀ ਹੁੰਦਾ? ਨਹੀਂ ਪਤਾ ਬੇਟਾ, ਜਿਵੇਂ ਤੁਸੀਂ ਪਾਣੀ ਆ, ਪਾਣੀ ਨੂੰ ਅਗਰ ਗਰਮ ਕਰਦੇ ਹੋ ਤਾਂ ਪਾਣੀ ਕੀ ਹੁੰਦਾਗਾ? ਉਬਲ ਜਾਂਦਾਗਾ, ਭਾਫ ਬਣ ਕੇ ਉੱਡ ਜਾਂਦਾਗਾ, ਠੀਕ ਹੈ, ਤਾਂ ਉਹ ਵੋਲਾਟਾਈਲ ਸਬਸਟੈਂਸ ਆ, ਉਹ ਸਬਸਟੈਂਸ ਕਿਹੜਾਗਾ? ਵੋਲਾਟਾਈਲ। ਅਗਰ ਅਸੀਂ ਗੱਲ ਕਰੀਏ ਬੇਟਾ ਜੇ ਨਾਨ ਵੋਲਾਟਾਈਲ, ਉਹਨੂੰ ਜਿੰਨਾ ਮਰਜ਼ੀ ਗਰਮ ਕਰ ਲਓ, ਕਦੇ ਵੀ ਉੱਡਦਾ ਨਹੀਂ ਹੁੰਦਾਗਾ। ਓਕੇ, ਤਾਂ ਗ੍ਰੇਫਾਈਟ ਨੂੰ ਬੇਟਾ ਤੁਸੀਂ ਪਿਘਲਾ ਸਕਦੇ ਹੋ, ਬਟ ਗ੍ਰੇਫਾਈਟ ਨੂੰ ਬੇਟਾ ਤੁਸੀਂ ਕਦੇ ਮਤਲਬ ਕਿ ਉਡਾ ਨਹੀਂ ਸਕਦੇ ਗਰਮ ਕਰਕੇ। ਤਾਂ ਸੁਣੋ ਬੇਟਾ ਸਾਰੇ ਬੱਚੇ, ਕਹਿੰਦੇ ਜੀ ਉਹਨਾਂ ਮਸ਼ੀਨ ਪਾਰਟਸ ਦੇ ਵਿੱਚ ਇਹਨੂੰ ਮਤਲਬ ਕਿ ਐਜ਼ ਅ ਲੁਬਰੀਕੈਂਟ ਯੂਜ਼ ਕੀਤਾ ਜਾਂਦਾ ਜਿਨ੍ਹਾਂ ਦਾ ਟੈਂਪਰੇਚਰ ਬਹੁਤ ਜ਼ਿਆਦਾ ਕੀ ਚੱਲਦਾ? ਹਾਈ ਚਲਾ ਜਾਂਦਾਗਾ, ਵੇਅਰ ਆਰਡੀਨਰੀ ਆਇਲ ਲੁਬਰੀਕੈਂਟ ਕੈਨ ਨਾਟ ਬੀ ਯੂਜ਼, ਕਿਉਂ? ਉਹ ਸੁੱਕ ਜਾਣਗੇ, ਠੀਕ ਹੈ, ਉਹ ਕਿ ਵੇਪਰਾਈਜ਼ ਹੋ ਜਾਂਦੇ ਆ, ਵੇਪਰਾਈਜ਼ ਮਤਲਬ ਕਿ ਆਪਾਂ ਕਹਿ ਸਕਦੇ ਵੋਲਾਟਾਈਲ ਹੁੰਦੇ ਨੇ। ਉਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ? ਗ੍ਰੇਫਾਈਟ ਕੈਨ ਬੀ ਯੂਜ਼ਡ ਐਜ਼ ਅ ਡਰਾਈ ਲੁਬਰੀਕੈਂਟ, ਕਹਿੰਦੇ ਇਹਨਾਂ ਨੂੰ ਆਪਾਂ ਐਜ਼ ਅ ਡਰਾਈ ਲੁਬਰੀਕੈਂਟ ਵੀ ਯੂਜ਼ ਕਰ ਸਕਦੇ ਹਾਂ ਇਨ ਦਾ ਫਾਰਮ ਆਫ ਗ੍ਰੇਫਾਈਟ ਪਾਊਡਰ। ਗ੍ਰੇਫਾਈਟ ਪਾਊਡਰ ਜਿਵੇਂ ਮਤਲਬ ਕਿ ਆ ਪੈਨਸਲ ਦਾ ਆਪਾਂ ਬਣਾਇਆ ਸੀ ਨਾ, ਇਸ ਤਰ੍ਹਾਂ ਕਰਕੇ ਬਿਲਕੁਲ ਇਹਨੂੰ ਚੂਰਾ ਕਰ ਲਓ, ਇਦਾਂ ਹੀ ਇਹਦਾ ਚਲੋ ਇਹਦੇ ਚ ਤਾਂ ਬਹੁਤ ਕੁਝ ਮਿਕਸ ਹੁੰਦਾਗਾ, ਪਰ ਅਗਰ ਪਿਓਰ ਗ੍ਰੇਫਾਈਟ ਨੂੰ ਬੇਟਾ ਜੇ ਅਸੀਂ ਕੀ ਕਰ ਦਈਏ, ਚੂਰਾ ਬਣਾ ਦਈਏ, ਪਾਊਡਰ ਬਣਾ ਦਈਏ, ਤਾਂ ਇੱਕ ਨਾ ਬਹੁਤ ਮਤਲਬ ਕਿ ਇਹਦਾ ਸਲਿਪਰੀ ਚੀਜ਼ ਬਣ ਜਾਂਦੀ ਹੈ, ਐਜ਼ ਅ ਡਰਾਈ ਲੁਬਰੀਕੈਂਟ ਨੂੰ ਯੂਜ਼ ਕੀਤਾ ਜਾਂਦਾਗਾ। ਓਕੇ, ਫਿਰ ਇਹਨੂੰ ਜਾਂ ਬੇਟਾ ਕਿਹਦੇ ਨਾਲ ਮਿਕਸ ਕਰ ਦਿੱਤਾ? ਪੈਟਰੋਲੀਅਮ ਜੈਲੀ ਦੇ ਨਾਲ ਮਿਕਸ ਕਰ ਦਿੱਤਾ ਜਾਂਦਾਗਾ, ਜਿਹਦੇ ਨਾਲ ਕੀ ਬਣਦਾ? ਗ੍ਰੇਫਾਈਟ ਗਰੀਸ। ਅੱਛਾ, ਹੁਣ ਦੇਖੋ ਧਿਆਨ ਨਾਲ, ਆਹ ਵਾਲੀ ਚੀਜ਼ ਸੁਣੋ, ਅਗਰ ਤੁਹਾਨੂੰ ਕੋਈ ਪੁੱਛੇ ਗ੍ਰੇਫਾਈਟ ਗਰੀਸ ਕਿਵੇਂ ਬਣਦੀ ਹੈ, ਗ੍ਰੇਫਾਈਟ ਗਰੀਸ ਕਿਵੇਂ ਬਣੂਗੀ? ਗ੍ਰੇਫਾਈਟ ਪਾਊਡਰ ਨੂੰ ਜਦੋਂ ਆਪਾਂ ਕਿਹਦੇ ਨਾਲ ਮਿਕਸ ਕਰ ਦਈਏ? ਪੈਟਰੋਲੀਅਮ ਜੈਲੀ ਦੇ ਨਾਲ ਮਿਕਸ ਕਰ ਦਈਏ, ਤਾਂ ਆਪਣੇ ਕੋਲ ਕੀ ਬਣ ਜਾਊਗਾ? ਗ੍ਰੇਫਾਈਟ ਗਰੀਸ ਬਣ ਜਾਊਗਾ। ਸੋ ਗ੍ਰੇਫਾਈਟ ਪਾਊਡਰ ਕੈਨ ਆਲਸੋ ਬੀ ਮਿਕਸਡ ਵਿਦ ਲੁਬਰੀਕੈਂਟ ਆਇਲਸ। ਕਈ ਇਦਾਂ ਦੇ ਲੁਬਰੀਕੈਂਟ ਆਇਲਸ ਵੀ ਨੇ ਜਿਨ੍ਹਾਂ ਦੇ ਵਿੱਚ ਆਪਾਂ ਗ੍ਰੇਫਾਈਟ ਪਾਊਡਰ ਨੂੰ ਮਿਕਸ ਵੀ ਕਰ ਸਕਦੇ ਹਾਂ, ਠੀਕ ਹੈ, ਤਾਂ ਕਿ ਬੇਟਾ ਜੀ ਉਹ ਹਾਈ ਟੈਂਪਰੇਚਰ ਵਾਲੀਆਂ ਮਸ਼ੀਨਸ ਦੇ ਉੱਤੇ ਸਹੀ ਤਰੀਕੇ ਨਾਲ ਕੰਮ ਕਰ ਸਕੇ। ਗ੍ਰੇਫਾਈਟ ਗੁੱਡ ਕੰਡਕਟਰ ਇਲੈਕਟ੍ਰਿਸਿਟੀ ਦਾ ਕਿਉਂ ਹੈ? ਇਹ ਸਾਰੇ ਆਪਣੀ ਗੱਲਬਾਤ ਹੋ ਗਈ, ਠੀਕ ਹੈ ਜੀ। ਫਿਰ ਉਦੋਂ ਬਾਅਦ ਇਹਨਾਂ ਨੇ ਕਿਹਾ ਇਹਦੇ ਕਰਕੇ ਹੀ ਬੇਟਾ ਜੀ ਇਹਨੂੰ ਆਪਾਂ ਕੀ ਕਰਦੇ ਹਾਂ? ਕਾਰਬਨ ਇਲੈਕਟ੍ਰੋਡ ਬਣਾਉਣੇ। ਦੇਖੋ ਤੁਸੀਂ ਸੈੱਲ ਵਗੈਰਾ ਦੇਖੇ ਹੋਣਗੇ ਨਾ, ਤੁਸੀਂ ਸਾਰਿਆਂ ਨੇ ਸੈੱਲ ਵਗੈਰਾ ਦੇਖਿਆ, ਆਹ ਸੈੱਲ ਦੇ ਵਿੱਚ ਨਾ ਜੇ ਤੁਸੀਂ ਖੋਲ ਕੇ ਦੇਖੋਗੇ, ਇੱਕ ਨਾ ਤੁਹਾਨੂੰ ਬਲੈਕ ਜੀ ਇਦਾਂ ਕਰਕੇ ਰੋਡ ਮਿਲੂਗੀ, ਆ ਬਲੈਕ ਜੀ ਤੁਹਾਨੂੰ ਕੀ ਮਿਲੂਗੀ? ਇੱਕ ਰੋਡ ਮਿਲਣੀ ਆ। ਇਹ ਬਲੈਕ ਜਿਹੜੀ ਰੋਡ ਆ ਬੇਟਾ ਕਿਹੜੀ ਚੀਜ਼ ਦੀ ਬਣੀ ਹੋਈ ਹੈ? ਇਹ ਕਾਰਬਨ ਦੀ ਬਣੀ ਹੋਈ ਹੈ, ਤੇ ਕਾਰਬਨ ਦੀ ਵੀ ਕਿਹੜੀ ਚੀਜ਼ ਦੀ? ਗ੍ਰੇਫਾਈਟ ਦੀ। ਇਹਨਾਂ ਨੇ ਕਿਹਾਗਾ, ਕਹਿੰਦੇ ਜੀ ਇਹ ਕਾਰਬਨ ਇਲੈਕਟ੍ਰੋਡਸ ਦੀ ਬਣੀ ਹੋਈ, ਜਾਂ ਫਿਰ ਆਪਾਂ ਗ੍ਰੇਫਾਈਟ ਇਲੈਕਟ੍ਰੋਡ ਵੀ ਕਹਿ ਸਕਦੇ ਹਾਂ। ਡਰਾਈ ਸੈੱਲ ਦੇ ਵਿੱਚ ਹੁੰਦਾ, ਧਿਆਨ ਰੱਖਿਓ ਇਹ। ਐਂਡ ਇਲੈਕਟ੍ਰਿਕ ਆਰਕਸ, ਦਾ ਬਲੈਕ ਕਲਰ ਐਨੋਡ ਆਫ ਡਰਾਈ ਸੈੱਲ ਇਜ਼ ਮੇਡ ਅਪ ਆਫ ਗ੍ਰੇਫਾਈਟ। ਅੱਛਾ, ਹੁਣ ਸੈੱਲ ਦੇ ਵਿੱਚ ਵੀ ਇੱਕ ਐਨੋਡ ਹੁੰਦਾ, ਇੱਕ ਕੈਥੋਡ ਹੁੰਦਾ, ਇੱਕ ਐਨੋਡ ਹੁੰਦਾ, ਇੱਕ ਕੈਥੋਡ ਹੁੰਦਾਗਾ। ਅਗਰ ਤੁਹਾਨੂੰ ਕੋਈ ਪੁੱਛਿਆ ਜਾਵੇ ਬੇਟਾ ਜੀ ਜਿਹੜੀ ਆਹ ਗ੍ਰੇਫਾਈਟ ਦੀ ਰੋਡ ਆ, ਜੀ ਆਰ ਮਤਲਬ ਕਿ ਗ੍ਰੇਫਾਈਟ ਰੋਡ, ਬੇਟਾ ਐਨੋਡ ਹੁੰਦੀ ਹੈ, ਕੈਥੋਡ ਹੁੰਦੀ ਹੈ ਬੇਟਾ, ਇਹਨੂੰ ਆਪਾਂ ਐਜ਼ ਅ ਐਨੋਡ ਯੂਜ਼ ਕਰਦੇ ਹਾਂ, ਠੀਕ ਹੈ ਜੀ। ਉਦੋਂ ਦਾ ਕਾਰਬਨ ਬ੍ਰਸ਼ਿਸ ਆਫ ਇਲੈਕਟ੍ਰਿਕ ਮੋਟਰ, ਬੇਟਾ ਇਲੈਕਟ੍ਰਿਕ ਮੋਟਰ ਵਗੈਰਾ ਦੇਖੋ ਤੁਹਾਨੂੰ ਹੈ ਨਹੀਂ, ਬਟ ਇਹਦੇ ਚ ਨਾ ਇੱਕ ਬ੍ਰਸ਼ ਯੂਜ਼ ਹੁੰਦਾ, ਉਹ ਵੀ ਕਿਹਦਾ ਬਣਿਆ ਹੁੰਦਾਗਾ? ਕਾਰਬਨ ਦਾ ਬਣਦਾ ਹੈ। ਕਾਰਬਨ ਵੀ ਕਿਹੜਾ? ਗ੍ਰੇਫਾਈਟ ਦੀ ਫਾਰਮ ਦੇ ਵਿੱਚ। ਗ੍ਰੇਫਾਈਟ ਇਜ਼ ਯੂਜ਼ਡ ਫॉर ਮੇਕਿੰਗ ਦਾ ਕੋਰਸ ਆਫ ਆਵਰ ਪੈਨਸਲ, ਪੈਨਸਲ ਦੀ ਕੋਰ ਜਿਹੜੀ ਮਤਲਬ ਕਿ ਤੁਸੀਂ ਪੈਨਸਲ ਦਾ ਸਿੱਕਾ ਯੂਜ਼ ਕਰਦੇ ਹੋ, ਉਹਦੇ ਵਾਸਤੇ ਜਿਹਨੂੰ ਆਪਾਂ ਪੈਨਸਲ ਲੈਡ ਕਹਿ ਸਕਦੇ ਹਾਂ, ਜਾਂ ਫਿਰ ਆਪਾਂ ਕਈ ਬਲੈਕ ਪੇਂਟ ਹੁੰਦੇ ਨੇ ਨਾ, ਤੇ ਬਲੈਕ ਪੇਂਟ ਕਰਦੇ ਹਾਂ, ਉਹਦੇ ਵਿੱਚ ਵੀ ਕਿਹਨੂੰ ਯੂਜ਼ ਕੀਤਾ ਜਾਂਦਾਗਾ? ਗ੍ਰੇਫਾਈਟ ਨੂੰ ਯੂਜ਼ ਕੀਤਾ ਜਾਂਦਾਗਾ। ਉਸ ਤੋਂ ਬਾਅਦ ਇਹ ਪ੍ਰੋਬਲਮ ਆ ਗਈ, ਬਸ 3 ਕੁਐਸਚਨਸ ਨੇ। ਇਹ 3 ਕੁਐਸਚਨਸ ਕੀ ਨੇ? ਧਿਆਨ ਨਾਲ ਸੁਣੋ, ਕਹਿੰਦੇ ਐਨ ਐਲੀਮੈਂਟ ਬਿਲੋਂਗਿੰਗ ਟੂ ਗਰੁੱਪ 14। ਪਹਿਲਾਂ ਤਾਂ ਗਰੁੱਪ 14 ਕੀ ਹੁੰਦਾ, ਸੁਣੋ ਧਿਆਨ ਨਾਲ। 14th ਗਰੁੱਪ ਕਿਹੜਾ ਹੁੰਦਾ?
देखो जी इधर आ थोड़ा प्रोडिक्ट टेबल आ प्रोडिक्ट टेबल ਦੇ ਵਿੱਚ देखो आह पहला ग्रुप आ दूसरा ग्रुप आ तीसरा ग्रुप आ चौथा करते 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 आ 14वां ग्रुप आ गया ठीक है जी आ केड़ा ग्रुप आ गया अपने को 14वां ग्रुप आ गया कहते 14th ग्रुप का कोई एलीमेंट आ तो 14 ग्रुप के एलीमेंट देखो कार्बन सिलिकन जर्मेनियम ठीक है जी ये सारे अपने को पैटीन इधर लेड फिर इस तरह करके अपने को सारे सारे की पे ने एलीमेंट पे ने इन्होंने क्या ए एन एलीमेंट बिलोंगिंग टू ग्रुप 14 तो 14th ग्रुप का एलीमेंट आ पीरियोडिक टेबल ਦੇ ਵਿੱਚ ਕਹਿੰਦੇ ਉਹਦੇ ਦੋ ਕਾਮਨ ਐਲੋਟ੍ਰੋਪਸ ਨੇ ਅੱਛਾ ਐਲੋਟ੍ਰੋਪ ਕਿਹਦੇ ਪੜ ਕੇ ਆਪਾਂ ਕਾਰਬਨ ਦੀ ਪੜ ਕੇ ਆਏ ਆ ਤੇ ਕਾਰਬਨ ਕਿਹੜੇ ਗਰੁੱਪ ਚ ਆਉਂਦਾ 14th ਗਰੁੱਪ ਦੇ ਵਿੱਚ ਹੀ ਆਉਂਦਾਗਾ A ਐਂਡ B ਕਹਿੰਦੇ A ਇਜ਼ ਵੈਰੀ ਹਾਰਡ and non-conductor of electricity ਕਹਿੰਦੇ V is soft to touch and good conductor of electricity ਹੁਣ ਕਹਿੰਦੇ ਕੋਈ ਇੱਕ A ਆ ਇੱਕ ਚੀਜ਼ B ਆ ਕਹਿੰਦੇ A ਤਾਂ ਕੀ ਹੈ ਬੇਟਾ ਜੀ ਹਾਰਡ ਆ ਠੀਕ ਹੈ ਜੀ ਇੱਕ ਕੀ ਹੈ ਇਹ नॉन कंडक्टर मतलब कि आप लिख सकते हैं बैड कंडक्टर ऑफ इलेक्ट्रिसिटी बैड कंडक्टर इलेक्ट्रिसिटी का ठीक है बट बी जो है बेटा जी की सॉफ्ट आ एज वैल एज बेटा की है गुड कंडक्टर है कि इलेक्ट्रिसिटी का ठीक है आइडेंटिफाई एलिमेंट्स नेम ईच ऑफ दिस एलोट्रोप्स ठीक है एलिमेंट केड़ा होगा पहले तो दसो है जी एलिमेंट केड़ा होगा एलिमेंट पूछा इत्थे एलोट्रोप नहीं पूछा एलिमेंट तो सिर्फ इको ही कार्बन किदे बने हुए है कार्बन ਤਾਂ ਉੱਥੇ ਐਲੀਮੈਂਟ ਪੁੱਛਿਆ ਗਿਆ 14ਵੇਂ ਗਰੁੱਪ ਦੇ ਵਿੱਚ ਐਲੀਮੈਂਟ ਕਿਹੜਾ ਹੋਊਗਾ ਕਾਰਬਨ ਆ ਕਹਿੰਦੇ ਫਿਰ ਕਹਿੰਦੇ ਨੇਮ ਈਚ ਆਫ ਦਿਸ ਐਲੋਟ੍ਰੋਪ ਫਿਰ ਆਹ ਵਾਲਾ ਐਲੋਟ੍ਰੋਪ ਕਿਹੜਾ ਹੋਊਗਾ ਵੈਰੀ ਗੁੱਡ ਬਿਨਾਂ ਸਮਝਾਏ ਹੀ ਦੱਸਤਾ ਬਈ ਇਸ ਤਰ੍ਹਾਂ ਦਾ ਐਲੋਟ੍ਰੋਪ ਡਾਇਮੰਡ ਤੇ ਇਹ ਕੀ ਹੋਗਾ ਫਿਰ ਗ੍ਰੇਫਾਈਟ ਠੀਕ ਹੈ ਜੀ ਪਹਿਲੀ ਪ੍ਰੋਬਲਮ ਸੋਲਵ ਅਗਲੀ ਇਹ ਵੀ ਸੌਖੀ ਹੈ ਦੇਖੋ ਕੀ ਲਿਖਿਆ ਇਹਨਾਂ ਨੇ ਕਹਿੰਦੇ ਆ ਬॉय ਸ਼ਾਰਪਨਸ ਆ ਪੈਨਸਲ ਐਟ ਬੋਥ ਐਂਡ मतलब कि एक बच्चा सीगा ਉਹਨੇ ਦੋਨੇ ਪਾਸੋਂ ਪੈਨਸਲ ਨੂੰ ਸ਼ਾਰਪ ਕਰ ਲਿਆ ठीक है ਤੁਹਾਨੂੰ ਇਹਦੇ ਵਿੱਚ ਵੀਡੀਓ ਵੀ ਐਡ ਕਰ ਦਿੱਤੀ ਜਾਊਗੀ ਇਹਦੇ ਵਿੱਚ ਤੁਹਾਨੂੰ ਵੀਡੀਓ ਐਡ ਕਰਕੇ ਅਸੀਂ ਤੁਹਾਨੂੰ ਇਹ ਵੀਡੀਓ ਫੇਰ ਹੀ ਅਪਲੋਡ ਕਰਾਂਗੇ ਠੀਕ ਹੈ ਜੀ ਕਹਿੰਦੇ ਇਹ boy sharpens a pencil at both the end and then uses its back end to complete an electric circuit ਕੰਪਲੀਟ ਹੋਣ ਦਾ ਮਤਲਬ ਕੀ ਆ ਕਿ ਜਦੋਂ ਮੈਂ ਉੱਥੇ ਦੋਨੇ ਤਾਰਾਂ ਨੂੰ ਜੋੜਿਆ ਤਾਂ ਇਲੈਕਟ੍ਰਿਸਿਟੀ ਕੰਡਕਟ ਹੋਣ ਲੱਗੀ ਠੀਕ ਹੈ ਜੀ will the current flow through the electric circuit ਕਿ ਇਲੈਕਟ੍ਰਿਕ ਸਰਕਟ ਜਿਹੜਾ ਹੈਗਾ ਉਹ ਚੋਂ ਕਰੰਟ ਫਲੋ ਕਰੂਗਾ ਕਿ ਨਹੀਂ ਕਰੂਗਾ ਕਰੂਗਾ ਵੀਡੀਓ ਦੇਖ ਲਿਓ ਦੁਬਾਰਾ ਜਿਹੜੇ ਲੱਗੇ ਹੋ give reasons for your answer ਉਹਦਾ ਆਨਸਰ ਦੱਸੋ ਕੀ ਹੋਗਾ ਇੱਥੇ ਗ੍ਰੇਫਾਈਟ ਦਾ ਕਾਰਨ ਲਿਖਾਂਗੇ ਸਾਰਾ ਗ੍ਰੇਫਾਈਟ ਦਾ ਕਾਰਨ ਲਿਖੋਗੇ ਪਹਿਲਾਂ ਲਿਖੋਗੇ ਉਹ ਪੈਨਸਲ ਦਾ ਲੈਡ ਕਿਹੜੀ ਚੀਜ਼ ਉਹਦੇ ਵਿੱਚ ਕੀ ਚੀਜ਼ ਮਿਲਦੀ ਆ ਗ੍ਰੇਫਾਈਟ ਐਂਡ ਗ੍ਰੇਫਾਈਟ ਇਜ਼ ਅ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਵਾਈ ਕਰਾਤਾ ਉਹ ਤੁਸੀਂ ਦੇਖ ਲਿਓ ਕਹਿੰਦੇ ਨੇਮ ਦਾ ਬਲੈਕ ਸਬਸਟੈਂਸ ਆਫ ਦਾ ਪੈਨਸਲ ਉਹਨੂੰ ਕਹਿੰਦੇ ਆ ਪੈਨਸਲ ਦਾ ਲੈਡ ਜਿਵੇਂ ਆਪਾਂ ਗ੍ਰੇਫਾਈਟ ਕਹਿ ਸਕਦੇ ਹਾਂ ਆਪਾਂ ਓਕੇ ਅਗਲਾ ਆਓ ਕਹਿੰਦੇ ਪੀਸ ਆਫ ਬਲੈਕ ਇਲੈਕਟ੍ਰੋਡ ਇਜ਼ ਯੂਜ਼ਡ ਇਨ ਡਰਾਈ ਸੈਲ ਔਨ ਸਟਰੋਂਗ ਹੀਟਿੰਗ in air gave a colorless gas which turned the lime water milky ਜਦੋਂ ਕਿਤੇ ਕਹਤਾ ਨਾ ਕਲਰਲੈਸ ਗੈਸ ਆ ਐਂਡ ਇਹ ਕਹਤਾ ਕਿ ਉਹ ਗੈਸ ਕੀ ਕਰੂਗੀ ਲਾਈਮ ਵਾਟਰ ਨੂੰ ਕੀ ਕਰ ਦੂਗੀ ਮਿਲਕੀ ਕਰ ਲੂਗੀ ਕਰ ਦੂਗੀ ਵਟ ਵਾਸ ਦਾ ਮਟੀਰੀਅਲ ਆਫ ਦਾ ਇਲੈਕਟ੍ਰੋਡ ਹੁਣ ਕਹਿੰਦੇ ਇਲੈਕਟ੍ਰੋਡ ਕਿਹੜੇ ਮਟੀਰੀਅਲ ਦਾ ਬਣਿਆ ਹੋਇਆ ਇਹਦਾ ਸਿੱਧਾ ਆਨਸਰ ਹੈਗਾ ਕਾਰਬਨ ਦਾ ਬਣਿਆ ਹੋਇਆ ਐਂਡ ਕਾਰਬਨ ਵੀ ਕਿਸ ਫਾਰਮ ਦੇ ਵਿੱਚ ਗ੍ਰੇਫਾਈਟ ਦੇ ਫਾਰਮ ਦੇ ਵਿੱਚ ਐਂਡ ਐਨੋਡ ਹੋਊਗਾ ਕਿ ਕੈਥੋਡ ਹੋਊਗਾ ਐਨੋਡ ਹੋਊਗਾ ਕੀ ਹੋਊਗਾ ਐਨੋਡ ਲਓ ਜੀ ਅੱਜ ਆਪਾਂ ਇੱਥੇ ਤੱਕ ਕਰਾਂਗੇ ਬੇਟਾ ਤੇ ਬਾਕੀ ਆਪਾਂ ਕੱਲ ਨੂੰ ਕਰਾਂਗੇ ਟਾਈਮ ਬਹੁਤ ਹੋ ਗਿਆ ਮੈਨੂੰ ਲੱਗਦਾ 18 ਮਿੰਟ ਉੱਪਰ ਹੋ ਗਏ 1.5 ਘੰਟੇ ਦਾ ਜੇ ਲੈਕਚਰ ਮੰਨ ਕੇ ਚੱਲਿਆ ਸੀ ਪਰ 18 ਮਿੰਟ ਉੱਪਰ ਹੋ ਗਏ ਇਹਦੇ 'ਚ ਆਪਾਂ ਮਿਲਦੇ ਹਾਂ ਕੱਲ ਨੂੰ ਬਾਕੀ ਆਪਾਂ ਕੱਲ ਕਰਾਂਗੇ ਹੁਣ ਇਹ ਦੱਸੋ ਕਿਸ ਦਾ ਕੋਈ ਡਾਊਟ ਹੈ ਇੱਥੇ ਤੱਕ ਕੋਈ ਡਾਊਟ ਹੈ ਇੱਥੇ ਤੱਕ ਨਹੀਂ ਤਾਂ ਇਹਦਾ ਮਤਲਬ ਸਾਰੇ ਬੱਚਿਆਂ ਨੂੰ ਕਲੀਅਰ ਆ ਤਾਂ ਬੇਟਾ ਫਿਰ ਵੀ ਅਗਰ ਇਹਦਾ ਕੋਈ ਡਾਊਟ ਹੋਇਆ ਤਾਂ ਤੁਸੀਂ ਕੱਲ ਤੱਕ ਕੀ ਕਰ ਸਕਦੇ ਹੋ ਮੇਥੋਂ ਕਲੀਅਰ ਕਰ ਲਿਓ ਤੇ ਉਸ ਤੋਂ ਬਾਅਦ ਇਹਦੇ ਕੁਐਸਚਨ ਵਗੈਰਾ ਜਿਹੜੇ ਹੈਗੇ ਬੇਟਾ ਤੁਸੀਂ ਖੁਦ ਪ੍ਰੈਕਟਿਸ ਕਰਦੇ ਰਹੋ ਠੀਕ ਹੈ ਜੀ ਐਂਡ ਹੈਪੀ ਦੀਵਾਲੀ ਇਨ ਐਡਵਾਂਸ ਕੱਲ ਨੂੰ ਵੀ ਵੈਸੇ ਆਪਾਂ ਹਮੇ ਦੀਵਾਲੀ ਤੇ ਵੀ ਮਿਲਾਂਗੇ ਪਰ ਐਡਵਾਂਸ ਵਾਲੀ ਹੈਪੀ ਦੀਵਾਲੀ ਹੈ ਠੀਕ ਹੈ ਜੀ ਥੈਂਕ ਯੂ ਸੋ ਮਚ ਕੱਲ ਤਾਂ ਮੁੰਡਾ ਦੇ ਮੁੰਡੇ ਨਾਲ ਗੱਲ ਕਰਦਾ ਠੀਕ ਹੈ ਸੌਂ ਲੱਗੇ ਬੜਾ